ਫਿਰ ਸਤਿ ਸ਼੍ਰੀ ਅਕਾਲ। ਤੇ ਫੇਸਬੁੱਕ ਤੇ YouTube ਦੇ ਉੱਤੇ ਮੁੜ ਦੁਬਾਰਾ ਜਿਹੜਾ ਇਹ ਲਾਈਵ ਪ੍ਰਸਾਰਣ ਆ ਉਹ ਆਪਾਂ ਜਿਹੜਾ ਉਹ ਚਾਲੂ ਕਰ ਦਿੱਤਾ ਆ। ਸੋ ਜਿਹੜਾ ਪਹਿਲੋਂ ਦੇਖਦੇ ਸੀਗੇ ਉਹ ਸਟਾਪ ਸੀਗਾ ਤੇ ਹੁਣ ਇਹ ਨਵਾਂ ਜਿਹੜਾ ਆ ਉਹ ਸਟ੍ਰੀਮ ਆ ਉਹ ਸ਼ੁਰੂ ਹੋਈ ਆ। ਸੋ ਇੱਕ ਵਾਰੀ ਆਪਣੇ ਪੇਜਿਸ ਨੂੰ ਜਿਹੜਾ ਉਹ ਤੁਸੀਂ ਰੀਫਰੈਸ਼ ਕਰ ਲਓ। ਜੀ ਬਿਲਕੁਲ, ਸਰੋਤਿਆਂ ਨੂੰ ਦੱਸ ਦੇਈਏ ਬਹੁਤ ਸਾਰੀਆਂ ਕਾਲਸ ਆ ਰਹੀਆਂ ਵੀ ਕੌਣ ਜਿੱਤ ਰਿਹਾ, ਵੀ ਤੁਸੀਂ ਹੋਰ ਤਰ੍ਹਾਂ ਦੱਸ ਰਹੇ ਆ, ਟੀਵੀ ਤੇ ਹੋਰ ਤਰ੍ਹਾਂ ਆ, ਜੀ ਵੀ ਵੋਟਾਂ ਦੇ ਨੰਬਰ ਜਿਹੜੇ ਆ ਉਹ ਜੋ ਬਾਈਡਨ ਦੇ ਅੱਗੇ ਆ ਤੇ ਟਰੰਪ ਪਿੱਛੇ ਆ। ਭਾਈ ਜਿਹੜੀ ਪੋਪੂਲਰ ਵੋਟ ਹੁੰਦੀ ਆ ਨਾ, ਜਿਹਦੀਆਂ ਮੰਨ ਲਓ ਵੀ ਸਭ ਤੋਂ ਜ਼ਿਆਦਾ ਟੋਟਲ ਵੋਟਾਂ ਆ, ਉਹ ਜ਼ਰੂਰੀ ਨਹੀਂ ਉਹ ਹੀ ਜਿੱਤੇ, ਕਿਉਂਕਿ ਇੱਥੇ ਜਿਸ ਤਰ੍ਹਾਂ ਪਹਿਲਾਂ ਹਰਵਿੰਦਰ ਕੰਗ ਹੋਣੀ ਵੀ ਤੇ ਜਗਮੋਹਨ ਸਿੰਘ ਹੋਣੀ ਵੀ ਐਕਸਪਲੇਨ ਕੀਤਾ ਸੀ, ਹਰ ਇੱਕ ਸਟੇਟ ਦੇ ਆਪਣੇ ਆਪਣੇ ਜਿਹੜੇ ਇਲੈਕਟਰਲ ਵੋਟਰਸ ਹੁੰਦੇ ਹੈਗੇ ਆ। ਸੋ ਜਿਹੜੀ ਸਟੇਟ ਜਿੱਤ ਜਾਏ ਉਹਦੇ ਉਸ ਹਿਸਾਬ ਨਾਲ ਉਹ ਜਾਂਦੇ ਆ। ਹੁਣ ਤੱਕ ਜੇ ਰੁਝਾਨ ਦੇਖਿਆ ਜਾਵੇ ਤਾਂ ਪ੍ਰੈਜ਼ੀਡੈਂਟ ਟਰੰਪ ਦੇ ਦੂਜੀ ਵਾਰੀ ਪ੍ਰੈਜ਼ੀਡੈਂਟ ਬਣਨ ਦੇ ਬਹੁਤ ਜ਼ਿਆਦਾ ਚਾਂਸ ਆ ਜੋ ਬਾਈਡਨ ਨਾਲੋਂ, ਕਿਉਂਕਿ ਜਿਹੜੀਆਂ ਹੁਣ ਡਿਸਾਈਡ ਹੋਣ ਵਾਲੀਆਂ ਸਟੇਟਸ ਹੈਗੀਆਂ ਆ ਉਹਨਾਂ ਦੇ ਵਿੱਚ ਜਿਹੜੀ ਲੀਡ ਕਾਫੀ ਹੈਗੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ। ਈਵਨ ਦੋ ਪੈਂਸਿਲਵੇਨੀਆ ਨੇ ਇਹ ਕਿਹਾ ਹੈ ਵੀ ਉਹ ਸਵੇਰੇ 9 ਵਜੇ ਤੱਕ ਫਾਈਨਲ ਜਿਹੜੀ ਕਾਊਂਟ ਕਰਨਗੇ, ਵਿਸਕੌਨਸਨ ਨੇ ਕਿਹਾ ਸਵੇਰੇ 5 ਵਜੇ ਤੱਕ ਕਾਊਂਟ ਕਰਨਗੇ, ਪਰ ਜੋ ਰੁਝਾਨ ਲੱਗ ਰਿਹਾ ਆ ਉਹਦੇ ਹਿਸਾਬ ਨਾਲ ਪ੍ਰੈਜ਼ੀਡੈਂਟ ਡੋਨਲਡ ਟਰੰਪ 270 ਤੋਂ ਵੱਧ ਜਿਹੜੇ ਇਲੈਕਟਰਲ ਜਿਹੜੀ ਹੈਗੇ ਆ ਵੋਟਿੰਗ ਉਹ ਆਪਣੀ ਲੈ ਜਾਣਗੇ। ਜੀ ਬਿਲਕੁਲ ਜੀ। ਉੱਦਾਂ ਮੌਜੂਦਾ ਆંકੜਿਆਂ ਦੀ ਹੀ ਜੇ ਹਰਜੋਤ ਸਿੰਘ ਜੀ ਤੇ ਜਗਮੋਹਨ ਜੀ ਆਪਾਂ ਗੱਲ ਕਰਦੇ ਜਾਈਏ ਤਾਂ ਮੌਜੂਦਾ ਆંકੜੇ 223 ਜਿਹੜੇ ਆ ਬਾਈਡਨ ਤੇ 212 ਜਿਹੜੇ ਆ ਟਰੰਪ, ਉਹਨਾਂ ਦੇ ਨਾਲ ਜਿਹੜੇ ਇਸ ਹਿਸਾਬ ਦੇ ਨਾਲ ਜਿਹੜਾ ਉਹ ਨਜ਼ਰ ਆ ਰਿਹਾ। ਸੋ ਇਸੇ ਕਰਕੇ ਜਿਹੜੇ ਲੋਕ ਆ ਉਹ ਆਪਾਂ ਕਹਿ ਸਕਦੇ ਆ ਵੀ ਕਹਿ ਰਹੇ ਆ ਵੀ ਬਾਈਡਨ ਤਾਂ ਅੱਗੇ ਚੱਲ ਰਿਹਾ, ਤੁਸੀਂ ਜਿਹੜਾ ਹੋਰ ਕਹਿ ਰਹੇ ਆ। ਸੋ ਉਹਦਾ ਜਿੱਦਾਂ ਹਰਜੋਤ ਸਿੰਘ ਜੀ ਨੇ ਵੀ ਹੁਣੇ ਜਿੱਦਾਂ ਦੱਸ ਕੇ ਹਟੇ ਨੇ ਵੀ ਕਾਰਨ ਉਸ ਦੇ ਪਿੱਛੇ ਇੱਕ ਹੀ ਹੁੰਦਾ ਆ ਵੀ ਕਿਉਂਕਿ ਜਿਹੜੀਆਂ ਬੈਟਲ ਗਰਾਊਂਡ ਸਟੇਟਸ ਜਿਹੜੀਆਂ ਆ ਉਹਨਾਂ ਦੇ ਵਿੱਚ ਜਿਹੜੇ ਆ ਰਾਸ਼ਟਰਪਤੀ ਟਰੰਪ ਆ ਉਹਨਾਂ ਦੀ ਲੀਡ ਜਿਹੜੀ ਆ ਉਹ ਬਣੀ ਪਈ ਆ, ਜਿਸ ਕਰਕੇ ਉਹਨਾਂ ਦੇ ਜਿੱਤਣ ਦੇ ਅਸਾਰ ਜਿਹੜੇ ਆ ਉਹ ਜ਼ਿਆਦਾ ਹੈਗੇ ਨੇ। ਜੀ ਇਸ ਤੋਂ ਪਹਿਲਾਂ ਸਾਡੇ ਇੱਕ ਸਰੋਤੇ ਇੰਦਰਜੀਤ ਸਿੰਘ ਉਹਨਾਂ ਦਾ ਵੀ ਕੁਐਸਚਨ ਸੀਗਾ ਵੀ ਕੈਲੀਫੋਰਨੀਆ ਵਾਲਿਆਂ ਨੇ ਕਿੱਦਾਂ ਡਿਕਲੇਅਰ ਕਰ ਦਿੱਤਾ ਹੈਗਾ ਆਲਰੇਡੀ। ਸੋ ਕਿਉਂਕਿ ਡੈਮੋਕ੍ਰੇਟ ਸਟੇਟ ਆ, ਯੂਜ਼ਲੀ ਪਤਾ ਹੀ ਆ ਵੀ ਇਹਨਾਂ ਜਿੱਥੇ ਜਿਹੜਾ ਰਿਪਬਲਿਕਨ ਤੇ ਡੈਮੋਕ੍ਰੇਟ ਦੀ ਵੋਟਸ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਹੈਗਾ, ਘੱਟੋ ਘੱਟ 10-15% ਤੋਂ ਵੱਧ ਆ। ਤੇ ਮੇਲ ਇਨ ਬੈਲਟ ਜਿਹੜੇ ਹੁੰਦੇ ਆ 30% ਦਾ ਜੀ ਬਿਲਕੁਲ ਜੀ। ਸੋ ਮੇਲ ਇਨ ਬੈਲਟ ਦਾ ਚੱਕਰ ਕੀ ਆ ਵੀ ਜਦੋਂ ਤੁਸੀਂ ਮੇਲ ਕਰਦੇ, ਜਦੋਂ ਉਹਨਾਂ ਨੂੰ ਜਿਹੜਾ ਕਾਉਂਟੀ ਰਜਿਸਟਰ ਵੋਟਰ ਹੁੰਦਾ ਮਿਲ ਜਾਂਦਾ, ਉਹ ਨਾਲ ਦੀ ਨਾਲ ਕਾਊਂਟ ਕਰਨਾ ਸ਼ੁਰੂ ਕਰ ਦਿੰਦੇ ਆ, ਪਰ ਉਹ ਰਿਜ਼ਲਟ ਨਹੀਂ ਡਿਕਲੇਅਰ ਕਰਦੇ। ਰਿਜ਼ਲਟ ਅੱਜ ਦਾ ਦਿਨ ਜਿਹੜੇ ਆ ਜਦੋਂ ਇਲੈਕਸ਼ਨ ਦਾ ਹੁੰਦੀ ਹੈ ਨਵੰਬਰ 3 ਉਹਦੀ ਹੀ ਡਿਕਲੇਅਰ ਕਰਦੇ। ਸੋ ਜਿੰਨੀ ਜਲਦੀ ਤੁਸੀਂ ਵੋਟ ਪਾਈ ਹੋਵੇ ਉਨੀ ਜਲਦੀ ਜਿਹੜਾ ਆ ਉਹ ਕਾਊਂਟ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਕਈ ਸਟੇਟਾਂ 'ਚ ਤਾਂ 29 ਦਿਨ ਪਹਿਲਾਂ ਹੀ ਕਾਊਂਟ ਕਰਨਾ ਜਿਹੜਾ ਸ਼ੁਰੂ ਕਰ ਦਿੰਦੇ, ਜੇ ਤੁਹਾਡੀ ਵੋਟ ਪਹਿਲਾਂ ਤੁਸੀਂ ਮੇਲ ਕਰ ਦਿੰਦੇ ਹੈਗੇ। ਜਿੱਦਾਂ ਜਿੱਦਾਂ ਪਹੁੰਚਦੇ ਜਾਂਦੇ ਉਹਨਾਂ ਦੇ ਕੋਲ ਮੇਲ ਇਨ ਬੈਲਟ, ਤੇ ਉਹ ਨਾਲ ਦੀ ਨਾਲ ਜਿਹੜਾ ਕਾਊਂਟ ਕਰਨਾ ਸ਼ੁਰੂ ਕਰ ਦਿੰਦੇ ਹੈਗੇ ਆ। ਸੋ ਇਸੇ ਕਰਕੇ ਜਿਹੜੇ ਡੈਮੋਕ੍ਰੇਟ ਸੀ ਉਹਨਾਂ ਨੂੰ ਬਹੁਤ ਆਸ ਸੀ ਇਸ ਵਾਰ ਵੀ 100 ਮਿਲੀਅਨ ਦੇ ਕਰੀਬ ਜਿਹੜੀਆਂ ਵੋਟਸ ਆ ਉਹ ਬਾਈ ਮੇਲ ਇਨ ਪਈਆਂ। ਯੂਜ਼ਲੀ ਕੀ ਹੁੰਦਾ ਆ ਵੀ ਜਿੱਦਣ ਵੋਟਾਂ ਪੈਂਦੀਆਂ, ਜਿੱਦਣ ਨਵੰਬਰ 3 ਹੁੰਦੀ ਆ, ਲੋਕ ਖੁਦ ਜਾ ਕੇ ਵੋਟ ਪਾਉਂਦੇ ਆ। ਤੇ ਕੀ ਹੁੰਦਾ ਆ ਰੀਜ਼ਨ ਪਈ ਜਿਹੜੇ ਬਜ਼ੁਰਗ ਆ ਸਾਰਿਆਂ ਨੂੰ ਪਤਾ, ਜਿਹੜੇ 50-60 ਸਾਲ ਤੋਂ ਉੱਪਰ ਆ ਉਹ ਬਹੁਤ ਜ਼ਿਆਦਾ ਵੱਡੀ ਗਿਣਤੀ 'ਚ ਵੋਟ ਪਾਉਂਦੇ ਆ, ਤੇ ਬਹੁਤਾ ਰੁਝਾਨ ਵੀ ਉਹਨਾਂ ਦਾ ਜਿਹੜਾ ਆ ਰਿਪਬਲਿਕਨ ਵੱਲ ਹੁੰਦਾ ਆ। ਇਸ ਕਰਕੇ ਡੈਮੋਕ੍ਰੇਟ ਸੋਚ ਰਹੇ ਸੀ ਵੀ ਪਹਿਲਾਂ ਇੰਨੀਆਂ ਜ਼ਿਆਦਾ ਵੋਟਾਂ ਪਈਆਂ ਪਿਛਲੇ ਸਾਲ ਦੇ ਮੁਕਾਬਲੇ, ਯੰਗ ਵੋਟਰਸ ਬਹੁਤ ਆ, ਸੋ ਉਹਨਾਂ ਦੇ ਚਾਂਸ ਬਹੁਤ ਜ਼ਿਆਦਾ ਆ। ਸੋ ਜੋ ਬਾਈਡਨ ਨੇ ਬੋਲਣਾ ਸੀ ਕੁਝ ਸਮਾਂ ਜੀ ਪਹਿਲਾਂ। ਜੀ ਬਿਲਕੁਲ ਜੋ ਬਾਈਡਨ ਜਿਵੇਂ ਕਿ ਆਪਾਂ ਦੱਸਿਆ ਸੀਗਾ ਕਿ ਸਪੀਚ ਦੇ ਰਹੇ ਨੇ, ਹਜੇ ਸ਼ਾਇਦ ਚੱਲ ਰਹੀ ਹੈ, ਤੇ ਇੱਕ ਅਪਡੇਟ ਜਿਹੜੀ ਜੀ ਉਹਨਾਂ ਦੀ ਸਪੀਚ ਦੇ ਵਿੱਚੋਂ ਆਈ ਹੈ ਕਿ ਉਹ ਆਪਣੇ ਸਪੋਰਟਰਸ ਨੂੰ ਪੇਸ਼ੈਂਸ ਰੱਖਣ ਦੇ ਲਈ ਜਿਹੜਾ ਜੀ ਕਹਿ ਰਹੇ ਨੇ, ਤੇ ਇਹ ਵੀ ਕਹਿ ਰਹੇ ਨੇ ਕਿ ਵੋਟ ਕਾਊਂਟ ਹਜੇ ਚੱਲ ਰਿਹਾ, ਉਸ ਦੇ ਉੱਤੇ ਜਿਹੜਾ ਜੀ ਹਜੇ ਭਰੋਸਾ ਰੱਖੋ। ਤੇ ਉਹ ਕਹਿ ਰਿਹਾ ਹੀ ਇਜ਼ ਔਨ ਟਰੈਕ ਟੂ ਵਿਨ, ਕਿ ਉਹਨਾਂ ਨੇ ਹਜੇ ਆਪਣੀਆਂ ਜਿਹੜੀਆਂ ਉਮੀਦਾਂ ਜਿੱਤਣ ਦੀਆਂ ਹਜੇ ਬਰਕਰਾਰ ਰੱਖੀਆਂ ਤੇ ਉਹਨਾਂ ਨੇ ਹੌਸਲਾ ਨਹੀਂ ਛੱਡਿਆ। ਸੋ ਇਹ ਇੱਕ ਅਪਡੇਟ ਉਹਨਾਂ ਦੀ ਸਪੀਚ ਦੇ ਵਿੱਚ ਜਿਹੜੀ ਜੀ ਆਈ ਹੈ। ਬਾਕੀ ਉਹਨਾਂ ਦੀ ਪੂਰੀ ਸਪੀਚ ਦੇ ਵਿੱਚ ਕੀ ਉਹਨਾਂ ਨੇ ਖਾਸ ਮੈਸੇਜ ਦਿੱਤਾ ਆਪਣੇ ਸਪੋਰਟਰਸ ਲਈ ਜਾਂ ਫਿਰ ਪੂਰੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਲਈ, ਇਹ ਵੀ ਤੁਹਾਨੂੰ ਜਿਹੜਾ ਜੀ ਆਪਾਂ ਸਾਂਝੇ ਕਰਦੇ ਚੱਲਾਂਗੇ ਜੀ। ਸੋ ਬਿਲਕੁਲ ਸਾਰਿਆਂ ਨੂੰ ਪਤਾ ਹੀ ਹੋਊਗਾ ਕੁਝ ਸਮਾਂ ਪਹਿਲਾਂ ਬਲੈਕ ਲਾਈਵਜ਼ ਮੈਟਰ ਵਾਲੇ ਕਾਫੀ ਲੋਕ ਵਾਸ਼ਿੰਗਟਨ DC 'ਚ ਇਕੱਠੇ ਹੋਣੇ ਸ਼ੁਰੂ ਹੋਏ ਸੀ। ਪਿਛਲੇ ਦਿਨਾਂ 'ਚ ਆਪਾਂ ਖਬਰਾਂ ਵੀ ਸਾਂਝੀਆਂ ਕੀਤੀਆਂ ਸੀ, ਬਹੁਤ ਸਾਰੇ ਲੋਕਾਂ ਨੇ ਆਪਣੇ ਬਿਜ਼ਨੈਸਿਸ ਬੋਰਡ ਅਪ ਕੀਤੇ ਹੈਗੇ ਆ ਕਿਸੇ ਤਰ੍ਹਾਂ ਦੀ ਲੁੱਟਮਾਰ ਦੇ ਡਰ ਦੇ ਮਾਰੇ। ਸੋ ਇਹਨੂੰ ਦੇਖਦੇ ਹੋਏ ਜਿਹੜਾ ਜੋ ਬਾਈਡਨ ਉਹਨਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਬਹੁਤ ਵਧੀਆ ਦਿੱਤੀ ਆ, ਕਿ ਕਿਸੇ ਤਰ੍ਹਾਂ ਦੀ ਕੋਈ
ਜਿਹੜੀ ਪੇਸ਼ੈਂਸ ਨਾ ਆਪਣੀ ਲੂਜ਼ ਕਰੋ, ਵੇਟ ਕਰੋ, ਫਾਈਨਲ ਰਿਜ਼ਲਟ ਜਿਹੜਾ ਆਉਣ ਦਿਓ। ਕਿਸੇ ਤਰ੍ਹਾਂ ਦੀ ਕੋਈ ਜਿਹੜੀ ਆ ਸ਼ਰਾਰਤ ਨਹੀਂ ਹੋਣੀ ਚਾਹੀਦੀ ਹੈਗੀ ਜੀ। ਜੀ ਬਿਲਕੁਲ। ਸੋ ਜੇ ਦੇਖਿਆ ਜਾਵੇ ਤਾਂ ਜਿਹੜੇ ਜਾਰਜੀਆ, ਫਲੋਰੀਡਾ, ਨਾਰਥ ਕੈਰੋਲੀਨਾ ਜੀ ਕਿਹਾ ਜਾ ਰਿਹਾ ਵੀ ਟੂ ਕਲੋਜ਼ ਟੂ ਕਾਲ, ਪਰ ਫੌਕਸ ਨਿਊਜ਼ ਵਾਲਿਆਂ ਨੇ ਫਲੋਰੀਡਾ ਆਲਰੇਡੀ ਜਿਹੜਾ ਆ ਇਹਨਾਂ ਦੇ ਹੱਕ ਦੇ ਵਿੱਚ ਦਿੱਤੀ ਆ। ਸੋ ਇਹ ਜੇ ਦੇਖਿਆ ਜਾਵੇ ਜਦੋਂ ਹਰਜੋਤ ਸਿੰਘ ਜੀ, ਜਗਮੋਹਨ ਜੀ, ਇਹ ਆਖਿਆ ਜਾਂਦਾ ਨਾ ਵੀ ਆਹ ਸਟੇਟ ਇਹਨਾਂ ਦੇ ਹੱਕ ਦੇ ਵਿੱਚ ਜਿਹੜੀ ਉਹ ਚਲੇਗੀ ਹੋਈ ਆ। ਸੋ ਇਹਦੇ ਪਿੱਛੇ ਕਈ ਜਿਹੜੇ ਨੈਟਵਰਕਸ ਦਾ ਬਹੁਤ ਲੰਮਾ ਚੌੜਾ ਜਿਹੜਾ ਕਹਿ ਸਕਦੇ ਆ ਵੀ ਪ੍ਰਬੰਧ ਹੁੰਦਾ ਆ। ਉਹਨਾਂ ਦੇ ਕਾਉਂਟੀਆਂ ਦੇ ਨਾਲ ਡਾਇਰੈਕਟ ਕੰਟੈਕਟ ਹੁੰਦੇ ਆ। ਉਹਨਾਂ ਨੂੰ ਪਤਾ ਲੱਗ ਰਿਹਾ ਹੁੰਦਾ ਹੈ ਵੀ ਕਿੱਥੇ ਜਿਹੜਾ ਆ ਕੀ ਕੁਛ ਜਿਹੜਾ ਉਹ ਚੱਲ ਰਿਹਾ ਆ। ਸੋ ਕਿੰਨੀਆਂ ਬਹੁਤ ਵੋਟਾਂ ਜੀ ਕਾਊਂਟ ਜੀ ਹੋਣ ਨੂੰ ਰਹਿੰਦੀਆਂ ਤੇ ਕਿੰਨੀਆਂ ਕਾਊਂਟ ਹੋ ਕਿੰਨੀਆਂ ਗਈਆਂ। ਜਿਹੜੀਆਂ ਉਹ ਕਾਊਂਟ ਹੋ ਚੁੱਕੀਆਂ। ਸੋ ਅੰਦਾਜ਼ਾ ਹੁੰਦਾ ਹੈ। ਨਾਲੇ ਹੁਣ ਤੁਸੀਂ ਦੇਖੋ ਵੀ ਪਤਾ ਹੁੰਦਾ ਵੀ ਜੇ ਅਲਾਮੀਡਾ ਦੇ ਵਿੱਚ ਆ ਜਾਂ ਸੈਂਟਾ ਕਲਾਰਾ ਕਾਊਂਟੀ ਜਿਹੜੀ ਅਜੇ ਪਈ ਆ, ਜਾਂ ਕਹਿ ਲਓ ਵੀ ਔਰੰਜ ਕਾਊਂਟੀ ਪਈ ਆ, ਜਾਂ ਇੰਪੀਰੀਅਲ ਕਾਊਂਟੀ ਪਈ ਆ। ਸੋ ਉਹਨਾਂ ਨੂੰ ਪਤਾ ਹੁੰਦਾ ਵੀ ਉਹ ਗੜ੍ਹ ਕਿਹਨਾਂ ਦਾ ਹੈਗਾ ਤੇ ਉੱਥੇ ਜਿੱਤਣ ਦੇ ਆਸਾਰ ਜਿਹੜੇ ਕਿਹਦੇ ਹੁੰਦੇ ਆ। ਸੋ ਉਹਦੇ ਹਿਸਾਬ ਦੇ ਨਾਲ ਫਿਰ ਉਹ ਪੋਸੀਬਿਲਿਟੀਜ਼, ਪ੍ਰੋਬੇਬਿਲਿਟੀਜ਼ ਜਿਹੜੀਆਂ ਲਾ ਕੇ ਆ ਉਹ ਰੇਸਿਸ ਜਿਹੜੀਆਂ ਉਹ ਕਾਲ ਕੀਤੀਆਂ ਜਾਂਦੀਆਂ ਆ। ਸੋ ਰਾਈਟ ਨਾਓ ਇਟ ਇਜ਼ ਟੂ ਕਲੋਜ਼ ਟੂ ਕਾਲ। ਇਹ ਜਿਹੜੀ ਬਿਲਕੁਲ ਇਸ ਦੇ ਵਿੱਚ ਕੋਈ ਦੋ ਰਾਵਾਂ ਜਿਹੜੀਆਂ ਨਹੀਂ ਹੈਗੀਆਂ ਵੀ ਟੂ ਕਲੋਜ਼ ਟੂ ਕਾਲ। ਪਰ ਨੋ ਡਾਊਟ ਜਿੱਦਾਂ ਦੱਸਿਆ ਜਾ ਰਿਹਾ ਵੀ ਵੋਟਾਂ ਦੀ ਗਿਣਤੀ ਲਗਾਤਾਰ ਫਾਸਲਾ ਜਿਹੜਾ ਆ ਉਹ ਵੱਧਦਾ ਜਾ ਰਿਹਾ ਆ। ਸੋ ਉਹਦੇ ਨਾਲ ਸੰਭਾਵਨਾ ਜਿਹੜੀ ਆ ਉਹ ਡੈਫੀਨੇਟਲੀ ਉਹਨਾਂ ਦੀ ਜਿਹੜੀ ਉਹ ਵੱਧ ਜਾਂਦੀ ਆ। ਇਸ ਮੌਕੇ ਜਿਹੜੇ ਇਨਕੰਬੈਂਟ ਹੈਗੇ ਨੇ ਰਾਸ਼ਟਰਪਤੀ ਟਰੰਪ, ਉਹਨਾਂ ਦੇ ਮੁੜ ਦੁਬਾਰਾ ਰੀ-ਇਲੈਕਟ ਹੋਣ ਦੀਆਂ ਸੰਭਾਵਨਾਵਾਂ ਜਿਹੜੀਆਂ ਆ ਉਹ ਟੋਟਲੀ ਜਿਹੜੀਆਂ ਇਸ ਟਾਈਮ ਵੱਧਦੀਆਂ ਜਾ ਰਹੀਆਂ ਹੈਗੀਆਂ ਨੇ। ਸੋ ਜੀ ਇੱਕ ਹੋਰ ਅਪਡੇਟ ਦਿੰਦੇ ਜਾਈ ਜੀ ਆਪਣੇ ਸਰੋਤਿਆਂ ਨੂੰ। ਓਹਾਇਓ ਜਿਹੜੀ ਜੀ ਕਾਲ ਆਊਟ ਹੋ ਚੁੱਕੀ ਹੈ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੱਕ ਦੇ ਵਿੱਚ। ਜੀ ਓਹਾਇਓ ਸਟੇਟ ਕੇ ਜਿਹੜੀ ਪਿਛਲੀ ਵਾਰੀ ਵੀ ਫਲਿੱਪ ਮੰਨੀ ਗਈ ਸੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤੀ ਹੈ ਹਿਲਰੀ ਕਲਿੰਟਨ ਦੇ ਖਿਲਾਫ, ਇਸ ਵਾਰੀ ਫਿਰ ਉਸ ਨੂੰ ਆਪਣੇ ਹੱਕ ਦੇ ਵਿੱਚ ਰੱਖਣ ਦੇ ਵਿੱਚ ਜਿਹੜੇ ਜੀ ਕਾਮਯਾਬ ਰਹੇ ਨੇ। ਸੋ ਜਿੰਨੀਆਂ ਵੀ ਬੈਟਲ ਗਰਾਊਂਡ ਸਟੇਟ, ਸਵਿੰਗ ਸਟੇਟ, ਫਲਿੱਪ ਸਟੇਟਸ, ਜਿਹੜੇ ਵੱਖੋ ਵੱਖੋ ਨਾਮ ਆਪਾਂ ਇਹਨਾਂ ਦੇ ਸਕਦੇ ਹਾਂ, ਇਹਨਾਂ ਦੇ ਵਿੱਚੋਂ ਮੋਸਟਲੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਹੱਕ ਦੇ ਵਿੱਚ ਰੱਖਣ ਦੇ ਵਿੱਚ ਕਾਮਯਾਬ ਹੁੰਦੇ ਨਜ਼ਰ ਆ ਰਹੇ ਨੇ। ਲਾਈਕ ਸੋ ਫਲੋਰੀਡਾ, ਇਦਾਂ ਲੱਗ ਰਿਹਾ ਹਰਜੋਤ ਸਿੰਘ ਜੀ ਤੇ ਜਗਮੋਹਨ ਜੀ, ਜਿੱਦਾਂ ਪਿਛਲੀ ਵਾਰ 2016 ਵਾਲਾ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਇਲੈਕਟਰਲ ਮੈਪ ਆ ਤਕਰੀਬਨ ਉਸੇ ਹੀ ਰਾਹ ਦੇ ਉੱਤੇ ਆ। ਇੱਕ ਐਰੀਜ਼ੋਨਾ ਜਿਹੜੀ ਉਹ ਫਲਿੱਪ ਹੋਈ ਜਿਹੜੀ ਉਹ ਨਜ਼ਰ ਆ ਰਹੀ ਆ। ਉਸ ਤੋਂ ਇਲਾਵਾ ਜਿਹੜੀਆਂ ਬਲੂ ਸਟੇਟ ਬਲੂਜ਼ ਆ ਤੇ ਰੈੱਡ ਸਟੇਟ ਜਿਹੜੀਆਂ ਰੈੱਡ ਹਾਲ ਦੀ ਘੜੀ ਉਸੇ ਤਰੀਕੇ ਦੇ ਨਾਲ ਆ। ਹੁਣ ਨਵਾਡਾ ਦਾ ਦੇਖਣਾ ਹੋਊਗਾ ਵੀ ਕੀ ਉਹ ਫਲਿੱਪ ਹੁੰਦੀ ਆ, ਕੀ ਉਹ ਰਿਪਬਲਿਕਨ ਜਾਂਦੀ ਆ, ਜਾਂ ਫਿਰ ਉਹ ਜਿਹੜੀ ਆ ਉਹ ਫਿਰ ਰੈੱਡ ਸਟੇਟ ਜਿਹੜੀ ਉਹ ਬਣਦੀ ਆ, ਰਿਪਬਲਿਕਨ ਜਾਂਦੀ ਆ ਜਾਂ ਡੈਮੋਕ੍ਰੇਟ ਜਾਂਦੀ ਆ। ਸੋ ਇਹ ਇੱਕ ਸਟੇਟ ਦੇ ਉੱਤੇ ਵੀ ਜਿਹੜੀ ਉਹ ਅੱਖ ਰਹਿਣ ਵਾਲੀ ਹੈਗੀ ਆ। ਪਰ ਜਿੱਦਾਂ ਆਪਾਂ ਦੇਖਿਆ ਵੀ ਪਿਛਲੇ ਕਈ ਦਿਨਾਂ ਤੋਂ, ਪਿਛਲੇ 1 ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਦਰਜਨਾਂ ਦੇ ਸੰਖਿਆ ਦੇ ਵਿੱਚ ਜਿਹੜੀਆਂ ਰੈਲੀਜ਼ ਆ ਦੋਨਾਂ ਹੀ ਕੈਂਡੀਡੇਟਸ ਦੇ ਦੁਆਰਾ ਇਹਨਾਂ ਬੈਟਲ ਗਰਾਊਂਡ ਸਟੇਟਸ ਦੇ ਵਿੱਚ ਕੀਤੀਆਂ ਗਈਆਂ ਹੈਗੀਆਂ ਆ। ਸੋ ਦੇਖਦੇ ਹਾਂ ਵੀ ਇਹ ਕੀ ਬਣਦਾ ਆ। ਪਰ ਲਗਾਤਾਰ ਜਿਹੜੀ बढ़त ਆ ਉਹ ਰਾਸ਼ਟਰਪਤੀ ਟਰੰਪ ਦੀ ਇਹਨਾਂ ਦੀ ਬੈਟਲ ਗਰਾਊਂਡ ਸਟੇਟਸ ਦੇ ਵਿੱਚ ਉਹ ਵੱਧਦੀ ਜਾ ਰਹੀ ਹੈਗੀ ਆ। ਸੋ ਬਿਲਕੁਲ ਸਰੋਤਿਓ, ਸਾਡੇ ਨਾਲ ਤੁਸੀਂ ਕਾਲ ਵੀ ਕਰ ਸਕਦੇ ਹੋ 408 272 5200 ਤੇ ਆਪਣੇ ਵਿਚਾਰ ਦੇ ਸਕਦੇ ਆ। ਤੁਹਾਨੂੰ ਕੀ ਲੱਗਦਾ ਆ? ਤੇ ਸਾਡੇ ਨਾਲ ਕਾਲਰ ਵੀ ਜੁੜੇ ਹੋਏ ਆ। ਜਗਮੋਹਨ ਜੀ, ਆਪਾਂ ਕਾਲਰ ਦੇ ਨਾਲ ਗੱਲਬਾਤ ਕਰੀਏ। ਜੀ ਬਿਲਕੁਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰੀ ਟੀਮ ਨੂੰ। ਮੈਂ ਸ਼ਰਨਜੀਤ ਕੌਰ ਬੋਲਦੀ ਹਾਂ। ਮੈਂ ਥੈਂਕ ਯੂ ਕਰਨਾ 3-4 ਮਹੀਨਿਆਂ ਦਾ ਤੁਸੀਂ ਇੱਥੇ ਕਰਨ ਦੇ ਪ੍ਰੋਗਰਾਮ। ਮੈਂ ਇਹੋ ਥੈਂਕ ਯੂ ਕਰਨਾ ਜਿਹੜਾ ਬਣੇ ਚੜ੍ਹਦੀ ਕਲਾ 'ਚ ਬਣੇ ਤੇ ਆਪਣੇ ਲਈ ਸਾਰਿਆਂ ਲਈ ਠੀਕ ਠਾਕ ਹੋਵੇ। ਤੇ ਮੈਂ ਇੰਨੀ ਕਹਿੰਦੀ ਸਤਿ ਸ੍ਰੀ ਅਕਾਲ ਬੁਲਾਉਂਦੀ ਹਾਂ। ਧੰਨਵਾਦ ਤੁਹਾਡਾ ਜੀ। ਚੜ੍ਹਦੀ ਧੰਨਵਾਦ। ਕਲਾ ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਥੈਂਕ ਯੂ ਜੀ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਆਪਾਂ ਕੁਝ ਲੋਕਲਸ ਇਲੈਕਸ਼ਨਾਂ ਦੇ ਉੱਤੇ ਵੀ ਜੇ ਲੋਕਲ ਰਾਜਕਰਵੀਰ ਸਿੰਘ ਜੀ, ਇੱਕ ਮਿੰਟ, ਲੋਕਲ ਤੋਂ ਪਹਿਲਾਂ ਸਾਡੇ 2 ਕਾਲਰ ਕਾਫੀ ਜੀ ਜ਼ਰੂਰ ਆਪਾਂ ਉਹਨਾਂ ਨੂੰ ਲੈ ਕੇ ਫਿਰ ਲੋਕਲ ਤੇ ਜਾਂਦੇ ਆ। ਜੀ ਜੀ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਸਭ ਤੋਂ ਪਹਿਲਾਂ ਸਤਿਗੁਰੂ ਦਾ ਬਹੁਤ ਸ਼ੁਕਰ ਆ ਤੇ ਆਪ ਜੀ ਤੇ ਬੜਾ ਮਾਣ ਆ, ਕਿਉਂਕਿ ਤੁਸੀਂ ਪੂਰੀ ਕੋਸ਼ਿਸ਼ ਕਰਦੇ ਆ ਕਿ ਜਿਹੜਾ ਆਪਣਾ ਮੀਡੀਆ ਆ, ਬਾਕੀ ਦੇ ਮੀਡੀਏ ਅਨਫੋਰਚੂਨੇਟਲੀ CBS, NBS ਜਿੰਨਿਆਂ ਦੇ ਨਾਂ ਆ, ਨਾਂ ਦੱਦੇ ਅੰਤ ਆ, ਉਹ ਹਮੇਸ਼ਾ ਕਿਸੇ ਦੇ ਨਾਲ ਬਾਇਸਡ ਹੁੰਦੇ ਆ। ਤੇ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਔਰ ਸਤਿਗੁਰੂ ਦਾ ਸ਼ੁਕਰ ਆ ਕਿ ਪੰਜਾਬੀ ਰੇਡੀਓ ਵਾਲੇ ਜਿਹੜੇ ਆ ਨਾ, ਉਹ ਹਮੇਸ਼ਾ, ਕਿਉਂਕਿ ਅਸੀਂ ਸਰੋਤੇ ਆ ਜਾਂ ਅਸੀਂ ਕਾਲਰ ਆ, ਅਸੀਂ ਨਿਰਪੱਖ ਨਹੀਂ ਰਹਿ ਸਕਦੇ।
ਕਿਉਂਕਿ ਅਸੀਂ ਜੇ ਨਿਰਪੱਖ ਰਹਿੰਦੇ ਹਾਂ ਫਿਰ ਅਸੀਂ ਆਪਣਾ ਫਰਜ਼ ਪੂਰਾ ਨਹੀਂ ਕਰ ਸਕਦੇ। ਜੇ ਮੈਂ ਡੈਮੋਕਰੇਟ ਹਾਂ ਤੇ ਮੈਨੂੰ ਕਹਿਣਾ ਪੈਣਾ ਆ ਮੈਂ ਡੈਮੋਕਰੇਟ ਹਾਂ, ਜੇ ਮੈਂ ਰਿਪਬਲਿਕਨ ਆ ਤੇ ਮੈਨੂੰ ਕਹਿਣਾ ਪੈਣਾ ਮੈਂ ਰਿਪਬਲਿਕਨ ਆ, ਕਿਉਂਕਿ ਮੈਂ ਸਰੋਤਾ ਆ, ਆਪਣੇ ਖਿਆਲ ਦੱਸਣੇ ਆ। ਤੇ ਮਾਣ ਵਾਲੀ ਇਹ ਗੱਲ ਆ ਕਿ ਜਦੋਂ ਦੀ ਇਲੈਕਸ਼ਨ ਸ਼ੁਰੂ ਹੋਈ ਆ ਸਾਲ, ਜਾਣੀ ਕਿ 1 ਸਾਲ ਪਹਿਲਾਂ ਪ੍ਰਾਇਮਰੀ ਤੋਂ ਪਹਿਲਾਂ ਹੀ, ਉਦੋਂ ਹੀ ਤੁਸੀਂ ਪਾਰਟਿਸਿਪੇਟ ਕਰ ਰਹੇ ਆ। ਇਹ ਬੜੀ ਮਾਣ ਦੀ ਗੱਲ ਆ। ਤੇ ਇਸ ਭਿਆਨਕ ਸਮੇਂ ਦੇ ਵਿੱਚ ਇਹ ਅਰਦਾਸ ਆ ਕਿ ਪੰਜਾਬੀ ਰੇਡੀਓ ਜਿਹੜਾ ਨਾ ਦੂਸਰਿਆਂ ਮੀਡੀਆ ਨਾਲੋਂ ਨਿਰਪੱਖ ਰਹਿਣ ਦੀ ਨਾ ਪਾਵੇ ਆਦਤ। ਉਹ ਕਿੱਥੋਂ ਪੈਣੀ ਆਦਤ ਸਾਨੂੰ? ਕਿਉਂਕਿ ਅਸੀਂ ਪੰਜਾਬੀ ਆ, ਪੰਜਾਬੀ ਸਿੱਖ ਆ। ਜੇ ਤਾਂ ਅਸੀਂ ਇਕੱਲੇ ਪੰਜਾਬੀ ਆ ਫੇਰ ਨਹੀਂ ਆਦਤ ਪੈਣੀ, ਮੈਂ ਤੁਹਾਨੂੰ ਗਰੰਟੀ ਦਿੰਦਾ। ਫਿਰ ਅਸੀਂ ਕਿਸੇ ਨਾ ਕਿਸੇ ਨੂੰ ਅਡਾਪਟ ਕਰ ਲੈਣਾ ਆ। ਤੇ ਜੇ ਅਸੀਂ ਨਾਲ ਸਿੱਖਿਆ ਨਾ ਫਿਰ ਕਹਾਣੀ ਹੋਰ ਦੀ ਹੋਰ ਹੋ ਜਾਣੀ ਆ। ਫਿਰ ਇਸ ਤਰ੍ਹਾਂ ਅਸੀਂ ਕਰਨਾ ਆ। ਫਿਰ ਅਸੀਂ ਗੋਰਿਆਂ ਨੂੰ ਦੱਸਣਾ ਆ ਕਿ ਸੱਜਣੋ ਇਹ ਏਦਾਂ ਸਿਆਸਤ ਹੁੰਦੀ ਆ। ਸਿਆਸਤ ਸਿਆਸਤ ਨਹੀਂ ਜਿਹੜੀ ਤੁਸੀਂ ਕਰਦੇ ਹੋ ਦੋਨੇ, ਇਹ ਇੱਕ ਅੰਨਾ ਆ ਤੇ ਇੱਕ ਕਾਣਾ ਆ। ਹੁਣ ਅੰਨੇ ਦੇ ਵਿੱਚੋਂ ਆਪਾਂ ਕਾਣੇ ਦੀ ਪਰਖ ਕਰਨੀ ਆ ਇਸ ਵੇਲੇ, ਅਨਫੋਰਚੂਨੇਟਲੀ ਸਿਆਣੇ ਨੇਗੇ। ਤੇ ਦੂਸਰੇ ਪਾਸੇ ਮੈਨੂੰ ਮਾਫ ਕਰਿਓ, ਬਾਰ ਮਾਫ ਕਰਿਓ, ਕਿਉਂਕਿ ਸਾਰੇ ਕਈ ਵਾਰੀ ਮੈਂ ਆਪਣੇ ਆਪ ਨੂੰ ਵੀ ਕਹਿੰਦਾ ਹੁੰਦਾ ਵੀ ਅੱਜ ਦਾ ਦਿਨ ਸਿਆਸਤ ਦਾ ਆ, ਤੂੰ ਵਿੱਚ ਕੀ ਗੱਲ ਕਰਦਾ। ਸਾਨੂੰ ਸਾਡੇ ਗੁਰੂ ਸਾਹਿਬ ਦਾ ਹੁਕਮ ਆ, ਦੂਸਰੀ ਸਾਡੀ ਆਤਮਾ ਵੀ ਇਹ ਕਹਿੰਦੀ ਆ ਕਿ ਹਰ ਚੀਜ਼ਾਂ ਆਉਂਦੀਆਂ ਆ ਜਾਂਦੀਆਂ ਆ, ਪਰ ਇਹ ਇਨਸਾਨ ਦੀ ਆਤਮਾ ਨਹੀਂ ਮਰਦੀ। ਇਸ ਕਰਕੇ ਮੈਨੂੰ ਬੜੀ ਖੁਸ਼ੀ ਹੁੰਦੀ ਆ। ਪਰ ਦੂਸਰੇ ਪਾਸੇ ਫੇਰ ਦੁਖਦਾਇਕ ਘਟਨਾ ਆ ਕਿ ਬਹੁਤ ਸਰੋਤੇ ਸਾਡੇ ਜਿਹੜੇ ਆ ਨਾ ਉਹ ਆਪਣਾ ਵਿਊ ਜਿਹੜਾ ਨਾ ਦਿੰਦੇ ਨੇਗੇ। ਉਹ ਤੇ ਅੱਜ ਇਲੈਕਸ਼ਨ ਜੇਕਰ ਟਰੰਪ ਜਿੱਤ ਗਿਆ ਨਾ, ਸਿਰਫ ਉਹਦਾ ਕਾਰਨ ਇਹੀ ਆ ਕਿ ਦੂਸਰੇ ਜਿਹੜੇ ਨਾ ਸੱਜਣ ਸਾਡੇ, ਤੇ ਖਾਸ ਤੌਰ ਤੇ ਮਾਤਾਵਾਂ ਨੈਂਸੀ ਪੈਲੋਸੀ ਹੋਈ ਤੇ ਉਹ ਕੈਮਲਾ ਹੋਈ, ਉਹ ਹਾਈਡ ਕਰਦੇ ਆ ਗੱਲ ਨੂੰ। ਇਹ ਹਾਈਡ ਰਹਿੰਦੀ ਨਹੀਂ, ਓੜਕ ਸੱਚ ਰਹੀ, ਆ ਗੱਲ ਆ। ਤੋਂ ਬਹੁਤ ਮਾਣ ਆ ਤੇ ਅਰਦਾਸ ਆ ਕਿ ਪੰਜਾਬੀ ਰੇਡੀਓ USA ਜਿਹੜਾ ਹੈ ਨਾ ਆਪਣਾ ਫਰਜ਼ ਪੂਰਾ ਕਰੇ, ਪਰ ਆਪਣੇ ਆਪ ਨੂੰ ਤੇ ਸਾਨੂੰ ਵੀ ਸਿੱਖਿਆ ਦੇਵੇ ਕਿ ਅਸੀਂ ਸਿੱਖ ਪਹਿਲਾਂ ਆ। ਜੇ ਪੰਜਾਬੀ ਆ, ਦੂਸਰੇ ਜੇ ਪੰਜਾਬੀ ਆ ਤੇ ਉਹ ਪੰਡਤ ਪਹਿਲਾਂ ਆ। ਜੇ ਪੰਜਾਬੀ ਜਿਹੜੇ ਮੁਸਲਮਾਨ ਆ, ਵੀਰ ਲੈਂਦੇ ਪੰਜਾਬ ਵਾਲੇ, ਉਹ ਮੁਸਲਮਾਨ ਪਹਿਲਾਂ ਆ। ਉਹ ਸਾਡਾ ਆਪਣਾ ਆ। ਸੋ ਜਿੰਨੇ ਵੀ ਸਰੋਤੇ ਆ ਨਾ, ਕਾਲਰ ਆ, ਪਲੀਜ਼ ਇਸ ਤਰ੍ਹਾਂ ਕਰਕੇ ਕਹੋ ਕਿ ਭਾਈ ਅਸੀਂ ਡੈਮੋਕ੍ਰੈਟ ਆ ਜਾਂ ਰਿਪਬਲਿਕਨ ਆ। ਅੱਜ ਸਾਨੂੰ ਬੜੀ ਖੁਸ਼ੀ ਹੋ ਰਹੀ ਆ ਤੇ ਕੋਈ ਗੱਲ ਨਹੀਂ, ਜੇ ਮੈਂ ਡੈਮੋਕ੍ਰੈਟ ਆ ਤਾਂ ਉਹੀ ਗੱਲ ਕਹਿ ਸਕਦਾ ਆ ਵੀ ਗੱਲ ਏਦਾਂ ਆ, ਲੱਗਦਾ ਆ ਸਾਨੂੰ ਸ਼ਾਇਦ ਅੱਜ ਹਾਰ ਜਾਈਏ, ਪਰ ਅਸੀਂ ਹਾਰ ਕੇ ਨਾ ਜਿਹੜਾ ਵੀ ਆਊਗਾ ਨਾ ਉਹਦਾ ਸਾਥ ਦੇਵਾਂਗੇ। ਆ ਗੱਲ ਕਰਨ ਵਾਲੀ। ਇਹ ਗੱਲਾਂ ਇਹਨਾਂ ਕੋਲੋਂ ਆਪਾਂ ਚੰਗੀਆਂ ਸਿੱਖਣੀਆਂ ਆ, ਮਾੜੀਆਂ ਨਹੀਂ ਸਿੱਖਣੀਆਂ। ਤੇ ਚੰਗੀ ਗੱਲ ਨਾਲ ਇਹਨਾਂ ਨੂੰ ਦੱਸਣ ਵਿੱਚ ਤਾਂ ਅਸੀਂ ਗੋਰਿਆਂ ਦੇ ਦੋਸਤ ਆ। ਨਹੀਂ ਤੇ ਕਹਾਣੀ ਜ਼ਿੰਦਗੀ ਦੀ ਬਹੁਤ ਛੇਤੀ ਲੰਘ ਜਾਣੀ, ਕਈਆਂ ਦੀ ਲੰਘੀ ਆ। ਤੇ ਆਪ ਜੀ ਤੇ ਬਹੁਤ ਮਾਣ ਆ ਜਿਹੜਾ ਕਿ ਮੇਰੇ ਵਰਗੇ ਨੂੰ ਨਾ ਟਾਈਮ ਦੇ ਦਿੰਦੇ ਆ। ਸੋ ਟਰੰਪ ਹੁਣੀ ਜੇ ਜਿੱਤ ਗਏ ਤੇ ਸੱਚੇ ਪਾਤਸ਼ਾਹ ਕਿਰਪਾ ਕਰੇ ਉਹਨਾਂ ਤੇ, ਉਹਨਾਂ ਨੂੰ ਜਿਤਾਉਣ ਵਾਲਾ ਅਕਾਲ ਪੁਰਖ ਆ ਤੇ ਉਹਦੇ ਮਗਰ ਲੱਗਣ। ਬਾਕੀ ਸਭ ਇੱਕ ਨੂੰ ਲੜਾਉਣਾ, ਦੂਸਰੇ ਨੂੰ ਲੜਾਉਣਾ, ਉਹਨਾਂ ਚੰਗਾ ਮਾੜਾ, ਉਹ ਤੋਂ ਉੱਤੇ ਆਪਾਂ ਉੱਠਣਾ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸੋ ਬਿਲਕੁਲ ਆਪਾਂ ਪਹਿਲਾਂ ਵੀ ਰਾਜਕਨਵੀਰ ਸਿੰਘ ਜੀ ਜਗੋਣ ਜੀ ਦੱਸਦੇ ਆਏ ਆ, ਈਵਨ ਦੋ ਸਾਡੇ ਪਰਸਨਲੀ ਵਿਚਾਰ ਆਪਣੇ ਡਿਫਰੈਂਟ ਹੋ ਸਕਦੇ ਆ, ਪਰ ਆਪਾਂ ਰੇਡੀਓ ਤੇ ਹਮੇਸ਼ਾ ਹੀ ਅਪਡੇਟ ਅਮਰੀਕਾ ਵਾਲੇ ਪ੍ਰੋਗਰਾਮ ਤੁਸੀਂ ਸੁਣਦੇ ਹੀ ਆਏ ਆ। ਉਹੀ ਟਰਾਈ ਕਰੀਦੀ ਆ, ਕਿਉਂਕਿ ਆਪਣਾ ਜਿਹੜਾ ਮੇਨ ਮਕਸਦ ਹੈ ਨਾ, ਉਹ ਰੇਡੀਓ ਦਾ ਜਿਹੜਾ ਮੋਟੋ ਰੱਖਿਆ ਆ ਆਪਾਂ, ਯੂਨਾਈਟਿੰਗ ਪੰਜਾਬੀਜ਼ ਆਲ ਓਵਰ। ਤੇ ਆਪਾਂ ਜੀ। ਪੰਜਾਬੀਆਂ ਨੂੰ ਜੋੜ ਕੇ ਰੱਖਣਾ ਆ, ਚਾਹੇ ਤੁਸੀਂ ਡੈਮੋਕ੍ਰੇਟ ਆ, ਲਿਬਰਟੇਰੀਅਨ ਆ, ਇੰਡੀਪੈਂਡੈਂਟ ਆ, ਰਿਪਬਲਿਕਨ ਆ, ਠੀਕ ਆ, ਆਪਣੇ ਆਪਣੇ ਵਿਚਾਰ ਹੋ ਸਕਦੇ ਆ, ਪਰ ਆਪਾਂ ਪੰਜਾਬੀ ਸਾਰੇ ਭਰਾ ਹੈਗੇ ਆ, ਲੜਨਾ ਨਹੀਂ ਹੈ ਕਿਸੇ ਨਾਲ, ਇਕੱਠੇ ਰਹਿਣਾ ਹੈ। ਹਾਂ ਬਿਲਕੁਲ ਜੀ। ਇੱਕ ਹੋਰ ਸਰੋਤੇ ਸਾਡੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਕਰਨਵੀਰ ਸਿੰਘ ਚਾਹਲ ਬੋਲ ਰਿਹਾ। ਕੀ ਹਾਲ ਨੇ ਜੀ ਵੀਰ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਜੀ। ਜੀ ਮੈਂ ਵੀਰ ਜੀ ਥੋੜਾ ਜਿਹਾ ਆਪਣਾ ਜਿਹੜਾ ਇਲੈਕਸ਼ਨ ਕਰੰਟਲੀ ਚੱਲ ਰਿਹਾ ਆਪਣਾ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ, ਉਹਦੇ ਰਿਗਾਰਡਿੰਗ ਮੈਂ ਆਪਣਾ ਥੋੜਾ ਜਿਹਾ ਐਸਟੀਮੇਟਡ ਪ੍ਰੈਡਿਕਸ਼ਨ ਜੀ ਦੇਣੀ ਚਾਹੁੰਦਾ ਸੀ। ਇਜ਼ ਇਟ ਓਕੇ? ਜੀ ਹਾਂਜੀ ਹਾਂਜੀ ਜੀ। ਵਾਟ ਆਈ ਐਮ ਐਕਸਪੈਕਟਿੰਗ ਕਰੰਟਲੀ ਕਿ ਪ੍ਰੈਜ਼ੀਡੈਂਟ ਜਿਹੜੇ ਹੈਗੇ ਡੋਨਲਡ ਟਰੰਪ,
ਉਹਨਾਂ ਦਾ ਜਿਹੜਾ ਸ਼ੇਅਰ ਰਹੇਗਾ ਵੋਟ ਸ਼ੇਅਰ ਇਹਦੇ ਵਿੱਚ ਉਹ ਰਹੇਗਾ 294 ਤੋਂ ਲੈ ਕੇ 300 ਦੇ ਵਿੱਚ। ਠੀਕ ਹੈ ਜੀ, ਕਿਉਂਕਿ ਮੋਸਟਲੀ ਜਿਹੜੀਆਂ ਸਟੇਟਸ ਵਿੱਚ ਉਹ ਲੀਡ ਕਰ ਰਹੇ ਨੇ ਉਹਨਾਂ ਨੂੰ ਜੇ ਆਪਾਂ ਕੈਲਕੂਲੇਟ ਕਰੀਏ ਸੋ ਜੇ ਆਪਾਂ ਨੇਵਾਡਾ ਵਿੱਚ ਪਾ ਲੈਂਦੇ ਹਾਂ ਦੈਨ ਇਟ ਵਿਲ ਬੀ ਅਪਰੋਕਸੀਮੇਟਲੀ 300 ਅਦਰਵਾਈਜ਼ ਇਟ ਵਿਲ ਬੀ 294 ਤੇ ਜਾਰਜੀਆ, ਨਾਰਥ ਕੈਰੋਲਾਈਨਾ, ਪੈਨਸਿਲਵੇਨੀਆ, ਮਿਸ਼ੀਗਨ ਤੇ ਵਿਸਕੌਨਸਿਨ ਦੇ ਆਰ ਮੋਸਟ ਪ੍ਰੋਬਬਲੀ ਡਿਸਾਈਡਡ। ਉਹ ਡਿਸਾਈਡਿੰਗ ਫੈਕਟਰ ਦੇ ਬਿਲਕੁਲ ਤਕਰੀਬਨ ਲਾਗੇ ਹੀ ਨੇ। ਉਸੇ ਤਰ੍ਹਾਂ ਜੇ ਜੋ ਬਾਈਡਨ ਹੋਣਾ ਦੀ ਗੱਲ ਕਰੀਏ ਤੇ ਉਹਨਾਂ ਦਾ ਹੋਏਗਾ ਅਰਾਊਂਡ 238 to 244 ਡਿਪੈਂਡਿੰਗ ਔਨ ਐਕਚੁਅਲੀ ਨੇਵਾਡਾ, ਕਿਉਂਕਿ ਇਸ ਵੇਲੇ ਉਹਨਾਂ ਦੀਆਂ ਤਕਰੀਬਨ 223 ਕਹਿ ਰਹੇ ਆ ਔਰ ਉਹਦੇ ਵਿੱਚ 11 ਤੁਸੀਂ ਐਰੀਜ਼ੋਨਾ ਦੀਆਂ ਪਾ ਲਓ, ਰਾਈਟ, ਤੇ ਬਾਕੀ ਮੇਨ ਸਟੇਟ ਦੀਆਂ 4 ਨੇ ਜਿਹੜੀਆਂ। ਸੋ ਅਪਰੋਕਸੀਮੇਟਲੀ ਉਹਨਾਂ ਦਾ ਰਿਕਾਰਡਲੀ 238 to 244 ਤੇ ਟਰੰਪ ਉਹਨਾਂ ਦਾ 294 to 300। ਜੀ, ਸੋ ਤਕਰੀਬਨ ਪਿਛਲੇ ਜਿਹੜੀਆਂ ਇਲੈਕਸ਼ਨ ਦੇ ਉਸੇ ਦੇ ਬਰਾਬਰ ਹੀ ਜਿਹੜਾ ਰਹੂਗਾ। ਇੱਕ ਅੱਧੀ ਸਟੇਟ ਹੀ ਜਿਹੜੀ ਫਲਿੱਪ ਕਰਨ ਦੇ ਵਿੱਚ ਡੈਮੋਕ੍ਰੇਟ ਕਾਮਯਾਬ ਰਹਿਣਗੇ ਤੇ ਬਾਕੀਆਂ ਤਕਰੀਬਨ ਉੱਦਾਂ ਹੀ ਜਿਹੜੀਆਂ ਰੈੱਡ ਬਲੂ ਪਹਿਲੋਂ ਸੀਗੀਆਂ ਉੱਦਾਂ ਹੀ ਰਹਿਣਗੀਆਂ। ਗੱਲ ਅਸੀਂ ਕਰਦੇ ਹੁੰਦੇ ਰੇਡੀਓ ਤੇ ਮੈਂ ਕਰਦਾ ਵੀ ਰਿਹਾ ਅੱਗੇ ਤੇ ਅਸੀਂ ਭੈਣ ਜੀ ਹੁਣੀ ਵੀ ਇਸੇ ਗੱਲ ਦੇ ਥੋੜਾ ਜਿਹਾ ਪੱਖ ਵਿੱਚ ਸੀ ਔਰ ਮੈਂ ਵੀ ਸੀ। ਸਾਨੂੰ ਲੱਗਦਾ ਸੀ ਕਿ ਅੱਗੇ ਕਿਉਂਕਿ ਜਿਸ ਹਿਸਾਬ ਨਾਲ ਟ੍ਰੈਂਡ ਸੀਗਾ ਕਿ ਟਰੰਪ ਵਿਨ ਦਾ ਇਲੈਕਸ਼ਨ, ਅਸੀਂ ਅੱਗੇ ਵੀ ਗੱਲ ਦੁਪਹਿਰੇ ਕਰਦੇ ਹੁੰਦੇ ਹਾਂ ਭੈਣ ਜੀ ਹੁਣਾਂ ਦੇ ਨਾਲ ਰੇਡੀਓ ਉੱਤੇ, ਪੰਜਾਬੀ ਰੇਡੀਓ USA ਤੇ। ਸੋ ਨਹੀਂ ਬਹੁਤ ਵਧੀਆ ਲੱਗਾ ਐਂਡ ਯੂ ਗਾਇਜ਼ ਆਰ ਰੀਲੀ ਗੁੱਡ ਜੌਬ। ਤੁਸੀਂ ਬਹੁਤ ਵਧੀਆ, ਤੁਸੀਂ ਭੈਣ ਜੀ ਹੁਣੀ ਸਾਰੇ, ਐਂਡ ਥੈਂਕ ਯੂ ਸੋ ਮਚ ਕਿ ਤੁਸੀਂ ਇੱਕ ਨਿਰਪੱਖ ਹੋ ਕੇ ਚੀਜ਼ ਜਿਹੜੀ ਲੋਕਾਂ ਨੂੰ ਸੱਚਾਈ ਲੋਕਾਂ ਦੇ ਸਾਹਮਣੇ ਲਿਆਉਂਦੇ ਜੇ। ਐਂਡ ਅਸੀਂ ਬਹੁਤ ਅਪਰੀਸ਼ੀਏਟ ਕਰਦੇ ਹਾਂ ਇੱਥੇ ਸਾਰੇ ਪੰਜਾਬੀ ਜਿੰਨੇ ਰਹਿੰਦੇ ਆ ਕਿ ਸਾਡਾ ਇੱਕ ਰੇਡੀਓ ਚੈਨਲ ਹੈ ਜਿਹੜਾ ਬਿਲਕੁਲ ਵਧੀਆ ਤਰੀਕੇ ਨਾਲ ਚੱਲਦਾ ਹੈ। ਧੰਨਵਾਦ ਜੀ, ਬਹੁਤ ਬਹੁਤ ਥੈਂਕ ਯੂ ਤੁਹਾਡਾ ਜੀ। ਸੋ ਰਾਜਕਰਮਵੀਰ ਸਿੰਘ ਜੀ, ਲੋਕਲ ਦੱਸੋ ਜੀ। ਸਟਰ ਕਾਊਂਟੀ ਦੀ ਜੇ ਨਜ਼ਰ ਮਾਰਦੇ ਜਾਈਏ, ਉਹਨਾਂ ਨੇ ਨਾ ਦੱਸਦੇ ਜਾਈਏ ਉੱਥੇ ਸਿਸਟਮ ਥੋੜ੍ਹਾ ਜਿਹਾ ਵੱਖਰਾ ਹੈ। ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਬਾਕੀ ਸਾਰੇ ਸੂਬਿਆਂ 'ਚ ਲਗਾਤਾਰ ਕਾਊਂਟਿੰਗ ਚੱਲ ਰਹੀ ਹੈਗੀ ਆ। ਸੋ ਸਟਰ ਕਾਊਂਟੀ ਵਾਲਿਆਂ ਨੇ ਜਿੰਨੀਆਂ ਵੋਟਸ ਅੱਜ ਤੋਂ ਪਹਿਲਾਂ ਉਹਨਾਂ ਦੇ ਕੋਲ ਆਈ ਥਿੰਕ ਆਈਆਂ ਸੀਗੀਆਂ ਐਤਵਾਰ ਤਾਈਂ, ਉਨੀਆਂ ਹੀ ਉਹਨਾਂ ਨੇ ਕਾਊਂਟ ਕਰਕੇ ਟੈਲੀ ਦੱਸੀ ਆ। ਇਹਨਾਂ ਨੇ ਤਕਰੀਬਨ 1 ਵੀਕ ਜਿਹੜਾ ਸਟਰ ਕਾਊਂਟੀ ਵਾਲਿਆਂ ਨੇ ਲਾ ਦੇਣਾ ਹੈ। ਪਰ ਫਿਰ ਵੀ ਉਸ ਦੇ ਵਿੱਚ ਦੱਸਦੇ ਜਾਈਏ ਕਿਉਂਕਿ ਆਪਣੇ ਕਾਫੀ ਪੰਜਾਬੀ ਜਿਹੜੇ ਸਟਰ ਕਾਊਂਟੀ ਦੇ ਵਿੱਚ ਇਲੈਕਸ਼ਨ ਦੇ ਲਈ ਲੱਗੇ ਹੋਏ ਸੀਗੇ। ਸੋ ਜਿਹੜੀਆਂ ਕੁੱਲ ਇਹਨਾਂ ਨੇ ਵੋਟਸ ਗਿਣੀਆਂ ਨੇ ਤਕਰੀਬਨ 27,500 ਵੋਟ ਇਹਨਾਂ ਨੇ ਗਿਣੀ ਆ। 52,000 ਉੱਥੇ ਰਜਿਸਟਰਡ ਵੋਟਰ ਨੇ। ਉਹਨਾਂ ਦੇ ਵਿੱਚੋਂ ਜਿਹੜੀ ਯੂਬਾ ਸਿਟੀ ਸਕੂਲ ਡਿਸਟ੍ਰਿਕਟ ਏਰੀਆ 1 ਜਿੱਥੇ ਆਪਣੇ 3 ਪੰਜਾਬੀ ਖੜੇ ਸੀ, ਜਿਸ 'ਚ ਹਰਜੀਤ ਸਿੰਘ ਜਕਾਰਾ ਵਾਲਾ, ਜੈਸਮੀਨ ਧਾਮੀ, ਦਵਿੰਦਰ ਕੌਰ ਬੈਂਸ ਜਿਹੜੀ ਉਹ ਵਾ, ਉਹਨਾਂ ਵਿੱਚ ਰਾਈਟ ਨਾਓ ਪਹਿਲੇ 2 ਥਾਵਾਂ ਦੇ ਉੱਤੇ ਜੈਸਮੀਨ ਧਾਮੀ 6322 ਵੋਟ ਤੇ ਹਰਜੀਤ ਸਿੰਘ ਉਹ 6218 ਵੋਟਾਂ ਦੇ ਨਾਲ। ਇੱਥੇ ਇਹਨਾਂ ਨੇ ਇਹਦੇ ਵਿੱਚੋਂ 2 ਜਾਣਿਆਂ ਨੂੰ ਚੁਣਨਾ ਹੈ। ਸੋ ਰਾਈਟ ਨਾਓ ਦੋਨੋਂ ਪੰਜਾਬੀ ਇਹ ਨੌਜਵਾਨ ਹੀ ਨੇ ਦੋਨੋਂ, ਵੀ ਉਹਨਾਂ ਦਾ ਨਾਮ ਜਿਹੜਾ ਉਸ ਦੇ ਵਿੱਚ ਆਇਆ ਹੈਗਾ ਆ। ਇਸੇ ਤਰੀਕੇ ਦੇ ਨਾਲ ਯੂਬਾ ਸਿਟੀ ਦੇ ਟਰਸਟੀ ਏਰੀਆ 2 ਦੇ ਵਿੱਚ ਜਿਨ੍ਹਾਂ ਦੀ ਉੱਥੇ ਵਾਲੇ ਲੋਕਾਂ ਨੇ ਐਡ ਸੁਣੀ ਹੋਣੀ, ਨਿਕੋਲੋ ਔਰ ਜ਼ੋਕੋ, ਉਹਨਾਂ ਨੂੰ ਜਿਹੜੇ ਆ ਉਹ 10,000 ਵੋਟ ਏਰੀਆ 2 ਦੇ ਲਈ ਆ। ਉਹਦੇ ਵਿੱਚ 10,645 ਜਿਹੜੇ ਤੇ ਉਹਨਾਂ ਦੇ ਜਿਹੜੇ ਆਪੋਜੀਸ਼ਨ ਵਾਲੇ ਆ ਚੈਡ ਮਿਲਰ ਉਹ 8183 ਵੋਟ। ਸੋ ਉਹਨਾਂ ਦਾ ਇਹ ਹੈਗਾ ਆ। ਤੇ ਸੁਪਰਵਾਈਜ਼ਰ ਡਿਸਟ੍ਰਿਕਟ 4 ਜਿੱਥੇ 2 ਪੰਜਾਬੀਆਂ ਦਾ ਆਮੋ ਸਾਹਮਣੇ ਜਿਹੜਾ ਮੁਕਾਬਲਾ ਸੀਗਾ, ਤੇਜਮਾਨ ਤੇ ਕਰਮਬੈਂਸ। ਤੇਜਮਾਨ ਨੂੰ 2332 ਵੋਟਾਂ ਨੇ ਰਾਈਟ ਨਾਓ ਜਿਹੜੀ ਟੈਲੀ ਆਈ ਆ, ਤੇ ਕਰਮਬੈਂਸ ਨੂੰ 3821 ਵੋਟ ਆ। ਸੋ 1500 ਵੋਟਾਂ ਦਾ ਫਰਕ ਹੈਗਾ ਆ। ਸੋ ਅਜੇ ਜਿਹੜੇ ਅੱਜ ਵੋਟਾਂ ਪਈਆਂ ਅਜੇ ਉਹਨਾਂ ਨੇ ਉੱਥੇ ਕਾਊਂਟ ਕਰਨੀਆਂ ਆ। ਪਰ ਕਿਉਂਕਿ ਇਹ ਏਰੀਆ ਥੋੜ੍ਹਾ ਹੁੰਦਾ ਆ, ਲੀਡ ਜਿਹੜੀ ਇਹਦੇ ਵਿੱਚ ਜ਼ਿਆਦਾ ਲੱਗ ਰਹੀ ਹੈਗੀ ਆ। ਸੋ ਪਰ ਕਿਹਾ ਨਹੀਂ ਜਾ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣੂਗਾ। ਆਪਾਂ ਜੋ ਵੀ ਐਂਡ ਦੇ ਵਿੱਚ ਸਰਟੀਫਾਈਡ ਨਤੀਜਾ ਆਇਆ ਉਹ ਆਪਾਂ ਤੁਹਾਨੂੰ ਫਿਰ ਉਦੋਂ ਵੀ ਦੱਸਾਂਗੇ। ਤਕਰੀਬਨ ਲੱਗਦਾ ਹੈ ਵੀ ਇਹਨਾਂ ਨੇ ਹਫ਼ਤਾ ਕੁ ਜਿਹੜਾ ਉਹ ਲਗਾ ਦੇਣਾ ਆ। ਇਸੇ ਤਰੀਕੇ ਨਾਲ ਸੁਪਰਵਾਈਜ਼ਰ ਡਿਸਟ੍ਰਿਕਟ 5 ਦੇ ਵਿੱਚ ਸਰਬ ਥਿਆੜਾ ਤੇ ਮੈਟ ਕੋਨੈਂਟ ਦੇ ਦਰਮਿਆਨ ਜਿਹੜਾ ਮੁਕਾਬਲਾ ਸੀ, ਉੱਥੇ ਵੀ ਜਿਹੜੇ ਸਰਬ ਥਿਆੜਾ ਨੂੰ 1987 ਵੋਟ ਪਈ ਆ ਤੇ ਮੈਟ ਕੋਨੈਂਟ ਉਹਨਾਂ ਨੂੰ 3159 ਵੋਟ ਜਿਹੜੀ ਹੁਣ ਤੱਕ ਜਿਹੜੀ ਉਹ ਪੈ ਚੁੱਕੀ ਹੋਈ ਆ। ਸੋ ਉੱਥੇ ਮੈਟ ਕੋਨੈਂਟ ਦਾ ਪਲੜਾ ਜਿਹੜਾ ਉਹ ਜ਼ਿਆਦਾ ਭਾਰੀ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ ਆ। ਇਸੇ ਤਰੀਕੇ ਦੇ ਨਾਲ ਲਾਈਵ ਓਕ ਦੇ ਸਿਟੀ ਕੌਂਸਲ ਦੇ ਲਈ ਲਖਵੀਰ ਘੱਗ ਜਿਹੜੇ ਆ ਉਹ ਇੱਕ ਵਾਰੀ ਫਿਰ ਜਿਹੜੇ ਦੂਜੇ ਨੰਬਰ ਦੇ ਉੱਤੇ ਉੱਥੇ ਚੱਲ ਰਹੇ ਨੇ 509 ਵੋਟਾਂ ਦੇ ਨਾਲ। 617 ਵੋਟ ਦੇ ਨਾਲ ਨੈਂਸੀ ਐਲਿਜ਼ਾਬੈਥ
ਸੈਂਟਾਨਾ ਆ, ਇੱਥੇ ਵੋਟ ਫਾਰ 2 ਸੀਗੀ। ਸੋ ਰਾਈਟ ਨਾਓ ਇਹ ਦੋਨੋਂ ਜਾਣੇ ਆ ਉੱਤੇ ਚੱਲ ਰਹੇ ਆ, ਪਰ ਅਜੇ ਬਾਕੀ ਸਾਰੇ ਆ ਦੀ ਕਾਊਂਟਿੰਗ ਜਿਹੜੀ ਹੋਣੀ ਆ ਉਹ ਅਜੇ ਬਾਕੀ ਹੈਗੀ। ਜਿਹੜੀਆਂ ਅੱਜ ਵੋਟਾਂ ਪਈਆਂ ਆ ਤੇ ਜਾਂ ਜਿਹੜੀਆਂ ਅਜੇ ਕੁਛ ਦਿਨਾਂ ਦੇ ਵਿੱਚ ਇਹਨਾਂ ਨੂੰ ਅੱਜ ਤੋਂ ਕੱਲ੍ਹ ਤੋਂ ਜਿਹੜੀਆਂ ਵੋਟਾਂ ਮਿਲਣੀਆਂ ਸ਼ੁਰੂ ਹੋਣਗੀਆਂ। ਇਸੇ ਤਰ੍ਹਾਂ ਰਾਜਕਨਵੀਰ ਸਿੰਘ ਜੀ, ਸੈਕਰਾਮੈਂਟੋ ਏਰੀਏ ਦੇ ਵਿੱਚ ਐਲਗਰੋਵ ਦੇ ਮੇਅਰ ਦੇ ਲਈ ਬੌਬੀ ਸਿੰਘ ਐਲਨ, ਇਹ ਆਪਣੀ ਬੀਬੀ ਸੀਗੀ, ਉਹ ਉੱਥੇ ਦੀ ਮੇਅਰ ਜਿਹੜੀ ਆ ਇਲੈਕਟ ਹੋ ਗਈ ਆ। ਉਹਨਾਂ ਨੂੰ 19,779 ਵੋਟਾਂ ਪਈਆਂ। ਸਟੀਵ ਲਾਏ ਜਿਹੜੇ ਉੱਥੇ ਦੇ ਮੇਅਰ ਪਹਿਲਾਂ ਸੀਗੇ, ਉਹਨਾਂ ਨੂੰ 14,721 ਵੋਟਾਂ ਪਈਆਂ। ਇਸੇ ਤਰ੍ਹਾਂ ਇੱਕ ਆਪਣਾ ਨੌਜਵਾਨ ਮੁੰਡਾ ਅਮਨਦੀਪ ਸਿੰਘ ਵੀ ਸੀਗਾ, ਸਿਟੀ ਆਫ ਐਲਗਰੋਵ ਕੌਂਸਲ ਜੀ। ਡਿਸਟ੍ਰਿਕਟ 3। ਸੋ ਉਹ ਦੂਜੀ ਪੋਜੀਸ਼ਨ ਤੇ ਆਏ ਆ 1863 ਵੋਟਾਂ ਨਾਲ। ਪਹਿਲੀ ਪੋਜੀਸ਼ਨ ਤੇ ਕੈਬਨ ਸਪੀਜ਼ 1969 ਵੋਟਾਂ ਦੇ ਨਾਲ ਆਏ ਹੈਗੇ ਆ। ਜੀ ਜੀ ਬਿਲਕੁਲ। ਸੋ ਜਿਹੜੇ ਕਰਮਨ ਸਿਟੀ ਕੌਂਸਲ ਦੇ ਲਈ ਬਿੱਲ ਨਿੱਜਰ ਖੜੇ ਸੀਗੇ, ਉਹਨਾਂ ਦੀ ਉੱਥੇ ਜਿੱਤ ਹੋਈ ਆ। ਸੋ ਉਹਨਾਂ ਨੂੰ ਵੀ ਬਹੁਤ ਬਹੁਤ ਜਿਹੜੀਆਂ ਆ ਉਹ ਵਧਾਈਆਂ ਆਪਾਂ ਦਿੰਦੇ ਆ। ਤੇ ਫਰੈਜ਼ਨੋ ਕਾਉਂਟੀ ਦੇ ਵਿੱਚ ਸਭ ਤੋਂ ਹੌਟ ਸੀਟ ਜਿਹੜੀ ਹਰਜੋਤ ਸਿੰਘ ਦੀ ਸੀ ਡਿਸਟ੍ਰਿਕਟ 21 ਦੀ। TJ ਕਾਕਸ ਜਿਹੜੇ ਕਿ ਉੱਥੇ ਦੇ ਮੌਜੂਦਾ ਉੱਥੋਂ ਦੇ ਰਿਪਰੈਜ਼ੈਂਟੇਟਿਵ ਸੀਗੇ। ਸੋ ਉਹਨਾਂ ਦਾ ਜਿਹੜਾ ਮੁਕਾਬਲਾ ਆ ਉਹ ਚੱਲ ਰਿਹਾ ਸੀਗਾ ਡੇਵਿਡ ਵੈਲਾਡਾਓ ਦੇ ਨਾਲ। ਸੋ ਰਾਈਟ ਨਾਓ ਜਿਹੜੀ ਫਰੈਜ਼ਨੋ ਕਾਉਂਟੀ ਦੇ ਵਿੱਚ ਇਹ ਜਿਹੜੀ ਡਿਸਟ੍ਰਿਕਟ 21 ਦੀ ਹੈਗੀ ਆ, ਉਹਦੇ ਵਿੱਚ TJ ਕਾਕਸ ਅੱਗੇ ਚੱਲ ਰਿਹਾ ਹੈਗਾ ਆ 1000 ਵੋਟ ਦੇ ਨਾਲ। ਸੋ ਜ਼ਿਆਦਾ ਜਿਹੜਾ ਇਸ ਦੇ ਵਿੱਚ ਫਰਕ ਨਹੀਂ, 17,658 ਜਿਹੜੀਆਂ ਵੈਲਾਡਾਓ ਨੂੰ ਆ ਤੇ TJ ਕਾਕਸ ਨੂੰ ਜਿਹੜੀਆਂ 18,684 ਜਿਹੜੀਆਂ ਵੋਟਾਂ ਉਹ ਪਈਆਂ ਆ। ਤੇ ਜਿਹੜੇ ਜਿਮ ਕੋਸਟਾ ਆ ਉਹ ਕਹਿ ਸਕਦੇ ਆ ਵੀ ਉਹ ਜੇਤੂ ਹੀ ਨੇ। ਉਹ ਜਿਹੜੇ ਉਹਨਾਂ ਦੇ ਆਪੋਜੀਸ਼ਨ ਵਾਲੇ ਰਿਪਬਲਿਕਨ ਪਾਰਟੀ ਦੇ ਕੈਵਿਨ ਕੁਕਿੰਗਹੈਮ, ਉਹਨਾਂ ਨੂੰ 17,000 ਵੋਟ ਆ ਤੇ ਜਿਮ ਕੋਸਟਾ ਨੂੰ 42,140 ਆ। ਸੋ ਇਹ 16 ਡਿਸਟ੍ਰਿਕਟ ਦੇ ਲਈ ਜਿਹੜੇ ਉੱਥੇ ਖੜੇ ਸੀਗੇ। ਸੋ ਉੱਥੇ ਜਿਮ ਕੋਸਟਾ ਜਿਹੜਾ ਉਹ ਜਿੱਤ ਗਿਆ ਹੈਗਾ ਆ। ਇਸੇ ਤਰ੍ਹਾਂ ਬਹੁਤ ਸਾਰੀਆਂ ਹੋਰ ਕਾਉਂਟੀਜ਼ ਦੇ ਜਿਹੜੇ ਰਿਜ਼ਲਟ ਆ ਨਾ, ਉਹ ਹਜੇ ਆਉਣ ਦੇ ਵਿੱਚ ਟਾਈਮ ਲੱਗਣਾ ਹੈਗਾ ਆ। ਤੇ ਇੱਕ ਹੋਰ ਹਰਜੋਤ ਸਿੰਘ ਜੀ, ਫਰੈਜ਼ਨੋ ਕਾਉਂਟੀ ਦੀ ਜਿਹੜੀ ਵੱਡੀ ਸੀਟ ਆ ਡੇਵਿਡ ਨਿਊਨਸ, ਆਪਾਂ ਸਾਰੇ ਜਾਣੇ ਜਾਣਦੇ ਆ ਵੀ ਉਹ ਬਹੁਤ ਖਬਰਾਂ ਦੇ ਵਿੱਚ ਰਹਿੰਦੇ ਨੇ। ਰਾਈਟ ਨਾਓ ਜਿਹੜਾ ਫਰੈਜ਼ਨੋ ਕਾਉਂਟੀ ਨੇ ਆਪਣੀ ਵੈਬਸਾਈਟ ਦੇ ਉੱਤੇ ਪਾਇਆ ਆ, ਉੱਥੇ ਉਹ ਪਿਛੜ ਰਹੇ ਨੇ ਤਕਰੀਬਨ 800 ਵੋਟ ਦਾ ਜਿਹੜਾ ਫਰਕ ਆ। ਸੋ ਇਹ ਹੁਣ ਇਹ ਨਹੀਂ ਪਤਾ ਵੀ ਜਿਹੜੀਆਂ ਹੁਣ ਅੱਜ ਪਈਆਂ ਨੇ ਤੇ ਬਾਕੀ ਜਿਹੜੀਆਂ ਅਜੇ ਕਾਊਂਟ ਹੋਣੀਆਂ ਉਹਨਾਂ ਦੇ ਵਿੱਚ ਕਿੰਨਾ ਕੁ ਜਿਹੜਾ ਉਹ ਫਰਕ ਆ ਉਹ ਰਹਿ ਗਿਆ ਹੈਗਾ ਆ। ਫਿਲ ਅਰਬੈਲੋ ਜਿਹੜੇ ਉਹਨਾਂ ਦੇ ਆਪੋਜੀਸ਼ਨ ਦੇ ਵਿੱਚ ਖੜੇ ਸੀਗੇ ਡੈਮੋਕ੍ਰੇਟ ਪਾਰਟੀ ਵੱਲੋਂ, ਉਹ 68,523 ਵੋਟ ਆ ਤੇ ਡੇਵਿਡ ਨਿਊਨਸ ਆ ਉਹਨਾਂ ਦੀ 67,721 ਵੋਟ ਹੈਗੀ ਆ। ਜੀ ਬਿਲਕੁਲ, ਉੱਥੇ ਵੀ ਬਹੁਤ ਸਾਰਾ ਜ਼ੋਰ ਲੱਗਾ ਹੋਇਆ ਸੀ। ਇਸੇ ਤਰ੍ਹਾਂ ਸਨਮੈਕੀਨ ਕਾਉਂਟੀ 'ਚ ਗੈਰੀ ਸਿੰਘ ਜਿਹੜੇ ਹੈਗੇ ਮੰਟੀਕਾ ਤੋਂ, ਉਹ ਵੀ ਅੱਗੇ ਜਾ ਰਹੇ ਹੈਗੇ ਆ, ਪਰ ਬਹੁਤ ਘੱਟ ਹਜੇ ਰਿਪੋਰਟਿੰਗ ਹੋ ਰਹੀ ਆ ਕਿਉਂਕਿ ਸਾਰਿਆਂ ਨੂੰ ਪਤਾ ਹੀ ਆ ਵੀ ਕੈਲੀਫੋਰਨੀਆ ਦੇ ਵਿੱਚ 8 ਵਜੇ ਜਿਹੜੀ ਆ ਵੋਟਿੰਗ ਬੰਦ ਹੋਈ ਆ। ਸੋ ਕੀ ਹੁੰਦਾ ਵੀ 8 ਵਜੇ ਤੱਕ ਜਿੱਥੇ ਜਿੱਥੇ ਬੂਥ ਹੈਗੇ ਆ ਉਹ ਇਕੱਠੇ ਕਰਦੇ ਆ, ਉਹ ਤੋਂ ਬਾਅਦ ਫਿਰ ਉਹ ਕਾਰ ਦੇ ਵਿੱਚ ਲੈ ਕੇ ਕਾਉਂਟੀ ਰਜਿਸਟਰ ਵੋਟਰ ਦੇ ਕੋਲ ਲੈ ਕੇ ਜਾਂਦੇ ਆ ਤੇ ਫਿਰ ਉੱਥੇ ਫਿਰ ਦੁਬਾਰਾ ਕੀ ਕਾਊਂਟਿੰਗ ਹੁੰਦੀ ਆ। ਸੋ ਉਸ ਕਰਕੇ ਉਹਨੂੰ ਜਿਹੜਾ ਕਾਫੀ ਟਾਈਮ ਲੱਗ ਜਾਂਦਾ ਹੈ। ਕੱਲਾ ਇਹੀ ਨਹੀਂ ਹਰਜੋਤ ਸਿੰਘ ਜੀ, ਆਪਣੀਆਂ ਕੈਲੀਫੋਰਨੀਆ ਨੂੰ ਆਦਤ ਹੈਗੀ ਆ, ਇਹ ਸ਼ੁਰੂ ਤੋਂ ਹੀ ਇਹਨਾਂ ਦਾ ਇਹ ਪ੍ਰੋਸੀਜਰ ਜਿਹੜਾ ਉਹ ਰਿਹਾ ਆ। ਇੱਥੇ ਵੋਟਾਂ ਜਿਹੜੀਆਂ ਪਹਿਲੋਂ ਆ ਉਹ ਕਾਊਂਟ ਜਿਹੜੀਆਂ ਹੁੰਦੀਆਂ, ਜਿਹੜੀਆਂ ਅੱਜ ਪਈਆਂ ਨੇ ਇਹਨਾਂ ਨੇ ਸਹਿਜੇ ਇੱਕ ਪੂਰੇ ਵੀਕ ਦੇ ਵਿੱਚ ਇਹ ਕਾਊਂਟ ਕਰਨੀਆਂ। ਇਹਨਾਂ ਨੇ 3-4 ਦਿਨ ਜਿਹੜੇ ਉਹ ਲਾ ਦੇਣੇ ਆ। ਜਿਹੜੇ ਮੰਟੀਕਾ ਸਿਟੀ ਕਾਉਂਸਲ ਦੀ ਤੁਸੀਂ ਗੱਲ ਕਰਦੇ ਆ, ਗੈਰੀ ਸਿੰਘ ਰਾਈਟ ਨਾਓ 31.76% ਵੋਟਾਂ ਲੈ ਕੇ 7771 ਵੋਟਾਂ ਨੇ ਉਹਨਾਂ ਦੇ। ਉਹ ਜਿਹੜੇ ਉਹ ਲੀਡ ਕਰ ਰਹੇ ਨੇ। ਜਿਹੜੇ ਉੱਥੇ 6-7 ਜਾਣਿਆਂ ਦੇ ਦਰਮਿਆਨ ਜਿਹੜੀ ਆ ਉਹ ਵੋਟਿੰਗ ਜਿਹੜੀ ਹੋਈ ਹੈਗੀ ਆ ਉਸ ਦੇ ਵਿੱਚ। ਸੋ ਇਹ ਸਾਰੇ ਸਾਹਮਣੇ। ਦੂਜੇ ਨੰਬਰ ਤੇ ਉਹਨਾਂ ਦੇ ਪਿੱਛੇ ਆ ਰਿਹਾ ਚਾਰਲੀ ਐਲਫੋਰਡ 6351 ਵੋਟ। ਸੋ ਇਹ ਕਹਿ ਸਕਦੇ ਆ ਵੀ ਕੁਝ ਕੁ 100 ਵੋਟਾਂ ਦੇ ਨਾਲ ਜਿਹੜਾ ਰਾਈਟ ਨਾਓ ਉਹ ਅੱਗੇ ਚੱਲ ਰਹੇ ਨੇ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਇਹਨਾਂ ਦੀ ਇਹ ਲੀਡ ਜਿਹੜੀ ਉਹ ਬਰਕਰਾਰ ਕਿੱਦਾਂ ਰਹਿੰਦੀ ਹੈਗੀ ਆ। ਬਿਲਕੁਲ ਜੀ। ਰਾਜਕਨ ਦੀ ਇੱਕ ਹੋਰ ਅਪਡੇਟ ਜਿਹੜੀ ਆਪਾਂ ਦਿੰਦੇ ਚੱਲਦੇ ਆ ਜੀ। ਨੈਸ਼ਨਲ ਲੈਵਲ ਦੇ ਉੱਤੇ, ਫੈਡਰਲ ਲੈਵਲ ਦੇ ਉੱਤੇ ਕਰੰਟ ਟੈਲੀ ਜਿਹੜੀ ਜੀ ਚੱਲ ਰਹੀ, ਰਾਸ਼ਟਰਪਤੀ ਡੋਨਲਡ ਟਰੰਪ 212 ਤੇ ਜੋ ਬਾਈਡਨ 223 ਇਲੈਕਟਰਲ ਕਾਲਜ ਵੋਟ ਜਿਹੜੇ ਕਿ ਡਿਕਲੇਅਰ ਕਾਲ ਆਊਟ ਕੀਤੇ ਗਏ ਆ। ਆਇਓਵਾ ਤੇ ਫਲੋਰੀਡਾ ਕਾਲ ਆਊਟ ਹੋਏ ਉਹਨੇ ਰੀਸੈਂਟਲੀ। ਤੇ ਓਹਾਇਓ ਵੀ, ਜੀ ਬਿਲਕੁਲ, ਓਹਾਇਓ ਵੀ ਜਿਹੜਾ ਉਹ ਕਾਲ ਆਊਟ ਜਿਹੜਾ ਉਹ ਕਰਤਾ ਹੈ। ਆਇਓਵਾ ਵੀ, ਓਹਾਇਓ ਵੀ, ਇਹ ਦੋਨੋਂ ਹੀ
ਜਿਹੜੇ ਰਾਸ਼ਟਰਪਤੀ ਦੇ ਹੱਕ ਦੇ ਵਿੱਚ ਜਿਹੜੇ ਉਹ ਭੁਗਤੇ ਨੇ ਰਾਸ਼ਟਰਪਤੀ ਟਰੰਪ ਦੇ ਰਾਸ਼ਟਰਪਤੀ ਹੱਕ ਵਿੱਚ। ਡੋਨਲਡ ਟਰੰਪ ਥੋੜੇ ਦੇਰ ਦੇ ਵਿੱਚ ਉਹ ਵੀ ਹੁਣ ਇੱਕ ਪ੍ਰੈਸ ਕਾਨਫਰੰਸ ਕਰ ਸਕਦੇ ਤੇ ਆਪਣੀ ਸਪੀਚ ਜਿਹੜੀ ਜੀ ਦੇਣਗੇ ਪ੍ਰੈਸ ਕਾਨਫਰੰਸ ਜਾਂ ਫਿਰ ਕੋਈ ਸਪੀਚ ਜਿਹੜੀ ਜੀ ਕਿ ਉਹ ਯੂਐਸ ਜਿਹੜੀ ਆਪਾਂ ਕਹਿ ਦਈਏ ਪੂਰੀ ਜਨਤਾ ਦੇ ਸਾਹਮਣੇ ਬੋਲਣਗੇ ਤੇ ਬਾਈਡਨ ਕੈਂਪੇਨ ਦੇ ਵੱਲੋਂ ਹਜੇ ਵੀ ਜਿਹੜੀ ਰੀਸੈਂਟ ਅਪਡੇਟਸ ਆ ਰਹੀਆਂ ਕਿ ਉਹ ਕਹਿ ਰਹੇ ਨੇ ਉਹ ਆਪਣੇ ਸਪੋਰਟਰਸ ਨੂੰ ਭਰੋਸਾ ਦਿਵਾ ਰਹੇ ਨੇ ਲਗਾਤਾਰ ਕਿ ਹਜੇ ਇਟਸ ਟੂ अर्ਲੀ ਟੂ ਕਾਲ ਤੇ ਉਹ ਕਹਿੰਦੇ ਕਿ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਜਿੱਤ ਦੇ ਵੱਲ ਨੂੰ ਵਧਾਂਗੇ। ਜੀ ਜੋ ਬਾਈਡਨ ਨੇ 7 ਮਿੰਟ ਪਹਿਲਾਂ ਹੀ ਟਵੀਟ ਕੀਤਾ ਆ ਵੀ ਵੀ ਫੀਲ ਗੁੱਡ ਵੇਅਰ ਵੀ ਆਰ ਤੇ ਵੀ ਬਲੀਵ ਵੀ ਆਰ ਔਨ ਟਰੈਕ ਟੂ ਵਿਨ ਦਿਸ ਇਲੈਕਸ਼ਨ। ਕਹਿ ਰਹੇ ਨੇ ਜੀ ਬਿਲਕੁਲ ਕਹਿ ਰਹੇ ਨੇ ਕਿ ਥੀਸ ਆਰ ਦਾ ਐਕਸਪੈਕਟਡ ਰਿਜ਼ਲਟਸ। ਸੋ ਮਤਲਬ ਉਹ ਕਹਿ ਰਹੇ ਕਿ ਸਾਨੂੰ ਹਜੇ ਉਮੀਦ ਹੈ ਕਿ ਸ਼ਾਇਦ ਜਿਹੜੀਆਂ ਹੋਰ ਦੇਰ ਨੂੰ ਵੋਟਾਂ ਕਾਊਂਟ ਹੋਣੀਆਂ ਉਹਨਾਂ ਦੇ ਵਿੱਚੋਂ ਸ਼ਾਇਦ ਕੋਈ ਲੀਡ ਕਰਨ। ਚਲੋ ਇਸ ਦੇ ਉੱਤੇ ਨਜ਼ਰ ਜਿਹੜੀ ਆਪਾਂ ਬਣਾਈ ਰੱਖਾਂਗੇ। ਫਿਲਹਾਲ ਇੱਕ ਸਰੋਤੇ ਜੀ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਜ਼ਰੂਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਗੈਰੀ ਬੋਲਦਾ ਮਰੈਸਟੋ। ਹਾਂਜੀ ਜਿੱਦਾਂ ਭਾਜੀ ਪਹਿਲਾਂ ਕਹੇ ਨਾ ਫਰੀਨੋ ਤੋਂ ਲੈ ਕੇ ਸੈਕਰਾਮੈਂਟੋ ਤੱਕ ਸੈਕਰਾਮੈਂਟੋ ਦੀ ਭਾਜੀ ਇਹ ਸਭ ਕੁਝ ਬਦਲਣਾ ਪੈਣਾ ਆਪਾਂ ਨੂੰ ਕਿ ਆਪਾਂ ਕਾਲੀਆਂ ਕਾਂਗਰਸ ਉਹ ਚੱਲੀ ਗਏ ਨਾ ਡੈਮੋਕ੍ਰੇਟ ਵੀ ਆਪਾਂ ਵੀ ਆ ਕੈਲੀਫੋਰਨੀਆ 'ਚ ਡੈਮੋਕ੍ਰੇਟ ਨਹੀਂ। ਮੈਂ ਜਦੋਂ ਟਰੰਪ ਜਿੱਤਣ ਡਿਆ ਨਾ ਪਿਛਲੇ ਮੈਂ ਉਦੋਂ ਵੀ ਫੋਨ ਕੀਤਾ ਹੈ। ਮੈਂ ਹੁਣ ਵੀ ਮੈਂ 2 ਮਿੰਟ ਲਾਊਂਗਾ। ਮੈਂ ਐਰਕੀ ਵੀ ਟਰੰਪ ਨੂੰ ਵੋਟ ਪਾਈ ਹੀ ਹੈ ਨਾ ਮੈਂ ਫੋਟੋ ਵੀ ਖਿੱਚੀ। ਪਰ ਪਤਾ ਕੀ ਆ ਆਪਾਂ ਕਹਿ ਦਿੰਦੇ ਜਿੱਦਾਂ ਇੰਡੀਆ ਦੇ ਵਿੱਚ ਕਹਿ ਦਿੰਦੇ ਆ ਵੀ ਇਹਨੂੰ ਨਹੀਂ ਵੋਟ ਪਾਉਣੀ ਇਹਨੂੰ ਨਹੀਂ। ਜਿਹੜਾ ਸਾਡਾ ਫਾਇਦਾ ਕਰਦਾ ਨਾ ਭਾਜੀ ਉਹ ਸੋਚਣਾ ਪੈਣਾ ਹੈ ਨਾ। ਆਪਾਂ ਤੁਸੀਂ ਇਹ ਰੇਡੀਓ USA ਰੇਡੀਓ ਮੈਂ ਸਭ ਤੋਂ ਜ਼ਿਆਦਾ ਸੁਣਦਾ। ਚੰਨ ਪ੍ਰਦੇਸ਼ੀ ਸਾਰੇ ਬਾਅਦ 'ਚ ਆ ਕਿਉਂਕਿ ਮੈਂ ਅੰਮ੍ਰਿਤਸਰ ਦਾ ਇਹ ਵੀ ਅੰਮ੍ਰਿਤਸਰ ਦੇ ਲਾਗੋ ਰੇਡੀਓ। ਪਰ ਆਪਾਂ ਨੂੰ ਇਹ ਸੋਚਣਾ ਚਾਹੀਦਾ ਵੀ ਜੇ ਤੁਸੀਂ ਕਹਿੰਦੇ ਹੁੰਦੇ ਜੇ ਮੈਂ ਨਹੀਂ ਕਹਿੰਦਾ ਤੁਸੀਂ ਕਹਿੰਦੇ ਹੁੰਦੇ ਅਸੀਂ ਅਮਰੀਕਾ ਰਹਿੰਦੇ ਹਾਂ ਅਸੀਂ ਅਮਰੀਕਾ ਦੀਆਂ ਸੋਚੀਏ ਪੰਜਾਬ ਤੋਂ ਇੰਡੀਆ ਤੋਂ ਕੀ ਲੈਣਾ। ਅੱਜ ਤੁਹਾਡੀ ਸੋਚ ਪਤਾ ਕੀ ਆ ਡੈਮੋਕ੍ਰੇਟ ਨਾ। ਸੌਰੀ ਗੁੱਸਾ ਨਾ ਕਰਿਓ। ਨਹੀਂ ਤੁਹਾਨੂੰ ਕਿਹੜੇ ਪਾਸਿਓਂ ਲੱਗਾ ਵੀ ਸਾਡੀ ਸੋਚ ਡੈਮੋਕ੍ਰੇਟ ਆ? ਮੈਨੂੰ ਲੱਗਾ ਮੈਂ ਕਿਹਾ ਮੈਂ ਰੋਜ਼ ਇੱਕ ਨਹੀਂ ਮੈਂ ਰੋਜ਼ ਮੈਂ ਡਾਊਨਲੋਡ ਕੀਤਾ ਰੇਡੀਓ ਰੋਜ਼ ਸੁਣਦਾ 60% 70% ਕੈਲੀਫੋਰਨੀਆ ਤੋਂ ਅਸੀਂ ਟਰੱਕ ਚਲਾਉਂਦੇ ਆ ਸਾਨੂੰ ਪਤਾ ਕੀ ਪ੍ਰੋਬਲਮ। ਪਰ ਮੈਂ ਸ਼ੋਰ ਹਾਂ ਵੀ ਤੁਹਾਡੀ ਸੋਚ ਡੈਮੋਕ੍ਰੇਟ ਆ ਤੇ ਸਾਡੀ ਸੋਚ ਆ ਟਰੰਪ। ਮੈਂ ਮੋਦੀ ਨਾਲ ਜੋੜ ਕੇ ਨਾ ਵੇਖਿਓ ਪਤਾ ਕੀ ਆ ਜਿਹੜੇ ਦੇਸ਼ 'ਚ ਖਾਈਏ ਨਾ ਉਹ ਆਪਣਾ ਕੀ ਸੋਚਦਾ ਆਪਾਂ ਵੇਖੀਏ। ਤੇ ਜੇ ਤੁਸੀਂ ਆਪਦੇ ਪਰਿਵਾਰ ਬੁਲਾਉਣੇ ਆ ਇੰਡੀਆ ਤੋਂ ਉਹ ਇਹਨੂੰ ਜੋ ਬਾਰਡਰ ਕਿਹੜਾ ਨਾਂ ਭੁੱਲ ਗਿਆ ਇਹਨੂੰ ਵੋਟਾਂ ਪਾ ਦਿਓ ਹੈ ਨਾ। ਆਪਾਂ ਜਿੱਥੇ ਰਹਿੰਦੇ ਹਾਂ ਤੁਸੀਂ ਕਹਿੰਦੇ ਹੁੰਦੇ ਜਿੱਥੇ ਰਹਿੰਦੇ ਉਹਦਾ ਫਾਇਦਾ ਸੋਚੀਏ ਉਹਦਾ ਵੇਖੀਏ। ਤੇ ਟਰੰਪ ਜਿੱਤ ਗਿਆ। ਮੈਂ ਵੈਬਸਾਈਟ ਕੱਢ ਕੇ ਵੇਖ ਲਿਓ ਜਦੋਂ ਟਰੰਪ ਪਹਿਲਾਂ ਵੀ ਇਲੈਕਸ਼ਨ ਹੋਣ ਡਈ ਲਾਸਟ ਉਦੋਂ ਕਹਿੰਦਾ ਉਦੋਂ ਮੇਰੀ ਵੋਟ ਨਹੀਂ ਬਣੀ ਹੁਣ ਮੇਰੀ ਬਣੀ। ਕੁਛ ਨਹੀਂ ਹੁੰਦਾ ਭਾਜੀ ਇਹ ਬਿਲਕੁਲ ਜੀ। ਜਿਹੜੀ ਤੁਸੀਂ ਇਹ ਤੁਹਾਡੇ ਆਪਣੇ ਵਿਚਾਰ ਕਿਸ ਤਰੀਕੇ ਨਾਲ ਤੁਸੀਂ ਰੇਡੀਓ ਨੂੰ ਸੁਣ ਰਹੇ ਹੋ। ਨਹੀਂ ਹਰਜੋਤ ਸਿੰਘ ਜੀ ਜੇ ਕਿਸੇ ਦੀ ਡੈਮੋਕ੍ਰੇਟ ਸੋਚ ਆ ਤਾਂ ਬੰਦਾ ਮਾੜਾ ਹੋ ਗਿਆ। ਐਵੇਂ ਲੋਕ ਮਾਰੀ ਜਾਂਦੇ ਆ। ਤੁਹਾਡੀ ਜੇ ਰਿਪਬਲਿਕਨ ਸੋਚ ਆ ਕਿਸੇ ਨੇ ਤੁਹਾਨੂੰ ਮਾੜਾ ਕਹਿ ਤਾ ਐਵੇਂ ਹੀ ਮਾਰੀ ਜਾਣਾ। ਜੇ ਕਿਸੇ ਦੇ ਡੈਮੋਕ੍ਰੇਟ ਸੋਚ ਆ ਉਹ ਮਾੜਾ ਆ ਮਿਲ ਕੇ ਤੇ ਇਕੱਠਿਆਂ ਨਹੀਂ ਰਹਿਣਾ ਇੱਥੇ। ਜੇ ਤੁਸੀਂ ਇਹੀ ਚੀਜ਼ਾਂ ਲਾ ਕੇ ਰੱਖਣੀਆਂ ਫਿਰ ਇੱਥੇ ਤੁਸੀਂ ਅਕਾਲੀ ਕਾਂਗਰਸੀ ਤੁਸੀਂ ਬਣਾਉਣੇ ਆ। ਹਾਊਸ ਦੇ ਨਾਂ ਤੇ ਸਾਡੀ ਹਮੇਸ਼ਾ ਤੋਂ ਜਿਹੜੀ ਜੀ ਟਰਾਈ ਇਹੀ ਹੈ ਕਿ ਇੱਕ ਪਰਸਨਲ ਬੰਦੇ ਦੀ ਸੋਚ ਆਬਵੀਅਸ ਜੀ ਗੱਲ ਹੈ ਡੈਮੋਕ੍ਰੈਟਿਕ ਵੀ ਹੋ ਸਕਦੀ ਹੈ। ਨਾਲੇ ਤੁਹਾਨੂੰ ਕੀ ਪਤਾ ਵੀ ਅਸੀਂ ਕੀ ਰਜਿਸਟਰ ਹੈਗੇ ਆ। ਐਵੇਂ ਮਾਰੀ ਜਾਣਾ ਲੋਕਾਂ ਨੇ। ਲੜਾਈ ਹੁੰਦੀ ਕਿ ਕੀ ਰਜਿਸਟਰ ਹੈਗੇ ਆ। ਕਈ ਵਾਰੀ ਜਗਮੋਹਨ ਜੀ ਹਰਜੋਤ ਜੀ ਜਗਮੋਹਨ ਜੀ ਪਤਾ ਕੀ ਆ ਕਈ ਵਾਰੀ ਨਾ ਚਲੋ ਬੰਦੇ ਨੇ ਖਾਧੀ ਪੀਤੀ ਹੁੰਦੀ ਪਤਾ ਹੀ ਨਹੀਂ ਲੱਗਦਾ ਹੁੰਦਾ ਕੀ ਬੋਲੀ ਜਾਂਦੇ ਆ। ਸੋ ਇਹ ਵੀ ਕਈ ਵਾਰੀ ਹੁੰਦਾ ਵੀ ਟਾਈਮ ਜਿਹੜਾ ਇਦਾਂ ਦਾ ਆ ਜਾਂਦਾ ਆ ਸੋ ਬੰਦੇ ਕੁਝ ਵੀ ਜਿਹੜੇ ਉਹ ਬੋਲੀ ਜਾਂਦੇ। ਚਲੋ ਠੀਕ ਆ ਮੇਰੀ ਸੋਚ ਕੁਛ ਹੋ ਸਕਦੀ ਹੈ ਜਗਮੋਹਨ ਉਹਨਾਂ ਦੀ ਕੁਛ ਹੋ ਸਕਦੀ ਆ ਹਰਜੋਤ ਉਹਨਾਂ ਦੀ ਕੁਛ ਹੋ ਸਕਦੀ ਹੈ। ਇਹਦੇ ਵਿੱਚ ਕੀ ਮਤਲਬ ਹੋਇਆ ਕੋਈ ਡੈਮੋਕ੍ਰੇਟ ਆ ਕੋਈ ਰਿਪਬਲਿਕਨ ਆ ਦੈਟ ਡਜ਼ਨਟ ਮੈਟਰ। ਚੱਲਦਾ ਵੀ ਇਸੇ ਸੋਚ ਤੇ ਹੈ ਜੇ ਆਪਾਂ ਸੋਚ ਵੱਖੋ ਵੱਖ ਰੱਖਦੇ ਬਿਲਕੁਲ ਇੱਕ ਸੋਚ ਨਾਲ ਤਾਂ ਕੋਈ ਵੀ ਅੱਗੇ ਨਹੀਂ ਵੱਧ ਸਕਦਾ। ਇਹ ਤਾਂ ਮੈਨੂੰ ਲੱਗਦਾ ਨਹੀਂ ਰਾਜਗਨਵੀਰ ਸਿੰਘ ਜੀ ਜਿਹੜੇ ਦੁਪਹਿਰ ਵਾਲੇ ਬਲਵਿੰਦਰ ਕੌਰ ਦੇ ਸ਼ੋਅ ਸੁਣੇ ਨਹੀਂ ਕਦੇ ਹਨਾ। ਤੇ ਦੂਸਰੇ ਨੰਬਰ ਤੇ ਗੱਲ ਇਹ ਆ ਵੀ ਦੇਖੋ ਆਪਾਂ ਕਿਸੇ ਨੂੰ ਐਂਡੋਰਸ ਨਹੀਂ ਕੀਤਾ। ਆਪਾਂ ਬਿਲਕੁਲ ਜਿਹੜੀ ਬਿਨਾਂ ਕਿਸੇ ਵਾਇਸ ਦੇ ਖਬਰ ਲੈ ਕੇ ਆਉਂਦੇ ਰਹੇ ਹੈਗੇ ਆ। ਨਾਲੇ ਅਮਰੀਕਾ ਦੀ ਗੱਲ ਸੋਚਣੀ ਆ ਵੀ ਨਹੀਂ ਨਾਲੇ ਹਰਜੋਤ ਸਿੰਘ ਜੀ ਡਜ਼ ਨਾਟ ਮੈਟਰ। ਇਹ ਕੋਈ ਮੈਟਰ ਥੋੜੀ ਹੈ। ਜੇ ਕੋਈ ਦੀ ਡੈਮੋਕ੍ਰੇਟ ਸੋਚ ਵੀ ਉਹ ਕੋਈ ਮਾੜੀ ਥੋੜੀ ਚੀਜ਼ ਆ। ਜੇ ਕਿਸੇ ਦੀ ਰਿਪਬਲਿਕਨ ਸੋਚ ਆ ਕੋਈ ਮਾੜੀ ਚੀਜ਼ ਥੋੜੀ ਹੈ। ਜੇ ਕੋਈ ਇੰਡੀਪੈਂਡੈਂਟ ਆ ਉਹਦੀ ਕੋਈ ਮਾੜੀ ਚੀਜ਼ ਥੋੜੀ ਆ। ਹਰ ਇੱਕ ਦੀ ਪਰਸਨਲ ਮਰਜ਼ੀ ਆ ਜਿਹਦੇ ਨਾਲ ਮਰਜ਼ੀ ਜਾਵੇ। ਇੱਥੇ ਕੋਈ ਇਹ 'ਚ ਨਹੀਂ ਕਹਿ ਰਿਹਾ ਵੀ ਲੈ ਸ਼ਰਾਬ ਦੀ ਬੋਤਲ
ਤੇ ਪਾ ਦੇ ਮੈਨੂੰ ਵੋਟ। ਇਹ ਥੋੜੀ ਕੁਝ ਹੋਣ ਦਿਆ ਇੱਥੇ ਵੀ ਇਹ ਤਾਂ ਮਰਜ਼ੀ ਆ ਆਪਣੇ ਬੰਦੇ ਦੀ ਵੀ ਜਿਹਨੂੰ ਮਰਜ਼ੀ ਜਿਹੜਾ ਮਰਜ਼ੀ ਵੋਟ ਪਾਵੇ। ਜੇ ਤੁਸੀਂ ਆ ਪਾੜਾ ਵਧਾਉਣਾ ਆ ਫਿਰ ਤੁਸੀਂ ਕਹੇ ਵੀ ਲੈ ਤੂੰ ਡੈਮੋਕ੍ਰੇਟ ਮੈਂ ਰਿਪਬਲਿਕਨ ਤੂੰ ਡੈਮੋਕ੍ਰੇਟ ਫਿਰ ਨਹੀਂ ਆਪਾਂ ਅੱਗੇ ਵੱਧ ਸਕਦੇ। ਫਿਰ ਇੱਥੇ ਤੁਸੀਂ ਲਕੀਰ ਖਿੱਚ ਲਓ ਵੀ ਅਸੀਂ ਨਹੀਂ ਇਕੱਠੇ ਜਿਹੜੇ ਚੱਲ ਸਕਦੇ। ਨਾਲੇ ਭਾਈ ਸਾਹਿਬ ਅਸੀਂ ਅੰਮ੍ਰਿਤਸਰ ਤੋਂ ਨਹੀਂ ਬਹੁਤ ਬਹੁਤ ਤੁਹਾਨੂੰ ਵਧਾਈਆਂ, ਤੁਸੀਂ ਅੰਮ੍ਰਿਤਸਰ ਤੋਂ ਆ, ਗੁਰੂ ਕੀ ਨਗਰੀ ਤੋਂ ਆ। ਸਾਡਾ ਰੇਡੀਓ ਜਿਹੜਾ ਉਹ ਸੈਨੋ ਦੇ ਚੱਲਦਾ ਹੈ। ਜੀ ਜੀ ਤੇ ਰਾਜ ਜੀ, ਹਰਜੋਤ ਜੀ, ਆਪਾਂ ਵੱਧਦੇ ਜੀ ਅਗਲੇ ਸਰੋਤਿਆਂ ਦੇ ਵੱਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਜੀ। ਤੁਸੀਂ ਆਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ ਭਾਈ, ਤੁਸੀਂ ਜੀ ਜਲੰਧਰ ਤੋਂ ਉਦਾਂ ਮੈਨੂੰ ਪਤਾ। ਨਹੀਂ ਜਲੰਧਰ ਤੋਂ ਵੀ ਨਹੀਂ ਜੀ, ਪਰ ਤੁਸੀਂ ਅੱਗੇ ਚਲੋ ਹੁਣ। ਹੁਣ ਤਾਂ ਅਸੀਂ ਆਈ ਅਮਰੀਕਾ ਨੂੰ ਤੋਂ ਹੀ ਆ। ਮੈਨੂੰ ਪਤਾ ਤੁਸੀਂ ਸਾਰੇ ਕਿੱਥੋਂ ਆ, ਹਾਂਜੀ ਹਾਂਜੀ ਪਰ ਤੁਸੀਂ ਕਿਸੇ ਵੀ ਪਾਰਟੀ ਦੀ ਹੈਲਪ ਨਹੀਂ ਕਰਦੇ। ਪਰ ਤੁਸੀਂ 100% ਕਿਹਾ ਵੀ ਤੁਸੀਂ ਰਿਪਬਲਿਕਨ ਦੀ ਹੈਲਪ ਕਰਦੇ। ਬਟ ਮੈਂ ਨਹੀਂ ਕਹਿਣਾ ਚਾਹੁੰਦਾ ਉਦਾਂ ਵੈਸੇ ਔਨ 에ਅਰ, ਬਟ ਜੋ ਕੁਝ ਵੀ ਇਹ ਸਹੀ ਹੋ ਰਿਹਾ, ਪਰ ਆਪਾਂ ਨੂੰ ਕਿਸੇ ਨੂੰ ਬਲੇਮ ਨਹੀਂ ਦੇਣਾ ਚਾਹੀਦਾ। ਬਿਲਕੁਲ ਬਿਲਕੁਲ। ਜੀ ਹਾਂਜੀ, ਕਿਉਂਕਿ ਇਹਦੇ ਨਾਲੇ ਲੋਕਾਂ ਨੇ ਕਿਉਂਕਿ ਵੋਟਾਂ ਤੁਸੀਂ ਪਾਈਆਂ ਜੀ। ਬਿਲਕੁਲ ਮੈਂ ਤਾਂ ਖੁਦ ਵੋਟ ਟਰੰਪ ਨੂੰ ਪਾਈ ਆ। ਜੀ। ਪਰ ਬਿਲਕੁਲ ਆਪਾਂ ਏਦਾਂ ਇਸ਼ੂ ਆਪਾਂ ਜ਼ਰੂਰ ਕਿਹਨੂੰ- ਡਿਸਕਸ ਕਰਦੇ ਰਹੇ ਵੀ ਕਿਹੜਾ ਹਾਂਜੀ, ਕਿਹੜਾ ਹਾਂਜੀ। ਇਸ਼ੂ ਹੈਗਾ ਹਨਾ, ਵੀ ਕਿਹੜੇ ਇਸ਼ੂ ਤੇ ਬਿਲਕੁਲ ਕਿਹੜਾ ਜੀ। ਕੈਂਡੀਡੇਟ ਖੜਾ ਹੈ। ਅਸੀਂ ਬਹੁਤ ਵਾਰੀ ਕਿਹਾ ਵੀ ਆਪਾਂ ਛੋਟੀ ਜਿਹੀ ਕਮਿਊਨਿਟੀ ਆਪਾਂ ਨੂੰ ਇਕੱਠੇ ਰਹਿਣਾ ਜੀ ਚਾਹੀਦਾ ਹੈ ਨਾ। ਜੀ ਬਿਲਕੁਲ ਬਿਲਕੁਲ। ਧੰਨਵਾਦ ਜੀ ਬਹੁਤ ਬਹੁਤ। ਜੀ ਬਿਲਕੁਲ ਜੀ, ਧੰਨਵਾਦ। ਆਪਾਂ ਵੱਧਦੇ ਹਾਂ ਆਪਣੇ ਅਗਲੇ ਸਰੋਤੇ ਦੇ ਵੱਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਅਵਤਾਰ ਸਿੰਘ ਪੰਨੂ ਬੇਕਰ ਸਵੀਲ ਤੋਂ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਬੇਨਤੀ ਇਸ ਤਰ੍ਹਾਂ ਹੈ ਜੀ, ਉਹ ਮੇਰਾ ਭਰਾ ਅੰਮ੍ਰਿਤਸਰ ਤੋਂ ਹੈ ਤੇ ਗੁੱਸਾ ਨਾ ਕਰਿਓ, ਉਹਨੇ ਪੈਗ ਸ਼ੈਗ ਲਾਇਆ ਹੋਣਾ ਵਾ ਤੇ ਉਹਨੇ ਸੋਚਿਆ ਮੈਂ ਨਸ਼ਾ ਖੇਡਦਾ ਤੇ ਗੱਲ ਇੰਨੀ ਕੀ ਆ, ਹੋਰ ਕੋਈ ਗੱਲ ਨਹੀਂ। ਉਹਨੂੰ ਵਿਚਾਰ ਨੂੰ ਤੇ ਇੰਨਾ ਵੀ ਨਹੀਂ ਪਤਾ ਵੀ ਡੈਮੋਕ੍ਰੇਟ ਕੌਣ ਹੁੰਦੇ ਤੇ ਰਿਪਬਲਿਕਨ ਕੌਣ ਹੁੰਦੇ ਆ। ਚਲਾਉਣ ਵਾਲਾ ਤਾਂ ਵਿਚਾਰਾ ਟਰੱਕ ਆ, ਪੰਜਾਬ ਤੋਂ ਆ ਗਿਆ, ਨੰਬਰ 2 ਪਤਾ ਨਹੀਂ ਕਿਸ ਤਰ੍ਹਾਂ ਆ ਗਿਆ। ਚਲੋ ਕੀ ਹੋਇਆ ਰੱਬ ਜਾਣੇ, ਚਲੋ ਵਾਹਿਗੁਰੂ ਜਾਣੇ। ਅਵਤਾਰ ਜੀ ਇਦਾਂ ਦੀ ਗੱਲ ਨਾ ਆਪਾਂ ਕਰੀਏ। ਜੇ ਕੋਈ ਹੋਰ ਇਦਾਂ ਦੀ ਗੱਲ ਕਰਦੇ ਤੁਸੀਂ ਨਹੀਂ ਕਹਿਣਾ, ਆਪਾਂ ਨਹੀਂ ਇਦਾਂ ਕਿਸੇ ਨੂੰ ਵੀ ਕਹਿਣਾ। ਬਿਲਕੁਲ ਬੇਨਤੀ ਹੈ ਜੀ ਤੇ ਹੋ ਜਾਂਦਾ ਕਿਸੇ ਵੇਲੇ। ਹਾਂਜੀ ਸੋ ਇਹ ਗੱਲ ਹੈ ਕਿ ਜੇ ਤੁਸੀਂ ਕਿਸੇ ਨੂੰ ਪਾਈ ਵੋਟ, ਡੈਮੋਕ੍ਰੇਟ ਨੂੰ ਪਾਈ ਜਾਂ ਰਿਪਬਲਿਕਨ ਨੂੰ ਪਾਈ ਹੈ, ਇਹ ਨਹੀਂ ਕੋਈ ਏਡੀ ਗੱਲ। ਇਹ ਨਾਲੇ ਇੱਕ ਨੇ ਜਿੱਤਣਾ, ਦੋ ਤਾਂ ਜਿੱਤ ਨਹੀਂ ਸਕਦੇ ਹਨਾ। ਇਹਦੇ ਕਰਕੇ ਇਹ ਗੱਲਾਂ ਕਹਿਣ ਦੀ ਲੋੜ ਨਹੀਂ ਹੈਗੀ। ਇਹ ਜੀ ਡਿਸਕਸ਼ਨ ਹੋਰ ਚੱਲਣ ਡਈ ਆ। ਬਿਲਕੁਲ ਤੁਸੀਂ ਬਿਲਕੁਲ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਕਰੋ, ਇਹ ਚੰਗਾ ਨਹੀਂ ਲੱਗਦਾ। ਸੋ ਬਿਲਕੁਲ। ਮੈਂ ਸਿਰਫ ਤੁਹਾਨੂੰ ਇਸ ਕਰਕੇ ਫੋਨ ਕੀਤਾ ਵਾ। ਜੀ ਜੀ ਥੈਂਕ ਯੂ ਜੀ। ਜੀ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ, ਪਤਾ ਨਹੀਂ ਮੈਂ ਕਹਾਂ ਤੇ ਬੁਰਾ ਲੱਗੂਗਾ, ਪਰ ਇਸ ਤਰ੍ਹਾਂ ਕਰਨਾ ਨਹੀਂ ਨਹੀਂ ਕੋਈ ਚਾਹੀਦਾ। ਨਹੀਂ ਨਹੀਂ ਥੈਂਕ ਯੂ ਅਵਤਾਰ ਜੀ, ਬੜੀ ਮਿਹਰਬਾਨੀ ਅਵਤਾਰ ਸਿੰਘ ਪੰਨੂ ਜੀ। ਇਹ ਕੋਈ ਨਹੀਂ, ਉਹ ਵੀ ਸਾਡਾ ਭਰਾ ਹੀ ਹੈ। ਜੀ ਬਿਲਕੁਲ ਬਿਲਕੁਲ। ਜਿਸ ਤਰ੍ਹਾਂ ਅਸੀਂ ਕਿਹਾ ਕਿ ਹਰੇਕ ਦਾ ਨਜ਼ਰੀਆ ਆਪਣਾ ਆਪਣਾ ਜੀ। ਬਿਲਕੁਲ ਆਪਾਂ ਅੱਗੇ ਵੱਧਦੇ ਹਾਂ ਜੀ ਆਪਣੇ ਅਗਲੇ ਸਰੋਤਿਆਂ ਦੇ ਵੱਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਇੱਕੋ ਹੀ ਗੁਰਜਾਰਿਸ਼ ਕਰਨਾ ਚਾਹੁੰਦਾ, ਸਾਰੇ ਆਪਣੇ ਵੀਰ ਭਰਾ, ਬੜਾ ਵਧੀਆ ਪ੍ਰੋਗਰਾਮ ਚੱਲ ਰਿਹਾ, ਆਪਾਂ ਪਰਿਵਾਰਾਂ 'ਚ ਬਹਿ ਕੇ ਵੇਖ ਰਹੇ ਆ। ਜਿਹੜਾ ਪੰਜਾਬੀ ਰੇਡੀਓ ਅੱਜ ਤੁਸੀਂ ਬੈਠੇ, ਤੁਸੀਂ ਆਪਣੀ ਡਿਊਟੀ ਨਿਭਾ ਰਹੇ ਜੇ। ਤੇ ਜੀ ਬਾਕੀ ਰਹੀ ਗੱਲ ਪਰਸਨਲ ਲਾਈਫ ਦੀ, ਕਿਸੇ ਨੂੰ ਬਲਕਿ ਬੋਲਣ ਦਾ ਹੱਕ ਨਹੀਂ ਹੈਗਾ ਕਿ ਤੁਹਾਡੀ ਲਾਈਫ 'ਚ ਜਦ ਤੁਸੀਂ ਜਿਹਨੂੰ ਮਰਜ਼ੀ ਵੋਟ ਪਾਓ। ਤੁਸੀਂ ਸਿਰਫ ਆਪਣੀ ਪੰਜਾਬੀ ਰੇਡੀਓ ਡਿਊਟੀ ਨਿਭਾ ਰਹੇ ਜੇ। ਧੰਨਵਾਦ। ਬਾਕੀ ਰਿਪਬਲਿਕਨ ਨੂੰ ਪਾਓ, ਡੈਮੋਕ੍ਰੇਟ ਨੂੰ ਪਾਓ, ਉਹ ਆਪੋ ਆਪਣਾ ਵੇਖੋ ਜੀ ਪਾਰਟੀ ਹੈ, ਜਿਹਨੂੰ ਮਰਜ਼ੀ ਪਾਓ। ਤੇ ਬਿਲਕੁਲ ਪਰ ਇਹ ਮੈਂ ਗੱਲ ਕਹਿਣਾ ਚਾਹੁੰਦਾ, ਸਨੀ ਗਰੇਵਾਲ ਭਾਈ ਦੀ ਗੱਲ ਆ, ਜਿਹੜੇ ਬੰਦੇ ਨਹੀਂ ਸਮਝਦੇ ਉਹ ਮਾਝੀ ਗਾੜੀ ਜਿੰਨੀ ਮਰਜ਼ੀ ਬੀਨ ਵਜਾ ਦੋ, ਕਿਸੇ ਨੇ ਨਹੀਂ ਸਮਝਣਾ। ਥੈਂਕ ਯੂ ਵੀਰ ਜੀ, ਥੈਂਕ ਯੂ, ਮਿਹਰਬਾਨੀ ਜੀ। ਦੇਖੋ ਰਾਜਕਰਮਵੀਰ ਸਿੰਘ ਜੀ, ਪ੍ਰੋਪੋਜੀਸ਼ਨਾਂ ਸੀਗੀਆਂ ਹਨਾ, ਸਾਡੇ ਪਰਸਨਲ ਵਿਚਾਰ ਈਵਨ ਦੋਨਾਂ ਦੇ ਜੀ 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 ਡਿਫਰੈਂਟ ਸੀ, ਪਰ ਆਪਾਂ ਇੰਨੇ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਭਾਈ ਜੇ ਇਹਦਾ ਪੋਜ਼ਿਟਿਵ ਪੁਆਇੰਟ ਆ, ਨੈਗੇਟਿਵ ਆ, ਤੁਹਾਡੀ ਮਰਜ਼ੀ ਆ, ਜਿਹਨੂੰ ਮਰਜ਼ੀ ਵੋਟ ਪਾਓ। ਠੀਕ ਹੈ ਕਿ ਨਹੀਂ ਜੀ ਜੀ। ਬਿਲਕੁਲ ਜੀ। ਤੇ ਆਪਾਂ ਆਪਣੇ ਅਗਲੇ ਸਰੋਤਿਆਂ ਦੇ ਵੱਲ ਵੱਧਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਣਾ ਕਦੋਂ ਹੋ ਜੂਗਾ ਕਲੀਅਰ ਇਲੈਕਸ਼ਨ ਦਾ, ਇਹ ਪੱਕਾ ਪਤਾ ਲੱਗ ਜੂਗਾ? ਇਹ ਸਵੇਰ ਤਾਈਂ ਲੱਗ ਜਾਣਾ ਜੀ ਪਤਾ। ਹਾਲ ਦੀ ਘੜੀ ਨਾ ਕੋਈ ਵੀ ਕਹਿ ਲਓ ਵੀ ਪੰਗਾ ਨਹੀਂ ਲੈਣਾ ਚਾਹੁੰਦਾ ਵੀ ਕਾਊਂਟ ਜਿਹੜਾ ਉਹ ਕਲੀਅਰ ਕਰ ਦੇਣ, ਪਰ ਜੇ ਜ਼ਿਆਦਾ ਲੀਡ ਵੱਧ ਗਈ ਉੱਥੇ ਤਾਂ ਫਿਰ ਉਹਨਾਂ ਨੇ ਅਨਾਉਂਸ ਕਰ ਦੇਣਾ ਆ। ਪਿਛਲੀ ਵਾਰੀ ਵੀ ਰਾਤ ਦੇ 2:30 ਵਜੇ ਜਿਹੜਾ ਉਹਨਾਂ ਨੇ ਡਿਕਲੇਅਰ ਕੀਤਾ ਸੀਗਾ। ਸੋ ਉਮੀਦ ਹੈਗੀ ਵੀ ਉਸੇ ਟਾਈਮ ਤੱਕ ਜਿਹੜਾ ਹੋ ਜਾਊਗਾ। ਪਰ ਮੈਜੋਰਟੀ ਆਪਣਾ ਬੰਦਾ ਦਾ ਵਿਚਾਰਾ ਪਹਿਲੇ ਵੀ ਰਾਜ ਆਇਆ ਪਿਆ, ਇਹ ਡੈਮੋਕ੍ਰੇਟ ਕਿਤੇ ਕੋਸਤੇ ਵੀ ਕਹੀ। ਨਹੀਂ ਕੋਈ ਨਹੀਂ
ਹੋਪਫੁਲੀ ਛੇਤੀ ਹੋ ਜਾਣਾ ਭਾਜੀ। ਜੀ, ਜੀ। ਇੱਕ ਦੋ ਸਟੇਟਾਂ ਦੇ ਵਿੱਚ ਫਰਕ ਜਿਹੜਾ ਥੋੜਾ ਜਿਹਾ 2-3% ਦਾ, ਜੀ, ਜੀ, ਤੇ ਜੀ। 3-4 ਸਟੇਟਾਂ 'ਚ ਤਾਂ 5 ਤੋਂ ਲੈ ਕੇ 10% ਦਾ ਫਰਕ ਜੀ, ਆ। ਉਹ ਉੱਥੇ ਵੱਧਦਾ ਜਾ ਰਿਹਾ ਆ, ਪਾੜਾ ਵੱਧਦਾ ਜਾ ਰਿਹਾ। ਬਿਲਕੁਲ। ਥੈਂਕ ਯੂ ਜੀ ਕਾਲ ਦੇ ਲਈ। ਥੈਂਕ ਯੂ ਭੋਲਾ ਸਿੰਘ ਜੀ। ਤੇ ਧੰਨਵਾਦ ਜੀ। ਤੇ ਸਾਡੇ ਨਾਲ ਅਗਲੇ ਸਰੋਤੇ ਸਾਡੇ ਜੁੜੇ ਨੇ ਜੀ, ਬੂਟਾ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੂਟਾ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਜੀ। ਮੈਨੂੰ ਲੱਗਦਾ ਹੋਲਡ ਤੇ ਪਾ ਕੇ ਜਿਹੜੇ ਉਹ ਭੁੱਲ ਗਏ ਨੇ, ਤੇ ਜਗਮੋਹਨ ਸਿੰਘ ਜੀ ਆਪਾਂ ਅਗਲੇ ਕਾਲਰ ਉਹਨਾਂ ਵੱਲ ਵੱਧਦੇ ਹਾਂ। ਜੀ, ਜੀ। ਬਲਬੀਰ ਸਿੰਘ ਜੀ ਸਾਡੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਭਾਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਜੀ ਕੱਲ ਪਰਸੋਂ ਮੈਂ ਆਪਣੇ ਭੈਣ ਜੀ ਹੁਣਾਂ ਦਾ ਸ਼ੋਅ ਸੁਣਦਾ ਸੀਗਾ, ਜਿੱਦਾਂ 4 ਵਜੇ ਆਉਂਦਾ ਜਿਹੜਾ 5:30 ਤੱਕ। ਉਹਦੇ ਵਿੱਚ ਵੀ ਇੱਕ ਕਾਲਰ ਸੇਮ ਹੀ ਆਇਆ ਸੀ। ਉਹ ਭੈਣ ਜੀ ਹੁਣਾਂ ਨੂੰ ਕਹੀ ਜਾਵੇ ਤੁਸੀਂ ਜਾਣੀ ਕਿ ਸਾਰੀਆਂ ਗੱਲਾਂ ਜਿੰਨੀਆਂ ਕਰਦੇ ਆ ਰਿਪਬਲਿਕਨ ਦੇ ਹੱਕ ਵਿੱਚ ਕਰ ਰਹੇ ਆ ਜੀ। ਜਾਣੀ ਕਿ ਬਹੁਤ ਉਹਨੇ ਬਹਿਸ ਕੀਤੀ ਭੈਣ ਜੀ ਹੁਣਾਂ ਨਾਲ, ਤੇ ਮੈਂ ਵੀ ਸੁਣਦਾ ਸੀ। ਤੇ ਹੁਣ ਆ ਕਾਲਰ ਆਏ ਆ, ਉਹ ਤੁਹਾਨੂੰ ਕਹੀ ਜਾਂਦੇ ਆ ਤੁਸੀਂ ਡੈਮੋਕ੍ਰੇਟ ਦੇ ਹੱਕ ਵਿੱਚ ਗੱਲ ਇਹਦਾ ਮਤਲਬ ਠੀਕ ਆ, ਕੰਮ ਦੋਨੋਂ ਵਾਲੇ ਕਹੀ ਜਾਂਦੇ ਆ ਸਾਨੂੰ। ਹਾਂਜੀ ਹਾਂਜੀ ਹਾਂਜੀ, ਮੇਰੇ ਕਹਿਣ ਦਾ ਮਤਲਬ ਉਧਰ ਵੀ ਤੁਹਾਨੂੰ ਜੋੜੀ ਜਾਂਦੇ, ਇੱਧਰ ਵੀ ਕਾਲਰ ਜੋੜੀ ਜਾਂਦੇ ਆ। ਜੀ ਜੀ। ਤੁਹਾਡੇ ਲਈ ਏਦਾਂ ਤੁਹਾਨੂੰ ਪਤਾ ਹੀ ਆ, ਇੰਨਾ ਕੁ ਕੰਮ ਹੋਣਾ ਹੀ ਆ, ਕਿਸੇ ਨੂੰ ਉਹਨੂੰ ਜੋੜੀ ਜਾਣਾ, ਕਿਸੇ ਨੂੰ ਉਹਨੂੰ ਜੀ। ਬਾਕੀ ਬਹੁਤ ਵਧੀਆ ਸੇਵਾ ਕਰ ਰਹੇ ਜੀ, ਤੁਸੀਂ ਇੰਡੀਪੈਂਡੈਂਟ ਕੰਮ ਕਰ ਰਹੇ, ਕੋਈ ਏਦਾਂ ਦਾ ਚੱਕਰ ਨਹੀਂ। ਧੰਨਵਾਦ। ਥੈਂਕ ਯੂ ਵੀਰ ਜੀ। ਇੱਕ ਦੋ ਦਿਨ ਏਦਾਂ ਹੀ ਚੱਲਣਾ ਕੰਮ। ਅਸੀਂ ਤਾਂ ਕਹਿੰਦੇ ਰਿਪਬਲਿਕਨ ਵੀ ਹੋ, ਡੈਮੋਕ੍ਰੇਟ ਵੀ ਹੋ, ਜਿਹਨੂੰ ਮਰਜ਼ੀ, ਪਰ ਆਪਸ ਹੀ ਨਾ ਲੜੋ। ਆਪਸ ਨਾਲ ਨਹੀਂ, ਨਾਲੇ ਆਪਣੀ ਕਮਿਊਨਿਟੀ ਨੂੰ ਤਾਂ ਚਾਹੀਦਾ ਦੋਨੋਂ ਪਾਸੇ ਹੱਥ ਮਿਲਾ ਕੇ ਰੱਖੋ। ਕੰਮ ਕਰਾਉਣੇ ਇਹਨਾਂ ਤੋਂ ਆਪਾਂ, ਆਪਣੀ ਕਮਿਊਨਿਟੀ ਛੋਟੀ ਜੀ ਆ, ਆਪਾਂ ਤਾਂ ਦੋਨਾਂ ਦੇ ਨਾਲ ਮਿਲ ਕੇ ਚੱਲੋ। ਜਿਹੜੇ ਉੱਧਰ ਆ ਉਹਨਾਂ ਨੂੰ ਗੁੱਡ ਆ, ਜਿਹੜੇ ਇੱਧਰ ਆ ਉਹਨਾਂ ਨੂੰ ਗੁੱਡ ਆ। ਸੋ ਵਧੀਆ, ਇਨ ਦੀ ਐਂਡ ਤਾਂ ਆਪਾਂ ਆਪਣੀ ਕਮਿਊਨਿਟੀ ਦੇ ਕੰਮ ਕਰਾਉਣੇ ਆ ਨਾ। ਜਾਣੀ ਕਿ ਉਹਨੇ 100% ਹੀ ਸ਼ੋਅ ਕਰ ਦਿੱਤਾ ਸੀ, ਤੇ ਰਿਪਬਲਿਕਨ ਦੇ ਹੱਕ ਵਿੱਚ ਕਰ ਰਹੇ ਆ ਪ੍ਰੋਗਰਾਮ। ਜੀ ਜੀ ਜੀ। ਚਲੋ ਪੋਸਟਾਂ ਤੁਸੀਂ ਏਦਾਂ ਨਹੀਂ ਕਰ ਸਕਦੇ। ਨਹੀਂ, ਆਹੀ ਫਿਰ ਦੱਸੋ ਵੀ ਉਹਨੂੰ ਪਤਾ ਨਹੀਂ ਕਿੱਥੋਂ ਜੱਜਮੈਂਟ ਲਾ ਲਈ ਜਾਂਦੀ ਹੈ। ਉਹਦਾ ਕਾਲਰ ਆਪਣੇ ਵਿਊ ਦੇ ਰਹੇ ਸੀ। ਬਿਲਕੁਲ ਬਿਲਕੁਲ ਜੀ ਜੀ। ਜਿੱਦਾਂ ਚਾਹੀਦੀ ਨਹੀਂ ਸਾਨੂੰ ਕਰਨੀ, ਵੀ ਚਲੋ ਠੀਕ ਠਾਕ ਆ, ਬਹੁਤ ਵਧੀਆ। ਥੈਂਕ ਯੂ, ਧੰਨਵਾਦ। ਇੱਦਾਂ ਸੁਣਦੇ ਰਹੋ, ਜਾਗਦੇ ਰਹੋ ਜੀ। ਹੁਣ ਥੈਂਕ ਯੂ ਜੀ, ਮਿਹਰਬਾਨੀ ਬਲਵੀਰ ਜੀ। ਜੀ, ਤੇ ਆਪਾਂ ਅਗਲੇ ਕਾਲਰ ਲਈਏ ਜੀ। ਬਿਲਕੁਲ ਜੀ, ਸਾਡੇ ਨਾਲ ਜੁੜੇ ਨੇ ਜੀ ਮਨਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਭਲਾ ਨਿਊਯਾਰਕ ਦੀ ਕੀ ਪੋਜੀਸ਼ਨ ਹੈ ਜੀ, ਇਹ ਵੀ ਦੱਸਿਓ ਜੀ। ਨਿਊਯਾਰਕ ਪੱਕਾ ਹੀ ਆ ਜੀ, ਬਲੂ ਸਟੇਟ ਹੀ ਆ ਤੁਹਾਡੀ। ਹਾਂਜੀ, ਉਹ ਆਲਰੇਡੀ ਜੋ ਬਾਈਡਨ ਦੇ ਉਹਨਾਂ ਨੂੰ ਦਿੱਤੀ ਗਈ ਹੈਗੀ ਆ। ਠੀਕ ਹੈ ਜੀ, ਥੈਂਕ ਯੂ। ਧੰਨਵਾਦ ਜੀ। ਧੰਨਵਾਦ। ਤੇ ਅਗਲੇ ਕਾਲਰ ਲਈਏ, ਫਿਰ ਆਪਾਂ ਜੀ। ਬ੍ਰੇਕ 57% ਨਿਊਯਾਰਕ ਦੇ ਵਿੱਚ ਬਾਈਡਨ ਦੇ ਹੱਕ ਦੇ ਵਿੱਚ ਵੋਟ ਸੀਗੀ। ਜੀ ਬਿਲਕੁਲ। ਆਪਾਂ ਅਗਲੇ ਕਾਲਰ ਉਹਨਾਂ ਦੇ ਵੱਲ ਵੱਧਦੇ ਹਾਂ ਜੀ, ਨਿਰਮਲ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ। ਮੇਰੀ ਵਾਰੀ ਜੀ ਜੀ ਜੀ, ਤੁਹਾਡੀ ਹੈ ਜੀ। ਜੀ ਜੀ। ਹਾਂਜੀ, ਮੈਂ ਥੋੜੀ ਕਲੈਰੀਫਿਕੇਸ਼ਨ ਦੀ ਦੇਣੀ। ਜਿਹੜੇ ਬੰਦੇ ਕਹਿੰਦੇ ਵੀ ਵੋਟਾਂ ਕਿੱਦਾਂ ਕਰਦੇ ਆ, ਇਹ ਜਦੋਂ ਭਾਜੀ ਜਿੱਦਾਂ ਆਪਣੀ 100 ਵੋਟ ਆ ਕੈਲੀਫੋਰਨੀਆ ਦੀ, ਜਦੋਂ 52 ਵੋਟਾਂ ਇੱਕ ਬੰਦੇ ਨੂੰ ਪੈ ਜਾਂਦੀਆਂ, ਉਦੋਂ ਡਿਕਲੇਅਰ ਕਰ ਦਿੱਤਾ ਜਾਂਦਾ ਵੀ ਵੋਟਾਂ 2-3 ਦਿਨ ਗਿਣੀਆਂ ਜਾਂਦੀਆਂ ਰਹਿੰਦੀਆਂ ਬਾਅਦ ਚ। ਜੀ ਜੀ ਜੀ, ਬਿਲਕੁਲ ਬਿਲਕੁਲ। ਪਿਛਲੀ ਇਲੈਕਸ਼ਨ ਦੇ ਵਿੱਚ ਹੈਲਰੀ ਨੂੰ 60 ਲੱਖ ਪਈ, ਤੇ ਪਈ ਇਹਨੂੰ ਟਰੰਪ ਨੂੰ 40 ਦੀ ਹੋ ਗਈ, ਹੈਲਰੀ ਦੀ 61 ਲੱਖ ਹੋ ਗਈ, ਤੇ ਡਿਕਲੇਅਰ ਕਰਤਾ ਸੀ, ਉਦਾਂ ਐਗਰੀ ਕੀਤਾ ਉਹਨਾਂ। ਬਾਅਦ ਚ ਡਿਕਲੇਅਰ ਕਰ ਦਿੰਦੇ ਨੇ ਜਦੋਂ 52% ਪੈ ਜਾਣ। ਜੀ ਜੀ, ਥੈਂਕ ਯੂ ਜੀ, ਮਿਹਰਬਾਨੀ। ਤੇ ਅਗਲੇ ਕਾਲਰ ਲਈਏ ਆਪਾਂ ਜੀ। ਬਿਲਕੁਲ ਜੀ, ਬੂਟਾ ਸਿੰਘ ਜੀ ਨਾਲ ਇੱਕ ਵਾਰੀ ਆਪਾਂ ਫਿਰ ਟਰਾਈ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ, ਸਤਿ ਸ਼੍ਰੀ ਅਕਾਲ। ਹਰਜਿੰਦਰ ਸਿੰਘ ਸੰਧਾ ਵਾਲੀਆ, ਸਿਆਟਲ ਤੋਂ ਜੀ। ਹਰਜਿੰਦਰ ਸਿੰਘ ਜੀ। ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂ ਵੀਰ ਜੀ, ਥੈਂਕ ਯੂ ਵੈਰੀ ਮਚ ਤੁਹਾਡੇ ਟਾਈਮ ਦਾ। ਬਹੁਤ ਇੰਟਰਸਟਿੰਗ ਟੌਪਿਕ ਹੈ। ਮੇਰੇ ਵਿਚਾਰ ਹੈ, ਮੈਂ ਪੰਜਾਬ ਯੂਨੀਵਰਸਿਟੀ ਤੋਂ ਮਾਸਟਰ ਹਾਂ ਜੀ, ਪੋਲੀਟੀਕਲ ਸਾਇੰਸ ਦਾ। ਪਹਿਲੀ ਗੱਲ ਤੇ ਤੁਹਾਨੂੰ ਸਾਰਿਆਂ ਨੂੰ ਵਧਾਈ ਕਿ ਤੁਸੀਂ ਬਹੁਤ ਅੱਛੀ ਇਨਫੋਰਮੇਸ਼ਨ ਦਿੰਦੇ ਜੋ, ਤੇ ਜਿਹੜਾ ਤੁਸੀਂ ਟਾਈਮ ਕੱਢਿਆ ਇਸ ਟਾਈਮ, ਇਹ ਸਾਰੀ ਕਮਿਊਨਿਟੀ ਵਾਸਤੇ ਬਹੁਤ ਬੈਨੀਫੀਸ਼ੀਅਲ ਹੋਗਾ ਫਿਊਚਰ ਵਾਸਤੇ। ਧੰਨਵਾਦ। ਧੰਨਵਾਦ ਜੀ, ਤੁਸੀਂ ਮੇਰੀ ਯੂਨੀਵਰਸਿਟੀ ਤੋਂ ਆ। ਥੈਂਕ ਯੂ ਜੀ। ਯੂਨੀਵਰਸਿਟੀ ਜੀ ਬਿਲਕੁਲ, ਮੈਂ ਵੀ ਉੱਥੇ ਹੀ ਪੜ੍ਹਿਆ ਜੀ। ਉਹ ਵਾਹ। ਸੋ ਮੈਂ ਐਤਕੀ ਸੀਗਾ ਅਲਮੂਨਾਈ, ਉਦੋਂ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਸੀਗਾ। ਉਹਨਾਂ ਨੇ ਆਈ ਵਾਜ਼ ਇਨ ਦਾ ਲਿਸਟ ਕਿ ਹੁਨਰ ਵੀ ਕੀਤਾ। ਤੇ ਮੇਰੇ ਵਿਚਾਰ ਹੈ ਵੀਰ ਜੀ ਕਿ ਜਿਹੜੀ ਇਲੈਕਸ਼ਨ ਹੈ ਨਾ, ਇਹ ਤੁਹਾਡੀ ਇੰਡੀਵਿਜੂਅਲ ਇੱਕ ਅਪਰੋਚ ਹੈ ਕਿ ਕਿਸ ਤਰ੍ਹਾਂ ਤੁਸੀਂ ਇਸ ਨੂੰ ਲੈਂਦੇ ਜੇ। ਕੁਝ ਸਟੇਟ ਵਾਈਜ਼ ਦੀਆਂ ਪ੍ਰੋਬਲਮ ਹੁੰਦੀਆਂ ਜਾਂ ਉਹਦੀ ਅਪਰੋਚ ਹੁੰਦੀ ਹੈ, ਕੁਝ ਨੈਸ਼ਨਲ ਹੁੰਦੀਆਂ। ਤੇ ਮੇਰਾ ਵਿਚਾਰ ਹੈ ਕਿ ਤੁਸੀਂ ਉਹਨੂੰ ਡਿਫਰੈਂਟ ਪੁਆਇੰਟ ਆਫ ਵਿਊ ਨਾਲ ਕੰਸੀਡਰ ਕਰੋ। ਤੇ ਮੈਂ ਨੈਸ਼ਨਲ ਤੇ ਰੈੱਡ ਵਾਲਿਆਂ ਨੂੰ ਕੰਸੀਡਰ ਕਰਦਾ ਕਿ ਉਹਨਾਂ ਦੇ ਏਜੰਡੇ ਚੰਗੇ ਚੱਲ ਰਹੇ ਆ,
ਤੇ ਸਟੇਟ 'ਚ ਮੈਂ ਡੈਮੋਕ੍ਰੇਟਸ ਨੂੰ ਪ੍ਰੈਫਰ ਕਰਦਾ ਤੇ ਇਹ ਮੇਰੇ ਵਿਊ ਹੈ ਜੀ। ਥੈਂਕ ਯੂ ਜੀ ਵਿੱਚ ਧੰਨਵਾਦ। ਤੁਹਾਡਾ ਥੈਂਕ ਯੂ ਟਾਈਮ। ਜੀ, ਮਿਹਰਬਾਨੀ ਜੀ, ਸ਼ੁਕਰੀਆ। ਬਿਲਕੁਲ ਆਪਾਂ ਜਾਰਜੀਆ 'ਚ ਦੇਖਿਆ ਰਾਜਕਨਵੀਰ ਸਿੰਘ ਜੀ, ਕਿਤੇ ਜਾਰਜੀਆ 'ਚ ਪ੍ਰੈਜ਼ੀਡੈਂਟ ਟਰੰਪ ਅੱਗੇ ਜਾ ਰਿਹਾ ਪਰ ਉੱਥੇ ਇੱਕ ਸੈਨੇਟ ਦੀ ਜਿਹੜੀ ਸੀ ਉਹ ਡੈਮੋਕ੍ਰੇਟ ਲੈ ਕੇ ਜਾ ਰਹੇ ਆ, ਰਾਈਟ? ਜੀ, ਸੋ ਇਹ ਬਹੁਤ ਅਮੂਮਨ ਜਿਹੜਾ ਹਰਜੋਤ ਸਿੰਘ ਜੀ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਦੇਖੀਆਂ ਜਾਂਦੀਆਂ, ਕੋਈ ਅਤਕਥਨੀ ਤਾਂ ਹੈ ਨਹੀਂ ਆ। ਇਹ ਆਮ ਹੀ ਹੁੰਦਾ ਵੀ ਕੇਂਦਰ ਦੇ ਵਿੱਚ ਕਈ ਸਰਕਾਰ ਹੁੰਦੀ ਹੈ ਤੇ ਸੂਬੇ ਦੇ ਵਿੱਚ ਜਿਹੜੀ ਉਹ ਵੱਖਰੀ ਸਰਕਾਰ ਹੁੰਦੀ ਆ। ਸੋ ਤੇ ਨੈਸ਼ਨਲ ਲੈਵਲ ਤੇ ਹੋ ਜੀ ਜਾਂਦੇ ਜੀ ਆ। ਜੀ ਅਗਲੇ ਸਰੋਤੇ ਜਿਹੜੇ ਉਹਨਾਂ ਵੱਲ ਵਧਦੇ ਜੀ। ਸਤਿ ਸ਼੍ਰੀ ਅਕਾਲ ਜੀ। ਹਰਪ੍ਰੀਤ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਹਰਪ੍ਰੀਤ ਜੀ ਗੱਲ ਕਰ ਰਿਹਾ। ਹਾਂਜੀ ਪਹਿਲਾਂ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਹੈ ਤੇ ਡੇਲੀ ਸਵੇਰੇ ਸ਼ਾਮ ਦੇਖੀਦਾ ਤੇ ਮੈਂ ਇੱਕ ਚੀਜ਼ ਨੋਟਿਸ ਕੀਤੀ, ਆਪਣੇ ਪੰਜਾਬੀ ਤਾਂ ਸਾਰੇ ਟਰੰਪ ਨੂੰ ਹੀ ਵੋਟਾਂ ਪਾਈ ਜਾਂਦੇ ਪਰ ਲੱਗਦਾ ਬਾਈਡਨ ਨੇ ਜਿੱਤਣਾ ਇਸ ਵਾਰੀ। ਤੇ ਹੁਣ ਵੀ ਮੈਂ ਚੈੱਕ ਕਰ ਰਿਹਾ ਸੀ ਆਨਲਾਈਨ, ਬਾਈਡਨ ਹੀ ਅੱਗੇ ਲੱਗ ਰਿਹਾ ਤੇ ਇੱਥੇ ਟੈਕਸਾਸ ਤੋਂ ਲੋਕੀ ਸੜਕਾਂ ਤੇ ਆ ਕੇ ਬੈਠੇ ਹੋਏ ਨੇ। ਹੁਣ ਵੀ ਮੈਨੂੰ ਟਰੱਕ ਰੋਕ ਕੇ ਬਿਠਾਤਾ ਇਹ ਸਾਈਡ ਤੇ, ਇਹਨਾਂ ਨੇ ਮਤਲਬ ਕਿ ਮੋਸਟਲੀ ਟੈਕਸਾਸ ਸਾਰਾ ਬੰਦ ਕੀਤਾ ਹੈ ਪੁਲਿਸ ਨੇ। ਅੱਛਾ ਅੱਛਾ ਜੀ। ਅੱਛਾ ਉਹ ਕਿਉਂ ਜੀ? ਸੜਕ ਤੇ ਕਾਹਦੇ ਬਿਠਾ ਲਿਆ? ਨਾਲ ਖਾਣ ਪੀਣ ਨੂੰ ਦਿੰਦੇ ਆ ਜਾਂ ਉਦਾਂ ਹੀ ਕਹਿੰਦੇ ਬਹਿ ਜਾਓ? ਨਹੀਂ ਲਾਈਕ ਸਟਾਪ ਕੀਤਾ ਪਿਆ ਅੱਛਾ ਜੀ, ਕਿਹੜੇ ਇਲਾਕੇ 'ਚ? ਟੈਕਸਸ ਦੇ ਕਿਹੜੇ ਇਲਾਕੇ 'ਚ ਇਦਾਂ? ਸੈਨ ਐਂਟੋਨੀਓ। ਸੈਨ ਐਂਟੋਨੀਓ 'ਚ। ਅੱਛਾ, ਉਹਨਾਂ ਨੇ ਟ੍ਰੈਫਿਕ ਰੋਕਿਆ ਹੋਇਆ ਹੈ, ਤੁਸੀਂ ਕਹਿ ਰਹੇ ਆ? ਗੱਡੀਆਂ ਵਗੈਰਾ ਹਾਈਵੇ ਤੇ ਇੱਦਾਂ ਸਟਾਪ ਹੋਈਆਂ ਪਈਆਂ ਤੇ ਗੂਗਲ ਮੈਪ ਤੇ ਵੀ ਸਾਰਾ ਸ਼ੋ ਹੁੰਦਾ ਕਿ ਹਾਈਵੇ ਸਾਰਾ ਬੰਦ ਕੀਤਾ ਹੋਇਆ। ਮੇਰਾ ਇੰਟਰਸਟਿੰਗ। ਲੱਗਦਾ ਕਿ ਪਤਾ ਨਹੀਂ ਕੀ ਹੋਣਾ ਹੁਣ। ਕਹਿੰਦੇ ਕੁਝ ਨਹੀਂ ਹੁੰਦਾ। ਨਹੀਂ ਕੁਝ ਨਹੀਂ ਹੁੰਦਾ ਜੀ, ਕੋਈ ਨਹੀਂ, ਕੋਈ ਐਸੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਆ। ਤੁਸੀਂ ਚਲੋ ਬਾਕੀ ਆਪਣੀ ਸੇਫਟੀ ਨੂੰ ਪਹਿਲ ਦਿਓ ਤੁਸੀਂ ਆਪਣੀ। ਜੀ ਬਿਲਕੁਲ। ਟਰੱਕਾਂ ਵਾਲੇ ਵੀਰਾਂ ਨੂੰ ਜ਼ਰੂਰ ਬੇਨਤੀ ਆ ਭਾਈ, ਜਿੱਥੇ ਹੈਗੇ ਬੜੇ ਧਿਆਨ ਦੇ ਨਾਲ। ਕਈ ਵਾਰੀ ਕੀ ਹੁੰਦਾ ਤੁਸੀਂ ਉਦਾਂ ਦੀ ਜਗ੍ਹਾ ਤੇ ਹੀ ਪਾਰਕ ਕਰ ਲੈਂਦੇ ਆ ਜਿੱਥੇ ਤੁਹਾਡੇ ਟਰੱਕ ਸਟਾਪ ਆ ਜਾਂ ਗੈਸ ਸਟੇਸ਼ਨ, ਉੱਥੇ ਹੀ ਪਾਰਕ ਕਰੋ। ਤੇ ਟੈਕਸਸ ਦੀ ਆਪਾਂ ਅਪਡੇਟ ਜਿਹੜੀ ਜੀ ਦਿੰਦੇ ਚੱਲਦੇ ਆ, ਇੱਕ ਡਿਕਲੇਅਰ ਕਰਤੀ ਹੈ ਜੀ ਉਹਨਾਂ ਨੇ, ਆਲ ਆਊਟ ਹੋ ਚੁੱਕੀ ਹੈ ਜੀ ਟੈਕਸਸ ਡੋਨਾਲਡ ਟਰੰਪ ਦੇ ਹੱਕ ਦੇ ਵਿੱਚ। ਬਿਲਕੁਲ 38 ਹੋਰ ਜਿਹੜੀਆਂ ਆ ਉਹ ਇਲੈਕਟੋਰਲ ਸੀਟਾਂ ਜਿਹੜੀਆਂ ਆ ਉਹਨਾਂ ਦੇ ਹੱਕ ਦੇ ਵਿੱਚ ਆ ਗਈਆਂ ਨੇ। ਸੋ 238 ਜੋ ਬਾਈਡਨ ਆ ਤੇ 213 ਜਿਹੜਾ ਆ ਉਹ ਡੋਨਾਲਡ ਟਰੰਪ ਆ। ਸੋ ਇਹ ਆંકੜਾ ਦੇਖ ਕੇ ਕਈ ਲੋਕਾਂ ਨੂੰ ਲੱਗਦਾ ਵੀ 270 ਦੇ ਲਾਗੇ ਜੋ ਬਾਈਡਨ ਆ, ਪਰ ਜਿੱਦਾਂ ਆਪਾਂ ਬਾਰ-ਬਾਰ ਦੱਸ ਰਹੇ ਆ ਵੀ ਇਲੈਕਟੋਰਲ ਕਾਲਜ ਦਾ ਜਿਹੜਾ ਇਹ ਡਿਫਰੈਂਟ ਤਰੀਕੇ ਦੇ ਨਾਲ ਜਿਹੜਾ ਇਹ ਕੰਮ ਚੱਲਦਾ ਆ। ਸੋ 10 ਵਿਸਕੌਨਸਨ ਦੀਆਂ, 16 ਮਿਸ਼ੀਗਨ ਦੀਆਂ, 20 ਪੈਨਸਿਲਵੇਨੀਆ ਦੀਆਂ, 15 ਨਾਰਥ ਕੈਰੋਲੀਨਾ ਦੀਆਂ, 16 ਜਾਰਜੀਆ ਦੀਆਂ। ਇਹਨਾਂ ਸਾਰੀਆਂ 5 ਸੂਬਿਆਂ ਦੇ ਵਿੱਚ ਰਾਸ਼ਟਰਪਤੀ ਟਰੰਪ ਲੀਡ ਕਰ ਰਹੇ ਆ। ਤੁਸੀਂ ਇਹ ਸਾਰਿਆਂ ਨੂੰ ਜੋੜ ਦਿਓ ਤੇ ਇਹ ਜਿਹੜਾ ਆંકੜਾ 270 ਤੋਂ ਜਿਹੜਾ ਉਹ ਪਾਰ ਹੋ ਜਾਂਦਾ ਆ। ਜੋ ਬਾਈਡਨ ਨੇ ਹੁਣ ਇਸ ਤੋਂ ਅੱਗੇ ਜਿਹੜਾ ਸ਼ਾਇਦ ਉਹ ਨਹੀਂ ਵਧਣਾ, ਲੱਗਦਾ ਇਦਾਂ ਹੀ ਆ ਵੀ ਇਹ ਆਸਾਰ ਆ ਵੀ 238 ਦੇ ਉੱਤੇ ਜਿਹੜਾ ਇੱਕ ਹਿਸਾਬ ਦੇ ਨਾਲ ਉਹਦੀ ਬ੍ਰੇਕ ਜਿਹੜੀ ਆ ਉਹ ਲੱਗ ਜਾਊਗੀ। ਉਹ ਕਹਿ ਰਿਹਾ ਆ ਵੀ ਅਸੀਂ ਜਿੱਤ ਸਕਦੇ ਹਾਂ, ਚਲੋ ਕਹਿਣਾ ਵੀ ਪੈਣਾ ਆ ਉਹਨਾਂ ਨੂੰ। ਸੋ ਇਹ ਹੁਣ ਦੇਖਦੇ ਆ ਕਿਵੇਂ ਬਣਦਾ। ਨਵਾਡਾ ਵੀ ਜਿਹੜੀ ਉੱਦਾਂ ਇੱਦਾਂ ਲੱਗ ਰਿਹਾ ਵੀ ਸ਼ਾਇਦ ਜਿਹੜੀ ਉਹ ਬਲੂ ਸਟੇਟ ਵੱਲ ਨੂੰ ਜਿਹੜਾ ਉਹਦਾ ਝੁਕਾਵ ਜਿਹੜਾ ਰਾਈਟ ਨਾਓ ਉਹ ਦਿਖ ਰਿਹਾ ਹੈਗਾ ਆ। ਸੋ ਇਹ ਰਾਈਟ ਨਾਓ ਜਿਹੜੀ ਸਥਿਤੀ ਜਿਹੜੀ ਉਹ ਬਣੀ ਆ। ਸੋ ਤੁਸੀਂ ਹਿਸਾਬ ਲਾ ਲਓ ਪਿਛਲੀ ਵਾਰ ਦੇ ਨਾਲੋਂ ਬਸ ਇੰਨਾ ਹੀ ਆ ਹਰਜੋਤ ਸਿੰਘ ਜੀ ਵੀ ਹੈਲਰੀ ਦੇ ਨਾਲੋਂ ਜੋ ਬਾਈਡਨ ਮੇਬੀ 4 ਜਾਂ ਜਿਹੜੀਆਂ ਕਹ ਲਓ ਵੀ ਵੱਧ ਤੋਂ ਵੱਧ 10 ਸੀਟਾਂ ਜਿਹੜੀਆਂ ਉਹ ਵੱਧ ਹੋਰ ਲੈ ਕੇ ਜਾਊਗਾ। ਸਟੇਟ ਇੱਕ ਸਲਿਪ ਹੋਈ ਹੈ ਬਸ। ਸਾਡੇ ਨਾਲ ਬਹੁਤ ਸਾਰੇ ਕਾਲਰ ਜੁੜੇ ਹੋਏ ਆ, ਆਪਾਂ ਉਹਨਾਂ ਦੇ ਗੱਲਬਾਤ ਕਰੀਏ। ਬਿਲਕੁਲ ਜੀ, ਸਾਡੇ ਨਾਲ ਅਗਲੇ ਕਾਲਰ ਜੁੜੇ ਨੇ ਸੰਗਨ ਜੋਸ਼ੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਵਧੀਆ ਖਬਰਾਂ ਦਿੰਦੇ ਤੁਸੀਂ। ਥੈਂਕ ਯੂ ਜੀ। ਔਰ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇੱਕ ਨਿਰਪੱਖ ਖਬਰਾਂ ਦਿੰਦੇ ਜੇ। ਤੁਹਾਡੇ ਤੋਂ ਹੀ ਪਤਾ ਲੱਗਾ ਵੀ ਕਿੱਦਾਂ ਪ੍ਰੋਪੋਜੀਸ਼ਨ ਹੁੰਦੀਆਂ, ਕਿੱਦਾਂ ਫੈਡਰਲ ਵੋਟਾਂ ਪੈਂਦੀਆਂ, ਕਿੱਦਾਂ ਸਟੇਟ ਦੀਆਂ ਵੋਟਾਂ ਪੈਂਦੀਆਂ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਹਾਂਜੀ, ਇਸ ਚੀਜ਼ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਤੁਹਾਡੀਆਂ ਦਿਨ 'ਚ 2 ਵਾਰੀ ਖਬਰਾਂ ਆਉਂਦੀਆਂ, ਕਈ ਵਾਰ ਤਾਂ ਤੁਸੀਂ ਸੁਪਨੇ 'ਚ ਵੀ ਖਬਰਾਂ ਹੀ ਸੁਣਾ ਰਹੇ ਹੁੰਦੇ। ਇਹਦਾ ਮਤਲਬ ਤੁਸੀਂ ਸੌਣ ਨਹੀਂ ਦਿੰਦੇ ਵੇ ਸਾਨੂੰ। ਥੈਂਕ ਯੂ ਵੀਰ ਜੀ, ਮਿਹਰਬਾਨੀ ਸੰਗਤ ਜੀ, ਮਿਹਰਬਾਨੀ, ਸ਼ੁਕਰੀਆ ਜੀ। ਜੀ ਤੇ ਆਪਾਂ ਕੈਲੀਫੋਰਨੀਆ ਦੇ ਪ੍ਰੋਪੋਜੀਸ਼ਨਾਂ ਦੇ ਉੱਤੇ ਵੀ ਝਾਤ ਮਾਰਨੀ ਆ ਵੀ ਉਹ ਕਿਹੜੇ ਪਾਸੇ ਨੂੰ। ਜੀ ਜੀ ਹਾਂਜੀ, ਕਾਲਰਸ ਲੈ ਕੇ ਹੀ ਆਪਾਂ ਮਾਰਾਂਗੇ। ਆਪਾਂ ਦੱਸ ਰਹੇ ਆ ਵੀ ਜੁੜੇ ਰਹੋ, ਜਾਇਓ ਨਾ, ਪ੍ਰੋਪੋਜੀਸ਼ਨਾਂ ਦਾ ਵੀ ਆਪਾਂ ਤੁਹਾਨੂੰ ਜ਼ਰੂਰ ਦੱਸਣਾ ਹੈ। ਬਿਲਕੁਲ ਜੀ। ਜੀ ਸਾਡੇ ਅਗਲੇ ਕਾਲਰ ਜੋਤਪ੍ਰੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰੇ ਸੁਣਨ ਵਾਲੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਜੀ, ਮੈਂ 2 ਅਪਡੇਟ ਕਰਨੇ ਸੀਗੇ ਜੀ। ਇੱਕ ਤਾਂ ਅਪਡੇਟ ਇਹ ਹੈ ਕਿ ਕੋਈ ਏਦਾਂ ਦੀ ਗੱਲ ਨਹੀਂ ਹੈ ਟੈਕਸਸ ਦੇ ਵਿੱਚ। ਉਹ ਵਿਚਾਰਾ ਮੁੰਡਾ ਘਬਰਾ ਗਿਆ, ਹਾਈਵੇ 281 ਕੱਲਾ ਬੰਦ ਹੈ। ਅੱਛਾ ਜੀ, ਉਹਨੂੰ ਲੱਗ ਗਿਆ ਵੀ ਕਿਤੇ ਇਹਦੇ ਨਾਲ ਕੁਝ ਸੰਬੰਧਿਤ ਹੈ।
ਉਹਨੂੰ ਲੱਗਿਆ ਕਿਤੇ ਪਤਾ ਨਹੀਂ ਕੀ ਹੋ ਜਾਣਾ ਵਿਚਾਰੇ ਨੂੰ, ਜੀ 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 ਤੇ ਹਵਾ ਬਣ ਜਾਂਦੀ ਹੈ ਜੀ ਹੌਲੀ ਹੌਲੀ। ਉਹ ਜਿਸ ਹਿਸਾਬ ਨਾਲ ਉਹ ਕਹਿੰਦੇ ਨਾ ਵੀ ਸਾਰੇ ਟਰੰਪ ਨੂੰ ਹੀ ਪਾ ਰਹੇ ਆ, ਉਸ ਡਿਪੈਂਡ ਕਰਦਾ ਵੀ ਕਿਹੜੇ ਏਰੀਏ 'ਚ ਸੁਣ ਰਹੇ ਹੈਗੇ ਹਨਾ। ਹਾਂਜੀ, ਅਲੱਗ-ਅਲੱਗ ਏਰੀਏ ਜੀ ਨਹੀਂ ਬਿਲਕੁਲ ਇੱਕ ਮਾਹੌਲ ਸੀਗਾ ਜੀ ਘਬਰਾ ਪਹਿਲਾਂ। ਜਾਂਦੇ ਕਈ ਵਾਰੀ ਬੰਦੇ। ਹਾਂਜੀ ਹਾਂਜੀ ਜੀ 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 Thank you ਭਾਜੀ ਤੁਹਾਡਾ ਬਹੁਤ ਧੰਨਵਾਦ ਜੀ ਅਪਡੇਟ ਕਰਨ ਹਾਂਜੀ, ਲਈ। ਇੱਕ ਦੂਸਰੀ ਜੀ ਗੱਲ ਜੀ ਸੀ ਸਰ। ਜ਼ਰੂਰ ਜ਼ਰੂਰ। ਚਲੋ ਠੀਕ ਹੈ, ਆਪਾਂ ਸੁਣੀ ਜਾ ਰਹੇ ਨਹੀਂ ਪ੍ਰੋਗਰਾਮ ਕੋਈ ਨਹੀਂ, ਤੇ। ਦੱਸ ਦਿਓ ਕਿਹੜੀ ਅਪਡੇਟ ਹੋਰ ਕਹਿਣੀ ਸੀਗੀ ਚਾਰ ਤੁਸੀਂ। ਦੱਸੋ ਕੋਈ ਨਹੀਂ। ਨਹੀਂ ਜ਼ਰੂਰ। ਨਹੀਂ ਹਾਂਜੀ, ਇੱਕ ਵਿਚਾਰ ਹੈ, ਚਲੋ ਹੁੰਦਾ ਹੈ ਕਈ ਵਾਰੀ ਉਨੀਕੀ ਹੋ ਜਾਂਦੀ, ਕੋਈ ਗੱਲ ਏਦਾਂ ਦਾ ਆ ਜਾਂਦਾ ਹੈ ਨਾ, ਉਹਦਾ ਗੱਲ ਕਰ ਕੁਝ ਹੋਰ ਕਰ ਰਿਹਾ, ਮਤਲਬ ਕੁਝ ਹੋਰ ਨਿਕਲ ਰਿਹਾ ਨਾ। ਹਾਂਜੀ ਹਾਂਜੀ ਪਰ ਮੈਂ ਮਾਫੀ ਚਾਹੁੰਦਾ ਜਿਹੜੇ ਵੀਰ ਜੀ ਰਿਪਲਾਈ ਦੇ ਕੇ ਗਏ ਨਾ, ਯਾਰ ਅਸੀਂ ਵੀ ਟਰੱਕ ਚਲਾਉਣੇ, ਮੈਂ ਹੁਣ ਟਰੱਕ ਹੁਣ ਵੀ ਚਲਾਈ ਜਾਂਦਾ, ਸਾਨੂੰ ਤਾਂ ਨਾਲ ਨਾ ਰਗੜਿਆ ਕਰੋ ਯਾਰ, ਜੀ, ਵੀ ਜੀ, ਚਲਾਉਂਦਾ ਤਾਂ ਬਿਲਕੁਲ, ਟਰੱਕ ਹੀ ਹੈ ਹਨਾ। ਜੀ ਜੀ ਥੋੜਾ ਜਿਹਾ ਬੋਲਣ ਤੋਂ ਪਹਿਲਾਂ ਆਪਾਂ ਵੀ ਤੋਲਿਆ ਕਰੀਏ। ਬਿਲਕੁਲ ਟਰੱਕ ਸਹੀ ਗੱਲ। ਹੈ ਤਾਂ ਸਾਰਾ ਅਮਰੀਕਾ ਹੈ, ਹਾਂਜੀ ਤਾਂ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ, ਸਾਰੇ ਹੀ ਆਪਣੇ ਪਰਿਵਾਰਕ ਮੈਂਬਰ ਆ ਇਦਾਂ। ਜੀ ਜੀ ਲੱਗਦਾ ਜੀ ਫਿਰ ਹੈ ਨਾ ਹਾਂਜੀ, ਆਪਣੇ ਆਪਣੇ ਪ੍ਰੋਫੈਸ਼ਨਲ ਹਰ ਇੱਕ ਬੰਦੇ ਨੂੰ। ਬਿਲਕੁਲ ਜੀ। ਬਿਲਕੁਲ ਜੀ। ਮਿਹਰਬਾਨੀ ਥੈਂਕ ਯੂ ਜੋਤਪ੍ਰੀਤ ਜੀ, ਮਿਹਰਬਾਨੀ, ਸ਼ੁਕਰੀਆ ਜੀ। ਤੇ ਉਹ ਹਰਪ੍ਰੀਤ ਜਿਹੜਾ ਬਾਈ ਸੁਣਦਾ ਸੀਗਾ, ਉਹਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਕੋਈ ਨਹੀਂ, ਕਈ ਵਾਰੀ ਉੱਦਾਂ ਵੀ ਜਾਮ ਲੱਗਾ ਹੋਣਾ ਆ। ਸੋ ਜਿਹਦੀ ਵੀ ਜਿੱਤ ਹੁੰਦੀ ਆ, ਹਾਰ ਹੁੰਦੀ ਆ, ਅਸੈਪਟ ਕਰਨਾ ਆ, ਇਹ ਹੈਗਾ ਆ। ਮੀਡੀਆ ਦੇ ਵੱਲੋਂ ਇਦਾਂ ਹੀ ਜਿਹੜਾ ਪਿਛਲੇ ਕਈ ਦਿਨਾਂ ਤੋਂ ਸੀਗਾ ਵੀ ਪਤਾ ਨਹੀਂ ਇੱਥੇ ਕੀ ਜਿਹੜਾ ਸਿਵਲ ਅਨਰੈਸਟ ਜਿਹੜੀ ਆ ਉਹ ਸ਼ਾਇਦ ਹੋ ਜਾਵੇ। ਮਾਰਚ ਕਰਨਾ, ਮਾਰਚ ਕਰੋ, ਨਹੀਂ ਤੁਹਾਡਾ ਬੰਦਾ ਜਿੱਤਿਆ, ਤੁਸੀਂ ਉਹ ਜਿਹਦੇ ਖਿਲਾਫ ਤੁਸੀਂ ਪਹਿਲਾਂ ਵੀ 4 ਸਾਲ ਜ਼ੋਰ ਲਾਇਆ ਆ, ਤੁਸੀਂ ਪ੍ਰੋਟੈਸਟ ਕਰਨੇ ਆ, ਕਰ ਲਓ, ਦੈਟਸ ਫਾਈਨ। ਪਰ ਰੌਲਾ ਰੱਪਾ ਜਿਹੜਾ ਉਹ ਆਪਣੇ ਤੱਕ ਸ਼ਾਂਤਮਈ ਢੰਗ ਦੇ ਨਾਲ ਸੀਮਤ ਰੱਖੋ ਜੀ। ਬਿਲਕੁਲ ਰਾਜਗਨ, ਇਹ 'ਚ ਮੀਡੀਆ ਦਾ ਵੀ ਬਹੁਤ ਵੱਡਾ ਰੋਲ ਆ। ਮੈਂ ਦੇਖਿਆ ਵੀ ਜੇ ਕਿਤੇ ਸਟੋਰ ਬੋਰਡ ਅਪ ਵੀ ਹੁੰਦੇ ਰਹੇ ਨਾ, ਉਹ ਵੀ ਟੀਵੀ ਤੇ ਬਾਰ-ਬਾਰ ਦਿਖਾਉਂਦੇ ਰਹੇ ਵੀ ਦੇਖੋ ਜੀ ਆਹ ਹੋ ਸਕਦਾ, ਆਹ ਸਕਦਾ। ਸੋ ਮੀਡੀਆ ਵੀ ਮੈਨੂੰ ਲੱਗਦਾ ਵੀ ਇਸ ਇਲੈਕਸ਼ਨ ਤੋਂ ਬਾਅਦ ਮੀਡੀਆ ਨੂੰ ਵੀ ਬਹੁਤ ਵੱਡਾ ਲੈਸਨ, ਜਿਹੜੇ ਪੋਲਸਟਰ ਤੇ ਮੀਡੀਆ ਦੋਨਾਂ ਨੂੰ ਇੱਕ ਬਹੁਤ ਇੱਕ ਵੱਡਾ। ਪੋਲਸਟਰ ਹਰਜੋਤ ਸਿੰਘ ਜੀ ਇਸ ਵਾਰ ਫਿਰ ਜਿੱਦਾਂ ਦੇ ਨਤੀਜੇ ਆ ਰਹੇ ਆ, ਉਹਦਾ ਪਹਿਲੇ ਉਹਨੇ 2016 ਚ ਵੀ ਇਹੀ ਪ੍ਰੈਡਿਕਟ ਕੀਤਾ ਸੀ, ਤੇ ਉਹਨੇ 2020 ਦੇ ਵਿੱਚ ਵੀ ਫਿਰ ਰਾਸ਼ਟਰਪਤੀ ਟਰੰਪ ਦੀ ਰੀ-ਇਲੈਕਸ਼ਨ ਨੂੰ ਪ੍ਰੈਡਿਕਟ ਜਿਹੜਾ ਉਹਨਾਂ ਨੇ ਕੀਤਾ ਸੀਗਾ। ਤਰਫਾਲਗਰ ਜਿਹੜੇ ਪ੍ਰੋਟੈਸਟ ਵਾਲੇ। ਸੋ ਅਗਲੇ ਕਾਲਰ ਆਪਣੇ ਨਾਲ ਜਿਹੜੇ ਜੁੜੇ ਹੋਏ ਨੇ ਜੀ, ਮਨਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਚਲੋ ਜੋਏ ਬਾਈਡਨ ਜਿੱਤੇ ਤੇ ਚਾਹੇ ਜਿੱਤੇ ਟਰੰਪ, ਤੁਸੀਂ ਚਾਹ ਪਾਣੀ ਪੀਤਾ ਪਹਿਲਾਂ, ਮੈਨੂੰ ਇਹ ਦੱਸੋ। ਹਾਂਜੀ, ਪਹਿਲਾਂ ਪੀਜ਼ਾ ਖਾਧਾ, ਫਿਰ ਚਾਹ ਪੀਤੀ। ਠੀਕ ਆ। ਬਾਕੀ ਉਹ ਜਿਹੜੇ ਕਹਿੰਦੇ ਸੀ ਨਾ ਵੀ ਮੈਂ ਅੰਮ੍ਰਿਤਸਰ ਤੋਂ ਆ, ਉਹਨਾਂ ਨੂੰ ਦੱਸ ਦਿਓ ਵੀ ਅਸੀਂ ਮਾਸਟਰ ਗੁਰਦੇਵ ਸਿੰਘ ਦੇ ਪਿੰਡੋਂ ਆ। ਠੀਕ ਹੈ, ਕੋਈ ਨਹੀਂ, ਅੰਮ੍ਰਿਤਸਰ ਵੀ ਆਪਣੇ ਭੈਣ ਭਰਾ ਆ, ਕੋਈ ਨਹੀਂ, ਏਦਾਂ ਦੀ ਗੱਲ ਨਹੀਂ ਹੈ। ਆਹੋ, ਮਾਸਟਰ ਗੁਰਦੇਵ ਸਿੰਘ ਦਾ ਡੰਡਾ ਬਹੁਤ ਤਕੜਾ ਸੀ ਨੰਦਾਚੌਰ ਸਕੂਲ ਚ। ਜੀ ਜੀ। ਤੇ ਬਾਕੀ ਭੈਣ ਜੀ ਬਲਵਿੰਦਰ ਸੁਣਦੇ ਹੁਣ, ਉਹਨਾਂ ਨੇ ਕਹੋ ਵੀ $50 ਮੇਰੇ ਅਕਾਊਂਟ 'ਚ ਚੱਕ ਲੈਣ ਚਾਹ ਪਾਣੀ ਦੇ। ਠੀਕ ਹੈ, ਧੰਨਵਾਦ ਜੀ, ਥੈਂਕ ਯੂ ਮਨਜੀਤ ਜੀ, ਮਿਹਰਬਾਨੀ ਜੀ, ਹਾਂਜੀ ਸ਼ੁਕਰੀਆ। ਮਨਜੀਤ ਸਿੰਘ ਕਲੋਟੀ ਉਹਨਾਂ ਨੂੰ ਦੱਸ ਰਿਹਾ ਜੀ ਬਿਲਕੁਲ, ਠੀਕ ਹੈ ਕਲੋਟੀ ਸਾਹਿਬ, ਮਿਹਰਬਾਨੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਹਰਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ ਹਰਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡੀ ਮੈਨੂੰ ਆਵਾਜ਼ ਆ ਰਹੀ ਹੈ? ਜੀ ਜੀ, ਆ ਰਹੀ ਹੈ। ਹਾਂਜੀ 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 ਭਾਜੀ, ਕਿੱਦਾਂ, ਠੀਕ ਠਾਕ? ਹਾਂਜੀ ਠੀਕ ਠਾਕ ਹੈ ਜੀ। ਉਹ ਮੈਂ ਇਹ ਗੱਲ ਕਹਿਣੀ ਸੀਗੀ ਕਿ ਬਈ ਪਾਰਟੀ ਚਾਹੇ ਕੋਈ ਵੀ ਜਿੱਤੇ, ਜਿਹੜੀਆਂ ਘੱਟ ਗਿਣਤੀਆਂ ਹੁੰਦੀਆਂ ਹੈ ਨਾ, ਉਹਨਾਂ ਦਾ ਥੋੜਾ ਖਿਆਲ ਰੱਖਣਾ ਚਾਹੀਦਾ। ਜਿੱਦਾਂ ਜੀ ਬਈ ਕੋਈ ਪ੍ਰੋਬਲਮ ਨਾ ਆਵੇ, ਜਾਂ ਜਿੱਦਾਂ ਹਨਾ ਕੋਈ ਲੜਾਈ ਝਗੜਾ ਜਦੋਂ ਵੱਧਦਾ ਆ, ਮਤਲਬ ਜਿੱਦਾਂ ਹੁਣ ਇਲੈਕਸ਼ਨਾਂ 'ਚ ਆਪਾਂ ਕਹਿੰਦੇ ਲੜਾਈ ਝਗੜਾ ਹੈ, ਵਧਣਾ ਨਹੀਂ ਚਾਹੀਦਾ। ਜਿੱਦਾਂ ਮਤਲਬ ਇਹ ਤਾਂ ਫਰੀडम ਆ ਨਾ ਹਰੇਕ ਦੀ, ਵੀ ਕੋਈ ਵੀ ਆ ਸਕਦਾ ਆ, ਜਾਂ ਜੋ ਬਾਈਡਨ ਆ ਜਾਵੇ ਜਾਂ ਫਿਰ ਟਰੰਪ ਆ ਜਾਵੇ, ਬਟ ਕਿਸੇ ਤਰ੍ਹਾਂ ਦਾ ਕਲੈਸ਼ ਜਿੱਦਾਂ ਹੋਣਾ ਨਹੀਂ ਚਾਹੀਦਾ ਜੀ। ਮੇਰਾ ਇਹੀ ਕਹਿਣਾ ਸੀ ਜੀ। ਧੰਨਵਾਦ ਜੀ, ਬਹੁਤ ਬਹੁਤ ਜੀ। ਤੇ ਕੋਈ ਵੀ ਨਹੀਂ ਚਾਹੁੰਦਾ, ਪਰ ਕਈ ਸ਼ਰਾਰਤੀ ਅਨਸਰ ਹੁੰਦੇ ਨਾ ਕਦੇ ਕਦੇ, ਪਰ ਲੱਗਦਾ ਨਹੀਂ, ਮੈਨੂੰ ਲੱਗਦਾ ਵੀ ਜਿਸ ਹਿਸਾਬ ਨਾਲ ਇਹ ਮਾਹੌਲ ਸਿਰਜਿਆ ਜਾ ਰਿਹਾ ਸੀ ਨਾ, ਪਰ ਉਹ ਲੱਗਦਾ ਨਹੀਂ ਹੁਣ ਠੀਕ ਹੀ ਰਹੂਗਾ। ਜੋ ਬਾਈਡਨ ਉਹਨਾਂ ਨੇ ਵੀ ਸਟੇਟਮੈਂਟ ਦੇ ਦਿੱਤੀ, ਪ੍ਰੈਜ਼ੀਡੈਂਟ ਟਰੰਪ ਵੀ ਥੋੜੇ ਸਮੇਂ ਬਾਅਦ ਬੋਲਣ ਜਾ ਰਹੇ ਹੈਗੇ ਆ ਜੀ। ਦੇਖਦੇ ਹਾਂ ਬਿਲਕੁਲ ਜੀ, ਪ੍ਰੈਜ਼ੀਡੈਂਟ ਟਰੰਪ ਦੇ ਵਿੱਚ ਕਹਿੰਦੇ ਆ। ਆਪਾਂ ਆਪਣੇ ਅਗਲੇ ਸਰੋਤੇ ਜਿਹੜੇ ਉਹਨਾਂ ਦੇ ਵੱਲ ਵੱਧਦੇ ਜੀ, ਬਲਦੇਵ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਬਲਦੇਵ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੀ ਟੀਮ ਨੂੰ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ, ਬਹੁਤ ਸੇਵਾ ਨਿਭਾ ਰਹੇ ਹੋ। ਕੋਈ ਚਾਹ ਪਾਣੀ ਲੈ ਕੇ ਆਈਏ। ਨਹੀਂ ਜੀ, ਧੰਨਵਾਦ। ਥੈਂਕ ਯੂ ਜੀ, ਮਿਹਰਬਾਨੀ। ਬਾਕੀ ਜਿਹੜਾ ਕਾਲਰ ਦੀ ਗੱਲ ਆ ਜੀ, ਅਗਲੀ ਵਾਰ ਆਪਾਂ ਉਹਨੂੰ ਜ਼ਰੂਰ ਖੜਾ ਕਰਨਾ ਸਾਰਿਆਂ ਨੇ ਰਲ ਕੇ। ਭਾਈ ਤੂੰ ਮੂਹਰੇ ਆ ਭਾਈ, ਅਸੀਂ ਤੈਨੂੰ ਸਪੋਰਟ ਕਰਦੇ ਆ ਆਪਣੀ ਕਮਿਊਨਿਟੀ ਵਾਸਤੇ। ਬਿਲਕੁਲ ਆਪਣੇ ਭਰਾ ਆ ਜੀ, ਬਿਲਕੁਲ ਤੁਹਾਡੇ ਨਾਲ ਜਾਗਦੇ ਆ ਜੀ, ਬਿਲਕੁਲ
ਸੁਣਾਂਗੇ ਤੁਹਾਨੂੰ ਲਾਸਟ ਤੱਕ। ਧੰਨਵਾਦ ਸਤਿ ਸ਼੍ਰੀ ਅਕਾਲ ਥੈਂਕ ਯੂ ਜੀ, ਮਿਹਰਬਾਨੀ ਜੀ, ਮਿਹਰਬਾਨੀ, ਸ਼ੁਕਰੀਆ ਜੀ। ਸੋ ਬਿਲਕੁਲ ਹਰਜੋਤ ਸਿੰਘ ਜੀ, ਇਹ ਜਿਹੜੀ ਇਸ ਟਾਈਮ ਸਥਿਤੀ ਜਿਹੜੀ ਉਹ ਚੱਲ ਰਹੀ ਆ ਹੁਣ, ਜੇ ਆંકੜਿਆਂ ਦੇ ਉੱਤੇ ਵੀ ਦੇਖਿਆ ਜਾਵੇ ਤਾਂ ਜਿਹੜੇ ਰਾਸ਼ਟਰਪਤੀ ਟਰੰਪ ਉਹ ਮਹਿਜ 10 ਇਲੈਕਟਰਲ ਕਾਲਜ ਦੀਆਂ ਜਿਹੜੀਆਂ ਸੀਟਾਂ ਉਹ ਪਿੱਛੇ ਜਿਹੜੇ ਉਹ ਰਹਿ ਗਏ ਨੇ। 223 ਜਿਹੜੀਆਂ ਬਾਈਡਨ ਹੈਰਿਸ, 213 ਜਿਹੜੇ ਆ ਉਹ ਟਰੰਪ ਪੈਂਸ ਜਿਹੜੇ ਉਹਨਾਂ ਦੇ ਉੱਤੇ ਆ। ਜਿਹੜੇ ਫੌਕਸ ਵਾਲੇ ਉਹ ਕਹਿ ਰਹੇ 238 ਜੋ ਬਾਈਡਨ ਤੇ 213 ਜਿਹੜਾ ਡੋਨਲਡ ਟਰੰਪ। ਸੋ ਉਹਨਾਂ ਦੇ ਦੁਆਰਾ ਅਜੇ ਵੀ ਜਿਹੜੇ ਵਿਸਕੌਨਸਨ, ਮਿਸ਼ੀਗਨ, ਪੈਂਸਿਲਵੇਨੀਆ, ਨਾਰਥ ਕੈਰੋਲੀਨਾ ਤੇ ਜਿਹੜੀ ਜਾਰਜੀਆ ਆ ਉਹਨਾਂ ਨੂੰ ਅਜੇ ਉਹਨਾਂ ਨੇ ਡਿਕਲੇਅਰ ਜਿਹੜਾ ਉਹ ਨਹੀਂ ਕੀਤਾ ਹੈਗਾ। ਇਨਫੈਕਟ ਨਾਰਥ ਕੈਰੋਲੀਨਾ ਵਾਕਿਆ ਹੀ ਜਿਹੜਾ ਬਹੁਤ ਕਰੀਬੀ ਦਾ ਜਿਹੜਾ ਮਸਲਾ ਜਿਹੜਾ ਉਹ ਬਣਿਆ ਪਿਆ। ਲੈਸ ਦੈਨ 100,000 ਵੋਟ ਦਾ ਜਿਹੜਾ ਉਸ ਦੇ ਵਿੱਚ ਫਰਕ ਜਿਹੜਾ ਉਹ ਦਿਖਾਇਆ ਜਾ ਰਿਹਾ, ਦੱਸਿਆ ਜਾ ਰਿਹਾ ਆ। ਮਸਲਾ ਹੈਗਾ 0% ਕਾਊਂਟਿੰਗ ਹੋ ਗਈ ਆ, ਹੋ ਸਕਦਾ ਥੋੜੀ ਬਹੁਤੀ ਰਹਿੰਦੀ ਹੋਵੇ। 94% ਕਾਊਂਟਿੰਗ ਆ, 6% ਵੋਟ ਕਾਊਂਟਿੰਗ ਅਜੇ ਜਿਹੜੀ ਉਹ ਬਾਕੀ ਆ। ਸੋ ਦੇਖਦੇ ਆ ਵੀ ਉੱਥੇ ਜਿਹੜਾ ਉਹ ਕੀ ਬਣਦਾ। ਲੱਖ ਵੋਟ ਏਡੇ ਵੱਡੇ ਸੂਬੇ ਦੇ ਵਿੱਚ ਕਈ ਵਾਰੀ ਹੋ ਜਾਂਦੀ ਆ ਇੱਧਰ ਉੱਧਰ, ਪਰ ਘੱਟ ਸਾਰ ਹੁੰਦੇ ਆ। ਪਰ ਫਿਰ ਵੀ ਚਲੋ ਉਹ ਉਹਨਾਂ ਨੇ ਜਿੰਨੀ ਦੇਰ ਤੱਕ ਕਨਫਰਮ ਨਹੀਂ ਹੁੰਦਾ ਉਨੀ ਦੇਰ ਤੱਕ ਉਹਨਾਂ ਨੇ ਡਿਕਲੇਅਰ ਜਿਹੜਾ ਉਹ ਨਹੀਂ ਕਰਨਾ। ਪੈਂਸਿਲਵੇਨੀਆ ਤੇ ਨਾਰਥ ਕੈਰੋਲੀਨਾ ਸਟੇਟ ਆ ਜਿਹੜੀ 2% ਦੇ ਫਰਕ ਦੇ ਨਾਲ ਆ। ਬਾਕੀ ਜਿੰਨੀਆਂ ਸਟੇਟਾਂ ਦੇ ਜਿਹੜੀਆਂ ਹੈਗੀਆਂ ਆਪਾਂ ਦੱਸਦੇ ਸੀ ਨਾ, ਉਹਨਾਂ ਦੇ ਵਿੱਚ ਫਰਕ ਜ਼ਿਆਦੇ ਆ, 5% ਤੋਂ ਜ਼ਿਆਦੇ ਹੈਗਾ। ਜੀ ਜੀ ਬਿਲਕੁਲ। ਸੋ ਜੋ ਵਿਸਕੌਨਸਨ ਦੇ ਵਿੱਚ ਵੀ ਉਹ 4% ਦੇ ਨਾਲ ਪਿੱਛੇ ਹੈ ਜੋ ਬਾਈਡਨ। ਜਿਹੜੇ ਆ ਮਿਸ਼ੀਗਨ ਦੇ ਵਿੱਚ ਡੋਨਲਡ ਟਰੰਪ ਤਕਰੀਬਨ 10% ਦੇ ਨਾਲ ਅੱਗੇ, ਇਹ ਤਾਂ ਜੇਤੂ ਹੀ ਘੋਸ਼ਿਤ ਕਰ ਦੇਣੀ ਚਾਹੀਦੀ ਹੈ। ਪੈਂਸਿਲਵੇਨੀਆ ਵਿੱਚ ਤਾਂ ਜਿਹੜੇ ਆ ਉਹ ਰਾਈਟ ਨਾਓ 14% ਦੇ ਨਾਲ ਜਿਹੜਾ ਉਹ ਅੱਗੇ ਦੱਸੇ ਜਾ ਰਹੇ ਆ ਜੀ। ਬਿਲਕੁਲ ਰਾਜਕਰਨ ਜੀ, ਆਪਾਂ ਹੋਰ ਅਪਡੇਟ ਜਿਹੜੀ ਜੀ ਲੈ ਕੇ ਆਉਣੇ, ਇੱਕ ਬ੍ਰੇਕ ਕਰ ਲੈਣੇ ਤੇ ਜੀ। ਕਾਲਰਸ ਜਿਹੜੇ ਨੇ ਉਹਨਾਂ ਦੀ ਕਾਲਸ ਆਪਾਂ ਸੀ ਕਿ ਜਿਹੜੇ ਸਟੂਡੀਓ ਦੇ ਵਿੱਚ ਕਰ ਰਹੇ ਸੀਗੇ, ਇੱਕ ਸਿਸਟਮ ਦੇ ਵਿੱਚ ਥੋੜੀ ਖਰਾਬੀ ਦੇ ਕਾਰਨ ਕਾਲਸ ਬਿਲਕੁਲ ਕੱਟੀ ਗਈ ਸਾਰੀਆਂ ਸਾਰੀਆਂ। ਹੋਲਡ ਤੇ ਹੀ ਆ। ਹੋਲਡ ਤੇ ਅਸੀਂ ਦੁਬਾਰੇ ਪਾਈਆਂ ਤੇ ਜਿਨ੍ਹਾਂ ਦੀ ਕਾਲ ਕੱਟੀ ਵੀ ਗਈ ਹੈ ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਤੇ ਇੱਕ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ, ਪਾਣੀ ਜੀ ਪੂਣੀ ਪੀ ਲਈਏ। ਹਾਂਜੀ, ਬਿਲਕੁਲ ਜੀ। ਸੋ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਧੰਨਵਾਦ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਨਾਰਥ ਪੁਆਇੰਟ ਟਰਾਂਸਪੋਰਟੇਸ਼ਨ ਯੂਨੀਵਰਸਿਟੀ ਵਾਲਿਆਂ ਨੂੰ ਉਹਨਾਂ ਦੇ 11 ਵੈਸਟਰਨ ਸਟੇਟਸ ਦੇ ਪੱਕੇ ਲੋਡ ਦੇ ਲਈ ਸੋਲੋ ਅਤੇ ਟੀਮ ਡਰਾਈਵਰਸ ਦੀ ਜ਼ਰੂਰਤ ਹੈ। ਲੋਡ ਤੁਸੀਂ ਆਪਣੀ ਮਰਜ਼ੀ ਦੇ ਲੈ ਸਕਦੇ ਹੋ। 55 ਸੈਂਟ ਪਰ ਮਾਈਲ ਸੋਲੋ ਡਰਾਈਵਰ ਲਈ ਅਤੇ ਟੀਮ ਡਰਾਈਵਰ ਲਈ 60 ਸੈਂਟ ਪਰ ਮਾਈਲ ਹੋਣਗੇ। ਵੀਕਲੀ ਤਨਖਾਹ ਡਾਇਰੈਕਟ ਡਿਪੋਜ਼ਿਟ ਜਾਂ ਚੈੱਕ ਦੇ ਜ਼ਰੀਏ ਲੈ ਸਕਦੇ ਹੋ। ਰੀਫਰ ਲੋਡਸ ਲਈ ਕਾਲ ਬਾਲੀ 5308702745। ਡਰਾਈਵ ਐਂਡ ਲੋਡਸ ਲਈ ਕਾਲ ਗੈਰੀ 5307885722। ਕੀ ਤੁਸੀਂ ਬਾਹਰ ਧੁੱਪ ਵਿੱਚ ਕੰਮ ਕਰਦੇ ਹੋ? ਕਾਨੂੰਨ ਮੁਤਾਬਕ ਤੁਹਾਡੀ ਕੰਪਨੀ ਜਾਂ ਫਰਮ ਜਿਸ ਦੇ ਲਈ ਤੁਸੀਂ ਕੰਮ ਕਰਦੇ ਹੋ ਉਸ ਨੂੰ ਜ਼ਰੂਰੀ ਹੈ ਕਿ ਤੁਹਾਨੂੰ ਛਾਂ ਦਾ ਪ੍ਰਬੰਧ ਕਰਕੇ ਲੋੜ ਅਨੁਸਾਰ ਛਾਂ ਵਿੱਚ ਆਰਾਮ ਕਰਨ ਦੇਵੇ। ਇਹ ਤੁਹਾਡਾ ਕਾਨੂੰਨੀ ਹੱਕ ਹੈ। ਆਰਾਮ ਕਰਨ ਦੇ ਲਈ ਬਿਮਾਰ ਹੋਣ ਦਾ ਇੰਤਜ਼ਾਰ ਨਾ ਕਰੋ। ਜ਼ਿਆਦਾ ਗਰਮੀ ਕਰਕੇ ਤੁਹਾਨੂੰ ਦੌਰਾ ਵੀ ਪੈ ਸਕਦਾ ਹੈ ਜਾਂ ਫਿਰ ਤੁਹਾਡੀ ਮੌਤ ਵੀ ਹੋ ਸਕਦੀ ਹੈ। ਜੇਕਰ ਤੁਸੀਂ ਜ਼ਿਆਦਾ ਗਰਮੀ ਕਰਕੇ ਬਿਮਾਰ ਮਹਿਸੂਸ ਕਰੋ, ਜਲਦੀ ਹੀ ਆਪਣੇ ਬੌਸ ਨੂੰ ਦੱਸੋ ਤਾਂ ਕਿ ਬਿਮਾਰ ਹੋਣ ਤੋਂ ਬਚ ਸਕੋ। ਆਰਾਮ, ਚੈਨ ਅਤੇ ਮੁਫਤ ਪਾਣੀ ਤੁਹਾਨੂੰ ਗਰਮੀ ਤੋਂ ਬਚਣ ਵਿੱਚ ਸਹਾਇਤਾ ਕਰਦਾ ਹੈ। ਆਪਣੇ ਹੱਕਾਂ ਨੂੰ ਜਾਣੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 8779922567। ਇਹ ਸੰਦੇਸ਼ ਕੈਲੋਸ਼ਾ ਵੱਲੋਂ ਹੈ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਪੰਜਾਬੀ ਕਮਿਊਨਿਟੀ ਤੱਕ ਪਹੁੰਚਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਪੰਜਾਬੀ ਰੇਡੀਓ USA 4082725200 408 272 5200। ਭਗਵਾਨ ਨੇ ਅੱਜ ਮੈਂ ਬਹੁਤ ਖੁਸ਼ ਹਾਂ। ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916
91478 44 44 9164784444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਕ ਗਰੋਵ। ਸਰਦਾਰ ਜੀ, ਸੋਨਾ ਜਿਹਾ ਘਰ ਤਾਂ ਆਪਾਂ ਲੈ ਲਿਆ, ਤੇ ਘਰ ਦੇ ਵਿੱਚ ਰੱਖਣ ਲਈ ਸੋਨਾ ਜਿਹਾ ਫਰਨੀਚਰ ਕਿੱਥੋਂ ਮਿਲੂਗਾ? ਤੂੰ ਫਿਕਰ ਨਾ ਕਰ, ਮੈਨੂੰ ਪਤਾ ਆ ਵਧੀਆ ਫਰਨੀਚਰ ਤੇ ਵਧੀਆ ਡੀਲ ਕਿੰਨਾ ਤੋਂ ਮਿਲਣੀ ਆ। ਫਰਨੀਚਰ ਟਾਈਮ ਸੈਕਰਾਮੈਂਟੋ ਵਾਲਿਆਂ ਤੋਂ। ਮੇਰੇ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਤੋਂ ਹੀ ਫਰਨੀਚਰ ਲਿਆ ਆ। ਬਹੁਤ ਹੀ ਵਧੀਆ ਪ੍ਰੋਡਕਟ ਬੜੀ ਸੋਹਣੀ ਡੀਲ ਦੇ ਉੱਤੇ ਉਹਨਾਂ ਨੂੰ ਮਿਲਿਆ ਆ। 1 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਆ ਜਿਹੜਾ ਹਮੇਸ਼ਾ ਹੀ ਪੈਕਡ ਰਹਿੰਦਾ ਆ। ਬਹੁਤ ਹੀ ਗੁੱਡ ਪ੍ਰੋਡਕਟ ਨੇ, ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ। ਸ਼ੈਲਟਰ ਇਨ ਪਲੇਸ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਸਟੋਰ ਹੁਣ ਦੁਬਾਰਾ ਖੁੱਲ ਚੁੱਕਾ ਹੈ, ਹਰ ਰੋਜ਼ ਸਵੇਰੇ 10 ਤੋਂ ਸ਼ਾਮੀ 7 ਵਜੇ ਤੱਕ। ਇਸ ਮੌਕੇ ਚੱਲ ਰਹੀ ਹੈ ਸਪੈਸ਼ਲ ਸੇਲ। ਲਿਵਿੰਗ ਰੂਮ, ਬੈਡਰੂਮ, ਡਾਈਨਿੰਗ ਰੂਮ, ਹਰ ਤਰੀਕੇ ਦੇ ਫਰਨੀਚਰ ਦੇ ਉੱਤੇ 20% ਤੱਕ ਦੀ ਛੋਟ। ਸਾਰੀਆਂ ਹੀ ਲੋਕੇਸ਼ਨ ਦੇ ਉੱਤੇ ਫਾਈਨੈਂਸ ਦੀਆਂ ਸੇਵਾਵਾਂ ਵੀ ਉਪਲਬਧ। ਇਸ ਮੌਕੇ ਨੂੰ ਹੱਥੋਂ ਨਾ ਜਾਣ ਦਿਓ ਤੇ ਸਪੈਸ਼ਲ ਸੇਲ ਦਾ ਫਾਇਦਾ ਚੁੱਕੋ ਤੇ ਅੱਜ ਹੀ ਪਹੁੰਚੋ। 4717 ਮੈਡੀਸਨ ਐਵੇਨਿਊ, ਸੈਕਰਾਮੈਂਟੋ। 9165500758 916 550 0758। ਫਰਨੀਚਰ ਟਾਈਮ ਸੈਕਰਾਮੈਂਟੋ। ਐਲਕ ਗਰੋਵ ਦੇ ਵਿੱਚ ਖੁੱਲ ਚੁੱਕਾ ਹੈ ਇੰਡੀਆ ਕਿਚਨ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇੰਡੀਅਨ ਗਰੋਸਰੀ, ਤਾਜ਼ੀਆਂ ਮਠਿਆਈਆਂ ਅਤੇ ਹਰ ਰੋਜ਼ ਹੀ ਖਰੀਦ ਸਕਦੇ ਹੋ ਤਾਜ਼ੀਆਂ ਸਬਜ਼ੀਆਂ। ਅਤੇ ਇਹਨਾਂ ਦੇ ਰੈਸਟੋਰੈਂਟ ਤੋਂ ਤੁਸੀਂ ਫੂਡ ਨੂੰ ਟੇਕ ਆਊਟ ਵੀ ਕਰ ਸਕਦੇ ਹੋ। ਟਰੱਕਾਂ ਵਾਲੇ ਵੀਰਾਂ ਲਈ ਘਰ ਵਰਗੀ ਰੋਟੀ ਤਿਆਰ ਕਰਕੇ ਦਿੰਦੇ ਹਨ ਅਤੇ ਹਰ ਇੱਕ ਤਰ੍ਹਾਂ ਦੀ ਗਰੋਸਰੀ ਤੇ 10% ਦਾ ਆਫ ਵੀ ਲੈ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਇੰਡੀਆ ਕਿਚਨ 9167140777 916 714 0777। ਇੰਡੀਆ ਕਿਚਨ ਐਲਕ ਗਰੋਵ 2619 ਵੈਸਟ ਟੈਰਨ ਕੋਰਟ ਐਲਕ ਗਰੋਵ। ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਹਾਂ ਜੀ। ਬ੍ਰੇਕ ਤੋਂ ਬਾਅਦ ਜਿਹੜਾ ਅੱਜ ਪੰਜਾਬੀ ਰੇਡੀਓ USA ਦਾ ਸਪੈਸ਼ਲ ਪ੍ਰੋਗਰਾਮ ਆਪਣੀ ਇਲੈਕਸ਼ਨ ਕਵਰੇਜ, ਰਿਜ਼ਲਟ ਦੀ ਕਵਰੇਜ ਚੱਲ ਰਹੀ ਹੈ। ਤੇ ਮੇਰੇ ਨਾਲ ਜੁੜ ਚੁੱਕੇ ਨੇ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਹਰਵਿੰਦਰ ਕੰਗ ਜੀ ਤੇ ਫ੍ਰੈਸਨੋ ਸਟੂਡੀਓ ਤੋਂ ਰਾਜਕਰਨਵੀਰ ਸਿੰਘ ਜੀ। ਸਵਾਗਤ ਹੈ ਜੀ ਤੁਹਾਡਾ ਫਿਰ ਤੋਂ। ਥੈਂਕ ਯੂ ਜੀ, ਧੰਨਵਾਦ ਜੀ ਹਰਵਿੰਦਰ ਜੀ, ਜਗਮੋਹਨ ਜੀ, ਦੋਨਾਂ ਨੂੰ ਇੱਕ ਵਾਰੀ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜਗਮੋਹਨ ਸਿੰਘ ਜੀ, ਬਹੁਤ ਬਹੁਤ। ਸੋ ਹੁਣ ਜਿਹੜੀ ਵੇਖੋ, ਜਿੱਦਾਂ ਪਹਿਲਾਂ ਆਪਾਂ ਗੱਲ ਕਰਦੇ ਸੀ ਨਾ ਕਿ ਇਲੈਕਸ਼ਨ ਦੇ ਐਨਾਲਿਸਿਸ ਆਉਂਦੇ ਆ, ਤੇ ਐਨਾਲਿਸਿਸ ਜਿਹੜੇ ਆ ਵੱਖ-ਵੱਖ ਨਿਊਜ਼ ਚੈਨਲ ਤੋਂ ਆਉਣੇ ਸ਼ੁਰੂ ਹੋ ਗਏ ਆ। ਸੋ ਜਿਹੜਾ ਹੁਣ CNN ਦਾ ਐਨਾਲਿਸਿਸ ਆ, ਉਹਦੇ ਵਿੱਚ ਇਹ ਆ ਕਿ ਆਮ ਤੌਰ ਤੇ ਮੰਨਿਆ ਜਾਂਦਾ ਨਾ ਕਿ ਇਮੀਗ੍ਰੈਂਟ ਜਿਹੜੀ ਵੋਟ ਆ ਉਹ ਜ਼ਿਆਦਾ ਪੈਂਦੀ ਆ ਡੈਮੋਕ੍ਰੈਟਸ ਨੂੰ। ਸੋ ਉਹਦੇ ਵਿੱਚ ਇਹ ਕਹਿੰਦੇ ਕਿ ਠੀਕ ਆ, ਜਿਹੜੀ ਲੈਟੀਨੋ ਵੋਟਰਸ, ਜਿਹੜੇ ਆਪਾਂ ਮੰਨਦੇ ਕਿ ਬਲੈਕ ਵੋਟਰਸ ਤੇ ਲੈਟੀਨੋ ਵੋਟਰਸ ਅਮਰੀਕਾ ਵਿੱਚ ਕਾਫੀ ਸਵਿੰਗ ਕਰਦੇ ਆ, ਉਹ ਕਹਿੰਦੇ ਆ ਕਿ ਜ਼ਿਆਦਾ ਲੈਟੀਨੋ ਵੋਟਰਸ 2020 ਦੇ ਵਿੱਚ ਟਰੰਪ ਦੇ ਹੱਕ ਵਿੱਚ ਆਏ ਆ ਐਜ਼ ਕੰਪੇਅਰ ਟੂ 2016। ਸੋ ਜ਼ਿਆਦਾ ਜਿਹੜੇ ਲੈਟੀਨੋ ਵੋਟਰਸ, ਬੜੀ ਇੰਟਰਸਟਿੰਗ ਜੀ ਗੱਲ ਆ। ਬਟ ਇੱਕ ਚੀਜ਼ ਇਹਦੇ ਵਿੱਚ ਹੋਰ ਆ ਕਿ ਜਿਹੜੇ ਵਾਈਟ ਅਮਰੀਕਨ ਆ, ਗੋਰੇ ਅਮਰੀਕਨ ਤੇ ਜਿਹੜੇ ਯੰਗ ਆ, ਉਹ ਬਾਈਡਨ ਦੇ ਫੇਵਰ ਚ ਆਇਆ। ਸੋ ਉਹਨਾਂ ਦਾ ਐਨਾਲਿਸਿਸ ਜਿਹੜਾ ਆਪਾਂ ਨੂੰ ਪਤਾ ਕਿ ਇਸ ਤਰ੍ਹਾਂ ਦੇ ਬਹੁਤ ਐਨਾਲਿਸਿਸ ਜੇ ਆਉਣੇ ਆ। ਜੀ ਹਾਂਜੀ, ਇਹ ਐਨਾਲਿਸਿਸ ਹੁਣ ਆਪਾਂ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਦੇਖਦੇ ਰਵਾਂਗੇ। ਸੋ ਜਿਹੜੀ ਟੈਲੀ ਆ ਉਹ ਕੀ ਕਹਿੰਦੀ ਆ ਜਗਮੋਹਨ ਜੀ ਤੇ ਰਾਜਕਰਨਵੀਰ? ਟੈਲੀ ਡਿਫਰੈਂਟ ਚੱਲ ਰਹੀਆਂ ਜੀ। ਵੈਸੇ ਆਪਾਂ ਇੱਕ ਟੈਲੀ ਦੇ ਹਿਸਾਬ ਨਾਲ ਵੇਖੀਏ ਤਾਂ 238 ਇਸ ਸਮੇਂ ਜੋ ਬਾਈਡਨ ਤੇ 213 ਡੋਨਲਡ ਟਰੰਪ। ਤੇ ਬਾਕੀ ਇਸ ਦੇ ਉੱਤੇ ਹੋਰ ਵੀ ਆਪਾਂ ਅਪਡੇਟ ਥੋੜੀ ਬਹੁਤ ਆਈਆਂ ਉਹ ਦਿੰਨੇ ਆ। ਸਾਡੇ ਨਾਲ ਕਈ ਸਰੋਤੇ ਜੁੜੇ ਨੇ ਜੀ। ਕੁਲਦੀਪ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਰਾਜਕਰਨਵੀਰ। ਤੇ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਆ। ਅਸੀਂ ਸਾਰੇ ਜਾਣੇ ਬੈਠ ਕੇ, ਮੈਂ ਤੇ ਮੇਰੇ ਹਸਬੈਂਡ ਦੋਨੋਂ ਜਾਣੇ ਸੁਣ ਰਹੇ ਆ ਜੀ। ਥੈਂਕ ਯੂ।
ਧੰਨਵਾਦ ਜੀ। ਤੇ ਮੈਂ ਵੀ ਇਹੀ ਕਹਿਣਾ ਸੀ ਵੀ ਤੁਸੀਂ ਆਪਣਾ ਥੋੜਾ ਕੋਈ ਡਿਨਰ ਕੀਤਾ ਜਾਂ ਨਹੀਂ, ਹਜੇ ਭੁੱਖੇ ਭਾਣੇ ਬੈਠੇ ਆ। ਧੰਨਵਾਦ ਜੀ। ਨਹੀਂ, ਡਿਨਰ ਅਸੀਂ ਕਰ ਲਿਆ ਜੀ। ਡਿਨਰ ਅਸੀਂ ਕਰ ਲਿਆ ਸੀ ਜੀ। ਤੁਹਾਨੂੰ ਆਵਾਜ਼ ਤੋਂ ਨਹੀਂ ਲੱਗਦਾ ਜਿਹੜੀ ਖੜਕਵੀਂ ਜੀ ਆਵਾਜ਼ ਆ? ਨਹੀਂ, ਸਾਡੇ ਖਾਲਸਿਆਂ ਦੀ ਆਵਾਜ਼ ਉਦਾਂ ਹੀ ਖੜਕਦੀ ਰਹਿੰਦੀ ਹੈ ਤੇ ਭੁੱਖੇ ਵੀ ਹੋਣ। ਨਹੀਂ, ਬੜੀ ਮਿਹਰਬਾਨੀ, ਆਪਣੇ ਬਲਵਿੰਦਰ ਕੌਰ ਹੁਣਾਂ ਨੇ ਪਹਿਲਾਂ ਅਰੇਂਜਮੈਂਟ ਕੀਤਾ ਸੀ, ਸੋ ਅਸੀਂ ਕਰ ਲਏ। ਥੈਂਕ ਯੂ ਜੀ ਬਹੁਤ ਬਹੁਤ ਪੁੱਛਣ ਵਾਸਤੇ। ਹਾਂਜੀ, ਤੇ ਮੈਂ ਵੀ ਆਪਣੇ ਵੱਲੋਂ ਕਹਿਣਾ ਸੀਗਾ ਬਲਵਿੰਦਰ ਭੈਣ ਜੀ ਨੂੰ ਕਿ ਮੇਰੇ ਵੱਲੋਂ ਤੁਹਾਡੀ ਸਾਰੀ ਟੀਮ ਨੂੰ ਸਵੇਰ ਦਾ ਬ੍ਰੇਕਫਾਸਟ, ਕਿਉਂਕਿ ਤੁਸੀਂ ਬਹੁਤ ਲੇਟ ਨਾਈਟ ਤੱਕ ਕੰਮ ਕਰਨਾ ਅੱਜ, ਤੇ ਸਵੇਰ ਦਾ ਬ੍ਰੇਕਫਾਸਟ ਮੇਰੇ ਵੱਲੋਂ ਤੇ ਮੇਰੇ ਅਕਾਊਂਟ ਚੋਂ $100 ਚੁੱਕ ਲਿਓ। ਥੈਂਕ ਯੂ ਜੀ, ਥੈਂਕ ਯੂ, ਬੜੀ ਬਹੁਤ ਮਿਹਰਬਾਨੀ। ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਜੀ। ਥੈਂਕ ਥੈਂਕ ਯੂ, ਯੂ। ਬਸ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਪੰਜਾਬੀ USA ਰੇਡੀਓ ਦੀ। ਥੈਂਕ ਯੂ ਜੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਤੇ ਜਗਮੋਹਨ ਜੀ, ਆਪਣੇ ਨਾਲ ਅਗਲੇ ਕਾਲਰ ਕਿਹੜੇ ਨੇ? ਸਤਿ ਸ਼੍ਰੀ ਅਕਾਲ ਜੀ। ਲਾਈਨ 2 ਤੇ ਲਾਈਨ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇਹ ਕਹਿਣਾ ਸੀਗਾ ਜੀ ਵੀ ਲਾਈਕ ਜਿੱਦਾਂ ਪਿਛਲੇ ਕੁਝ ਡਿਕੇਡਸ ਤੋਂ ਇਹ ਇੱਕ ਪਿਕਚਰ ਜੀ ਕ੍ਰੀਏਟ ਹੋਈ ਹੋਈ ਆ ਵੀ ਹਾਂ ਵੀ ਅਸੀਂ ਜਿੰਨੇ ਇੰਡੀਅਨ ਆ ਜਾਂ ਪੰਜਾਬੀ ਆ, ਅਸੀਂ ਡੈਮੋਕ੍ਰੇਟ ਪਾਰਟੀ ਨੂੰ ਬਿਲੋਂਗ ਕਰਦੇ ਹਾਂ। ਉਹ ਥੋੜਾ ਪਿਕਚਰ ਹੁਣ ਚੇਂਜ ਹੋ ਚੁੱਕੀ ਆ, ਨਿਊ ਜਨਰੇਸ਼ਨ ਅੱਗੇ ਆ ਗਈ ਆ। ਹਰ ਇੱਕ ਇੰਡੀਵਿਜੂਅਲ ਪਰਸਨ ਜਿਹੜਾ ਹੈਗਾ ਉਹਨੂੰ ਉਹ ਕਿੱਥੋਂ ਉਹਨੂੰ ਬੈਨੀਫਿਟ ਮਿਲਦਾ ਹੈ ਜਾਂ ਕਿਹੜੀ ਚੀਜ਼ ਉਹਦੇ ਲਈ ਬੈਟਰ ਹੈਗੀ, ਉਹਨੇ ਉਸ ਕੈਂਡੀਡੇਟ ਨੂੰ ਚੂਜ਼ ਕਰਨਾ ਹੈ। ਬਿਲਕੁਲ। ਬਾਕੀ ਹੁੰਦਾ ਜੀ, ਜਿਵੇਂ ਚਾਹੇ ਅਸੀਂ ਗੱਲ ਕਰ ਲਈਏ PPP ਲੋਨ ਦੀ ਕਰ ਲਈਏ, ਚਾਹੇ ਅਸੀਂ SBA ਲੋਨ ਦੀ ਗੱਲ ਕਰ ਲਈਏ ਜਾਂ ਸਟੇਬਲਸ ਚੈੱਕ ਦੀ ਗੱਲ ਕਰ ਲਈਏ, ਠੀਕ ਹੈ। ਇਹੋ ਜਿਹੇ ਪੈਂਡੈਮਿਕ ਦੇ ਵਿੱਚ ਹੁਣ ਕਰੋਨਾ ਵਾਇਰਸ ਨੇ ਇਹ ਤਾਂ ਦੇਖਣਾ ਨਹੀਂ ਕੌਣ ਰਿਪਬਲਿਕਨ ਹੈ ਜਾਂ ਕੌਣ ਡੈਮੋਕ੍ਰੇਟ ਹੈਗਾ, ਉਹਨੇ ਸਾਰਿਆਂ ਨੂੰ ਇੱਕੋ ਜਿਹਾ ਇਫੈਕਟ ਕਰਨਾ। ਪਰ ਜਿਹੜਾ ਇਹ ਸਾਨੂੰ ਇੰਨਾ ਰਿਲੀਫ ਮਿਲਿਆ ਜਾਂ ਇਹਨਾਂ ਨੇ ਉਸ ਮਨੀ ਨੂੰ ਇੰਜੈਕਟ ਕੀਤਾ ਆਪਣੀ ਇਕੋਨਮੀ ਦੇ ਵਿੱਚ, ਉਹਦੇ ਕਰਕੇ ਅਸੀਂ ਕਾਫੀ ਸਰਵਾਈਵ ਕਰ ਗਏ ਆ ਕੰਪੈਰੀਜ਼ਨ ਟੂ ਅਦਰ ਕੰਟਰੀਜ਼ ਜਿਹੜੀਆਂ ਹੈਗੀਆਂ ਨੇ। ਤੇ ਉਹਦੇ ਬਿਹਾਫ ਤੇ ਹੀ ਲੋਕਾਂ ਨੇ ਆਪਣੇ ਕੈਂਡੀਡੇਟ ਚੁਣਨੇ ਹੁੰਦੇ ਆ। ਬਾਕੀ ਰਹੀ ਆਪਣੀ ਇੰਟਰਨਲ ਕਮਿਊਨਿਟੀ ਦੀ ਗੱਲ, ਚਾਹੇ ਕੋਈ ਰਿਪਬਲਿਕਨ ਆ ਚਾਹੇ ਕੋਈ ਡੈਮੋਕ੍ਰੇਟ ਆ, ਸਾਨੂੰ ਆਪਸ ਦੇ ਵਿੱਚ ਇਤਫਾਕ ਨਾਲ ਰਹਿਣਾ ਚਾਹੀਦਾ, ਇੱਕ ਦੂਜੇ ਨਾਲ ਰਿਸਪੈਕਟ ਕਰਨੀ ਚਾਹੀਦੀ। ਵਿਚਾਰ ਹਰੇਕ ਬੰਦੇ ਦੇ ਆਪੋ ਆਪਣੇ ਹੁੰਦੇ ਨੇ। ਬਿਲਕੁਲ, ਨਹੀਂ ਕਰਨਾ ਚਾਹੀਦਾ। ਥੈਂਕ ਯੂ ਜੀ। ਬਹੁਤ ਵਧੀਆ ਗੱਲ ਆ, ਨਾਲੇ ਬੜੇ ਅਹਿਮ ਵਿਚਾਰ ਦਿੱਤੇ। ਕਾਰਪੋਰੇਟ ਵਰਲਡ ਦੇ ਵਿੱਚ ਵੀ ਇਹ ਚੀਜ਼ ਨੂੰ ਧਿਆਨ ਰੱਖਿਆ ਜਾਂਦਾ ਕਿ ਖਾਸ ਤੌਰ ਤੇ ਕਿ ਜਿੱਦਾਂ ਦਾ ਪੋਲਰਾਈਜ਼ਡ ਮਾਹੌਲ ਬਣਿਆ 2016 ਤੋਂ ਹੁਣ ਤੱਕ, ਕੋਈ ਵੀ ਕਾਰਨ ਹੋ ਸਕਦਾ। ਉਹਦੇ ਵਿੱਚ ਇਹ ਆ ਕਿ ਆਮ ਤੌਰ ਦੇ ਉੱਤੇ ਲੋਕੀ ਕਾਰਪੋਰੇਟ ਵਰਲਡ ਦੇ ਵਿੱਚ ਪੋਲਿਟਿਕਸ ਦੀ ਗੱਲ ਨਹੀਂ ਕਰਦੇ। ਇਹਦੇ ਪੋਲਿਟਿਕਸ ਤੇ ਰਿਲੀਜਨ ਜਿਹੜੇ ਆ ਨਾ, ਇਹ ਦੋ ਬੜੇ ਡਿਵਾਈਡਿੰਗ ਫੈਕਟਰ ਹੁੰਦੇ ਆ ਆਮ ਤੌਰ ਤੇ ਅਮਰੀਕਨ ਮੇਨ ਸਟ੍ਰੀਮ ਕਾਰਪੋਰੇਟ ਵਰਲਡ ਦੇ ਵਿੱਚ ਮੰਨਿਆ ਜਾਂਦਾ। ਸੋ ਡਿਸਕਸ਼ਨ ਦੇ ਵਿੱਚ ਇਹਨੂੰ ਨਹੀਂ ਲਿਆਉਂਦੇ। ਜਿੱਦਾਂ ਬਾਕੀ ਤੁਸੀਂ ਗੱਲ ਕੀਤੀ, ਵੱਖ-ਵੱਖ ਲੋਕਾਂ ਦੇ ਵਿਚਾਰ ਵੱਖਰੇ ਹੁੰਦੇ ਆ, ਬੜਾ ਜ਼ਰੂਰੀ ਆ। ਅਸੀਂ ਇੱਕ ਰੀਸੈਂਟ ਐਗਜ਼ਾਮਪਲ ਕੈਨੇਡਾ ਦੀ ਦੇਖ ਲਈਏ ਕਿ ਪਿੱਛੇ ਜੇ 2 ਸਾਲ ਪਹਿਲਾਂ ਇੱਕ ਜਿਹੜੀ ਉੱਥੋਂ ਦੀ ਕੰਜ਼ਰਵੇਟਿਵ ਪਾਰਟੀ ਆ, ਉਹਨੇ ਇੱਕ ਬਿੱਲ ਲਿਆਉਣ ਦੀ ਗੱਲ ਕੀਤੀ ਜਿਹਦੇ ਵਿੱਚ ਬੜੀ ਭੈੜੀ ਜੀ ਸ਼ਬਦਾਵਲੀ ਸੀ ਸਿੱਖਾਂ ਦੇ ਖਿਲਾਫ, ਕੋਈ ਮਤਾ ਲਿਆਉਣ ਦੀ ਗੱਲ ਕੀਤੀ। ਉਸੇ ਵੇਲੇ ਡੈਮੋਕ੍ਰੇਟ ਪਾਰਟੀ ਤੋਂ ਕੰਜ਼ਰਵੇਟਿਵ ਪਾਰਟੀ ਚੋਂ ਟਿਮ ਉੱਪਲ ਹੋਣੀ ਜਾਂ NDP ਤੋਂ ਜਗਮੀਤ ਸਿੰਘ ਹੋਣੀ ਜਾਂ ਈਵਨ ਲਿਬਰਲ ਦੇ ਵਿੱਚੋਂ ਅੰਦਰੋਂ ਅੰਦਰੀ ਉਹਨਾਂ ਸਪੋਰਟ ਕਰਕੇ ਉਹਨੂੰ ਰੋਕ ਲਿਆ। ਸੋ ਜਿਹੜੀ ਰਿਪਰੈਜ਼ੈਂਟੇਸ਼ਨ ਆ ਉਹ ਹਰ ਇੱਕ ਉਹਦੇ ਵਿੱਚ ਪਾਰਟੀ 'ਚ ਚਾਹੀਦੀ ਆ। ਜੀ ਜੀ, ਬਿਲਕੁਲ ਬਿਲਕੁਲ ਇਦਾਂ ਹੀ ਇਨਫਲੂਐਂਸ ਬਣਦਾ। ਸੋ ਚੱਲਦੇ ਆਪਾਂ ਅਗਲੇ ਕਾਲਰ ਦੇ ਵੱਲ। ਸਤਿ ਸ਼੍ਰੀ ਅਕਾਲ ਜੀ। ਲਾਈਨ 1 ਤੁਸੀਂ। ਹਾਂਜੀ, 408 ਏਰੀਆ ਕੋਡ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਗੱਲ ਕਰਨੀ ਚਾਹੁੰਦਾ ਸੀ, ਨਿਊਜ਼ ਚੈਨਲ ਪਹਿਲਾਂ ਚੱਲਦੇ ਪਏ ਆ, ਅੱਜ ਵੀ ਹੁਣ ਤੱਕ ਚੱਲੀ ਜਾਂਦੇ ਆ, ਉਹ ਸਾਰੇ ਡੈਮੋਕ੍ਰੇਟ ਦੀ ਹੱਕ 'ਚ ਹੀ ਬੋਲਦੇ ਪਏ। ਪਰ ਇੱਕੋ ਚੈਨਲ ਹੈਗਾ ਜਿਹੜਾ ਉਹ ਥੋੜੀ ਸਹੀ ਗੱਲ ਕਰਦੇ ਆ, ਪਰ ਉਹਨੂੰ ਸਾਰੇ ਸੋਚਦੇ ਆ ਵੀ ਇਹ ਕਿਤੇ ਟਰੰਪ ਦਾ ਹੈਗਾ ਪੇਡ ਚੈਨਲ। ਪਰ ਇੱਕ ਆਪਣਾ ਰੇਡੀਓ, ਪੰਜਾਬੀ ਰੇਡੀਓ USA, ਇਹਨੇ ਬਿਲਕੁਲ ਬੈਲੈਂਸ ਬਣਾ ਕੇ ਰੱਖਿਆ। ਚਲੋ ਮੈਂ ਵੀ ਸੁਣਦੇ ਰਿਹਾ, ਕਾਲ ਤਾਂ ਅੱਜ ਹੀ ਮੈਂ ਕੀਤੀ ਆ, ਪਰ ਮੈਂ ਸੁਣਦਾ ਰਹਿੰਦਾ ਪ੍ਰੋਗਰਾਮ ਸਵੇਰੇ ਸ਼ਾਮ ਵੀ, ਤੇ ਉਹ 4 ਵਜੇ ਜਿਹੜਾ ਆਉਂਦਾ ਉਹ ਵੀ। ਤੇ ਪਰ ਆਪਣੇ ਥੋੜ੍ਹੀ ਪ੍ਰੋਬਲਮ ਹੈਗੀ ਆਪਣੇ, ਜਿਵੇਂ ਅਸੀਂ ਜ਼ਿਆਦਾ ਜਿਵੇਂ ਭਗਤ ਜੇ ਥੋੜ੍ਹੇ ਹੋ ਜਾਂਦੇ ਆ, ਵੀ ਆਪਣੀ ਇੰਡੀਆ ਪ੍ਰੋਬਲਮ ਸੀ ਉਹ ਇੱਥੇ ਵੀ ਹੈਗੀ ਆ। ਅਸੀਂ ਉਹ ਗੱਲ ਸੁਣਨੀ ਚਾਹੁੰਦੇ ਜੋ ਸਾਨੂੰ ਪਸੰਦ ਹੈ, ਜਾਂ ਜਿਹੜੀ ਹੱਕ 'ਚ ਉਹ ਚੈਨਲ ਜੇ ਕੋਈ ਉਹ ਗੱਲ ਕਰ ਰਿਹਾ ਤੇ ਸਾਨੂੰ ਲੱਗਦਾ ਵੀ ਉਹ ਬਹੁਤ ਸਹੀ ਗੱਲ ਕਰ ਰਹੇ ਆ। ਤੇ ਤੁਸੀਂ ਦੇਖੋ ਅੱਜ ਪੰਜਾਬੀ ਚੈਨਲ ਵੀ ਜਿਹੜੇ ਅੱਜ ਚੱਲ ਰਹੇ ਨਾ, ਹੁਣ ਤੱਕ ਜਿੱਦਾਂ ਸਾਰੇ ਇਹ ਸ਼ੋਅ ਕਰ ਰਹੇ ਵੀ ਹਾਂ ਜਿੱਦਾਂ ਡੈਮੋਕ੍ਰੇਟ ਬਹੁਤ ਸੀਟ 'ਤੇ ਅੱਗੇ
ਹਾਲਾਂਕਿ ਮੈਨੂੰ ਲੱਗਦਾ ਕਈ ਚੈਨਲਾਂ ਨੂੰ ਇਹ ਵੀ ਨਹੀਂ ਪਤਾ ਵੀ ਇੱਥੇ ਸਿਸਟਮ ਕੀ ਚੱਲਦਾ। ਉਹ ਜਸਟ ਉਹ ਕਾਊਂਟਿੰਗ ਦੇਖ ਕੇ ਤੇ ਉਹ ਉਦਾਂ ਹੀ ਲੋਕਾਂ ਨਾਲ ਗੱਲ ਕਰੀ ਜਾਂਦੇ ਵੀ ਜੀ ਇਹ ਡੈਮੋਕ੍ਰੇਟਿਕ ਪਾਰਟੀ ਬਹੁਤ ਅੱਗੇ ਜਾ ਰਹੀ ਆ। ਸੋ ਜਿਹੜਾ ਚੈਨਲ ਸਹੀ ਗੱਲ ਕਰਦੀ ਉਹਦੀ ਸਾਨੂੰ ਗੱਲ ਸੁਣਨੀ ਚਾਹੀਦੀ ਹੈ। ਜਿਹੜੀ ਪਾਰਟੀ ਸਹੀ ਆ, ਜਿਹੜਾ ਲੀਡਰ ਸਹੀ ਆ, ਲੋਕਾਂ ਦੀ ਗੱਲ ਕਰਦਾ, ਉਹਦੇ ਮਗਰ ਲੱਗਣਾ ਚਾਹੀਦਾ, ਨਾ ਕਿ ਭਗਤ ਬਣਨਾ ਚਾਹੀਦਾ। ਨਾ ਕਿਸੇ ਚੈਨਲ ਦੇ ਭਗਤ ਬਣੋ, ਨਾ ਕਿਸੇ ਪਾਰਟੀ ਦੇ, ਨਾ ਕਿਸੇ ਲੀਡਰ ਦੇ। ਮੈਂ ਤਾਂ ਇਹੀ ਕਹਿਣਾ ਚਾਹੁੰਦਾ। ਥੈਂਕ ਯੂ ਵੀਰ ਜੀ, ਮਿਹਰਬਾਨੀ ਜੀ। ਧੰਨਵਾਦ। ਸੋ ਤੁਹਾਡੀ ਗੱਲ ਥੋੜੀ ਜਿਹੀ ਇਹਦੇ ਵਿੱਚ ਠੀਕ ਵੀ ਹੈ ਕਿ ਕਿਉਂਕਿ ਅਮਰੀਕਨ ਪੋਲੀਟਿਕਸ ਸਿਸਟਮ ਥੋੜਾ ਜਿਹਾ ਹੈਵੀ ਕੰਪਲੈਕਸ ਆ। ਅਸੀਂ ਥੋੜਾ ਸਮਾਂ ਪਹਿਲੇ ਇਹਦੇ ਬਾਰੇ ਗੱਲ ਕੀਤੀ, 5 ਮਿੰਟ ਲਈ ਐਕਸਪਲੇਨ ਕੀਤਾ ਕਿ ਅਮਰੀਕਨ ਪੋਲੀਟਿਕਸ ਸਿਸਟਮ ਬੜਾ ਦੁਨੀਆ ਦੇ ਨਾਲ ਡਿਫਰੈਂਟ ਆ ਤੇ ਬੜਾ ਯੂਨੀਕ ਆ। ਪਾਵਰ ਡਿਸਟਰੀਬਿਊਸ਼ਨ ਬੜੀ ਡਿਫਰੈਂਟ ਆ। ਸੋ ਜੇ ਤੁਸੀਂ ਅਗੇਨ ਜਿਹੜਾ ਤੁਸੀਂ ਡੇਟਾ ਦੇਖਦੇ ਹੋ ਵੈਬਸਾਈਟਸ ਦੇ ਉੱਪਰ, ਦੇਖਣ ਨੂੰ ਕੁਛ ਹੋਰ ਹੋ ਸਕਦਾ, ਇੰਟਰਪ੍ਰੈਟ ਉਹਨੂੰ ਤੁਸੀਂ ਜਿਸ ਤਰ੍ਹਾਂ ਮਰਜ਼ੀ ਕਰ ਲਓ। ਜਿੱਦਾਂ ਪ੍ਰੋ ਡੈਮੋਕ੍ਰੈਟ ਜਿਹੜੀ ਨਿਊਜ਼ ਚੈਨਲ ਅੱਜ ਹੁਣ ਵੀ ਦੇਖ ਰਹੇ ਹੋਣਗੇ, ਉਹਦੇ ਵਿੱਚ ਜੋ ਬਾਈਡਨ ਨੂੰ ਦਿਖਾ ਰਹੇ ਅੱਗੇ, ਜਿਹੜਾ ਕਿ ਡੈਫੀਨੇਟਲੀ ਅੱਗੇ ਆ। ਜੀ ਜੀ। ਬਟ ਪ੍ਰੋਜੈਕਸ਼ਨਸ ਜਿਹੜੀ ਬਾਟਮ ਲਾਈਨ ਜਿਹੜੀ ਉਹ ਕੁਝ ਹੋਰ ਹੈਗੀ ਆ, ਕਿਉਂਕਿ ਜਿਨ੍ਹਾਂ ਦੇ ਜੇ ਨਤੀਜੇ ਨਹੀਂ ਆਏ, ਜੇ ਉਹਨਾਂ ਦੀ ਬਾਟਮ ਲਾਈਨ ਦੇਖੋ ਤਾਂ ਉਹ ਇਨ ਦੀ ਐਂਡ ਕਿਹਦੀ ਝੋਲੀ ਦੇ ਵਿੱਚ ਡਿੱਗਣੇ ਆ। ਜੇ ਉਹ ਚੀਜ਼ ਨੂੰ ਐਡ ਕਰ ਲਿਆ ਜਾਵੇ ਤਾਂ ਫਿਰ ਜਿਹੜੇ ਆ ਉਹ ਮੌਜੂਦਾ ਰਾਸ਼ਟਰਪਤੀ ਆ, ਉਹਨਾਂ ਦੀ ਰੀ-ਇਲੈਕਸ਼ਨ ਜਿਹੜੀ ਉਹ ਹੋ ਰਹੀ ਹੈਗੀ ਆ। ਸੋ ਉਹਦੇ ਚਾਂਸਿਸ ਜਿਹੜੇ ਡੈਫੀਨੇਟਲੀ ਜਿਹੜੇ ਉਹ ਜ਼ਿਆਦਾ ਹੈਗੇ ਆ। ਇਹ ਹੁਣ ਥੋੜੀ ਜਿਹੀ ਅਪਡੇਟ ਰਾਜਕਰਨ ਜੀ ਆਪਾਂ ਦਿੰਦੇ ਚੱਲਦੇ ਆ ਵੀ ਇਸ ਸਮੇਂ 238 ਜਿਹੜਿਆਂ ਦੀ ਕਾਲ ਆਊਟ ਹੋ ਰਹੀਆਂ ਜੋ ਬਾਈਡਨ ਨੂੰ, 213 ਡੋਨਲਡ ਟਰੰਪ ਨੂੰ। ਤੇ ਨਿਵਾਡਾ ਦੇ ਵਿੱਚ ਜਿਹੜੇ ਜੀ 6 ਇਲੈਕਟਰਲ ਕਾਲਜ ਵੋਟ ਹੈ, ਜਿੱਤੇ ਲਗਭਗ 67% ਇੱਥੇ ਹੋਈ ਹੈ ਤੇ ਲੀਨ ਕਰ ਰਹੀ ਹੈ ਡੈਮੋਕ੍ਰੈਟਿਕ ਪਾਰਟੀ ਵੱਲ ਨੂੰ। ਇਹ ਤੋਂ ਪਹਿਲਾਂ ਵੀ ਉਹ ਜਿੱਤ ਰਹੇ ਨੇ। ਪਿਛਲੀ ਵਾਰੀ ਇਹ ਰੈੱਡ ਸਟੇਟ ਸੀਗੀ। ਸੋ ਪਿਛਲੀ ਵਾਰੀ ਵੀ ਇਹ ਬਲੂ ਸੀਗੀ। ਐਰੀਜ਼ੋਨਾ ਹੀ ਇੱਕ ਰੈੱਡ ਸਟੇਟ ਸੀ ਜਿਹੜੀ ਬਲੂ ਹੋਈ ਆ, ਜਿਹੜੀ ਇੱਕ ਫਲਿਪ ਹੋਈ ਆ ਜੀ। ਤੇ ਜੇ ਵੈਸੇ ਆਪਾਂ 6 ਡੈਮੋਕ੍ਰੈਟਿਕ ਪਾਰਟੀ ਦੇ ਇਸ ਮੌਜੂਦਾ ਲੀਡ ਤੇ ਪਿਛਲੇ ਇਲੈਕਸ਼ਨ ਨੂੰ ਵੇਖਦੇ ਹੋਏ ਐਡ ਕਰਦੇ ਆ ਉਹਨਾਂ ਦੇ ਵਿੱਚ, ਤਾਂ 244 ਤੇ ਜਿਹੜੇ ਆਪਾਂ ਕਹੀਏ ਕਿ ਪ੍ਰੈਜ਼ੀਡੈਂਟ ਦੀ ਰੇਸ ਹੁੰਦੀ ਆ ਜਿੱਤਣ ਦੇ ਲਈ 270 ਚਾਹੀਦੇ ਨੇ। ਤੇ ਇਹਦੇ ਵਿੱਚੋਂ ਜਿਹੜੀਆਂ ਬਾਕੀ ਹੁਣ ਸਟੇਟਸ ਜਿਹਨਾਂ ਨੂੰ ਆਪਾਂ ਬੈਟਲ ਗਰਾਊਂਡ ਜਾਂ ਫਿਰ ਸਵਿੰਗ ਸਟੇਟ, ਫਲਿਪ ਸਟੇਟਸ, ਡਿਫਰੈਂਟ ਨਾਮ ਦੇ ਨਾਲ ਜਾਣਦੇ ਆ, ਉਹਨਾਂ ਦੇ ਵਿੱਚੋਂ ਜਿਹੜੀਆਂ ਹੈਗੀਆਂ ਨੇ ਪੈਂਡਿੰਗ, ਜਿਨ੍ਹਾਂ ਦੇ ਰਿਜ਼ਲਟ ਪਏ ਨੇ, ਵਿਸਕੌਨਸਿਨ, ਮਿਸ਼ੀਗਨ, ਪੈਂਸਿਲਵੇਨੀਆ, ਨਾਰਥ ਕੈਰੋਲਾਈਨਾ ਤੇ ਜਾਰਜੀਆ। ਇਹਨਾਂ 5 ਦੇ ਵਿੱਚੋਂ ਜੇ ਜੋ ਬਾਈਡਨ ਦੀ ਪ੍ਰੈਜ਼ੀਡੈਂਸੀ ਦੇ ਲਈ ਜੇ ਉਹ ਪ੍ਰੈਜ਼ੀਡੈਂਟ ਬਣਨਾ ਚਾਹੁੰਦੇ ਤਾਂ ਉਹਨਾਂ ਨੂੰ ਕੋਈ ਵੀ 5 ਦੇ ਵਿੱਚੋਂ 2 ਜਿੱਤਣੀਆਂ ਉਹਨਾਂ ਦੇ ਲਈ ਬਹੁਤ ਅਹਿਮ ਨੇ। ਹਾਲਾਂਕਿ ਇਹਨਾਂ 5 ਦੇ ਵਿੱਚ ਜਿਹੜੇ ਕਰੰਟ ਚੱਲ ਰਹੇ ਨੇ ਲੀਡ ਦੇ ਉੱਤੇ, 5 ਦੇ ਉੱਤੇ ਹੀ ਡੋਨਲਡ ਟਰੰਪ ਚੱਲ ਰਹੇ ਨੇ। ਤੇ 2 ਜਿਹੜੀਆਂ ਸਟੇਟਸ ਨੇ ਜਿੱਥੇ ਬਿਲਕੁਲ ਫਸਵਾਂ ਮੁਕਾਬਲਾ ਹੈਗਾ, ਉਹ ਹੈਗਾ ਨਾਰਥ ਕੈਰੋਲਾਈਨਾ ਜਿੱਥੇ ਫਾਸਲਾ 2% ਵੋਟਾਂ ਦਾ, ਤੇ ਜਾਰਜੀਆ ਜਿੱਥੇ ਕਿ ਕੁਝ ਸਮਾਂ ਪਹਿਲਾਂ ਡੋਨਲਡ ਟਰੰਪ ਕਾਫੀ ਲੀਡ ਤੇ ਸੀਗੇ, ਪਰ ਉਹ ਲੀਡ ਹੁਣ ਰਿਕਵਰ ਹੁੰਦੀ ਨਜ਼ਰ ਆਈ ਹੈ। ਹਜੇ ਇੱਥੇ 7% ਜਿਹੜੀ ਆਪਾਂ ਕਹਿ ਦਈਏ ਵੋਟਿੰਗ ਦੇ ਰਿਜ਼ਲਟ ਜਿਹੜੇ ਹਜੇ ਨਹੀਂ ਆਏ, ਆਉਣੇ ਬਾਕੀ ਆ। ਨਾਰਥ ਕੈਰੋਲਾਈਨਾ ਦੇ ਵਿੱਚ ਵੀ 6% ਜਿਹੜੇ ਜੀ ਪੈਂਡਿੰਗ ਪਏ ਨੇ। ਸੋ ਤਾਂ ਹੀ ਅਜੇ ਜੇ ਦੇਖਿਆ ਜਾਵੇ ਤਾਂ ਹੀ ਜਗਮੋਹਨ ਅਜੇ ਇਹਨਾਂ ਨੇ ਕਾਲ ਨਹੀਂ ਕੀਤੀਆਂ ਵੀ ਡਿਕਲੇਅਰ ਨਹੀਂ ਕੀਤੀਆਂ ਵੀ ਕਿਹੜੇ ਦੇ ਵਿੱਚ ਆ, ਕਿਉਂਕਿ ਇੱਥੇ 1 ਲੱਖ ਵੋਟ ਦਾ ਜਾਂ ਉਸ ਤੋਂ ਘੱਟ ਦਾ ਫਰਕ ਜਿਹੜਾ ਜਾਰਜੀਆ 'ਚ ਰਹਿ ਗਿਆ ਹੈ। ਜੀ ਜੀ। ਤੇ ਹਾਲਾਂਕਿ ਪੈਂਸਿਲਵੇਨੀਆ ਦੇ ਵਿੱਚ ਫਾਸਲਾ ਕਾਫੀ ਦਿਖ ਰਿਹਾ ਕਿ 14%, ਪਰ ਉੱਥੇ ਰਿਪੋਰਟਿੰਗ ਹਜੇ 64% ਹੀ ਹੋਈ ਹੈ। ਇਸੇ ਕਰਕੇ ਸ਼ਾਇਦ ਜਿਹੜਾ ਜੋ ਬਾਈਡਨ ਦਾ ਕੈਂਪੇਨ ਆ ਉਹ ਵੀ ਹਜੇ ਆਸ਼ਾਵਾਦੀ ਆਸਲਾਈ ਬੈਠੇ ਨੇ। ਤੇ ਸੇਮ ਮਿਸ਼ੀਗਨ ਤੇ ਵਿਸਕੌਨਸਿਨ ਦੇ ਵਿੱਚ ਵੀ ਲੀਡ ਪਿਛਲੇ ਥੋੜੇ ਸਮੇਂ ਦੇ ਵਿੱਚ ਘਟੀ ਹੈ ਰਾਸ਼ਟਰਪਤੀ ਡੋਨਲਡ ਟਰੰਪ ਦੀ, 6 ਤੋਂ 4% ਤੇ ਆਈ ਹੈ। ਬਾਕੀ ਇਹਨਾਂ ਦੀ ਰਿਪੋਰਟਿੰਗ ਜਿਹੜੀ 88% ਹੋ ਚੁੱਕੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਕਿੱਧਰ ਨੂੰ ਜਾਂਦੀ ਰਾਸ਼ਟਰਪਤੀ ਡੋਨਲਡ ਟਰੰਪ ਲੀਡ ਹੋਰ ਵਧਾਉਂਦੇ ਆ ਜਾਂ ਜੋ ਬਾਈਡਨ ਉਹਨਾਂ ਨੂੰ ਕਵਰ ਕਰਦੇ ਆਪਾਂ ਦੇਖਦੇ ਹਾਂ। ਇੱਕ ਇਹ ਵੀ ਚੀਜ਼ ਜਗਮੋਹਨ ਤੇ ਹਰਵਿੰਦਰ ਆਪਾਂ ਦੇਖਦੇ ਜਾਈਏ ਵੀ ਜਿੱਦਾਂ ਮੈਂ ਪਹਿਲਾਂ ਵੀ ਇਹ ਜ਼ਿਕਰ ਕੀਤਾ ਸੀ ਵੀ ਕਈ ਸੂਬਿਆਂ ਦੇ ਵਿੱਚ ਕਈ ਹਲਕੇ ਅਜਿਹੇ ਹੁੰਦੇ ਆ ਜਿੱਥੇ ਜਿਹੜੇ ਪੋਪੂਲਸ ਹੁੰਦੇ ਆ, ਜਿੱਥੇ ਪਾਪੂਲੇਸ਼ਨ ਜ਼ਿਆਦਾ ਹੁੰਦੀ ਆ, ਤੇ ਉਹ ਕਈ ਵਾਰੀ ਲੀਨ ਕਰਦੇ ਹੁੰਦੇ ਆ ਕਿਸੇ ਸਪੈਸੀਫਿਕ ਜਿਹੜੇ ਆ ਉਹ ਪਾਰਟੀ ਵੱਲ ਨੂੰ, ਤੇ ਕਈ ਵਾਰੀ ਇੱਕ ਹੀ ਕਾਊਂਟੀ ਨਾ ਪੂਰੇ ਸੂਬੇ ਦਾ ਜਿਹੜਾ ਡਿਸੀਜਨ ਆ ਉਹ ਚੇਂਜ ਕਰ ਜਾਂਦੀ ਆ, ਜਿਹਦੀ ਪਾਪੂਲੇਸ਼ਨ ਜਿਹੜੀ ਉਹ ਬਹੁਤ ਜ਼ਿਆਦਾ ਹੋਵੇ। ਸੋ ਮੇ ਬੀ ਡੈਮੋਕ੍ਰੇਟ ਇਸ ਗੱਲੋਂ ਆਸਵੰਦ ਜਿਹੜੇ ਉਹਨਾਂ ਨੂੰ ਜ਼ਿਆਦਾ ਲੱਗ ਰਹੇ ਆ ਵੀ ਸ਼ਾਇਦ ਇਹਨਾਂ ਸੂਬਿਆਂ ਦੇ ਵਿੱਚ ਕੁਝ ਅਜਿਹੇ ਥਾਂ ਹੈਗੇ ਆ ਜਿੱਥੇ ਆਪਾਂ ਜ਼ਿਆਦਾ ਵੋਟ ਹਾਸਿਲ ਕਰਕੇ ਇਸ ਲੀਡ ਨੂੰ ਜਿਹੜਾ ਉਹ ਰਿਕਵਰ ਕਰ ਸਕਦੇ ਆ। ਸੋ
ਇੰਨਾ ਜ਼ਿਆਦਾ ਸਾਨੂੰ ਵੀ ਡੂੰਘਾਈ ਦੇ ਵਿੱਚ ਕੱਲੀ ਜਿਹੜੇ ਸਟੇਟ ਦੀ ਕਾਊਂਟੀ ਦੇ ਬਾਰੇ ਜਿਹੜਾ ਉਹ ਨਹੀਂ ਪਤਾ, ਪਰ ਰਾਈਟ ਨਾਓ ਆਂਕੜਿਆਂ ਨੂੰ ਦੇਖ ਕੇ ਜੇ ਆਪਾਂ ਦੇਖਦੇ ਜਾਈਏ ਵੀ ਜੇ ਇਹੀ ਰਹਿੰਦੇ ਨੇ ਤਾਂ ਇਸ ਪਾਸੇ ਵੱਲ ਨੂੰ ਜਿਹੜਾ ਝੁਕਾਅ ਵਾ ਡੈਫੀਨੇਟਲੀ ਵੱਧ ਰਿਹਾ ਹੈਗਾ ਆ। ਸੋ ਡੈਫੀਨੇਟਲੀ ਨਾਰਥ ਕੈਰੋਲੀਨਾ ਤੇ ਜਾਰਜੀਆ ਇਹ ਹੁਣ 2 ਅਜਿਹੇ ਸੂਬੇ ਆ ਜਿਹੜੇ ਰਾਈਟ ਨਾਓ ਕਲੋਜ਼ ਜਿਹੜੇ ਆ ਉਹ ਜ਼ਿਆਦਾ ਹੁੰਦੇ ਨਜ਼ਰ ਆ ਰਹੇ ਆ। ਇਨਫੈਕਟ ਵਿਸਕੌਨਸਨ ਦੇ ਵਿੱਚ ਵੀ ਜਗਮੋਹਨ ਜੀ ਉੱਥੇ ਵੀ ਜਿਹੜਾ ਹੁਣ ਫਰਕ ਆ ਉਹ 1 ਲੱਖ ਜਿਹੜੇ ਆ ਉਸ ਤੋਂ ਘੱਟ ਦਾ ਥੋੜਾ ਜਿਹਾ 1 ਲੱਖ ਤੋਂ ਸੌਰੀ ਜਿਹੜਾ ਉਹ ਵੱਧ ਹੈਗਾ ਆ। ਅਜੇ 12% ਉੱਤੇ ਕਾਊਂਟ ਹੋਣੀਆਂ ਜੇ ਬਾਕੀ ਹੈਗੀਆਂ। ਬਿਲਕੁਲ ਕਿਸੇ ਵੀ ਜਿਵੇਂ ਤੁਸੀਂ ਕਿਹਾ ਕਾਊਂਟੀ ਦੇ ਨਤੀਜੇ ਨਾਲ ਪਲਟ ਸਕਦਾ। ਆਪਾਂ ਇਸ ਦੇ ਉੱਤੇ ਫਿਰ ਅਪਡੇਟ ਕਰਾਂਗੇ ਥੋੜੇ ਚਿਰ ਨੂੰ, ਲੀਡ ਕਿੱਧਰ ਨੂੰ ਵਧੀ ਜਾਂ ਘਟੀ। ਫਿਲਹਾਲ ਆਪਾਂ ਹੋਰ ਸਰੋਤੇ ਕਈ ਆਪਣੇ ਨਾਲ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਲੱਖਾ ਜੀ ਸਾਡੇ ਨਾਲ ਜੁੜੇ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਆਨੂੰ। ਹਾਂਜੀ, ਮੈਂ ਲੱਖਾ ਢੱਲੋਂ ਬੋਲਦਾ ਜੀ। ਹਾਂਜੀ, ਨਿਊ ਜਰਸੀ ਤੋਂ ਜੀ। ਲੱਖਾ ਜੀ ਕੀ ਕਹਿਣਾ ਚਾਹੁੰਦੇ ਹੋ? ਜੀ ਹਾਂਜੀ, ਜਿਹੜੇ ਵੀਰ ਜੀ ਆਏ ਸੀਗੇ ਅੰਮ੍ਰਿਤਸਰ ਵਾਲੇ ਬੋਲ ਕੇ ਗਏ ਹੈਗੇ ਟਰੰਪ ਸਾਹਿਬ ਬਾਰੇ, ਤੇ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਵੀ ਚਲੋ ਚੰਗੀ ਗੱਲ ਉਹਨਾਂ ਨੂੰ ਜੋਬ ਮਿਲੀ ਗਈ ਹੈ, ਵਧੀਆ 7-8 ਹਜ਼ਾਰ ਲੈ ਕੇ ਘਰੇ ਆਉਂਦੇ ਹੈਗੇ। ਤੇ ਜਿਹੜੇ ਇੱਧਰ ਸਾਨੂੰ ਜਿਹੜੇ ਬੰਦੇ ਲੋਕਾਂ ਦੇ ਆਪਦੇ ਬਿਜ਼ਨਸ ਹੈਗੇ ਆ, ਪਹਿਲੀ ਗੱਲ ਇਹਨਾਂ ਲੋਕਾਂ ਨੂੰ ਬੰਦੇ ਨਹੀਂ ਲੱਭ ਰਹੇ ਕੰਮ ਕਰਨ ਵਾਸਤੇ। ਤੇ ਇਹਨਾਂ ਬਾਰੇ ਉਹਦਾ ਕੀ ਵਿਚਾਰ ਹੈ? ਇਹਨਾਂ ਲੋਕਾਂ ਨੇ ਆਪਦਾ 5-5, 4-4 ਲੱਖ ਰੁਪਏ ਲਾ ਕੇ ਬਿਜ਼ਨਸ ਖੋਲ੍ਹੇ ਸੀਗੇ, ਉਹ ਬੰਦ ਹੋ ਰਹੇ ਪਿਛਲੇ 2 ਸਾਲਾਂ 3 ਸਾਲਾਂ ਤੋਂ। ਤੇ ਦੂਸਰੀ ਰਹੀ ਗੱਲ, ਜਿਹੜੇ ਬੱਚੇ ਉਹਨੇ ਆਪਦੇ ਮਾਂ ਪਿਓ ਨਾਲੋਂ ਵੱਖ ਕੀਤੇ ਹੈ, ਤੇ ਮੈਂ ਨਹੀਂ ਚਾਹੁੰਦਾ ਵੀ ਇਹ ਵੀਰ ਨਾਲ ਇੱਦਾਂ ਹੋਵੇ ਹੈ ਨਾ, ਜਾਂ ਹੋਰ ਵੀ ਕਿਸੇ ਪਰਿਵਾਰ ਨਾਲ ਇੱਦਾਂ ਹੋਵੇ ਹੈ ਨਾ। ਤੇ ਵੀ ਇਹ ਵੀਰ ਸੋਚਦਾ ਵੀ ਹੋਰ ਕਿਸੇ ਪਰਿਵਾਰ ਨਾਲ ਇੱਦਾਂ ਹੋਵੇ, ਤੇ ਇਹ ਵੀਰਵਾਰ ਆ ਕੇ ਸਪਸ਼ਟ ਕਰੇ ਵੀ ਇਹ ਨੀਤੀਆਂ ਇਹਨਾਂ ਦੀਆਂ ਚੰਗੀਆਂ ਲੱਗਦੀਆਂ ਇਸ ਨੂੰ, ਜਾਂ ਇੱਦਾਂ ਕਿਸੇ ਨਾਲ ਹੋਰ ਹੋਵੇ। ਤੇ ਲੋਕਾਂ ਦੀ ਇੱਥੇ ਮੁੱਠੀ ਦੇ ਵਿੱਚ ਸਾਹ ਹੈ ਪਿਆ, ਇਹ ਦੂਰੀ ਯਾਰ ਆ ਗਿਆ ਇਹ, ਤੇ ਕੀ ਕੁਛ ਕਰੂਗਾ, ਹੋਰ ਕਿੰਨੇ ਪਰਿਵਾਰਾਂ ਨਾਲ ਇੱਦਾਂ ਕਰੂਗਾ ਜੀ ਇਹ। ਜੀ ਥੈਂਕ ਯੂ। ਲੱਖਾ ਭਾਜੀ ਠੀਕ ਆ ਤੁਹਾਡੇ ਸੈਂਟੀਮੈਂਟਸ, ਪਰ ਮੈਨੂੰ ਲੱਗਦਾ ਆਪਾਂ ਨੂੰ ਹੁਣ ਗੱਲ ਛੱਡ ਦੇਣੀ ਚਾਹੀਦੀ ਆ, ਜਿਹੜੀ ਅਪਡੇਟ ਆਪਾਂ ਨਿਊਜ਼ ਦੀ ਹੁਣ ਜੀ ਉਸ ਦੇ ਵੱਲ ਨੂੰ ਵਧੀਆ। ਨਹੀਂ ਚਲੋ ਠੀਕ ਆ, ਤੁਹਾਡੇ ਆਪਣੇ ਵਿਚਾਰ ਹੈਗੇ ਆ ਇਸ ਦੇ ਵਿੱਚ, ਕੋਈ ਦੋ ਰਾਵਾਂ ਨਹੀਂ। ਇਹ ਵੋਟਰ ਨੂੰ ਪੁੱਛਣਾ ਚਾਹੀਦਾ, ਜਿਹੜਾ ਵੀ ਕਿਸ ਪਾਸੇ ਵੱਲ ਨੂੰ ਵੀ ਜਿਹਦਾ ਝੁਕਾਵ ਹੈਗਾ ਉਹਨੂੰ ਪੁੱਛਣਾ ਚਾਹੀਦਾ ਵੀ ਜੇ ਸਾਡੇ ਵਾਲਾ ਬੰਦਾ ਆਇਆ ਉਹਨੇ ਕੀ ਕਰਨਾ ਆ, ਜੇ ਦੂਜੇ ਵਿਰੋਧੀਆਂ ਵਾਲਾ ਆਇਆ ਤੇ ਉਹਦੇ ਮੋਰੇ ਜਿਹੜੇ ਸਵਾਲ ਜਿਹੜੇ ਜ਼ਰੂਰ ਹੋਣੇ ਚਾਹੀਦੇ ਆ। ਇਹਨਾਂ ਪਾਲਿਸੀਆਂ ਦੇ ਉੱਤੇ ਜਿਹੜੀਆਂ ਇਲੈਕਸ਼ਨਾਂ ਜਿਹੜੀਆਂ ਹੋਣ ਤਾਂ ਉਹ ਫਿਰ ਚੰਗੀਆਂ ਲੱਗਦੀਆਂ, ਸ਼ੋਭਦੀਆਂ ਆ, ਤੇ ਸਾਰੇ ਜਾਣਿਆਂ ਨੂੰ ਫਿਰ ਜਿਹੜੇ ਉਹ ਲੀਡਰਸ ਦੀ ਜਿਹੜੀ ਕਲੈਰਿਟੀ ਹੁੰਦੀ ਵੀ ਉਹਨਾਂ ਦੇ ਵਿਚਾਰ ਕਿਸ ਪਾਸੇ ਵੱਲ ਨੂੰ ਹੈਗੇ ਆ ਜੀ। ਇਹ ਬਾਕੀ ਇਹ ਜਿਹੜੀਆਂ ਗੱਲਾਂ ਕਹੀਆਂ ਫੈਮਿਲੀ ਨੂੰ ਵੱਖ ਕਰਨ ਦੀਆਂ ਜਾਂ ਇਮੀਗ੍ਰੇਸ਼ਨ ਦੇ ਮਸਲੇ, ਇਹ ਹੀ ਇਸ ਵਾਰ ਜਿਹੜੇ ਮੇਨ ਮਸਲੇ ਸੀ। ਤੁਸੀਂ ਵੇਖਿਆ ਹੋਣਾ ਇਮੀਗ੍ਰੇਸ਼ਨ ਦਾ ਤਾਂ ਮੈਂ ਕਹੂੰਗਾ ਹਰਮਿੰਦਰ ਕਹਾਂਗੇ ਇਸ ਵਾਰ ਬੈਕ ਬਰਨਰ ਦੀ ਬਜਾਏ ਉਹ ਨਾਨ ਇਸ਼ੂ ਜਿਹੜਾ ਬਣ ਕੇ ਰਹਿ ਗਿਆ, ਜਿੱਦਾਂ 2016 ਦੇ ਵਿੱਚ ਜਿੰਨਾ ਸੀਗਾ ਕੋਰੋਨਾ ਵਾਇਰਸ ਕਰਕੇ। ਪਰ ਜਿਹੜੇ ਪ੍ਰੈਜ਼ੀਡੈਂਸ਼ੀਅਲ ਡਿਬੇਟਸ ਹੋਈਆਂ ਉਹਦੇ ਵਿੱਚ ਵੀ ਇਹ ਗੱਲ ਆਈ ਕਿ ਪੇਰੈਂਟਸ ਜਿਹੜੇ ਆ ਉਹਨਾਂ ਨੂੰ ਬੱਚੇ ਨਾਲ ਵੱਖਰੇ ਤੁਸੀਂ ਕੀਤਾ, ਉਹ ਕਹਿੰਦੇ ਕੇਜਿਸ ਕਿਹਨੇ ਬਣਾਈਆਂ। ਸੋ ਗੱਲਾਂ ਬਾਤਾਂ ਤੇ ਹੋਈਆਂ ਹੀ ਆ ਇਹਦੇ ਵਿੱਚ। ਹਾਂ ਹੋਈਆਂ ਨੇ, ਪਰ ਡੈਫੀਨੇਟਲੀ ਲੋਕਾਂ ਦਾ ਜਿਹੜਾ ਬਹੁਤਾ ਧਿਆਨ ਇਕਨੋਮੀ ਤੇ ਕਰੋਨਾ ਵਾਇਰਸ ਦੇ ਉੱਤੇ ਜਿਹੜਾ ਉਹ ਜ਼ਿਆਦਾ ਜ਼ੋਰ ਜਿਹੜਾ ਹੋ ਰਿਹਾ ਹੈਗਾ ਜੀ। ਤੇ ਆਪਾਂ ਅਗਲੇ ਕਾਲਰਸ ਲੈਨੇ ਆ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਆਇਆ ਨੂੰ। ਹਾਂਜੀ ਵੀਰ ਜੀ, ਤਿੰਨੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵੀਰ ਜੀ ਮੇਰਾ ਕੁਐਸਚਨ ਥੋੜਾ ਡਿਫਰੈਂਟ ਆ ਜੀ। ਓਕੇ ਜੀ, ਕੈਲੀਫੋਰਨੀਆ ਦੇ ਵਿੱਚ ਮੈਂ ਟਰੱਕ ਡਰਾਈਵਰ ਆ ਜੀ। ਕੈਲੀਫੋਰਨੀਆ ਦੇ ਵਿੱਚ ਸਪੀਡ ਲਿਮਿਟ ਹੈਗੀ ਟਰੱਕ ਦੀ 55, ਠੀਕ ਹੈ ਜੀ। ਸਾਰੇ ਕੋਈ 65 ਤੇ ਜਾਂਦਾ, ਕੋਈ 70 ਜਾਂਦਾ, 75 ਦੇ। ਇਹ ਵੀ ਰਿਲੇਟਡ ਹੈ ਇਸ ਚੀਜ਼ ਦੇ, ਕਿਉਂਕਿ ਲਾਸਟ 75 ਈਅਰਸ ਦੇ ਡੈਮੋਕ੍ਰੇਟ ਕਿੱਥੇ ਰਹਿ ਰਹੀ ਆ ਕੈਲੀਫੋਰਨੀਆ ਦੇ ਵਿੱਚ, ਠੀਕ ਆ ਜੀ। ਮੇਰਾ ਕੁਐਸਚਨ ਸਿਰਫ ਇੰਨਾ ਜੀ, ਉਹ ਮੈਨੂੰ ਨਾ ਲਾਈਕ ਅਰਾਊਂਡ 2009 ਦੇ ਵਿੱਚ ਟਿਕਟ ਦਿੱਤੀ ਜੀ, ਅਰਾਊਂਡ ਟਲੈਰੀ ਦੇ ਵਿੱਚ। ਤੇ ਮੈਂ ਉਹਨੂੰ ਆਫਿਸ ਨੂੰ ਕੁਐਸਚਨ ਕੀਤਾ, ਮੈਂ ਕਿਹਾ ਵੀ ਮੈਂ 65 ਤੇ ਜਾ ਰਿਹਾ, ਤੂੰ ਮੈਨੂੰ ਟਿਕਟ ਦੇਤੀ ਹੈ ਨਾ। ਮੈਨੂੰ ਕਹਿੰਦਾ, ਮੈਂ ਕਿਹਾ ਵੀ ਤੁਸੀਂ ਸਪੀਡ ਕਿਉਂ ਨਹੀਂ ਰੇਜ਼ ਕਰਦੇ ਹੈ ਨਾ ਟਰੱਕਾਂ ਵਾਸਤੇ। ਕਹਿੰਦੇ ਸਾਡੇ ਜਿਹੜੇ ਐਗਜ਼ਿਟ ਨੇ ਨਾ ਉਹ ਸਪੀਡ ਜ਼ਿਆਦਾ ਸਪੀਡ ਲਿਮਿਟ ਵਾਸਤੇ ਨਹੀਂ ਬਣੇ ਜੀ। ਠੀਕ ਆ ਓਕੇ। ਮੈਂ ਕਿਹਾ ਵੀ ਓਕੇ ਠੀਕ ਆ, ਤੁਹਾਡੇ ਸਹੀ ਆ ਓਕੇ। ਟੈਕਸਸ ਸਟੇਟ ਦੇ ਵਿੱਚ ਨਾ
ਬਹੁਤ ਜਾਣੇ ਆਪਣੇ ਟੈਕਸ ਰੇਟ ਜਾਂਦੇ ਆ, ਜੋ ਐਗਜ਼ਿਟ ਕੱਢਦੇ ਆ ਨਾ, ਉਹ ਬਹੁਤ ਹੀ ਐਗਜ਼ਿਟ ਕੱਢਣ ਸਰ ਨਾ ਮੂਰੇ ਯੀਲਡ ਦਾ ਐਗਜ਼ਿਟ ਆ ਜਾਂਦਾ ਵੀ ਜਿਹੜਾ ਉਧਰੋਂ ਆ ਰਿਹਾ ਉਹਨੇ ਵੀ ਰੁਕਣਾ, ਤੁਸੀਂ ਵੀ ਰੁਕਣਾ। ਬਹੁਤ ਛੋਟਾ ਐਗਜ਼ਿਟ ਜੀ ਹੁੰਦਾ ਜੀ ਜੀ ਨਾ, ਸੋ 75 ਮੈਂ ਸੌਰੀ ਤੁਹਾਨੂੰ ਇਸ ਇੰਟਰਪਟ ਕਰ ਲੱਗਾ ਕਿਉਂਕਿ ਸਾਡਾ ਨਾ ਇਹਦੇ ਤੇ ਡੈਡੀਕੇਟਿਡ ਸ਼ੋ ਹੈਗਾ ਟਰੱਕਿੰਗ ਦਾ। ਸੋ ਜੀ ਉਹਦੇ ਉੱਤੇ ਆਪਾਂ ਰਾਜਕਰਨ ਮੈਨੂੰ ਲੱਗਦਾ ਇਹ ਜ਼ਿਆਦਾ ਅਨੁਕੂਲ ਸਵਾਲ ਹੋਊਗਾ ਜੀ ਉਹਦੇ ਬਿਲਕੁਲ ਵਾਸਤੇ। ਵੀਰਵਾਰ ਨੂੰ ਜਿਹੜਾ ਉਹ ਆਪਾਂ ਡੈਫੀਨਿਟਲੀ ਇਸ ਦੇ ਉੱਤੇ ਡਿਸਕਸ ਜਿਹੜਾ ਉਹ ਤੁਸੀਂ ਕਰ ਸਕਦੇ ਆ। ਨੋ ਡਾਊਟ ਜਿਹੜੇ ਆ ਇਹ ਚੀਜ਼ਾਂ ਜਿਹੜੀਆਂ ਡਿਫਰੈਂਟ ਜਿਹੜੀਆਂ ਉਹ ਹੈਗੀਆਂ ਆ। ਹਰ ਇੱਕ ਨੇ ਆਪੋ ਆਪਣੇ ਸੂਬੇ ਦੇ ਜਿਹੜੇ ਵੱਖੋ ਵੱਖਰੇ ਕਾਨੂੰਨ ਹੁੰਦੇ ਆ। ਕਿਤੇ ਤੁਹਾਨੂੰ ਕੋਈ ਚੰਗਾ ਲੱਗਦਾ ਹੈ, ਕਿਤੇ ਕੋਈ ਮਾੜਾ ਲੱਗਦਾ ਹੈਗਾ, ਤੇ ਡੈਫੀਨਿਟਲੀ ਜਿਹੜੇ ਇੱਥੋਂ ਦੇ ਲਾਅ ਮੇਕਰ ਆ ਇਹਨਾਂ ਦਾ ਉੱਤੇ ਜਿਹੜਾ ਸਵਾਲ ਬਣਦਾ ਆ। ਆਈ ਥਿੰਕ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦਾ ਇਸ ਦੇ ਨਾਲ ਕੋਈ ਜ਼ਿਆਦਾ ਤਾਲੁਕਾਤ ਜਿਹੜਾ ਉਹ ਨਹੀਂ ਹੈਗਾ ਜੀ। ਅਗਲੇ ਜਿਹੜੇ ਕਾਲਰ ਆ ਉਹ ਆਪਣੇ ਨਾਲ ਦਰਸ਼ਨ ਗੁਰਦਰਸ਼ਨ ਜੀ। ਹਾਂਜੀ ਭਾਜੀ, ਮੇਰਾ ਰੀਅਲ ਨਾਮ ਗੁਰਦਰਸ਼ਨ ਸਿੰਘ, ਪਿੰਡ ਸਭਰਾ, ਅੰਮ੍ਰਿਤਸਰ ਪੱਟੀ ਤਹਿਸੀਲ। ਆ ਭਾਜੀ ਨੇ ਜਿਹੜਾ ਸਵਾਲ ਕੀਤਾ ਨਾ ਨਿਊਯਾਰਕ ਤੋਂ, ਮੈਂ ਤਾਂ ਵਾਪਸ ਆਇਆ ਭਾਜੀ। ਮੈਂ 2 ਸਾਲ ਲਾ ਕੇ ਨਾ 2 ਸਾਲ ਰਾਹ ਲਾ ਕੇ, ਮੈਂ ਅੱਗੇ ਵੀ ਰੇਡੀਓ ਤੇ ਦੱਸਿਆ ਹੈ, ਇਕਵਾਡੋਰ ਪੀਰੂ 2 ਸਾਲ ਲਾ ਕੇ ਪਹੁੰਚਿਆ ਹਾਂ ਇੱਥੇ ਅਮਰੀਕਾ। ਬਾਰਡਰ ਕ੍ਰਾਸ ਕਰਕੇ ਪਹੁੰਚਿਆ ਹਾਂ, ਅੱਜ ਮੈਂ ਸਿਟੀਜ਼ਨ ਹਾਂ। ਪਰ ਇਹ ਜਿਸ ਤਰ੍ਹਾਂ ਭਾਈ ਨੇ ਇੱਕ ਸਵਾਲ ਕੀਤਾ ਨਾ ਵੀ ਖਣੀ ਟਰੰਪ ਚੱਲ ਜੂਗਾ ਦੂਜਾ, ਅਸੀਂ ਬਾਂਬੇ ਦੇ ਵਿੱਚ ਵੇਲੇ ਪਹੁੰਚੇ ਹਾਂ, ਰੇਡੀਓ ਤੇ ਸੁਣਦੇ ਹਾਂ ਬਾਂਬੇ ਦੇ ਵੇਲੇ ਸਭ ਤੋਂ ਜ਼ਿਆਦਾ ਡੈਪੂਟੇਸ਼ਨ ਹੋਈ ਆ। ਪਰ ਇਹਨਾਂ ਇਹ ਕਿੱਦਾਂ ਸੋਚਦੇ ਆ ਵੀ ਜੋਏ ਬਾਰਡਰ ਆ ਕੇ ਇਹਨਾਂ ਨੂੰ ਫਟਾਫਟ ਪੱਕਾ ਕਰ ਦੂ। ਭਾਜੀ ਇੱਥੋਂ ਦੇ ਕਾਨੂੰਨ ਜਦੋਂ ਦੇ ਕਹਿੰਦੇ ਆਏ ਆ, ਇੱਥੋਂ ਦੇ ਕਾਨੂੰਨ ਉਹਨਾਂ ਨੇ ਕਾਨੂੰਨ ਵੇਖਣੇ ਆ। ਜੋਏ ਬਾਰਡਰ ਨੇ ਆ ਕੇ ਇਹ ਨਹੀਂ ਕਹਤਾ ਵੀ ਮੈਂ 1 ਕਰੋੜ ਬੰਦਾ ਪੱਕਾ ਕਰਦਾ, ਸਵੇਰੇ ਹੀ ਕਰ ਦੇਣਾ ਉਹਨੇ, ਹਨਾ ਭਾਜੀ। ਮੈਂ ਤਾਂ ਵਾ ਇਹ ਕਹਿੰਦੇ ਸ਼ਰਾਬੀ ਨਹੀਂ ਭਾਜੀ, ਇਹ ਸਭ ਕੁਝ ਵੇਖ ਕੇ ਆ। 2 ਸਾਲ ਜੇਲਾਂ ਕੱਟ ਕੇ ਇਕਵਾਡੋਰ, ਫਿਰ ਅਮਰੀਕਾ ਕੱਟੀ, ਆ ਗਏ ਸੈਨ ਐਂਟੋਨੀਓ। ਭਾਜੀ ਪਲੀਜ਼ ਆਪਣੇ ਕੇਸ ਨੂੰ ਚੰਗੀ ਤਰ੍ਹਾਂ ਚੱਲੋ। ਜੇ ਮੈਂ ਵੋਟ ਪਾਈ ਟਰੰਪ ਨੂੰ, ਚਾਹੇ ਜੋ ਬਾਈਡਨ, ਮੇਰਾ ਜੋ ਬਾਈਡਨ ਜੀ। ਆਪਾਂ ਮੈਨੂੰ ਮੈਂ ਜਦੋਂ ਪਹਿਲਾਂ ਕਿਹਾ ਵੀ ਆਪਾਂ ਗੱਲ ਨੂੰ ਜ਼ਿਆਦਾ ਅੱਗੇ ਨਾ ਲੈ ਕੇ ਜਾਈਏ, ਨਾ ਹੀ ਇਹਨੂੰ ਪਰਸਨਲ ਲੈ ਕੇ ਜਾਈਏ। ਹਰ ਇੱਕ ਦੇ ਆਪੋ ਆਪਣੇ ਵਿਚਾਰ ਆ। ਸੋ ਆਪਾਂ ਉਸ ਗੱਲਬਾਤ ਨੂੰ, ਅਸੀਂ ਇਲੈਕਸ਼ਨ ਬਾਰੇ ਗੱਲਬਾਤ ਕਰ ਰਹੇ ਹਾਂ ਤੇ ਸਾਰਿਆਂ ਨੂੰ ਇਲੈਕਸ਼ਨ ਅਪਡੇਟ ਦੇ ਰਹੇ ਹਾਂ। ਸੋ ਆਪਾਂ ਉਹਨੂੰ ਕੰਟੀਨਿਊ ਰੱਖਦੇ ਹਾਂ। ਆਪਾਂ ਰਿਕੁਐਸਟ ਕਰਦੇ ਗਏ ਕਾਲਰ ਨੂੰ ਕਿ ਹਾਂਜੀ ਉਹ ਟੌਪਿਕ ਤੇ ਹੈ ਹੁਣ ਆਪਾਂ ਗੱਲਬਾਤ ਜੀ। ਕਰਦੇ ਹਰਮਨ ਸਿੰਘ ਜੁੜੇ ਨੇ ਜੀ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਨਾਮ ਹਰਮਨ ਸਿੰਘ ਹੈ ਤੇ ਮੈਂ ਸਨੌਜੇ ਤੋਂ ਬੋਲ ਰਿਹਾ ਜੀ। ਮੈਂ ਤੇ ਮੇਰੀ ਫੈਮਿਲੀ ਤੁਹਾਡਾ ਸ਼ੋਅ ਦੇਖ ਰਹੇ ਹਾਂ। ਥੈਂਕ ਯੂ ਤੁਹਾਡਾ ਵੈਰੀ ਮੱਚ, ਤੁਸੀਂ ਨੌਲੇਜ ਦਿੰਦੇ ਹੋ ਸਾਨੂੰ ਨਿਊਜ਼ ਬਾਰੇ। ਥੈਂਕ ਯੂ ਜੀ। ਥੈਂਕ ਯੂ ਹਰਮਨ, ਬਹੁਤ ਬਹੁਤ ਕਾਲ ਕਰਦੇ ਰਹੀ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਸੋ ਅੱਜ ਦੇ ਬੱਚੇ ਤੇ ਕੱਲ ਦੇ ਲੀਡਰ, ਇੱਥੋਂ ਇਨਫੋਰਮੇਸ਼ਨ ਲੈ ਕੇ ਤੇ ਇਹਨਾਂ ਅੱਗੇ ਵਧਣਾ ਵਾ। ਬਿਲਕੁਲ ਜੀ, ਬਿਲਕੁਲ ਇਨਕਰੇਜਿੰਗ ਟ੍ਰੈਂਡ ਆ। ਚੱਲਦੇ ਆਪਾਂ ਅਗਲੇ ਕਾਲਰ ਦੇ ਵੱਲ। ਜੀ ਸੰਤ ਸਿੰਘ ਜੀ ਢਿੱਲੋਂ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ। ਤੇ ਵੈਸੇ ਤਾਂ ਮੈਂ ਪਹਿਲਾਂ ਹੀ ਆਪਣੀ ਇੱਕ ਟਿੱਪਣੀ ਲਿਖਤੀ ਸੀ। ਬਹੁਤ ਤੁਸੀਂ ਵਧੀਆ ਨਿਰਪੱਖ ਪ੍ਰੋਗਰਾਮ ਦਿੰਦੇ ਆ, ਮੈਂ ਪਹਿਲਾਂ ਵੀ ਲਿਖਦਾ ਰਹਿਣਾ ਵੈਸੇ। ਥੈਂਕ ਯੂ ਜੀ। ਮੈਂ ਤੁਹਾਨੂੰ ਇੱਕ ਗੱਲ ਸਿਰਫ ਸਰੋਤੇ ਨੂੰ ਸੁਣਾਵਾਂਗਾ ਕਿ 2 ਮੀਆਂ ਬੀਬੀ ਜਾ ਰਹੇ ਸੀ ਕਿਸੇ ਪਿੰਡ ਵਿੱਚ ਨੂੰ, ਘੋੜੀ ਉਹਨਾਂ ਦੇ ਪਾਸ ਸੀਗੀ, ਉਹ ਦੋਵੇਂ ਤੁਰੇ ਜਾ ਰਹੇ ਸੀ। ਉੱਥੇ ਸੱਥ ਵਿੱਚ ਲੋਕ ਬੈਠੇ, ਕਹਿੰਦੇ ਦੇਖੋ ਘੋੜੀ ਇਹਨਾਂ ਦੇ ਕੋਲ ਆ ਪਰ ਦੋਵੇਂ ਬੰਦੇ ਤੁਰੇ ਜਾ ਰਹੇ ਨੇ ਜੀ। ਫਿਰ ਉਹ ਦੋਵੇਂ ਘੋੜੀ ਤੇ ਬੈਠ ਗਏ। ਅਗਲੇ ਬੰਦੇ ਕਹਿੰਦੇ ਦੇਖੋ ਘੋੜੀ ਮਾਰਨੀ ਇਹਨਾਂ ਨੇ, ਦੋਵੇਂ ਬੰਦੇ ਘੋੜੀ ਤੇ ਬੈਠੇ ਨੇ। ਫਿਰ ਮੀਆਂ ਬੀਬੀ ਵਿੱਚੋਂ ਇੱਕ ਉਤਰ ਕੇ ਉਹਨੇ ਬੀਬੀ ਉਠਾਲਤੀ, ਕਹਿੰਦੇ ਦੇਖੋ ਆਪ ਤੁਰਿਆ ਜਾਂਦਾ, ਬੀਬੀ ਘੋੜੀ ਤੇ ਬੈਠੀ ਆ। ਫਿਰ ਉਹ ਆਪ ਬੈਠ ਗਿਆ ਤੇ ਬੀਬੀ ਨੇ ਹੇਠਾਂ ਉਤਾਰਤੀ ਤੇ ਕਹਿੰਦੇ ਦੇਖੋ ਬੀਬੀ ਤੁਰੀ ਜਾਂਦੀ ਹੈ ਤੇ ਆਪ ਘੋੜੀ ਤੇ ਬੈਠਾ। ਸੋ ਇਹਨਾਂ ਲੋਕਾਂ ਨੇ ਤਾਂ ਗੱਲਾਂ ਕਰੀ ਜਾਣੀਆਂ ਜੀ ਵੀ ਤੁਸੀਂ ਏਦਾਂ ਕਰਦੇ ਹੋ, ਏਦਾਂ ਕਰਦੇ ਹੋ। ਤੁਸੀਂ ਆਪਣਾ ਜੋ ਨਿਰਪੱਖ ਤੁਹਾਡੀ ਸੋਚ ਆ ਉਹ ਬਹੁਤ ਵਧੀਆ, ਸਾਰੇ ਲੋਕ ਤੁਹਾਨੂੰ ਪ੍ਰੇਜ਼ ਕਰਦੇ ਆ। ਇਸੇ ਤਰ੍ਹਾਂ ਚੱਲਦੇ ਰਹੋ। ਮਿਹਰਬਾਨੀ ਜੀ ਸੰਤ ਜੀ, ਮਿਹਰਬਾਨੀ, ਸ਼ੁਕਰੀਆ, ਧੰਨਵਾਦ। ਸਤਿ ਸ਼੍ਰੀ ਅਕਾਲ। ਬਹੁਤ ਮਿਹਰਬਾਨੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ ਜੀ ਕਰਨੈਲ ਸਿੰਘ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਲੋਂ ਤਿੰਨਾਂ ਚੌਹਾਂ ਆਪਣੇ ਭਤੀਜਿਆਂ ਨੂੰ ਸਤਿ ਸ੍ਰੀ ਅਕਾਲ। ਬਹੁਤ ਸੋਹਣਾ ਤੁਸੀਂ ਪ੍ਰੋਗਰਾਮ ਦਿੰਦੇ ਆ, ਏਦਾਂ ਦਿੰਦੇ ਰਹੋ। ਸ਼ੁਕਰੀਆ, ਬਹੁਤ ਬਹੁਤ ਤੁਹਾਡਾ ਧੰਨਵਾਦ ਕੀਤਾ ਜਾਂਦਾ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ। ਬਹੁਤ ਬਹੁਤ ਸ਼ੁਕਰੀਆ ਜੀ ਹੌਸਲਾ ਅਫਜ਼ਾਈ ਲਈ। ਜਿਹੜੇ ਆਪਣੇ ਅਗਲੇ ਜਿਹੜੇ ਕਾਲਰ ਨੇ ਹਰਜਿੰਦਰ ਸੰਧਾਵਾਲੀਆ।
ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ, ਤੁਹਾਡਾ ਟਾਈਮ ਮੈਂ ਲੈ ਰਿਹਾ। ਇੱਕ ਤੇ ਪ੍ਰੋਗਰਾਮ ਦੀ ਤੁਹਾਡੀ ਐਪਰੀਸ਼ੀਏਟ ਕਰਦੇ ਹਾਂ, ਤੁਸੀਂ ਅਵੇਅਰਨੈਸ ਦੇ ਰਹੇ ਹੋ ਇੰਨੀ ਲੇਟ ਆਵਰਸ 'ਚ। ਇਹ ਆਪਣੀ ਨਵੀਂ ਜਨਰੇਸ਼ਨ ਨੂੰ ਥੋੜਾ ਇੱਕ ਮੈਸੇਜ ਭੇਜੋ ਕਿ ਉਹ ਜ਼ਰੂਰ ਸੁਣਨ, ਕਿਉਂਕਿ ਉਹਨਾਂ ਦੀ ਪਾਰਟੀਸਪੇਸ਼ਨ ਹੋਣੀ। ਆਪਾਂ ਆਈ ਐਮ ਟੂ ਲੇਟ ਟੂ ਜੁਆਇਨ ਦਿਸ ਡਰਟੀ ਪੋਲਿਟਿਕਸ ਕਹਿੰਦੇ ਹੁੰਦੇ ਆ, ਪਰ ਇੱਥੇ ਨਹੀਂ ਉਹ ਡਰਟੀ ਪੋਲਿਟਿਕਸ ਦਾ ਇਸ਼ੂ। ਤੇ ਕਹਿਣ ਦਾ ਮਤਲਬ ਵੀ ਨਵੀਂ ਜਨਰੇਸ਼ਨ ਨੂੰ ਜ਼ਰੂਰ ਜੋੜੋ। ਆਪਣੀ ਪ੍ਰੈਜੈਂਟੇਸ਼ਨ ਜ਼ਰੂਰ ਹੋਣੀ ਚਾਹੀਦੀ, ਆਪਣੇ ਹੋਣੇ ਚਾਹੀਦੇ ਬੰਦੇ ਸਟੇਟ ਵਾਈਜ਼, ਕਾਉਂਟੀ ਵਾਈਜ਼, ਨੈਸ਼ਨ ਵਾਈਜ਼। ਇੱਕ ਤੇ ਇਹ ਮੈਸੇਜ ਤੁਹਾਡੇ ਥਰੂ ਮੈਂ ਭੇਜਣਾ ਚਾਹੁੰਦਾ। ਤੇ ਦੂਸਰੀ ਮੈਂ ਇੱਕ ਕਹਿ ਰਿਹਾ ਸੀ ਵੀ ਉਹ ਸੈਨੇਟ ਦੀ ਵੀ ਟਾਈ ਹੋ ਗਈ ਹੈ ਦੋਨਾਂ ਦੀ, ਬਲੂ ਐਂਡ ਰੈੱਡ ਦੀ। ਉਹਦੇ ਤੇ ਵੀ ਥੋੜਾ ਜਿਹਾ ਜ਼ਰੂਰ ਦੱਸਦੇ ਹਾਂ, ਇਨਫੋਰਮੇਸ਼ਨ ਹੈਗੀ ਤੇ ਪਲੀਜ਼ ਸ਼ੇਅਰ ਕਰੋ ਮੇਰੇ ਰਿਕੁਐਸਟ ਹੈ ਤੁਹਾਨੂੰ। ਜੀ ਥੈਂਕ ਯੂ ਜੀ। ਰਾਜਕਰਨ ਜੀ ਤੁਸੀਂ ਸੈਨੇਟ ਦੀ ਇਨਫੋਰਮੇਸ਼ਨ ਸ਼ੇਅਰ ਕਰੋ, ਪਰ ਨਾਲ ਦੇ ਨਾਲ ਮੇਰਾ ਇਹ ਕੀ ਹੈ ਕਹਿੰਦੇ ਕਿ ਮੈਂ ਬੋਲਦਾ ਕੋਈ ਵੀ ਫੁੱਟਪ੍ਰਿੰਟ ਦੁਨੀਆ 'ਚ ਇਦਾਂ ਦਾ ਨਹੀਂ ਹੁੰਦਾ ਜਿਹੜਾ ਆਪਣੀ ਪੈੜ ਨਾ ਛੱਡੇ, ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ। ਸੋ ਕੋਈ ਵੀ ਐਫਰਟ ਕੀਤਾ ਹੋਇਆ ਬਿਰਥਾ ਨਹੀਂ ਜਾਂਦਾ। ਤੁਸੀਂ ਕਦੇ ਨਹੀਂ ਸੋਚਣਾ ਚਾਹੀਦਾ ਕਿ ਐਮ ਟੂ ਓਲਡ ਜਾਂ ਮੈਂ ਇਹ ਕੰਮ ਨਹੀਂ ਕਰ ਸਕਦਾ। ਸੋ ਸੈਨੇਟ ਦੀ ਜਿਹੜੀ ਰੇਸ ਦੀ ਗੱਲ ਕੀਤੀ ਆ ਰਾਜਕਰਨ ਵੀਰ ਜੀ, ਉਹ ਕੀ ਚੱਲ ਰਿਹਾ ਸੈਨੇਟ ਦੇ ਵਿੱਚ? ਜੀ ਸੈਨੇਟ ਦੀ ਰੇਸ ਦੇ ਵੱਲ ਵੀ ਵੱਧਦੇ ਆਪਾਂ। ਜਿਹੜੇ ਕੁਝ ਕਾਲਰਸ ਆਪਣੇ ਨਾਲ ਜੁੜੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ, ਤੇ ਫਿਰ ਆਪਾਂ ਪ੍ਰੋਪੋਜੀਸ਼ਨ ਤੇ ਸੈਨੇਟਸ ਦੋਨਾਂ ਦੀ ਜਾਣਕਾਰੀ ਦਿੰਦੇ ਹਾਂ। ਗੁਰਬਚਨ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨ ਵੀਰ ਜੀ ਤੇ ਨਾਲ ਬੈਠੇ ਜਗਮੋਹਨ, ਹਰਜੋਤ ਖਾਲਸਾ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਮੈਂ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਜੀ। ਜਦ ਤੋਂ ਆਏ ਆ ਅਸੀਂ ਤਾਂ ਫਿਰ ਥੋੜੇ ਜਿਹੇ ਨਵੇਂ ਹੀ ਆ, 4 ਸਾਲ ਤੋਂ ਆਏ ਆ। ਤੇ ਜਿੰਨੀ ਕੁ ਨੌਲੇਜ ਆ ਤੁਹਾਡੇ ਪ੍ਰੋਗਰਾਮ ਸੁਣ ਕੇ ਅਸੀਂ ਇਕੱਠੀ ਕਰ ਲਈ। ਮੈਂ ਕਹਿੰਦਾ ਜਿਹੜਾ 15 ਸਾਲ ਪੁਰਾਣਾ ਆਇਆ ਉਹਨੂੰ ਵੀ ਇੰਨੀ ਨੌਲੇਜ ਹੈ ਨਹੀਂ। ਮੇਰੀ ਗੱਲਬਾਤ ਹੁੰਦੀ ਆ ਪੁਰਾਣੇ ਆਏ ਬੰਦਿਆਂ ਨਾਲ, ਉਹਨਾਂ ਨੂੰ ਬਹੁਤ ਗੱਲਾਂ ਦਾ ਨਹੀਂ ਪਤਾ। ਇਸ ਕਰਕੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਜਿਹੜੇ ਪੰਜਾਬੀ ਰੇਡੀਓ ਨਹੀਂ ਸੁਣਦੇ, ਮੈਂ ਤਾਂ ਬਹੁਤ ਬੰਦਿਆਂ ਨੂੰ ਲਾਇਆ ਜੀ ਸੁਣਨ। ਇੰਡੀਆ ਵੀ ਲਾਤੇ ਬੰਦੇ ਸੁਣ। ਪੰਜਾਬੀ ਰੇਡੀਓ ਸੁਣੋ ਵੱਧ ਤੋਂ ਵੱਧ ਤੇ ਨੌਲੇਜ ਲਓ, ਤੇ ਨਾਲੇ ਇਹਨਾਂ ਨੂੰ ਸਪਾਂਸਰ ਕਰੋ। ਤੇ ਸਪਾਂਸਰ ਦੀ ਬਹੁਤ ਜ਼ਿਆਦਾ ਲੋੜ ਆ ਕੋਈ ਵੀ ਪ੍ਰੋਗਰਾਮ ਚਲਾਉਣਾ। ਬਸ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ ਜੀ, ਸ਼ੁਕਰੀਆ ਜੀ। ਜੀ ਸੋ ਆਪਾਂ ਜਿਹੜੇ ਜਗਮੋਹਨ ਜੀ ਤੇ ਕੰਗ ਸਾਹਿਬ ਵੀ ਆਪਾਂ ਜਿਹੜੀਆਂ ਕੁਝ ਸੈਨੇਟ ਦੇ ਬਾਰੇ ਵੀ ਜਾਣਕਾਰੀਆਂ ਜੇ ਦਿੰਦੇ ਜਾਈਏ ਕਿੱਧਰ ਕੀ ਜਿਹੜਾ ਉਹ ਭੁਗਤਦਾ ਪਿਆ। ਜੀ ਜਗਮੋਹਨ। ਇੱਕ ਕਾਲਰ ਆਪਣੇ ਨਾਲ ਕਾਫੀ ਸਮੇਂ ਤੋਂ ਹੋਏ ਨੇ, ਉਹਨਾਂ ਨੂੰ ਆਪਾਂ ਲੈਣੇ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਆ 2 ਗੱਲਾਂ ਕਰਨੀਆਂ ਸੀ। ਇੱਕ ਤੁਹਾਡੇ ਆਪਣੇ ਪਹਿਲੇ ਕਾਲਰ ਆਏ ਸੀ। ਦੇਖੋ ਤੁਸੀਂ ਨਾ ਹਰੇਕ ਦੀ ਗੱਲ ਸੁਣਿਆ ਕਰੋ ਮੇਰੇ ਵੀਰ, ਠੀਕ ਹੈ। ਏਦਾਂ ਹੱਸ ਕੇ ਉਹਨਾਂ ਨੂੰ ਜਵਾਬ ਦੇਣਾ ਜੇ ਉਹਨਾਂ ਨੇ ਤੁਹਾਨੂੰ ਡੈਮੋਕ੍ਰੈਟਿਕ ਹੈ, ਤੁਹਾਡਾ ਰੋਂਗ। ਤੁਹਾਡਾ ਰੇਡੀਓ ਮੈਂ ਵੀ ਸੁਣਦਾ, ਘੱਟੋ ਘੱਟ 3-4 ਸਾਲ ਤੋਂ ਸੁਣਦਾ। ਤੇ ਜਿਹੜੇ ਬੰਦੇ ਨੇ ਕਾਲ ਕੀਤੀ ਸ਼ਾਇਦ ਉਹ ਵੀ ਚਿਰ ਬਾਅਦ ਸੁਣਦਾ ਹੋਵੇ, ਠੀਕ ਹੈ ਜੀ। ਮਿਸਟੇਕ ਸਾਰਿਆਂ ਕੋਲ ਹੁੰਦੀ। ਆਪਾਂ ਤਾਂ ਬਲਤੇਜ ਪੰਨੂ ਵਰਗੇ, ਤੁਸੀਂ ਕਹਿੰਦੇ ਸੀ ਅੰਮ੍ਰਿਤਸਰ ਤੋਂ ਆ, ਬਾਰ-ਬਾਰ ਮੈਂ ਵੀ ਅੰਮ੍ਰਿਤਸਰ ਤੋਂ ਆ। ਬਲਤੇਜ ਪੰਨੂ ਵਰਗੇ ਨੂੰ ਆਪਾਂ ਸੱਦ ਕੇ ਸਰੂਪੇ ਦਿੱਤੇ ਆ, ਰੇਪਸ ਦੇ ਚਾਰਜ ਆ ਉੱਤੇ, ਕਾਮਰੇਡ ਬੰਦਾ, ਠੀਕ ਹੈ ਜੀ। ਸੋ ਮਿਸਟੇਕ ਆਪਣੀਆਂ। ਜਿਹੜਾ ਦੂਸਰਾ ਆਪਣਾ ਮਿੰਟੂ ਗੁਰਸਰੀਆ, ਉਹ ਚੇਲਾ ਉਹਦਾ। ਕਪਲਪ੍ਰੀਤ ਵਰਗੇ ਵੀ ਧੱਕੇ ਖਾਈ ਰਹੇ ਆ। ਤੁਸੀਂ ਵੀ ਨਾ ਮਾੜਾ ਮੋਟਾ ਵੀ ਸੋਚਿਆ ਕਰੋ। ਜਿਹੜਾ ਜੀ ਇਹ ਆਪਣਾ ਇਸ਼ੂ ਚੱਲ ਰਿਹਾ ਸੀਗਾ ਉਸ ਦੇ ਵਿੱਚ ਬਿਲਕੁਲ ਅਸੀਂ ਤਾਂ ਪਹਿਲਾਂ ਹੀ ਉਸ ਦੇ ਉੱਤੇ ਗੱਲਬਾਤ ਇਹੀ ਕਹੀ ਸੀਗੀ ਕਿ ਹਰੇਕ ਦੇ ਵਿਚਾਰ ਆਪੋ ਆਪਣੇ ਹੁੰਦੇ। ਅਸੀਂ ਮੀਡੀਆ ਹਾਊਸ ਦੇ ਤੌਰ ਦੇ ਉੱਤੇ ਹਮੇਸ਼ਾ ਜਿਹੜੀ ਜੀ ਆਪਣੀ ਖਬਰ ਕਰਦੇ ਹਾਂ। ਅੱਜ ਜਿਵੇਂ ਕਿ ਇਲੈਕਸ਼ਨ ਦੇ ਰਿਜ਼ਲਟ ਆ ਰਹੇ ਨੇ, ਉਸ ਤੇ ਚੱਲ ਰਹੇ ਨੇ ਫੈਕਟ ਦੇ ਆਧਾਰ ਦੇ ਉੱਤੇ ਨਿਊਟਰਲ। ਇਹ ਤਾਂ ਜਿਹੜੇ ਚਾਰਜ ਦੀ ਗੱਲ ਕਰਦੇ ਹੁਣ ਤਾਂ ਰਾਸ਼ਟਰਪਤੀ ਟਰੰਪ ਦੇ ਉੱਤੇ ਕਿੱਦਾਂ ਦੇ ਚਾਰਜਿਸ ਜਿਹੜੇ ਆ ਕਈ ਤਰੀਕੇ ਦੇ ਜਿਹੜੇ ਉਹਨਾਂ ਦੇ ਉੱਤੇ ਜਿਹੜੇ ਚੱਲਦੇ ਆ, ਲੱਗੀ ਆ ਰਹੇ ਆ। ਜਿੰਨੀ ਦੇਰ ਤੱਕ ਜੇ ਕਿਸੇ ਨੂੰ ਕੋਈ ਦੋਸ਼ੀ ਨਹੀਂ ਦਿੰਦਾ ਤਾਂ ਚਾਰਜ ਤੇ ਤੁਹਾਡੇ ਤੇ ਵੀ ਹੋ ਸਕਦਾ, ਮੇਰੇ ਤੇ ਵੀ ਕੋਈ ਵੀ ਹੋ ਸਕਦਾ। ਜੇ ਕੋਈ ਦੋਸ਼ੀ ਨਹੀਂ ਆ ਤੇ ਉਨੀ ਦੇਰ ਤੱਕ ਨਹੀਂ ਨਾ ਤੁਸੀਂ ਕਿਸੇ ਨੂੰ ਜਿਹੜਾ ਉਹ ਚੀਜ਼ ਕਹਿ ਸਕਦੇ ਹੈਗੇ। ਆਪਾਂ ਕਿਸੇ ਨੂੰ ਵੀ ਕਿਤੇ ਵੀ ਆਪਾਂ ਨੂੰ ਤਾਂ ਖਬਰਾਂ ਦੇ ਨਾਲ ਜਿਹੜਾ ਮਤਲਬ ਆ ਕੌਣ ਕਿੱਥੇ ਕੀ ਹੋ ਰਿਹਾ, ਆਪਾਂ ਤੁਹਾਡੇ ਨਾਲ ਉਹ ਜਾਣਕਾਰੀਆਂ ਜਿਹੜੀਆਂ ਸਾਂਝੀ ਕਰਦੇ ਆ। ਮੈਂ ਨਿੱਜੀ ਤੌਰ ਦੇ ਉੱਤੇ ਡੈਮੋਕ੍ਰੇਟ ਆ, ਰਿਪਬਲਿਕਨ ਆ, ਇੰਡੀਪੈਂਡੈਂਟ ਆ, ਕੌਣ ਆ, ਇਹਦੇ ਨਾਲ ਕੋਈ ਮਕਸਦ ਜਿਹੜਾ ਮਤਲਬ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਵੀ। ਜੀ ਆਪਣੇ ਇਹ ਛੱਡੋ ਜੀ ਇਸ ਗੱਲ ਨੂੰ, ਆਪਾਂ ਅੱਗੇ ਵਧੋ। ਅਗਲੇ ਜਿਹੜੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਆ। ਬਲਜਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਸੁਣਨ ਵਾਲਿਆਂ ਨੂੰ। ਸਤਿ ਸ਼੍ਰੀ ਅਕਾਲ। ਮੈਂ ਵੀਰ ਜੀ ਕਹਿੰਦਾ ਜਿਹੜੀ ਆਪਣੇ ਲੋਕਲ ਪ੍ਰੋਪੋਜੀਸ਼ਨਸ ਹੈਗੇ ਸਾਨੂੰ ਉਹਨਾਂ ਬਾਰੇ ਕੋਈ ਅਪਡੇਟ ਹੋਏ। ਮੈਂ ਜਿਵੇਂ ਨਿਊ ਜਰਸੀ ਤੋਂ ਆ ਤੇ ਇੱਥੇ ਪ੍ਰੋਪੋਜੀਸ਼ਨ ਹੈਗੀ ਸੀ ਮੈਰੀਜੁਆਨਾ ਲੀਗਲਾਈਜ਼ ਕਰਨ ਦੀ, ਤੇ ਉਹਨਾਂ ਨੇ ਅਪਰੂਵ ਕਰ ਦਿੱਤੀ ਹੈਗੀ ਅੱਜ ਦੀ ਪ੍ਰੋਪੋਜੀਸ਼ਨ ਵੋਟਰਸ ਨੇ।
ਠੀਕ ਹੈ ਜੀ। ਤੇ ਕੈਲੀਫੋਰਨੀਆ ਦੀ ਵੀ ਤੁਸੀਂ ਅਪਡੇਟ ਕਰੋਗੇ ਜ਼ਰੂਰ ਸਾਨੂੰ, ਜਿਵੇਂ ਦੱਸਾਂਗੇ ਕਿ ਜੀ, ਉੱਪਰ ਦੇ ਬਿਲਕੁਲ ਨਾਲ ਹੀ ਬਿਲकुल ਬਿਲकुल ਜੀ ਬਿਲकुल। ਹੁਣ ਉਹੀ ਕਰ ਬਿਲਕੁਲ ਜੀ। next ਇਸ ਉਹੀ ਕੰਮ ਸਮੇਂ ਆਪਾਂ ਹੁਣ ਜਿਹੜੀ ਜੇ ਆਪਣੇ ਸਰੋਤਿਆਂ ਦੀ ਕਾਲ ਇੱਕ ਵਾਰੀ ਹੋਲਡ ਤੇ ਪਾਉਣੇ ਆ ਜੀ, ਤੇ ਜੀ ਬਿਲਕੁਲ ਪ੍ਰੋਪੋਜੀਸ਼ਨ ਦੇ ਬਾਰੇ ਗੱਲਬਾਤ ਕਰਦੇ ਹਾਂ। ਜੀ ਬਿਲਕੁਲ। ਸੋ ਪ੍ਰੋਪੋਜੀਸ਼ਨਸ ਦੇ ਵੱਲ ਨੂੰ ਜਿਹੜਾ ਆਪਾਂ ਵੱਧਦੇ ਜਾਈਏ ਤੇ ਕੀ ਜਿਹੜੀ ਸਥਿਤੀ ਬਣੀ ਪਈ ਆ। ਸੋ ਕੈਲੀਫੋਰਨੀਆ ਦੇ ਵਿੱਚ ਪੂਰੀਆਂ 1 ਦਰਜਨ ਪ੍ਰੋਪੋਜੀਸ਼ਨਸ ਇਸ ਵਾਰ ਸੀਗੀਆਂ, 14 ਤੋਂ ਲੈ ਕੇ ਤੇ 25 ਤੱਕ ਜਿਹੜੀਆਂ ਪ੍ਰੋਪੋਜੀਸ਼ਨ ਸੀਗੀਆਂ। ਸੋ ਜਿਹੜੀ 14 ਵਾਲੀ ਪ੍ਰੋਪੋਜੀਸ਼ਨ ਸੀਗੀ ਜਗਮੋਹਨ ਹਰਵਿੰਦਰ, ਇਹ ਸੀਗੀ ਸਟੈਮ ਸੈੱਲ ਰਿਸਰਚ ਦੇ ਲਈ $5.5 ਬਿਲੀਅਨ ਦੇ ਜਿਹੜੇ ਸਟੇਟ ਬੌਂਡ ਆ ਉਹਨਾਂ ਦੇ ਲਈ। ਸੋ ਰਾਈਟ ਨਾਓ 65% ਜਿਹੜੀ ਆ ਰਿਪੋਰਟਿੰਗ ਤੋਂ ਬਾਅਦ ਦੇ ਵਿੱਚ ਇਹ ਦੱਸਿਆ ਜਾ ਰਿਹਾ ਵੀ 51.6% ਲੋਕਾਂ ਨੇ ਤਕਰੀਬਨ 5.4 ਮਿਲੀਅਨ ਲੋਕਾਂ ਨੇ ਇਸ ਦੇ ਹੱਕ ਦੇ ਵਿੱਚ ਆਖਿਆ ਆ ਵੀ ਹਾਂ ਜਿਹੜੀ ਸਟੈਮ ਸੈੱਲ ਰਿਸਰਚ ਆ ਉਸ ਨੂੰ ਚਾਲੂ ਰਹਿਣ ਦੇਣਾ ਚਾਹੀਦਾ ਆ ਤੇ $5.5 ਬਿਲੀਅਨ ਦੇ ਜਿਹੜੇ ਬੌਂਡ ਆ ਉਹ ਇਹਨਾਂ ਨੂੰ ਜਾਰੀ ਕਰ ਦੇਣੇ ਚਾਹੀਦੇ ਆ ਤਾਂ ਜੋ ਇਹ ਰਿਸਰਚ ਜਿਹੜੀ ਅੱਗੇ ਚੱਲਦੀ ਰਹੇ। ਪਰ ਅਜੇ ਇਹ ਵੀ ਦੱਸਦੇ ਜਾਈਏ 35% ਕਾਊਂਟਿੰਗ ਜਿਹੜੀ ਉਹ ਬਾਕੀ ਹੈਗੀ ਆ। ਇਹ ਚੇਂਜ ਵੀ ਜਿਹੜੀ ਆ ਹੋ ਸਕਦੀ ਆ, ਪਰ ਘੱਟ ਜਿਹੜੇ ਸ਼ਾਇਦ ਚਾਂਸ ਜਿਹੜੇ ਹੋਣ ਵੀ ਅੱਗੇ ਜਿਹੜਾ ਇੱਧਰ ਕੀ ਬਣਨਾ ਹੈਗਾ ਆ। ਤੇ ਇਹ ਜਿਹੜੀ ਪ੍ਰੋਪੋਜੀਸ਼ਨ 15 ਸੀਗੀ, ਇਹ ਬਹੁਤ ਅਹਿਮ ਸੀਗੀ ਬਹੁਤ ਸਾਰੇ ਲੋਕਾਂ ਦੇ ਲਈ। ਪ੍ਰੋਪਰਟੀ ਟੈਕਸ ਨੂੰ ਲੈ ਕੇ ਵੀ ਜਿਹੜੀ ਟੈਕਸ ਕਰਨੀਆਂ ਆ, ਟੈਕਸ ਵਧਾਉਣੇ ਨੇ ਬੇਸਿਕਲੀ ਉਹਨਾਂ ਪ੍ਰੋਪਰਟੀਜ਼ ਦੇ ਉੱਤੇ ਜਿਹੜੀਆਂ ਕਮਰਸ਼ੀਅਲ ਪ੍ਰੋਪਰਟੀਜ਼ ਆ, ਤਾਂ ਜੋ ਲੋਕਲ ਗਵਰਨਮੈਂਟ ਤੇ ਸਕੂਲਸ ਨੂੰ ਫੰਡਿੰਗ ਜਿਹੜੀ ਹੋਵੇ। ਇਸ ਦੇ ਉੱਤੇ ਰਾਈਟ ਨਾਓ ਲੋਕਾਂ ਨੇ ਨਾ ਕੀਤੀ, ਪਰ ਇਹ ਬਹੁਤ ਕਲੋਜ਼ ਹੈਗੀ ਆ। ਇਹ ਵੀ 65% ਰਿਪੋਰਟਿੰਗ ਦੇ ਵਿੱਚ 5.4 ਮਿਲੀਅਨ ਲੋਕਾਂ ਨੇ ਕਿਹਾ ਵੀ ਨਹੀਂ, ਪ੍ਰੋਪਰਟੀ ਟੈਕਸ ਇਹਨਾਂ ਦੇ ਜਿਹੜੇ ਨਹੀਂ ਵਧਾਉਣੇ ਚਾਹੀਦੇ, ਤੇ 5.2 ਮਿਲੀਅਨ 49% ਲੋਕ ਕਹਿੰਦੇ ਆ ਵੀ ਨਹੀਂ, ਪ੍ਰੋਪਰਟੀ ਟੈਕਸ ਜਿਹੜੇ ਉਹ ਵਧਣੇ ਚਾਹੀਦੇ ਆ। ਸੋ ਇਹ ਬਹੁਤ ਜ਼ਿਆਦਾ ਰਾਈਟ ਨਾਓ ਕਲੋਜ਼ ਜਿਹੜੀ ਉਹ ਚੱਲ ਰਹੀ ਹੈਗੀ ਆ। 35% ਅਜੇ ਇਸ ਦੇ ਵਿੱਚ ਜਿਹੜੀ ਵੋਟ ਆ ਉਹ ਕਾਊਂਟ ਹੋਣੀ ਬਾਕੀ ਹੈਗੀ ਆ ਜੀ। ਜੀ ਤੇ ਨਾਲ ਦੀ ਨਾਲ ਲਾਗਲੀ ਸਟੇਟ ਸਾਡੀ ਔਰੇਗਨ, ਉਹਦੇ ਵੀ ਕੁਝ ਪ੍ਰੋਪੋਜੀਸ਼ਨਸ ਦੀ ਗੱਲ ਕਰਦੇ ਉਹਨਾਂ 'ਚ ਸਭ ਤੋਂ ਇੰਪੋਰਟੈਂਟ ਸੀ ਕਿ ਕੈਂਪੇਨ ਫਾਈਨੈਂਸ, ਕਿਉਂਕਿ ਡੈਮੋਕ੍ਰੇਟ ਕੰਟਰੋਲ ਸਟੇਟ ਆ ਤੇ ਡੈਮੋਕ੍ਰੇਟਸ ਦਾ ਥੋੜਾ ਔਰੇਗਨ ਦੇ ਖਾਸ ਤੌਰ ਤੇ ਉਹਨਾਂ ਦਾ ਇਹ ਲੈਣਾ ਦੇਣਾ ਕਿ ਕਾਫੀ ਜਿਹੜਾ ਪੈਸਾ ਵਾ ਉਹ ਪੋਲਿਟਿਕਸ ਦੇ ਵਿੱਚ ਆ ਰਿਹਾ। ਸੋ ਉਹ ਲੈ ਕੇ ਆਏ ਸੀ ਮੈਜਰ 107। ਉਹਦਾ ਮਤਲਬ ਸੀ ਕਿ ਅਮੈਂਡ ਕੈਂਪੇਨ ਫਾਈਨੈਂਸ ਦੇ ਵਿੱਚ ਕਿੰਨਾ ਪੈਸਾ ਲੱਗਣਾ ਕਿੰਨਾ ਨਹੀਂ ਲੱਗਣਾ ਉਹਨੂੰ ਲਿਮਿਟ ਕਰਨ ਦੇ ਲਈ। ਤੇ ਉਹ ਕਾਫੀ ਓਵਰਵੈਲਮਿੰਗਲੀ ਜਿਹਦਾ ਰਿਸਪੌਂਸ ਯੈਸ, ਤਕਰੀਬਨ 79-80% ਜਿਹੜੇ ਆ ਲੋਕ 77% ਰਿਪੋਰਟਿੰਗ ਤੇ ਉਹਨੂੰ ਯੈਸ ਕਰ ਰਹੇ ਆ। ਦੂਸਰਾ ਟਬੈਕੋ ਤੇ ਨਿਕੋਟੀਨ ਦੇ ਉੱਤੇ ਟੈਕਸ ਲਾਉਣਾ, ਉਹਦੀ ਵੀ ਆਲਮੋਸਟ ਕਹਿ ਲਓ ਕਿ 67% ਲੋਕਾਂ ਨੇ ਉਹਦੇ ਉੱਤੇ ਹਾਂ ਕੀਤੀ ਆ ਜੀ। ਸੋ ਆਪਣੀਆਂ ਜਿਹੜੀਆਂ ਹੋਰ ਵੀ ਪ੍ਰੋਪੋਜੀਸ਼ਨਸ ਅਜੇ ਹਰਵਿੰਦਰ ਜਿਹੜੀਆਂ ਪਈਆਂ ਆਪਾਂ ਉਸ ਦੇ ਬਾਰੇ ਵੀ ਜਿਹੜੀ ਆਪਣੇ ਸਰੋਤਿਆਂ ਨੂੰ ਜ਼ਰੂਰ ਜਾਣਕਾਰੀ ਦਿੰਦੇ ਜਾਵਾਂਗੇ ਜੀ। ਹਰਵਿੰਦਰ, ਤੁਸੀਂ ਕਿਹੜੀ ਗੱਲ ਕਰ ਰਹੇ ਸੀਗੇ? ਜੀ ਮੈਂ ਪ੍ਰੋਪੋਜੀਸ਼ਨ ਦੀਆਂ ਹੀ ਇਹਦੇ ਵਿੱਚ ਗੱਲਾਂ ਬਾਤਾਂ ਕਰ ਰਿਹਾ ਸੀ ਤੇ ਨਿਊ ਜਰਸੀ ਦੇ ਵਿੱਚ ਉਹਨਾਂ ਦੱਸਿਆ ਕਿ ਮੈਰੀਜੁਆਨਾ ਲੀਗਲ। ਸੋ ਇਸ ਵਾਰੀ ਦੇ ਐਕਸਪੈਕਟ ਕੀਤਾ ਜਾ ਰਿਹਾ ਸੀ ਕਿ ਪਿਛਲੀ ਇਲੈਕਸ਼ਨ ਦੇ ਵਿੱਚ ਲਗਾਤਾਰ ਪਿਛਲੀ 3-4 ਇਲੈਕਸ਼ਨਸ ਤੋਂ ਅਸੀਂ ਦੇਖ ਰਹੇ ਹਾਂ ਕਿ ਮੈਰੀਜੁਆਨਾ ਨੂੰ ਲੀਗਲ ਕਰਨ ਦੇ ਜਿਹੜੇ ਵੱਖ-ਵੱਖ ਸਟੇਟਾਂ ਨੇ ਉਹਨਾਂ ਨੂੰ ਕੀਤਾ। ਕੈਲੀਫੋਰਨੀਆ ਹੋ ਗਿਆ ਸੀ ਪਹਿਲਾਂ, ਵਾਸ਼ਿੰਗਟਨ ਸਟੇਟ, ਕੋਲੋਰਾਡੋ ਨੇ ਕੀਤਾ ਸੀ, ਹੁਣ ਉਹ ਕਾਫੀ ਹੋਰ ਸਟੇਟਸ ਵੀ ਉਹਨਾਂ ਦੇ ਨਾਲ ਜੁੜਦੀਆਂ ਜਾ ਰਹੀਆਂ। ਕਿਉਂਕਿ ਇਹਦਾ ਇੱਕ ਇਕੱਲਾ ਮੈਰੀਜੁਆਨਾ ਦੀ ਗੱਲ ਨਹੀਂ ਆ। ਜਦੋਂ ਇਹ ਲੀਗਲ ਹੋ ਜਾਂਦੀ ਆ, ਮੈਰੀਜੁਆਨਾ ਦੇ ਬੇਸ ਦੇ ਉੱਤੇ ਕਈ ਤਰ੍ਹਾਂ ਦੇ ਲੋਕਾਂ ਦੇ ਜਿਹੜੇ ਚਾਰਜਸ ਲੱਗੇ ਹੁੰਦੇ ਆ, ਖਾਸ ਤੌਰ ਤੇ ਮਾਈਨੋਰਿਟੀ ਕਮਿਊਨਿਟੀਜ਼, ਬਲੈਕ ਕਮਿਊਨਿਟੀ ਦੇ ਵਿੱਚ, ਉਹਦੇ ਉੱਤੇ ਦੀਆਂ ਲੀਗਲ ਇੰਪਲੀਕੇਸ਼ਨਸ ਬਹੁਤ ਆ। ਬਹੁਤ ਲੋਕੀ ਜਿਹੜੇ ਆ ਉਹ ਜੇਲ੍ਹਾਂ ਦੇ ਵਿੱਚ ਸਿਰਫ ਇਸੇ ਕਰਕੇ ਸੀ ਕਿ ਉਹਨਾਂ ਕੋਲ ਕੁਝ ਜਿਹੜੀ ਲਿਮਿਟਿਡ ਮਾਤਰਾ ਤੋਂ ਜ਼ਿਆਦਾ ਉਹਨਾਂ ਕੋਲ ਮੈਰੀਜੁਆਨਾ ਸੀ। ਸੋ ਇਹਦੇ ਕਾਫੀ ਨਾਲ ਹੀ ਰਿਲੇਟਡ ਇੱਕ ਹੋਰ ਗੱਲ ਦੱਸਦੀ ਹੈ ਕਿ ਇੱਕ ਜਿਹੜਾ ਫੈਡਰਲ ਪ੍ਰਿਜ਼ਨ ਰਿਫਾਰਮ ਪ੍ਰੈਜ਼ੀਡੈਂਟ ਟਰੰਪ ਨੇ ਕੀਤਾ, ਉਹਦੇ ਕਰਕੇ ਬਲੈਕ ਤੇ ਲੈਟੀਨੋ ਵੋਟਰਸ। ਸੋ ਮੈਂ ਥੋੜਾ ਜਿਹਾ ਉਹਦੇ ਬਾਰੇ ਜਾਣਕਾਰੀ ਦੇ ਦਾਂ ਕਿ ਉਹਦੇ ਵਾਸਤੇ ਕੀ ਹੈ ਕਿ ਜਿਹੜੇ 90s ਦੇ ਵਿੱਚ ਇੱਥੇ ਅਮਰੀਕਾ ਦੇ ਵਿੱਚ ਲਾਅ ਬਣੇ ਆ, ਉਹਦੇ ਵਿੱਚ ਇਹ ਸੀ ਕਿ ਜੇ ਥੋੜੀ ਬਹੁਤੀ, ਜਿਹਨਾਂ ਵਿੱਚ ਇੱਕ 3 ਸਟ੍ਰਾਈਕ ਰੂਲ ਵੀ ਬੜਾ ਪੋਪੂਲਰ ਆ, ਉਹਨਾਂ ਵਿੱਚ ਇੱਕ ਚੀਜ਼ ਹੋਰ ਸੀ ਕਿ ਜਿੱਦਾਂ ਨਸ਼ਿਆਂ ਦੇ ਕਰਕੇ ਜੇ ਕਿਸੇ ਕੋਲ ਥੋੜੀ ਗਿਣਤੀ ਦੇ ਵਿੱਚ ਨਸ਼ਾ ਪਾਇਆ ਗਿਆ ਤੇ ਉਹਨੂੰ ਚੁੱਕ ਕੇ ਅੰਦਰ ਦੇ ਦਿੰਦਾ। ਇਹਦੇ ਕਰਕੇ ਡਿਸਪ੍ਰੋਪੋਰਸ਼ਨਲੀ ਜਿਹੜੇ ਲੈਟੀਨੋ ਤੇ ਬਲੈਕ ਆ, ਉਹਨਾਂ ਦੀ ਕਾਫੀ ਗਿਣਤੀ ਦੇ ਲੋਕ ਜਿਹੜੇ ਖਾਸ ਤੌਰ ਤੇ ਯੰਗਰ ਜਨਰੇਸ਼ਨ ਆ, ਉਹ ਜੇਲ੍ਹਾਂ ਦੇ ਵਿੱਚ ਰਹੀ ਆ। ਸੋ ਪ੍ਰੈਜ਼ੀਡੈਂਟ ਟਰੰਪ ਨੇ ਮਾਈਕ ਪੈਂਸ ਦੀ ਵੀ ਕਾਫੀ ਦੇਣ ਇਹਦੇ ਵਿੱਚ। ਉਹਨਾਂ ਨੇ ਕਿਹਾ ਸੀ ਕਿ ਇਹਨੂੰ ਆਪਾਂ ਹਟਾਵਾਂਗੇ। ਸੋ ਉਹਦੇ ਕਰਕੇ ਬਹੁਤ ਜਿਹੜੇ ਲੋਕੀ ਆ ਉਹ ਜੇਲ੍ਹਾਂ ਦੇ ਵਿੱਚੋਂ ਬਾਹਰ ਆ, ਉਹਨਾਂ ਦੀ ਜਿਹੜੀ ਆ
ਜਿਹੜੇ ਸੈਂਟੈਂਸਸ ਆ ਉਹਦਾ ਫਰਕ ਪਿਆ ਤੇ ਆਈ ਥਿੰਕ ਇਹਦੇ ਕਰਕੇ ਲੈਟੀਨੋ ਤੇ ਬਲੈਕ ਕਮਿਊਨਿਟੀ ਦੇ ਵਿੱਚ GOP ਦਾ ਚੰਗਾ ਪ੍ਰਭਾਵ ਪਿਆ, ਸ਼ਾਇਦ ਵਨ ਆਫ ਦ ਰੀਜ਼ਨ ਇਹ ਜੀ ਹੋ ਸਕਦਾ ਕਿ ਜੀ ਸੋ ਜਿਹੜੀਆਂ ਪਾਲਿਸੀਜ਼ ਰਾਜ ਕਰਨ ਤੇ ਜਗਮੋਹਨ ਬਣਦੀਆਂ ਇਹਨਾਂ ਦੀ ਇੰਪਲੀਕੇਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗਦੀ ਹੈ ਬਿਲਕੁਲ ਸਟ੍ਰੈਟੇਜੀਕਲੀ। ਇੱਕ ਪ੍ਰੋਪੋਜੀਸ਼ਨ ਦੀ ਆਪਾਂ ਗੱਲ ਕਰਦੇ ਸੀ। ਹਾਂਜੀ ਤੁਸੀਂ ਫੈਡਰਲ ਪ੍ਰਿਜ਼ਨ ਰਿਫਾਰਮ ਦੀ ਗੱਲਬਾਤ ਕਰ ਰਹੇ ਸੀ। ਸੋ ਕੈਲੀਫੋਰਨੀਆ ਦੇ ਵਿੱਚ ਆਪਾਂ ਜੇ ਗੱਲਬਾਤ ਕਰੀਏ ਪ੍ਰੋਪੋਜੀਸ਼ਨ 17 ਜਿਹੜੀ ਪ੍ਰਿਜ਼ਨ ਲਾਈਕ ਦੇ ਨਾਲ ਰਿਲੇਟਡ ਹੈ ਕਿ ਫੈਲਿਨੀ ਨੂੰ ਲੈ ਕੇ ਜੇ ਕਿਸੇ ਨੇ ਆਪਣੀ ਜਿਹੜੀ ਟਰਮ ਹੈ ਜਿਹੜੀ ਸਜ਼ਾ ਉਹਨੂੰ ਮੁਕਰਰ ਹੋਈ ਹੈ ਅਦਾਲਤ ਦੇ ਵੱਲੋਂ ਪੂਰੀ ਕੀਤੀ ਹੈ ਤੇ ਉਸ ਨੂੰ ਵੋਟ ਪਾਉਣ ਦਾ ਜਿਹੜਾ ਅਧਿਕਾਰ ਦਿੱਤਾ ਜਾਵੇ ਤੇ ਉਸ ਦੇ ਵਿੱਚ ਆਈ ਥਿੰਕ ਉਹਨਾਂ ਨੇ ਡਿਕਲੇਅਰ ਕਰ ਦਿੱਤਾ ਹੈ ਯੈਸ ਉਹ ਪ੍ਰੋਪੋਜੀਸ਼ਨ ਜਿਹੜੀ ਜੀ ਪਾਸ ਹੋ ਗਈ ਹੈ ਕੈਲੀਫੋਰਨੀਆ ਪ੍ਰੋਪੋਜੀਸ਼ਨ 17 ਰੀਸਟੋਰ ਫਾਰਮਰ ਫੈਲਨ ਵੋਟ ਜੀ ਤੇ ਉਹ ਇਸੇ ਦੇ ਹਾਂ ਨਾਲ ਉਹਦੇ ਤੇ ਤਾਂ ਉਹਨਾਂ ਨੇ ਸਹੀ ਮਾਰ ਦਿੱਤੀ। ਆਈ ਥਿੰਕ ਰਾਈਟ ਨਾਓ ਫਰਕ ਜਿਹੜਾ ਤਕਰੀਬਨ 20% ਦਾ ਉਸ ਦੇ ਵਿੱਚ ਹੈਗਾ ਆ। ਤੇ ਉਸ ਤੋਂ ਉੱਪਰ ਇੱਕ ਕੈਲੀਫੋਰਨੀਆ ਪ੍ਰੋਪੋਜੀਸ਼ਨ 16 ਜਿਹੜੀ ਜੀ ਆਪਣੀ ਰਹਿ ਗਈ ਹੈ ਐਂਡ ਡਾਇਵਰਸਿਟੀ ਬੈਨ ਜਿਹੜੀ ਕੀ ਸੀਗੀ ਇਸ ਦੇ ਵਿੱਚ ਨੋ ਦੇ ਤਾਦਾਦ ਜ਼ਿਆਦਾ ਹੈ ਜੀ 55% ਸੋ ਨੋ ਤੇ ਲੀਡ ਕਰ ਰਹੇ 44 ਜੀ ਸੋ ਜਗਮੋਹਨ ਇਸ ਯੈਸ ਦੇ ਬਾਰੇ ਜੇ ਦੱਸ ਜਾਈਏ ਬੇਸਿਕਲੀ ਇਹ ਅਫਰਮੇਟਿਵ ਐਕਸ਼ਨ ਦੀ ਜਿਹੜੀ ਇਹ ਗੱਲ ਕਰਦਾ ਸੀਗਾ ਵੀ ਬੇਸਿਕਲੀ ਜਿਹੜੇ ਜਿਨ੍ਹਾਂ ਨੇ ਲਿਖੀ ਸੀ ਪ੍ਰੋਪੋਜੀਸ਼ਨ ਕਹਿੰਦੇ ਵੀ ਜਿਹੜੇ ਪਛੜੇ ਵਰਗ ਨੇ ਜਿਨ੍ਹਾਂ ਦੇ ਵਿੱਚ ਬਲੈਕ ਕਮਿਊਨਿਟੀਜ਼ ਤੇ ਲਟੀਨੋਜ਼ ਜਾਂ ਹਿਸਪੈਨਿਕ ਕਮਿਊਨਿਟੀ ਆਉਂਦੀ ਆ ਵੀ ਉਹਨਾਂ ਨੂੰ ਜਦੋਂ ਤੁਸੀਂ ਲੋਕਲ ਗਵਰਨਮੈਂਟ ਦੇ ਵਿੱਚ ਜਾਂ ਕਿਸੇ ਸਕੂਲ ਦੇ ਵਿੱਚ ਜਾਂ ਕਾਲਜਸ ਦੇ ਵਿੱਚ ਦਾਖਲਾ ਦੇਣਾ ਆ ਤੇ ਉਹਨਾਂ ਨੂੰ ਥੋੜ੍ਹੀ ਜਿਹੜੀ ਤਰਜੀਹ ਇਸ ਦੇ ਵਿੱਚ ਦਿੱਤੀ ਜਾਵੇ ਤਾਂ ਜੋ ਆਪਣੇ ਪਛੜੇ ਜਿਹੜੇ ਵਰਗ ਨੂੰ ਉਹ ਅੱਗੇ ਚੱਕ ਸਕਣ। ਪਰ ਇਹ ਇੱਕ ਸੰਵਿਧਾਨ ਦੀ ਉਹ ਇੱਕ ਐਸੀ ਪ੍ਰੋਵੀਜ਼ਨ ਨੂੰ ਰਿਪੀਲ ਕਰਦਾ ਸੀਗਾ ਵੀ ਜਿਹੜਾ ਕੈਲੀਫੋਰਨੀਆ ਦੀ ਸਟੇਟ ਤੇ ਲੋਕਲ ਗਵਰਨਮੈਂਟਸ ਨੂੰ ਕਿਸੇ ਦੇ ਵੀ ਰੇਸ ਐਥਨੀਸਿਟੀ ਨੈਸ਼ਨਲ ਓਰੀਜਨ ਤੇ ਸੈਕਸ ਦੇ ਆਧਾਰ ਦੇ ਉੱਤੇ ਜਿਹੜਾ ਸਪੈਸ਼ਲ ਟਰੀਟਮੈਂਟ ਆ ਉਹ ਜਿਹੜੀ ਉਹ ਨਹੀਂ ਦੇ ਸਕਦਾ ਉਸ ਨੂੰ ਰਿਪੀਲ ਕਰਨ ਦੀ ਗੱਲ ਸੀ। ਸੋ ਲੋਕਾਂ ਨੇ ਕਿਹਾ ਵੀ ਨਹੀਂ ਆਪਾਂ ਉਸ ਚੀਜ਼ ਨੂੰ ਰਿਪੀਲ ਨਹੀਂ ਕਰਨਾ, ਆਪਾਂ ਡਿਸਕ੍ਰਿਮੀਨੇਸ਼ਨ ਜਿਹੜੀ ਆ ਇਸ ਆਧਾਰ ਤੇ ਨਹੀਂ ਕਰਨੀ ਜਾਂ ਅਫਰਮੇਟਿਵ ਐਕਸ਼ਨ ਜਿਹੜਾ ਆਪਾਂ ਇਸ ਦੇ ਵਿੱਚ ਇੱਥੇ ਨਹੀਂ ਲੈ ਕੇ ਆਉਣਾ। ਡਾਈਵਰਸਿਟੀ ਬੈਨ ਜਿਹੜਾ ਆ ਉਸ ਨੂੰ ਜਿਹੜਾ ਐਂਡ ਕਰਨ ਵਾਲੀ ਗੱਲ ਸੀਗੀ ਉਹ ਜਿੱਦਾਂ ਪਹਿਲਾਂ ਸੀਗਾ ਸਟੇਟਸ ਕੋ ਉਦਾਂ ਹੀ ਜਿਹੜਾ ਉਹ ਜਾਰੀ ਰਹੇਗਾ। ਸੋ ਕੈਲੀਫੋਰਨੀਆ ਦੇ ਵਿੱਚ ਇੱਕ ਕਾਫੀ ਪਪੂਲਰ ਪ੍ਰੋਪੋਜੀਸ਼ਨ 22 ਆ ਰਾਜਕਨ ਜੀ ਉਹ ਕਾਫੀ ਕੀਨਲੀ ਵਾਚਦਾ ਕਿਉਂਕਿ ਉਹਦੇ ਬੇਸ ਦੇ ਉੱਤੇ ਕਾਫੀ ਟੈਕ ਕੰਪਨੀਜ਼ ਉਬਰ ਵਰਗੀਆਂ ਜਾਂ ਡੋਰਡੈਸ਼ ਹੋਰ ਉਹਨਾਂ ਦਾ ਸਾਰੀ ਟੇਕ ਇੱਥੇ ਲੱਗੀ ਬਹੁਤ ਪੈਸਾ ਉਹਦੇ ਤੇ ਖਰਚਿਆ ਉਹਦਾ $200 ਮਿਲੀਅਨ। ਸੋ ਪ੍ਰੈਪੋਜੀਸ਼ਨ 22 ਹਾਲ ਦੀ ਘੜੀ ਯੈਸ ਹੋ ਰਹੀ ਆ ਯਾਨੀ ਕਿ ਵੀ ਜਿਹੜੇ ਐਪ ਬੇਸਡ ਡਰਾਈਵਰਸ ਨੇ ਉਹਨਾਂ ਨੂੰ ਜਾਂ ਗਿਗ ਵਰਕਰ ਜਿਨ੍ਹਾਂ ਨੂੰ ਆਖਿਆ ਜਾਂਦਾ ਆ ਉਹਨਾਂ ਨੂੰ ਇੰਡੀਪੈਂਡੈਂਟ ਕੰਟਰੈਕਟਰਸ ਹੀ ਜਿਹੜਾ ਆ ਉਹ ਬਰਕਰਾਰ ਰੱਖਿਆ ਜਾਊਗਾ। ਹਾਲ ਦੀ ਘੜੀ 6.2 ਮਿਲੀਅਨ ਇਹਨਾਂ ਦੇ ਹੱਕ 'ਚ ਤੇ 4.5 ਮਿਲੀਅਨ ਇਹਨਾਂ ਇਸ ਦੇ ਵਿਰੋਧ ਦੇ ਵਿੱਚ ਆ। ਸੋ ਇਹਨਾਂ ਨੂੰ ਇੰਪਲੋਈ ਜਿਹੜਾ ਉਹ ਨਹੀਂ ਮੰਨਿਆ ਜਾਊਗਾ। ਇੱਕ ਜਿਹੜੀ ਇਸ ਦੇ ਵਿੱਚ ਜਿਹੜੀ ਲੁਕੀ ਹੋਈ ਗੱਲ ਸੀ ਸ਼ਾਇਦ ਲੋਕਾਂ ਨੇ ਉਸ ਦੇ ਉੱਤੇ ਨੋਟ ਨਹੀਂ ਕੀਤਾ ਵੀ ਜੇ ਇਸ ਨੂੰ ਹੁਣ ਬਦਲਣਾ ਹੋਇਆ ਤਾਂ 7/8 ਦੀ ਬਹੁਮਤ ਜਿਹੜੀ ਆ ਕੈਲੀਫੋਰਨੀਆ ਦੇ ਸਦਨ ਦੇ ਵਿੱਚ ਚਾਹੀਦੀ ਹੋਊਗੀ ਜੇ ਪ੍ਰੋਪੋਜੀਸ਼ਨ ਨੂੰ ਇਹਨਾਂ ਨੂੰ ਵਾਪਸ ਲੈਣਾ ਹੋਇਆ। ਸੋ ਇਹਦੇ ਨਾਲ ਤੁਸੀਂ ਦੋਨੋਂ ਹੀ ਜਾਣੇ ਟੈਕ ਇੰਡਸਟਰੀ ਦੇ ਨਾਲ ਸਿਲੀਕਨ ਵੈਲੀ ਦੇ ਵਿੱਚ ਜੁੜੇ ਆ। ਇਹਦੇ ਨਾਲ ਇੱਕ ਰਾਹ ਜਿਹੜਾ ਬਹੁਤ ਸਾਰੀਆਂ ਕੰਪਨੀਆਂ ਦੇ ਲਈ ਖੁੱਲ੍ਹ ਜਾਣਾ ਆ ਜੇ ਪ੍ਰੋਪੋਜੀਸ਼ਨ 22 ਇਹ ਪਾਸ ਜਿਹੜੀ ਹੋ ਜਾਂਦੀ ਜਿਹੜੇ ਜਿਸ ਵੱਲ ਨੂੰ ਜਿਹੜਾ ਵੱਧ ਰਿਹਾ ਆ। ਬਹੁਤ ਸਾਰੀਆਂ ਕੰਪਨੀਆਂ ਨੇ ਕਹਿਣਾ ਵੀ ਆਪਾਂ ਵੀ ਐਪ ਬਣਾਈਆਂ ਅਸੀਂ ਐਵੇਂ ਮੂਰਖਾਂ ਲੋਕਾਂ ਨੂੰ ਇੰਪਲਾਈ ਜਿਹੜਾ ਬਣਾ ਕੇ ਕੰਮ ਜਿਹੜਾ ਉਹ ਕਰਵਾਈ ਜਾਂਦੇ ਆ W2 ਦੇਈ ਜਾਂਦੇ ਆ ਉਹਨਾਂ ਨੂੰ ਹੈਲਥ ਵੀ ਦੇਈ ਜਾਂਦੇ ਆ ਉਹਨਾਂ ਦੀ ਇੰਸ਼ੋਰੈਂਸਾਂ ਵੀ ਦੇਈ ਜਾਂਦੇ ਆ ਵੀ ਆਪਾਂ ਇਹ ਕਾਹਤੋਂ ਕਰਨਾ ਆ। ਆਪਾਂ ਵੀ ਕੋਈ ਐਪ ਬਣਾਉਂਦੇ ਆ ਉਹਦੇ ਜ਼ਰੀਏ ਲੋਕਾਂ ਨੂੰ ਇੰਡੀਪੈਂਡੈਂਟ ਕੰਟਰੈਕਟਰ ਦੇ ਵਜੋਂ ਹਾਇਰ ਕਰੋ ਆਪਣੇ ਜਿਹੜੇ ਆ ਉੱਤੇ ਜਿਹੜੇ ਖਰਚੇ ਆ ਲਾਇਬਿਲਿਟੀਆਂ ਜਿਹੜੀਆਂ ਘਟਾਓ। ਸੋ ਇਹ ਲੋਕਾਂ ਨੇ ਇਸ ਚੀਜ਼ ਨੂੰ ਜਿਹੜਾ ਉਹ ਬਹੁਤਾ ਜਿਹੜਾ ਜ਼ਿਆਦਾ ਦੇਖਿਆ ਨਹੀਂ ਹੈਗਾ। ਫਰਕ ਇਸ ਦੇ ਨਾਲ ਕਾਫੀ ਜ਼ਿਆਦਾ ਆਉਣ ਵਾਲੇ ਸਮੇਂ ਦੇ ਵਿੱਚ ਟੈਕ ਇੰਡਸਟਰੀ ਦੇ ਵਿੱਚ ਤਾਂ ਖਾਸ ਕਰਕੇ ਜਿਹੜਾ ਉਹ ਜ਼ਰੂਰ ਪੈਣ ਵਾਲਾ ਹੈਗਾ ਆ। ਕਰਦੇ ਗੱਲਬਾਤ ਰਾਜਕਰਨ ਜਿਹੜੀ ਤੁਸੀਂ ਕੀਤੀ ਹੈ ਕਿ ਵੈਸੇ ਸੀਗੀ ਐਪ ਬੇਸਡ ਡਰਾਈਵਰਸ ਐਜ਼ ਕੰਟਰੈਕਟਰ ਗੱਲਬਾਤ ਪਰ ਇਸ ਦੇ ਵਿੱਚ ਪੂਰੀ ਗਿਗ ਇਕੋਨਮੀ ਜਿਹੜੀ ਜੀ ਇਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਤੁਸੀਂ ਜਿਵੇਂ ਗੱਲਬਾਤ ਕਰ ਰਹੇ ਸੀ ਵੀ ਜੁੜੀ ਹੋਈ ਹੈ ਜਿਵੇਂ ਹੋਰ ਇਕੱਲੀ ਐਪ ਬੇਸਡ ਡਰਾਈਵਰ ਨਹੀਂ ਇਹਦੇ ਵਿੱਚ ਜਿਵੇਂ ਡੋਰਡੈਸ਼ ਵਰਗੀਆਂ ਕੰਪਨੀਜ਼ ਜਿਵੇਂ ਅੱਜ ਕੱਲ੍ਹ ਜਿਹੜੀਆਂ ਹੋਣ ਦੇ ਵਿਛਾਈਆਂ ਉਬਰ ਈਟਸ ਜਿਹੜੀਆਂ ਕਿ ਖਾਣਾ ਡਿਲੀਵਰ ਕਰਦੀਆਂ
ਅੱਜ ਜੀ। ਕੱਲ੍ਹ ਕਾਫ਼ੀ ਉਹਨਾਂ ਦਾ ਚੱਲਣ ਰਿਹਾ ਕੋਰੋਨਾ ਵਾਇਰਸ ਜਿਹੜਾ ਜੀ ਸ਼ਟਡਾਊਨ ਤੋਂ ਬਾਅਦ ਦੇ ਵਿੱਚ ਜਿਹੜੇ ਰੈਸਟੋਰੈਂਟ ਬੰਦ ਕੀਤੇ ਗਏ, ਡਾਈਨ ਇਨ ਬੰਦ ਹੈ ਮੋਸਟਲੀ ਅਜੇ ਇੱਥੇ ਵੀ ਆਪਣੇ ਬੇ ਏਰੀਆ ਦੇ ਵਿੱਚ। ਤੇ ਇਹ ਪੂਰੀ ਉਹਨਾਂ ਗਿਗ ਇਕੋਨਮੀ ਨੂੰ ਫ਼ਰਕ ਪੈਂਦਾ ਜੇ ਇਸ ਤਰ੍ਹਾਂ ਦਾ ਇਹ ਪ੍ਰੋਪੋਜੀਸ਼ਨ ਇਹ ਆਉਂਦੀ ਕਿ ਉਹਨਾਂ ਨੂੰ ਜਿਹੜੇ ਜੀ ਡਰਾਈਵਰਸ ਆ ਉਹਨਾਂ ਨੂੰ ਫੁੱਲ ਟਾਈਮ ਰੱਖੇ ਜਾਓ। ਤੇ ਇਸ 'ਤੇ ਕੰਪਨੀ ਜੇ ਅਸੀਂ ਸਾਡਾ ਨਜ਼ਰੀਆ ਵੇਖੀਏ ਤਾਂ ਕੰਪਨੀ ਇਸ ਨਾਲ ਸਰਵਾਈਵ ਨਹੀਂ ਕਰ ਸਕਦੀ। ਸੋ ਜੋ ਕੋਈ ਦੋਨੋਂ ਵੀ ਪਾਸੇ ਹੈਗੀ ਆ ਆ। ਜੀ, ਜੀ, ਜੀ। ਇੱਕ ਦਾ ਨੁਕਸਾਨ ਦੂਜੇ ਦਾ ਫਾਇਦਾ। ਹੁਣ ਇਹ ਬਿਲਕੁਲ ਦੇਖਣਾ ਜੀ। ਕੀ ਫਾਇਦਾ ਇਹਦੇ ਵਿੱਚ ਕਿਹਦਾ ਹੁੰਦਾ। ਸੋ ਇੱਕ ਪ੍ਰੋਪੋਜੀਸ਼ਨ ਰਾਜਕਰਨ ਹੋਰ ਕਾਫੀ ਪੋਪੂਲਰ ਇੱਥੇ ਆ ਜਿਹਦੇ ਤੇ ਬੜੀ ਧਿਆਨ ਦਿੱਤਾ ਜਾ ਰਿਹਾ ਸੀ, ਉਹ ਇਹ ਹੈ ਕਿ ਕੈਲੀਫੋਰਨੀਆ ਪ੍ਰੋਪੋਜੀਸ਼ਨ 25 ਜਿਹੜੀ ਕੈਸ਼ ਬੇਲ ਦੇ ਵਿੱਚ ਇਹ ਕਹਿੰਦੇ ਆ ਨਾ ਕਿ ਜ਼ਿਆਦਾ ਜੀ। ਜਿਹੜੇ ਪਛੜੇ ਨਹੀਂ ਕਹਿ ਸਕਦੇ, ਕਹਿ ਲਓ ਲੋ ਇਨਕਮ ਜਾਂ ਜਿਨ੍ਹਾਂ ਕੋਲ ਪੈਸੇ ਦੀ ਕੈਸ਼ ਨਹੀਂ ਹੁੰਦਾ, ਉਹਨਾਂ ਨੂੰ ਕਿਸੇ ਹੋਰ ਤਰੀਕੇ ਦੇ ਨਾਲ ਰਿਪਲੇਸ ਕੀਤਾ ਹੈ, ਜਾਂ ਇਹਨੂੰ ਕਿਸੇ ਕੰਪਿਊਟਰ ਸਿਸਟਮ ਦੇ ਨਾਲ ਕੋਈ ਸੌਫਟਵੇਅਰ ਤਰੀਕੇ ਦੇ ਨਾਲ ਉਹਦਾ ਕੀਤਾ ਜਾਏ। ਪਰ ਇਹਦੇ ਨਾਲ ਇਕੱਲੀ ਗੱਲ ਇਹ ਨਹੀਂ ਹੁੰਦੀ, ਮੁਜਰਮ ਦੀ ਨਹੀਂ ਹੁੰਦੀ, ਇਹਦੇ ਪਿੱਛੇ ਇੱਕ ਬੜੀ ਵੱਡੀ ਇੰਡਸਟਰੀ ਵੀ ਆ, ਜਿਹੜੇ ਬੇਲ ਬੌਂਡਸ ਹੁੰਦੇ ਆ ਉਹਨਾਂ ਨੂੰ ਵੀ ਜੀ। ਇਹਨੇ ਇਫੈਕਟ ਕਰਨਾ ਸੀ। ਸੋ ਉਹ ਕਿੱਦਾਂ ਚੱਲ ਰਿਹਾ? ਸੋ ਪ੍ਰੋਪੋਜੀਸ਼ਨ 25 ਜਿਹੜੀ ਕੈਸ਼ ਬਿੱਲ ਨੂੰ ਰਿਪਲੇਸ ਕਰਨ ਵਾਲੀ ਆ, ਉਹ ਨੋ ਦੇ ਉੱਤੇ ਹੀ ਆ। ਸੋ 5.71 ਮਿਲੀਅਨ ਵੋਟਾਂ ਦਾ ਇੱਕ ਦੂਜੇ ਦੇ ਨਾਲੋਂ ਫਰਕ ਆ। ਸੋ ਲੋਕੀ ਕਹਿੰਦੇ ਵੀ ਨਹੀਂ, ਆਪਾਂ ਕੈਸ਼ ਬਿੱਲ ਨੂੰ ਉਸੇ ਤਰੀਕੇ ਨਾਲ ਰੱਖਣਾ ਆ, ਕੰਪਿਊਟਰ ਐਲਗੋਰਿਦਮ ਦੇ ਉੱਤੇ ਆਪਾਂ ਜਿਹੜਾ ਵਿਸ਼ਵਾਸ ਜਿਹੜਾ ਉਹ ਬਹੁਤਾ ਨਹੀਂ ਰੱਖਾਂਗੇ। ਸੋ 54% 55% ਲੋਕ ਕਹਿੰਦੇ ਆ ਵੀ ਨਹੀਂ, ਤੇ 45% ਲੋਕ ਕਹਿੰਦੇ ਆ ਵੀ ਹਾਂ, ਇਸ ਨੂੰ ਰਿਪਲੇਸ ਕਰਨਾ ਚਾਹੀਦਾ। ਸੋ ਹਾਲ ਦੀ ਘੜੀ ਇਹ ਲੱਗਦਾ ਨਹੀਂ ਆ ਵੀ ਰਿਪਲੇਸ ਹੋਣ ਵਾਲੀ ਹੈਗੀ ਆ। ਕੈਲੀਫੋਰਨੀਆ ਪ੍ਰੋਪੋਜੀਸ਼ਨ 21 ਜਿਹੜੀ ਆ ਉਹ ਵੀ ਬੜੀ ਧਿਆਨ ਉਹਦੇ ਉੱਤੇ ਲੋਕਾਂ ਦਾ ਹੈਗਾ ਸੀ। ਉਹਦਾ ਰੀਜ਼ਨ ਇਹ ਹੈ ਕਿ ਰੈਂਟ ਜਿਹੜੇ ਆ ਉਹ ਕਾਫੀ ਫਲਕਚੁਏਟ ਹੁੰਦੇ, ਖਾਸ ਤੌਰ ਤੇ ਅਸੀਂ ਬੇ ਏਰੀਆ ਦੇ ਵਿੱਚ ਜਿੱਦਾਂ ਰਹਿੰਦੇ ਹਾਂ, ਇੱਥੇ ਰੈਂਟ ਜਿਹੜੇ ਆ ਉਹ ਸਕਾਈ ਰਾਕਟ ਹੁੰਦੇ ਆ, ਬਹੁਤ ਛੇਤੀ ਨਾਲ ਵੱਧਦੇ ਆ। ਸੋ ਉਹ ਪ੍ਰੋਪੋਜੀਸ਼ਨ ਇਹ ਸੀ ਕਿ 15 ਸਾਲ ਤੋਂ ਪੁਰਾਣੀ ਪ੍ਰਾਪਰਟੀ ਉੱਤੇ ਲੋਕਲ ਜਿਹੜੀ ਸਿਟੀ ਆ ਜਾਂ ਲੋਕਲ ਗਵਰਨਮੈਂਟ ਆ, ਉਹਦੇ ਉੱਤੇ 15 ਸਾਲ ਤੋਂ ਪੁਰਾਣੀ ਪ੍ਰਾਪਰਟੀ ਉੱਤੇ ਰੈਂਟ ਕੰਟਰੋਲ ਲਾ ਸਕਦੀ ਆ। ਉਹ ਕਿੱਦਾਂ ਚੱਲ ਰਹੀ ਹੈ ਜੀ? ਸੋ ਪਿਛਲੀ 2 ਸਾਲ ਪਹਿਲਾਂ ਵੀ ਜਿਹੜੀਆਂ ਸੀਗੀਆਂ ਗਵਰਨਟੋਰੀਅਲ ਇਲੈਕਸ਼ਨ ਦੇ ਵਿੱਚ, ਉਦੋਂ ਵੀ ਇਹ ਆਇਆ ਸੀਗਾ, ਉਦੋਂ ਵੀ ਇਹ ਰਿਜੈਕਟ ਹੋ ਗਿਆ ਸੀਗਾ ਰੈਂਟ ਕੰਟਰੋਲ ਵਾਲਾ, ਤੇ ਇਸ ਵਾਰ ਵੀ ਜਿਹੜਾ ਇਹ ਰਿਜੈਕਟ ਕਰ ਦਿੱਤਾ ਹੈ। ਲੋਕਾਂ ਨੇ ਕਿਹਾ ਵੀ ਨਹੀਂ, ਅਸੀਂ ਲੋਕਲ ਗਵਰਨਮੈਂਟਸ ਨੂੰ ਇਹ ਅਧਿਕਾਰ ਨਹੀਂ ਦੇਣਾ ਵੀ ਉਹ ਉੱਥੇ ਰੈਂਟ ਕੰਟਰੋਲ ਜਿਹੜਾ ਆ ਉਹ ਆਪਣੇ ਹਿਸਾਬ ਦੇ ਨਾਲ ਜਿਹੜਾ ਉਹ ਕਰ ਸਕਣ, ਜਿਹੜੀਆਂ 15 ਸਾਲ ਤੋਂ ਪੁਰਾਣੀਆਂ ਰੈਜ਼ੀਡੈਂਸ਼ੀਅਲ ਪ੍ਰਾਪਰਟੀਜ਼ ਹੈਗੀਆਂ ਆ। 6.4 ਮਿਲੀਅਨ ਲੋਕਾਂ ਨੇ ਕਿਹਾ ਵੀ ਨਹੀਂ, ਤੇ 4.3 ਮਿਲੀਅਨ ਲੋਕਾਂ ਨੇ ਕਿਹਾ ਵੀ ਹਾਂ, ਇਹਨਾਂ ਨੂੰ ਅਧਿਕਾਰ ਦੇਣਾ ਚਾਹੀਦਾ। ਸੋ ਨੋ ਦੇ ਉੱਤੇ ਇਸ ਨੂੰ ਇਹਨਾਂ ਨੇ ਟਿਕ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਇਹਦਾ ਇੰਪੈਕਟ ਰੀਅਲ estate ਦੇ ਉੱਪਰ ਵੀ ਬਹੁਤ ਪਊਗਾ। ਰੀਅਲ estate ਦੀ ਪ੍ਰਾਈਸਿਸ ਹੋਰ ਵਧਣਗੀਆਂ, ਕਿਉਂਕਿ ਜੇ ਰੈਂਟ ਉੱਤੇ ਲਿਮਿਟ ਲੱਗ ਜਾਂਦੀ ਹੈ ਤੇ ਰੀਅਲ estate ਦੀ ਪ੍ਰਾਈਸਿਸ ਜਿਹੜੀਆਂ ਉਹ ਡਿਪਰੈਸ ਹੁੰਦੀਆਂ। ਸੋ ਕਾਫੀ ਇੰਟਰਸਟਿੰਗ ਆ ਜੀ। ਜੀ। ਤੇ ਇੱਕ ਹੋਰ ਪ੍ਰਾਪਰਟੀਜ਼ ਦੇ ਨਾਲ ਹੀ ਜੁੜਿਆ ਹੋਇਆ ਟੈਕਸ ਦੇ ਨਾਲ, ਜਿਹੜੀ ਪ੍ਰੋਪੋਜੀਸ਼ਨ 19 ਸੀਗੀ, ਜਿਹੜੀ 55 ਸਾਲ ਤੋਂ ਵੱਧ ਉਮਰ ਦੇ ਹੋਮ ਓਨਰਸ ਦੇ ਲਈ, ਜਾਂ ਡਿਸੇਬਲਡ ਵਾਲੇ, ਜਾਂ ਵਾਈਲਡ ਫਾਇਰ ਡਿਜ਼ਾਸਟਰ ਵਿਕਟਮਸ ਆ, ਉਹਨਾਂ ਨੂੰ ਆਪਣਾ ਪ੍ਰਾਇਮਰੀ ਰੈਜ਼ੀਡੈਂਸ ਟੈਕਸ ਜਿਹੜਾ ਬੇਸ ਆ ਉਹ ਚੇਂਜ ਕਰਨ ਦਾ ਉਸ ਦੇ ਵਿੱਚ ਮੌਕਾ ਸੀਗਾ ਵੀ ਰਿਪਲੇਸਮੈਂਟ ਤੁਸੀਂ ਕਰੋ, ਤੇ ਉੱਥੇ ਬੇਸਿਕਲੀ ਉਹਨਾਂ ਨੂੰ ਟੈਕਸ ਦੇ ਵਿੱਚ ਕਟੌਤੀਆਂ ਜਾਂ ਛੋਟ ਜਿਹੜੀ ਆ ਉਹ ਮਿਲੇਗੀ। ਸੋ ਇਹ ਕਲੋਜ਼ ਜਿਹੜਾ ਇਸ ਟਾਈਮ ਚੱਲ ਰਿਹਾ, ਪਰ ਹਾਲ ਦੀ ਘੜੀ ਇਹ ਲੋਕਾਂ ਦੇ ਹੱਕ ਦੇ ਵਿੱਚ ਜਿਹੜੀ ਉਹ ਕਰ ਰਹੇ ਆ ਵੀ ਹਾਂ, ਵੀ ਇਹ ਪ੍ਰਾਪਰਟੀ ਟੈਕਸ ਰੂਲ ਇਹਨਾਂ ਉਮਰ ਵਾਲਿਆਂ ਨੂੰ, 55 ਤੋਂ ਉੱਤੇ ਵਾਲਿਆਂ ਨੂੰ, ਡਿਸੇਬਲਡ ਜਾਂ ਵਾਈਲਡ ਲਾਈਫ ਡਿਜ਼ਾਸਟਰ ਵਿਕਟਮ ਵਾਲਿਆਂ ਨੂੰ ਇਹ ਮੌਕਾ ਜਿਹੜਾ ਆਪਾਂ ਨੂੰ ਦੇਣਾ ਚਾਹੀਦਾ। ਸੋ 51.8% ਲੋਕ ਹੱਕ 'ਚ ਨੇ, 48.2% ਜਿਹੜੇ ਵਿਰੋਧ 'ਚ ਨੇ, 5.5 ਯਾਨੀ ਕਿ ਹੱਕ 'ਚ, 5.5 ਮਿਲੀਅਨ ਹੱਕ 'ਚ, ਤੇ 5.1 ਮਿਲੀਅਨ ਜਿਹੜੇ ਆ ਉਹ ਰਾਈਟ ਨੋ ਇਸ ਦੇ ਵਿਰੋਧ ਦੇ ਵਿੱਚ ਨੇ। ਅਜੇ ਫਿਰ ਦੱਸ ਜਾਈਏ 66% ਜਿਹੜੀਆਂ ਵੋਟਾਂ ਉਹ ਕਾਊਂਟ ਹੋਈਆਂ ਨੇ। ਕੈਲੀਫੋਰਨੀਆ ਪ੍ਰੋਪੋਜੀਸ਼ਨ 18 ਉਹਦੇ ਵਿੱਚ ਇਹ ਕਿਹਾ ਕਿ ਜਿੱਦਾਂ ਸਾਡੇ ਕਾਲਰ ਵੀ ਥੋੜਾ ਸਮਾਂ ਪਹਿਲਾਂ ਆ ਕੇ ਕਹਿ ਕੇ ਗਏ ਆ ਕਿ ਯੰਗ ਜਨਰੇਸ਼ਨ ਨੂੰ ਜੋੜਨਾ ਚਾਹੀਦਾ। ਉਹਦੇ ਵਿੱਚ ਇਹ ਹੈ ਕਿ ਜਿਹੜੇ 17 ਸਾਲ ਦੇ ਲੋਕ ਹੈਗੇ ਆ ਉਹ ਪ੍ਰਾਇਮਰੀ ਵੋਟਰ ਬਣ ਸਕਦੇ ਆ। ਸੋ ਉਹ ਕਿੱਦਾਂ ਚੱਲ ਰਹੀ ਆ? ਉਹ ਕਿਉਂਕਿ 18 ਸਾਲ ਤੋਂ ਉੱਤੇ ਵਾਲਿਆਂ ਨੇ ਕਿਹਾ, ਉਹ ਕਹਿੰਦੇ ਵੀ ਅਸੀਂ ਕਾ 17 ਸਾਲ ਵਾਲਿਆਂ ਨੂੰ ਮੌਕਾ ਦਈਏ ਵੋਟ ਪਾਉਣ ਦਾ। ਸੋ ਉਹ ਅਜੇ ਨਾਂ ਦੇ ਵਿੱਚ ਹੀ ਜਿਹੜਾ ਚੱਲ ਰਿਹਾ, ਉਹ 1 ਮਿਲੀਅਨ ਵੋਟਾਂ ਦਾ ਜਿਹੜਾ ਉਹ ਫਰਕ ਆ। 4.9 ਮਿਲੀਅਨ ਲੋਕ ਕਹਿੰਦੇ ਵੀ ਹਾਂ ਕੋਈ ਨਹੀਂ, ਦਿਓ ਮੌਕਾ ਜੀ ਇਹਨਾਂ ਨੂੰ 17 ਸਾਲ ਵਾਲਿਆਂ ਨੂੰ, ਤੇ ਪਰ 5.9 ਕਹਿੰਦੇ ਵੀ ਹਾਲ ਦੀ ਘੜੀ ਨੋ। ਸੋ ਹਾਲ ਦੀ ਘੜੀ ਜਿਹੜਾ ਨੋ ਦਾ ਪਲੜਾ ਜਿਹੜਾ ਉਹ ਭਾਰੀ ਆ। ਸੋ ਇਹਦੇ ਵਿੱਚ ਇਹ ਕਲੀਅਰ ਕਰਦੇ ਜਾਈਏ ਵੀ ਸਿਰਫ 17 ਸਾਲ ਦੇ ਉਹਨਾਂ ਲੋਕਾਂ ਨੂੰ ਹੀ ਵੋਟ ਪਾਉਣ ਦਾ ਅਧਿਕਾਰ ਹੋਣਾ ਸੀਗਾ ਜਿਨ੍ਹਾਂ ਨੇ ਨਵੰਬਰ ਦੀਆਂ ਜਿਹੜੀਆਂ ਜਨਰਲ ਇਲੈਕਸ਼ਨਸ ਦੇ ਵਿੱਚ ਉਸ ਸਾਲ ਦੇ ਵਿੱਚ ਉਸ ਤੋਂ ਪਹਿਲਾਂ 18 ਸਾਲ ਦੇ ਜਿਹੜਾ ਹੋ ਜਾਣਾ ਸੀਗਾ।
ਤੇ ਜੇ 18 ਤੋਂ ਉਹ ਹੋ ਜਾਂਦੇ ਆ, ਉਸ ਤੋਂ ਪਹਿਲਾਂ ਤਾਂ ਇਨਾ ਨਹੀਂ ਕੇਸ ਉਹ ਉਸ ਦੇ ਵਿੱਚ ਤਾਂ ਵੋਟ ਪਾ ਸਕਦੇ ਆ। ਪਰ ਇਹ ਸੀਗਾ ਵੀ 17 ਸਾਲ ਵਾਲਿਆਂ ਨੂੰ ਜਿਹੜੀਆਂ ਪ੍ਰਾਇਮਰੀਜ਼ ਦੀਆਂ ਸਪੈਸ਼ਲ ਇਲੈਕਸ਼ਨ ਦੇ ਵਿੱਚ ਵੋਟ ਪਾਉਣ ਦਾ ਇਸ ਦੇ ਨਾਲ ਅਖਤਿਆਰ ਮਿਲਣਾ ਸੀ, ਪਰ ਲੋਕ ਕਹਿੰਦੇ ਆ ਹਾਲ ਦੀ ਘੜੀ ਜਿਹੜਾ ਉਹ ਨੋ ਹੀ ਜਿਹੜਾ ਇਸ ਦੇ ਵਿੱਚ ਹੋ ਰਿਹਾ ਹੈਗਾ ਆ। ਕ੍ਰਾਈਮ ਦੇ ਨਾਲ ਸੰਬੰਧਿਤ ਪ੍ਰੋਪੋਜੀਸ਼ਨ 20 ਉਹਦੇ ਵਿੱਚ ਇਹ ਸੀ ਕਿ ਜਿੱਦਾਂ ਫੈਲਨੀ ਵਾਲੇ ਹੁੰਦੇ ਆ, ਉਹਨਾਂ ਨੂੰ ਅਰਲੀ ਪੈਰੋਲ ਵਗੈਰਾ ਦੇਣੀ, ਉਹਨਾਂ ਦੀ DNA ਕਲੈਕਸ਼ਨ ਕਰਨੀ, ਮਤਲਬ ਬੇਸਿਕਲੀ ਪੈਰੋਲ ਨੂੰ ਸਟ੍ਰਿਕਟ ਕਰਨਾ ਤੇ ਸੈਂਟੈਂਸਿੰਗ ਨੂੰ ਹੋਰ ਸਟ੍ਰਿਕਟ ਕਰਨਾ, ਪ੍ਰੋਪੋਜੀਸ਼ਨ 20 ਆ। ਸੋ ਆਈ ਥਿੰਕ ਉਹ ਤੇ ਇਨ ਲਾਈਨ ਹੀ ਆ ਕੈਲੀਫੋਰਨੀਆ ਦੇ ਵਿੱਚ, ਉਹ ਤਾਂ ਨੋ ਹੀ ਹੋਊਗੀ ਕਿਉਂਕਿ ਲਿਬਰਲ ਪਾਲਿਸੀਜ਼ ਆ। ਜੀ, ਸੋ ਉਹੀ ਚੀਜ਼ ਦੇਖਣ ਨੂੰ ਆਪਾਂ ਨੂੰ ਮਿਲੀ ਆ। ਸੋ ਆਲਰੇਡੀ ਜਿਹੜੀ ਆ ਸਟ੍ਰਿਕਟਰ ਪੈਰੋਲ ਸੈਂਟੈਂਸਿੰਗ ਜਿਹੜੀ ਆ ਉਹ ਉਹਨਾਂ ਨੇ ਰੋਕ ਦਿੱਤੀ ਆ ਵੀ ਉਹ ਚੀਜ਼ ਨਹੀਂ ਹੋਊਗੀ। ਸੋ ਜੋ ਜਿੱਦਾਂ ਪਹਿਲਾਂ ਚੱਲ ਰਹੇ ਸੀਗੇ ਕਾਨੂੰਨ, ਉਸੇ ਮੁਤਾਬਕ ਹੀ ਜਿਹੜੇ ਉਹ ਚੱਲਣਗੇ। 62% ਲੋਕਾਂ ਨੇ ਕਿਹਾ ਵੀ ਨਹੀਂ ਤੇ 37% ਲੋਕਾਂ ਨੇ ਜਿਹੜਾ ਉਹ ਕਿਹਾ ਸੀਗਾ ਵੀ ਹਾਂ। ਸੋ ਪਾੜਾ ਜਿਹੜਾ ਇਸ ਦੇ ਵਿੱਚ ਦੋਨਾਂ ਦੇ ਵਿੱਚ ਕਾਫੀ ਫਰਕ ਆ। ਸੋ ਆਲਰੇਡੀ ਇਹ ਜਿਹੜੀ ਆ ਨੋ ਹੋ ਚੁੱਕੀ ਆ। ਪ੍ਰੋਪੋਜੀਸ਼ਨ 15 ਬੜੀ ਇੰਟਰਸਟਿੰਗ ਆ ਕਿਉਂਕਿ 1978 ਦੇ ਵਿੱਚ 77 ਕਿ 78 ਦੇ ਵਿੱਚ ਪ੍ਰੋਪ 13 ਕਰਕੇ ਆਇਆ ਸੀ, ਜਿਹਦੇ ਵਿੱਚ ਕਮਰਸ਼ੀਅਲ ਤੇ ਰੈਜ਼ੀਡੈਂਸ਼ੀਅਲ ਪ੍ਰਾਪਰਟੀਜ਼ ਜਿਹੜੀਆਂ ਉਹਨਾਂ ਦੀ ਜਿਹੜਾ ਟੈਕਸ ਲੱਗਦਾ ਸੀ ਉਹਨਾਂ ਨੂੰ ਕਰੰਟ ਮਾਰਕੀਟ ਦੇ ਅਕੋਰਡਿੰਗਲੀ ਨਹੀਂ ਲੱਗਦਾ, ਉਹ ਜ਼ਿਆਦਾ ਟਾਈਡ ਸੀ ਜਿਹੜੀ ਪ੍ਰਾਈਸ ਦੇ ਉੱਤੇ ਉਹਨਾਂ ਪ੍ਰਾਪਰਟੀ ਬਾਈ ਕੀਤੀ। ਉਹ ਕਮਰਸ਼ੀਅਲ ਪ੍ਰਾਪਰਟੀਜ਼ ਦੇ ਵਿੱਚ ਉਹਨੂੰ ਰੀਅਪੀਲ ਕਰਨ ਦੀ ਗੱਲ ਕੀਤੀ ਸੀ ਪ੍ਰੋਪੋਜੀਸ਼ਨ 15 ਦੇ ਵਿੱਚ। ਉਹ ਕਿੱਦਾਂ ਚੱਲ ਰਹੀ ਆ? ਸੋ ਜਿੱਦਾਂ ਆਪਾਂ ਦੱਸਿਆ ਪ੍ਰੋਪੋਜੀਸ਼ਨ 15 ਜਿਹੜਾ ਆ, ਲੋਕਾਂ ਨੇ ਕਿਹਾ ਵੀ ਨਹੀਂ ਟੈਕਸ ਜਿਹੜਾ ਉਹ ਆਪਾਂ ਇਹਨਾਂ ਦਾ ਕਰੰਟ ਮਾਰਕੀਟ ਵੈਲਿਊ ਦੇ ਉੱਤੇ ਨਹੀਂ ਕਰਨਾ ਚਾਹੁੰਦੇ, ਜਿੱਦਾਂ ਪਹਿਲਾਂ ਚੱਲਦਾ ਆ ਰਿਹਾ ਆ। ਸੋ ਉਹ ਉਸੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਰਹੂਗਾ। ਜਿਹੜੀ ਪ੍ਰੋਪੋਜੀਸ਼ਨ 13 ਦੀ ਤੁਸੀਂ ਪੁਰਾਣੀ ਜਿਹੜੀ ਉਹ ਗੱਲ ਕੀਤੀ ਆ, ਸੋ ਉਹੀ ਜਿਹੜੀ ਹਾਲ ਦੀ ਘੜੀ ਵਰਕਰ ਰਹੂਗੀ। ਪਰ ਅਜੇ ਕਾਲ ਨਹੀਂ ਕੀਤੀ ਗਈ। 67% ਕਾਊਂਟਿੰਗ ਤੋਂ ਬਾਅਦ ਦੇ ਵਿੱਚ 51.3% ਲੋਕ ਜਿਹੜੇ ਆ ਕਹਿੰਦੇ ਆ ਵੀ ਨਹੀਂ ਪ੍ਰੋਪਰਟੀ ਟੈਕਸ ਜਿਹੜਾ ਆ ਇਹਨਾਂ ਕਮਰਸ਼ੀਅਲ ਬਿਲਡਿੰਗਸ ਦਾ ਜਿਹੜਾ ਉਹ ਨਹੀਂ ਵਧਣਾ ਚਾਹੀਦਾ। ਸੇ ਇੱਕ ਡਾਇਲਿਸਿਸ ਦੇ ਨਾਲ ਵੀ ਸੰਬੰਧਿਤ ਪ੍ਰੋਪੋਜੀਸ਼ਨ 23 ਸੀਗੀ ਵੀ ਜਿਹੜੇ ਡਾਇਲਿਸਿਸ ਕਲੀਨਿਕ ਆ ਉੱਥੇ ਫਿਜ਼ੀਸ਼ੀਅਨ ਤੇ ਡਾਕਟਰ ਜਾਂ ਪ੍ਰੈਕਟੀਸ਼ਨਰ ਨਰਸ ਜਿਹੜੇ ਮੌਜੂਦ ਹੋਣੇ ਚਾਹੀਦੇ ਜਦੋਂ ਵੀ ਕੋਈ ਡਾਇਲਿਸਿਸ ਹੋ ਰਿਹਾ ਹੋਵੇ। ਤੇ ਉਹ ਜਿਹੜੇ ਨਰਸਿਸ ਐਸੋਸੀਏਸ਼ਨ ਵਾਲੇ ਉਹ ਇਸ ਦੇ ਖਿਲਾਫ ਸੀਗੇ, ਕਹਿੰਦੇ ਵੀ ਇੱਦਾਂ ਦੇ ਬਹੁਤ ਸਾਰੇ ਕਲੀਨਿਕ ਜਿਹੜੇ ਉਹ ਬੰਦ ਹੋ ਜਾਣਗੇ ਕਿਉਂਕਿ ਹਰ ਟਾਈਮ ਡਾਕਟਰ ਦਾ ਹੋਣਾ ਜਿਹੜਾ ਉਹ ਮੌਜੂਦ ਹੋਣਾ ਉਹ ਔਖਾ ਆ। ਤੇ ਜੇ ਡਾਇਲਿਸਿਸ ਵਾਲੇ ਬੰਦ ਹੋ ਗਏ ਤਾਂ ਐਮਰਜੈਂਸੀ ਰੂਮਸ ਦੇ ਉੱਤੇ ਬਹੁਤ ਜ਼ਿਆਦਾ ਭਾਰ ਜਿਹੜਾ ਉਹ ਵੱਧ ਜਾਊਗਾ। ਸੋ ਉਹ ਨੋ ਹੋ ਗਈ ਆ। ਸੋ ਡਾਇਲਿਸਿਸ ਕਲੀਨਿਕ ਦੇ ਇਹਨਾਂ ਸਟੈਂਡਰਡਸ ਦੇ ਵਿੱਚ ਔਨ ਸਾਈਟ ਫਿਜ਼ੀਸ਼ੀਅਨ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਦੀ ਜ਼ਰੂਰਤ ਜਿਹੜੀ ਉਹ ਨਹੀਂ ਰਹੇਗੀ। ਸੋ ਜਿੱਦਾਂ ਉਹ ਪਹਿਲਾਂ ਚੱਲਦੇ ਆ ਰਹੇ ਸੀ ਉਸੇ ਤਰੀਕੇ ਦੇ ਨਾਲ ਡਾਇਲਿਸਿਸ ਕਲੀਨਿਕ ਜਿਹੜੇ ਉਹ ਚੱਲਦੇ ਰਹਿਣਗੇ। ਇਹ ਆਲਰੇਡੀ ਕਾਲ ਕਰ ਦਿੱਤੀ ਗਈ ਆ। ਜੀ ਰਾਜਕਰਨ, ਕੋਈ ਹੋਰ ਕੈਲੀਫੋਰਨੀਆ ਦਾ ਪ੍ਰੋਪੋਜੀਸ਼ਨ ਡਿਸਕਸ ਕਰਨਾ? ਜੀ, ਪ੍ਰੋਪੋਜੀਸ਼ਨ 24 ਜਿਹੜੀ ਆ ਉਹ ਰਹਿ ਗਈ ਆ, ਜਿਹੜੀ ਕੰਜ਼ਿਊਮਰ ਪ੍ਰਾਈਵੇਸੀ ਨੂੰ ਐਕਸਪੈਂਡ ਕਰਨ ਦੀ ਜਿਹੜੀ ਗੱਲ ਸੀ, ਜਿਸ ਦੇ ਵਿੱਚ ਬਿਜ਼ਨੈਸਿਸ ਨੂੰ ਲੋਕਾਂ ਦੀ ਪਰਸਨਲ ਇਨਫੋਰਮੇਸ਼ਨ ਜਿਹੜੀ ਆ ਉਹ ਸ਼ੇਅਰ ਕਰਨ ਤੋਂ ਜਿਹੜੀ ਉਹ ਪ੍ਰੀਵੈਂਸ਼ਨ ਸੀਗੀ ਵੀ ਉਹ ਨਹੀਂ ਕਰ ਸਕਦੇ। ਸੋ ਇਹ ਜਿਹੜੀ ਆ ਰਾਈਟ ਨਾਲ ਲੋਕੀ ਕਹਿੰਦੇ ਵੀ ਹਾਂ ਇਹ ਪ੍ਰਾਈਵੇਸੀ ਨੂੰ ਜਿਹੜਾ ਵਧਾਉਣਾ ਚਾਹੀਦਾ, ਬਿਜ਼ਨੈਸਿਸ ਨੂੰ ਇਹ ਇਖਤਿਆਰ ਜਿਹੜਾ ਅਸੀਂ ਨਹੀਂ ਦੇਣਾ ਚਾਹੀਦਾ। ਸੋ ਰਾਈਟ ਨਾਓ ਲੋਕੀ ਕਹਿ ਰਹੇ ਆ ਵੀ ਹਾਂ ਇਹ ਪ੍ਰਾਈਵੇਸੀ ਜਿਹੜੀ ਉਹ ਵਧਾਈ ਜਾਵੇ। ਸੋ ਇਹ ਜਿਹੜੀਆਂ ਕੁੱਲ ਜਿਹੜੀਆਂ ਪ੍ਰੋਪੋਜੀਸ਼ਨ ਸੀਗੀਆਂ, ਜਿਨ੍ਹਾਂ ਦੇ ਵਿੱਚੋਂ ਜਿਹੜੀਆਂ 4 ਕਹਿ ਸਕਦੇ ਆ ਵੀ ਉਹ ਕਾਲ ਆਊਟ ਕਰ ਦਿੱਤੀਆਂ ਗਈਆਂ, ਉਹ ਉਹਨਾਂ ਨੇ ਓਕੇ ਕਰਤੀਆਂ ਆ। ਮਤਲਬ ਉਹਦਾ ਨਤੀਜਾ ਜਿਹੜਾ ਫਾਈਨਲ ਹੋ ਗਿਆ। ਬਾਕੀ ਜਿਹੜੀਆਂ ਅਜੇ ਲਿੰਬੋ ਦੇ ਵਿੱਚ ਨੇ, 8 ਦਾ ਜਿਹੜਾ ਫੈਸਲਾ ਕਹਿ ਸਕਦੇ ਆ ਵੀ ਸਵੇਰ ਤੱਕ ਕਾਊਂਟਿੰਗ ਤੋਂ ਬਾਅਦ 'ਚ ਕਨਫਰਮ ਹੋ ਜਾਵੇਗਾ। ਜੀ, ਨਿਊਯਾਰਕ ਦੇ ਵਿੱਚ ਕੋਈ ਵੀ ਪ੍ਰੋਪੋਜੀਸ਼ਨ ਇਦਾਂ ਦੀ ਇਸ ਵਾਰ ਨਹੀਂ ਸੀ ਹੈਗੀ। ਨਿਊ ਜਰਸੀ ਦੇ ਸਾਡੇ ਕਾਲਰ ਸੀ, ਉਹਨਾਂ ਪੁੱਛਿਆ ਸੀ ਪ੍ਰੋਪੋਜੀਸ਼ਨ ਬਾਰੇ। ਇੱਕ ਤਾਂ ਆਪ ਹੀ ਦੱਸ ਕੇ ਸੀ ਮੈਰੀਜੁਆਨਾ ਲੀਗਲ ਹੋਣ ਵਾਲੀ। 62% ਵੋਟਿੰਗ ਦੇ ਵਿੱਚ ਉਹਨੂੰ ਯੈਸ ਹੀ ਕਹਿ ਲਓ ਕਿਉਂਕਿ 67% ਲੋਕਾਂ ਨੇ ਉਹਨੂੰ ਹਾਂ ਕਹੀ ਆ। ਦੂਸਰਾ ਪ੍ਰੋਪੋਜੀਸ਼ਨ ਨਿਊ ਜਰਸੀ ਦੇ ਵਿੱਚ ਹੈਗਾ ਸੀ ਵੈਟਰਨ ਪ੍ਰੋਪਰਟੀ ਟੈਕਸ ਰਿਡਕਸ਼ਨ। ਸੋ $250 ਦੀ ਪ੍ਰੋਪਰਟੀ ਟੈਕਸ ਰਿਡਕਸ਼ਨ ਦੀ ਗੱਲ ਕਹੀ ਸੀ ਪੀਸ ਟਾਈਮ ਵੈਟਰਨਸ ਨੂੰ, ਤੇ ਉਹਨੂੰ ਵੀ ਹਾਂ ਓਵਰਵੈਲਮਿੰਗਲੀ 75% ਤੋਂ ਉੱਪਰ ਲੋਕਾਂ ਨੇ ਉਹਨੂੰ ਹਾਂ ਕਹੀ, ਸੋ ਵੀ ਹੋ ਗਿਆ। ਸੋ ਤੀਸਰਾ ਹੈਗਾ ਸੀ ਡਿਸਟ੍ਰਿਕਟਿੰਗ ਸਕੈਜੂਲ ਚੇਂਜ, ਜਿਹੜੀ ਲੋਕਲ ਲੈਜਿਸਲੇਟਿਵ ਅਸੈਂਬਲੀ ਆ, ਸੋ ਉਹਨੂੰ ਫੈਡਰਲ ਡੇਟਾ ਜਿਹੜਾ ਸੈਂਸਸ, ਕਿਉਂਕਿ 2020 ਸੈਂਸਸ ਉਹਦੇ ਬੇਸ ਦੇ ਉੱਤੇ ਉਹਨੂੰ ਕਰਨਾ ਸੀ। ਉਹਦੀ ਜਿਹੜੀ ਉਹਨੂੰ ਹਾਂ ਕੀਤੀ ਗਈ ਆ 62% ਦੇ ਨਾਲ ਦੀ ਰਿਪੋਰਟ ਦੇ ਨਾਲ, ਪਰ ਉਹਨੂੰ ਕਾਲ ਕਰ ਦਿੱਤਾ ਗਿਆ 60% ਲੋਕ ਜਿਹੜੇ ਆ ਉਹਦੇ ਹੱਕ 'ਚ। ਜੀ ਰਾਜਪਨ ਜੀ, ਇੱਕ ਆਪਾਂ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਇੱਕ ਬ੍ਰੇਕ ਲੈਣੇ ਆ ਤੇ ਫਿਰ ਰਾਸ਼ਟਰਪਤੀ ਡੋਨਲਡ ਟਰੰਪ
ਜਿਹੜਾ ਕਿ ਆਪਾਂ ਪਹਿਲਾਂ ਵੀ ਸਰੋਤਿਆਂ ਨੂੰ ਦੱਸਿਆ ਸੀ ਕਿ ਉਹਨਾਂ ਨੇ ਸੰਬੋਧਨ ਹੁਣ ਕਰਨਾ ਹੈ। ਸਪੀਚ ਦੇਣੀ ਉਹਨਾਂ ਨੇ ਬੋਲਿਆ, ਆਪਾਂ ਉਸ ਦੇ ਬਾਰੇ ਵੀ ਅਪਡੇਟ ਕਰਾਂਗੇ ਬ੍ਰੇਕ ਤੋਂ ਬਾਅਦ ਦੇ ਵਿੱਚ। ਜੀ ਜਾਣ ਤੋਂ ਪਹਿਲੇ, ਕਿਉਂਕਿ ਸਰੋਤੇ ਆਪਾਂ ਪ੍ਰੋਪੋਜੀਸ਼ਨ ਦੀ ਕਾਫੀ ਗੱਲ ਕੀਤੀ, ਉਹਨਾਂ ਚਿਰ ਤੱਕ ਜਿਹੜੀਆਂ ਕਾਊਂਟਿੰਗ ਆ ਉਹ ਚੇਂਜ ਹੋਈਆਂ। ਆਪਾਂ ਜਿਹੜੀ ਟੈਲੀ ਹੈ ਤਿੰਨਾਂ ਦੀ, ਸਟੇਟ ਦੀ, ਹਾਊਸ ਦੀ ਤੇ ਪ੍ਰੈਜ਼ੀਡੈਂਸ਼ੀਅਲ ਦੀ, ਉਹ ਇੱਕ ਵਾਰ ਸਰੋਤਿਆਂ ਦੇ ਨਾਲ ਸ਼ੇਅਰ ਕਰਦੀ ਜਾਣ ਤੋਂ ਪਹਿਲੇ, ਬ੍ਰੇਕ ਤੇ ਜਾਣ ਤੋਂ ਪਹਿਲੇ। ਜੀ ਬਿਲਕੁਲ। ਜੇ ਆਪਾਂ ਪ੍ਰੈਜ਼ੀਡੈਂਸ਼ੀਅਲ ਜਿਹੜੇ ਨਤੀਜਿਆਂ ਦੀ ਗੱਲ ਕਰੀਏ, ਉਹ ਰਾਈਟ ਨਾਓ ਉੱਥੇ ਹੀ ਸਥਿਤੀ ਬਰਕਰਾਰ ਹੈਗੀ ਆ। 238 ਜੋ ਬਾਈਡਨ, 213 ਜਿਹੜੇ ਆ ਡੋਨਲਡ ਟਰੰਪ, ਉਹਨਾਂ ਦਾ ਜਿਹੜਾ ਇਸ ਟਾਈਮ ਸਥਿਤੀ ਚੱਲ ਰਹੀ ਹੈਗੀ ਆ। ਤੇ ਸੈਨੇਟ ਕਿਸ ਤਰ੍ਹਾਂ ਚੱਲ ਰਹੀ ਰਾਜ ਸੈਨੇਟ ਦੇ ਵਿੱਚ 46 ਡੈਮੋਕ੍ਰੇਟ, 47 ਜਿਹੜੇ ਰਿਪਬਲਿਕਨ ਨੇ। ਸੋ ਓਵਰਆਲ ਕਿਹਾ ਜਾਵੇ ਤਾਂ ਡੈਮੋਕ੍ਰੇਟਸ ਨੂੰ ਇੱਕ ਜਿਹੜੀ ਸੈਨੇਟ ਸੀਟ ਦਾ ਜਿਹੜਾ ਉਹ ਇਜ਼ਾਫਾ ਹੋਇਆ ਆ, ਪਰ ਲੱਗਦਾ ਹੈ ਵੀ ਬੈਲੈਂਸ ਜਿਹੜਾ ਆ ਉਹ ਰਿਪਬਲਿਕਨਸ ਦੇ ਹੱਕ ਦੇ ਵਿੱਚ ਹੀ ਰਹਿਣ ਵਾਲਾ ਆ। ਤੇ ਹਾਊਸ ਦੇ ਵਿੱਚ 178 ਜਿਹੜੇ ਆ ਜੀ ਡੈਮੋਕ੍ਰੈਟ ਤੇ ਰਿਪਬਲਿਕਨ 177, ਪਰ ਵੈਸੇ ਜਿਹੜੀ ਆਲਰੇਡੀ ਕਾਲ ਆਊਟ ਕਰ ਦਿੱਤੀ ਗਈ ਹੈ ਹਾਊਸ ਦੀ ਰੇਸ ਹੈ ਜਿਹੜੀ ਡੈਮੋਕ੍ਰੈਟਿਕ ਪਾਰਟੀ ਦੇ ਹੱਕ ਦੇ ਵਿੱਚ। ਜੀ ਹਾਊਸ ਦੇ ਵਿੱਚ 21 ਸੀਟਾਂ ਚਾਹੀਦੀਆਂ ਸੀ ਰਿਪਬਲਿਕਨਸ ਨੂੰ ਫਲਿੱਪ ਕਰਨੀਆਂ, ਜੇ ਉਹਨਾਂ ਨੂੰ ਉੱਥੇ ਮੈਜੋਰਟੀ ਚਾਹੀਦੀ ਸੀ, ਪਰ ਲੱਗਦਾ ਨਹੀਂ ਆ ਵੀ ਸ਼ਾਇਦ ਉਹ ਹੋ ਸਕਣਗੀਆਂ। ਸੋ ਫਾਰ ਨੈਟ ਗੇਨ ਉਹਨਾਂ ਦਾ ਸਿਰਫ 3 ਸੀਟਾਂ ਦਾ ਹੋਇਆ। ਸੋ ਠੀਕ ਆ ਜੀ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਜਿਹੜੀ ਆਪਣੀ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਾਂਗੇ। ਪਗੜੀ ਸ਼ਾਨ ਪੰਜਾਬੀਆਂ ਦੀ, ਇਹ ਜਿੰਦ ਜਾਨ ਪੰਜਾਬੀਆਂ ਦੀ। ਮਾਝਾ, ਮਾਲਵਾ ਅਤੇ ਦਬਾਬਾ ਨਹੀਂ, ਉਹ ਸਹਿੰਦਾ ਕਿਸੇ ਦਾ ਦਾਬਾ, ਇਹ ਹੈ ਬਾਣ ਪੰਜਾਬੀਆਂ ਦੀ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸੁਖਸਿੰਦਰ ਸ਼ਿੰਦਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ, ਜੇ ਕੰਮਕਾਰ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ, ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ estate ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ, ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400। MAF also provides a platform for experienced financial professionals with top pay, company revenue and virtual agent training program. Visit MAFlife.com. MAF, California Department of Insurance License number 0M92002. ਡਾਕਟਰ ਗੁਰਵਿੰਦਰ ਕੌਰ ਬਾਠ, DC ਅਤੇ ਜੀਓ ਹੈਲਥ ਸੈਂਟਰ। ਇੱਥੋਂ ਟਰੱਕ ਡਰਾਈਵਰ DOT ਫਿਜ਼ੀਕਲਸ, ਡਰੱਗ ਟੈਸਟਿੰਗ ਕਰਵਾ ਸਕਦੇ ਹਨ, ਸੇਮ ਡੇ ਅਪਾਇੰਟਮੈਂਟ ਅਤੇ ਟਰੱਕਿੰਗ ਕੰਪਨੀਆਂ ਦੇ ਲਈ ਇਹਨਾਂ ਕੋਲ ਰੈਂਡਮ ਡਰੱਗ ਟੈਸਟਿੰਗ ਦੇ ਪ੍ਰੋਗਰਾਮਸ ਵੀ ਅਵੇਲੇਬਲ ਹਨ। ਅਤੇ ਜੇਕਰ ਤੁਹਾਡੇ ਨੈਕ ਅਤੇ ਬੈਕ ਪੇਨ ਹੈ ਤਾਂ ਇਹਨਾਂ ਕੋਲ ਕੈਰੋਪ੍ਰੈਕਟਿਕ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਕੌਰ ਬਾਠ 9165500350 916 550 0350 2628 El Camino Avenue Suite C1 Sacramento। ਸਮਾਈਲ ਐਂਡ ਸ਼ਾਈਨ ਡੈਂਟਲ ਪ੍ਰੈਕਟਿਸ ਆਫ ਡਾਕਟਰ ਸਿੱਧੂ, ਜੋ ਹਰ ਤਰ੍ਹਾਂ ਦੇ PPO ਇੰਸ਼ੋਰੈਂਸਿਸ ਅਤੇ ਡੈਂਟੀਕੈਲ ਅਸੈਪਟ ਕਰਦੇ ਨੇ ਤੇ ਡਾਕਟਰ ਸਿੱਧੂ ਪੰਜਾਬੀ ਹਿੰਦੀ ਦੇ ਵਿੱਚ ਵੀ ਗੱਲ ਕਰਦੇ ਨੇ। ਤਾਂ ਇੱਥੇ ਆਓ ਤੇ ਆਪਣੇ ਲੋਕਲ ਡਾਕਟਰ ਨੂੰ ਸਪੋਰਟ ਕਰੋ। ਵਿਜ਼ਿਟ ਕਰੋ ਸਮਾਈਲ ਐਂਡ ਸ਼ਾਈਨ 729 ਸਨਰਾਈਜ਼ ਐਵੀਨਿਊ ਸਵੀਟ 200 ਰੋਜ਼ਵੈਲ। ਕਾਲ 9169537975 ਜਾਂ 9169537976। ਸਮਾਈਲ ਐਂਡ ਸ਼ਾਈਨ। ਘਬਰਾਹਟ, ਬੇਹੋਸ਼ੀ, ਤੇਜ਼ ਦਿਲ ਦੀ ਧੜਕਨ ਅਤੇ ਉਲਟੀਆਂ ਇਹ ਸਭ ਗਰਮੀ ਨਾਲ ਬਿਮਾਰ ਹੋਣ ਦੇ ਲੱਛਣ ਹਨ। ਤੁਹਾਡੀ ਕੰਪਨੀ ਦੇ ਮਾਲਕ ਨੂੰ ਇਹ ਸਾਰੇ ਲੱਛਣਾਂ ਨੂੰ ਪਹਿਚਾਨਣ ਦੀ ਅਤੇ ਇਹਨਾਂ ਤੋਂ ਬਚਾਅ ਰੱਖਣ ਦੀ ਸਿਖਲਾਈ ਹੋਣੀ ਚਾਹੀਦੀ ਹੈ। ਇਹ ਕਾਨੂੰਨ ਹੈ ਕਿ ਜੇਕਰ ਤੁਸੀਂ ਬਾਹਰ ਧੁੱਪ ਵਿੱਚ ਕੰਮ ਕਰਦੇ ਹੋ ਤਾਂ ਤੁਹਾਡੀ ਕੰਪਨੀ ਵਿੱਚ ਹਰ ਇੱਕ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਡਾਕਟਰੀ ਸੰਕਟ ਦੇ ਵਿੱਚ ਕੀ ਕਰਨਾ ਹੈ। ਪਾਣੀ, ਆਰਾਮ ਅਤੇ ਛਾਂ ਦੇ ਨਾਲ-ਨਾਲ ਇਸ ਤਰੀਕੇ ਦੀ ਸਿਖਲਾਈ ਗਰਮੀ ਦੇ ਦਿਨਾਂ ਵਿੱਚ ਤੁਹਾਨੂੰ ਸੁਰੱਖਿਅਤ ਰੱਖਦੀ ਹੈ। ਵਧੇਰੇ ਜਾਣਕਾਰੀ ਦੇ ਲਈ ਸੰਪਰਕ ਕਰੋ 877 992 2567 ਤੇ 877 992 2567। ਇਹ ਸੰਦੇਸ਼ ਕੈਲੋਸ਼ਾ ਵੱਲੋਂ ਹੈ।
ਤੁਸੀਂ ਕੜਾਕੇ ਦੀ ਧੁੱਪ ਵਿੱਚ ਸਖਤ ਮਿਹਨਤ ਨਾਲ ਕੰਮ ਕਰਦੇ ਹੋ, ਤੁਹਾਨੂੰ ਪਿਆਸੇ ਰਹਿਣ ਦੀ ਕੋਈ ਜ਼ਰੂਰਤ ਨਹੀਂ। ਤੁਹਾਡੀ ਕੰਪਨੀ ਦੇ ਮਾਲਕ ਨੂੰ ਤੁਹਾਨੂੰ ਹਮੇਸ਼ਾ ਸਾਫ਼ ਸੁਥਰਾ ਮੁਫਤ ਪਾਣੀ ਪੀਣ ਦੇ ਲਈ ਦੇਣਾ ਪਵੇਗਾ। ਜਦੋਂ ਬਾਹਰ ਬਹੁਤ ਜ਼ਿਆਦਾ ਗਰਮੀ ਹੋਵੇ, ਪਿਆਸ ਲੱਗਣ ਦਾ ਇੰਤਜ਼ਾਰ ਨਾ ਕਰੋ, ਸਮੇਂ-ਸਮੇਂ ਸਿਰ ਪਾਣੀ ਪੀਂਦੇ ਰਹੋ। ਆਪਣੇ ਆਪ ਨੂੰ ਗਰਮੀ ਲੱਗਣ ਤੋਂ ਬਚਾਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 8779922567 877-992-2567। ਇਹ ਸੰਦੇਸ਼ ਕੈਲੋਸ਼ਾ ਦੁਆਰਾ ਦਿੱਤਾ ਜਾ ਰਿਹਾ ਹੈ। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ-ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਤੋਂ ਕਰਦੀ ਆਂ? ਆਪਾਂ ਚੱਲਦੇ ਆਂ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ। ਸਭ ਕੁਝ ਉੱਥੋਂ ਹੀ ਮਿਲ ਜਾਣਾ। ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼, ਸਾਰਾ ਕੁਝ $2000 ਦੇ ਵਿੱਚ 36 ਮਹੀਨੇ ਦੀ 0% ਇੰਟਰਸਟ ਉੱਤੇ ਫਾਈਨੈਂਸਿੰਗ ਵੀ ਕਰਦੇ ਹਨ। ਪੰਜਾਬ ਵਾਲੇ ਪੇਟੀ ਬੈੱਡ ਵੀ ਮਿਲਦੇ ਹਨ। ਸੋਫਾ ਸਟਾਰਟਿੰਗ $299 ਅਤੇ ਮੈਟਰਸ ਸਟਾਰਟਿੰਗ $99। ਬਿਊਟੀ ਰੈਸਟ ਜਾਂ ਹਰ ਕਿਸਮ ਦੇ ਮੈਟਰਸ ਵੀ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਹਰ ਇੱਕ ਨੂੰ ਬਹੁਤ ਹੀ ਵਧੀਆ ਡੀਲ ਦਿੰਦੇ ਹਨ। ਮੈਟਰਸ ਐਂਡ ਫਰਨੀਚਰ ਐਕਸਪ੍ਰੈਸ, ਰੋਜ਼ਵਿਲ, 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰॉस स्टोर ਦੇ ਨਜ਼ਦੀਕ। ਕਾਲ ਅੰਮ੍ਰਿਤਸਰਾਂ 5304155959 530-415-5959 ਜਾਂ ਮੈਨੀ ਹੇਅਰ 5303007663। ਇਹਨਾਂ ਦੇ ਯੂਬਾ ਸਿਟੀ, ਫਾਲਸਮਾ ਤੇ ਡੇਵਿਸ ਵਿੱਚ ਵੀ ਲੋਕੇਸ਼ਨਸ ਹਨ। ਮੈਟਰਸ ਐਕਸਪ੍ਰੈਸ, ਰੋਜ਼ਵਿਲ। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। Zender Mortgage, Zender Mortgage, Zender Mortgage, oh Zender Mortgage। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559-825-5555, NMLS ID 698952, DRE number 020671197। All loans are subject to credit and underwriting approval. Zender Mortgage, oh Zender Mortgage। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KCVR 1570 AM, Stockton, Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹੋਏ ਆ। ਚੱਲ ਰਿਹਾ ਹੈਗਾ ਆ ਜੀ ਇਸ ਮੌਕੇ ਵਿਸ਼ੇਸ਼ ਪ੍ਰੋਗਰਾਮ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਆ, ਉਸ ਦੇ ਨਤੀਜਿਆਂ ਦਾ। ਤੇ ਮੇਰੇ ਨਾਲ ਸੈਨ ਹੋਜ਼ੇ ਸਟੂਡੀਓਜ਼ ਤੋਂ ਜੁੜੇ ਹੋਏ ਨੇ ਜਗਮੋਹਨ ਸਿੰਘ ਜੀ। ਸਵਾਗਤ ਹੈ ਜੀ, ਜੀ ਆਇਆਂ ਨੂੰ ਜੀ। ਬਹੁਤ ਧੰਨਵਾਦ ਜੀ। ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਹਾਂ ਜੀ। ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਸਾਰਿਆਂ ਦਾ। ਜੀ ਬਿਲਕੁਲ। ਤੇ ਰਾਜਕਨ ਜੀ, ਇੱਕ ਆਪਾਂ ਜਿਵੇਂ ਸਰੋਤਿਆਂ ਨਾਲ ਨੂੰ ਦੱਸਿਆ ਸੀ ਕਿ ਬ੍ਰੇਕ ਤੋਂ ਬਾਅਦ ਦੇ ਵਿੱਚ ਇੱਕ ਗੱਲ ਸਾਂਝੀ ਬਾਤ ਤੁਹਾਡੇ ਨਾਲ ਕਰਦੇ ਹਾਂ ਜੀ। ਜਿਹੜੀ ਡੋਨਲਡ ਟਰੰਪ ਨੇ ਸਪੀਚ ਦਿੱਤੀ ਹੈ ਵਾਈਟ ਹਾਊਸ ਤੋਂ ਹੁਣੇ, ਇਸ ਸਪੀਚ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਫਲੋਰੀਡਾ ਦਾ। ਕਾਈਂਡ ਆਫ ਧੰਨਵਾਦ ਕਰ ਰਹੇ ਸੀ। ਨਾ ਤਾਂ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਆਪਣੀ ਮਤਲਬ ਕਿ ਜਿੱਤ ਡਿਕਲੇਅਰ ਕੀਤੀ ਹੈ, ਤੇ ਹਾਰ ਦਾ ਤਾਂ ਸਵਾਲ ਪੈਦਾ ਹੋ ਨਹੀਂ ਰਿਹਾ ਉਹਨਾਂ ਲਈ, ਕਿਉਂਕਿ ਹਜੇ ਤੱਕ ਉਹ ਲੀਡ ਕਰ ਰਹੇ ਨੇ ਤੇ ਜਿੱਤ ਦੇ ਆਸਾਰ ਉਹਨਾਂ ਦੇ ਕਾਫੀ ਨੇ। ਤੇ ਪਰ ਉਹਨਾਂ ਨੇ ਇਸ ਦੇ ਵਿੱਚ ਫਲੋਰੀਡਾ ਦਾ ਜ਼ਿਕਰ ਕੀਤਾ, ਜਿਹੜਾ ਕਿ ਕਿਉਂਕਿ ਬਹੁਤ ਸਾਰੇ
ਜਿਹੜੀਆਂ ਪਹਿਲਾਂ ਪ੍ਰੈਜ਼ੀਡੈਂਸ਼ੀਅਲ ਪੋਲ ਸੀ ਉਹਨਾਂ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਫਲੋਰੀਡਾ ਡੈਮੋਕ੍ਰੈਟਿਕ ਪਾਰਟੀ ਜੋ ਬਾਈਡਨ ਉਹਨਾਂ ਦੇ ਹੱਕ ਦੇ ਵਿੱਚ ਜਾਊਗੀ। ਤੇ ਇਸ ਦੇ ਨਾਲ ਉਹਨਾਂ ਨੇ ਟੈਕਸਸ ਦੀ ਵੀ ਗੱਲ ਕੀਤੀ ਟੈਕਸਸ ਹੈਗੀ ਦੀ ਆ, ਗੱਲਬਾਤ ਕੀਤੀ, ਆਇਓਵਾ, ਜਾਰਜੀਆ ਓਹਾਇਓ, ਦੀ। ਜਾਰਜੀਆ ਤੇ ਨਾਰਥ ਕੈਰੋਲਾਈਨਾ, ਹਾਲਾਂਕਿ ਉਹਨਾਂ ਦੇ ਵਿੱਚ ਕਾਫੀ ਘੱਟ ਅੰਤਰ ਦੇ ਉੱਤੇ ਰਾਸ਼ਟਰਪਤੀ ਡੋਨਲਡ ਟਰੰਪ ਅੱਗੇ ਚੱਲ ਰਹੇ ਨੇ, ਪਰ ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਉਹ ਆਪਣੀ ਜਿਹੜੀ ਲੀਡ ਬਰਕਰਾਰ ਰੱਖਣਗੇ ਤੇ ਇਹਨਾਂ ਦੋਨਾਂ ਸਟੇਟਸ ਦੇ ਵਿੱਚ ਵੀ ਆਪਣੀ ਜਿੱਤ ਹਾਸਲ ਕਰਨਗੇ। ਜੀ ਤੇ ਬਿਲਕੁਲ। ਤੇ ਉੱਦਾਂ ਵੈਸੇ ਜੇ ਦੇਖਿਆ ਜਾਵੇ ਹਰਜੋਤ ਜੀ ਤੇ ਜਗਮੋਹਨ ਜੀ, ਵਿਸਕੌਨਸਨ ਤੇ ਜਾਰਜੀਆ ਦੇ ਵਿੱਚ ਖਤਰੇ ਦੀ ਘੰਟੀ ਜਿਹੜੀ ਜ਼ਰੂਰ ਹੈਗੀ ਹੈ ਰਾਸ਼ਟਰਪਤੀ ਟਰੰਪ ਦੇ ਲਈ। ਉੱਥੇ ਲੀਡ ਕਾਫੀ ਜ਼ਿਆਦਾ ਜਿਹੜੀ ਉਹਨਾਂ ਦੀ ਪਹਿਲੋਂ ਵਧੀ ਸੀਗੀ, ਉਹ ਇੱਕਦਮ ਘਟੀ ਹੈਗੀ ਆ। ਹੁਣ 1 ਲੱਖ ਵੋਟਾਂ ਦਾ ਹੀ ਫਰਕ ਜਿਹੜਾ ਵਿਸਕੌਨਸਨ 'ਚ ਤੇ 1 ਲੱਖ ਹੀ ਵੋਟਾਂ ਦਾ ਫਰਕ ਜਿਹੜਾ ਜਾਰਜੀਆ ਦੇ ਵਿੱਚ ਰਹਿ ਗਿਆ ਆ। ਇੱਕ ਜਿਹੜੀ ਜਾਰਜੀਆ ਦੀ ਖਾਸ ਕਰਕੇ ਜਗਮੋਹਨ ਜੀ ਆ ਰਹੀ ਚਿੰਤਾ ਇਸ ਕਰਕੇ ਆ ਵੀ ਜਿਹੜੇ ਇਲਾਕਿਆਂ ਦਾ ਜੇ ਕਾਊਂਟਿੰਗ ਹੋਣੀ ਬਾਕੀ ਆ, ਉਹ ਤਕਰੀਬਨ ਜਿਹੜੇ ਆ ਉਹ ਡੈਮੋਕ੍ਰੇਟ ਗੜ੍ਹ ਜਿਹੜੇ ਆ ਉਹ ਦੱਸੇ ਜਾ ਰਹੇ ਆ। ਸੋ ਜੀ ਕਿੰਨੇ ਕੁ ਜਿਹੜੇ ਉੱਥੋਂ ਨਿਕਲ ਕੇ ਆਉਣਗੀਆਂ ਵੋਟਾਂ, ਇਹ ਜਿਹੜਾ ਹੁਣ ਦੇਖਣ ਵਾਲੀ ਗੱਲ ਰਹੂਗੀ। ਸੋ ਤਾਂ ਹੀ ਆਈ ਥਿੰਕ ਦੋਨਾਂ ਹੀ ਪਾਰਟੀਆਂ ਵਾਲੇ ਬੜਾ ਸੰਜਮ ਜਿਹਾ ਬਣਾ ਕੇ ਬੈਠੇ ਆ। ਰਾਸ਼ਟਰਪਤੀ ਟਰੰਪ ਨੇ ਜੇਤੂ ਤਾਂ ਨਹੀਂ ਆਪਣੇ ਆਪ ਨੂੰ ਜਿਹੜਾ ਇਸ ਦੇ ਵਿੱਚ ਘੋਸ਼ਿਤ ਕੀਤਾ। ਗੈਵਿਨ ਨਿਊਸਮ ਦਾ ਵੀ ਹੁਣੇ ਟਵੀਟ ਆਇਆ, ਐਵਰੀ ਵੋਟ ਵਿਲ ਬੀ ਕਾਊਂਟਡ। ਉਧਰ ਜੋ ਬਾਈਡਨ ਨੇ ਵੀ ਪੇਸ਼ੈਂਸ ਰੱਖਣ ਦੇ ਲਈ ਜਿਹੜਾ ਉਹ ਆਖਿਆ ਆ। ਸੋ ਸੋ ਇਹ ਹੋ ਸਕਦਾ ਵੀ ਤਰਾਜੂ ਕਦੀ ਉੱਤੇ ਤੇ ਕਦੀ ਥੱਲੇ, ਸੋ ਕਿਹਾ ਨਹੀਂ ਜਾ ਸਕਦਾ ਕਿ ਇਸ ਪਾਸੇ ਵੱਲ ਨੂੰ ਆ, ਪਰ ਲੱਗਦਾ ਇੱਦਾਂ ਹੈ ਵੀ ਦੇਰ ਬਾਅਦ ਹੀ ਜਿਹੜਾ ਉਹ ਇਨ ਦੀ ਐਂਡ ਐਕਚੁਅਲ ਦੇ ਵਿੱਚ ਕੱਲ ਤਾਈਂ ਹੀ ਮਸਾਂ ਜਿਹੜਾ ਉਹ ਪਤਾ ਲੱਗ ਸਕੂਗਾ ਵੀ ਕੌਣ ਜੇਤੂ ਜਿਹੜਾ ਇਸ ਦੇ ਵਿੱਚ ਰਹਿਣ ਵਾਲਾ ਹੈਗਾ। ਸੋ ਕਾਫੀ ਕਲੋਜ਼ ਜਿਹੜਾ ਕਹਿ ਸਕਦੇ ਆ ਵੀ ਇਹ ਮਾਮਲਾ ਜਿਹੜਾ ਉਹ ਬਣ ਸਕਦਾ ਹੈਗਾ। ਬਿਲਕੁਲ ਜੀ। ਇਹ ਉਮੀਦ ਵੀ ਇਸ ਵਾਰੀ ਕੀਤੀ ਜਾ ਰਹੀ ਸੀ ਕਿ ਸ਼ੁਰੂ ਤੋਂ ਹੀ ਸੀਗਾ ਕਿ ਕਲੋਜ਼ ਰਹੂਗਾ। ਬਹੁਤ ਸਾਰੀਆਂ ਖਬਰਾਂ ਜਿਹੜੀਆਂ ਆਪਾਂ ਪਹਿਲਾਂ ਤੋਂ ਸੁਣੀਆਂ ਸੀਗੀਆਂ ਕਿ ਜੀ। ਇਸ ਵਾਰੀ ਉਸੇ ਰਾਤ ਰਿਜ਼ਲਟ ਆਉਣਾ ਔਖਾ ਹੈ। ਕਿਉਂਕਿ ਪਿਛਲੀ ਵਾਰੀ ਆਪਾਂ ਨੂੰ ਯਾਦ ਹੈ, ਆਪਾਂ ਸ਼ਾਇਦ ਉਹ ਮੇਰਾ ਪਹਿਲਾ ਕਵਰੇਜ ਸੀਗੀ ਤੇ ਯੂਐਸ ਇਲੈਕਸ਼ਨ ਦੀ, ਤੇ ਇਸ ਤੋਂ ਬਹੁਤ ਪਹਿਲਾਂ ਤੱਕ ਨਹੀਂ ਇਸ ਤਕਰੀਬਨ ਇਸ ਕੀ ਟਾਈਮ ਜਿਹੜੇ ਈਸਟਰਨ ਟਾਈਮ ਦੇ ਤਕਰੀਬਨ 2:30 ਵਜੇ ਤੇ ਰਾਈਟ ਨਾਓ ਜਿੰਨਾ ਕੁ ਟਾਈਮ ਇੱਥੇ ਹੋਇਆ, ਇਸ ਟਾਈਮ ਜਿਹੜੀ ਉਹ ਡਿਕਲੇਅਰ ਕਰ ਦਿੱਤੇ ਗਏ ਸੀਗੇ ਉਸ ਟਾਈਮ ਦੇ ਉੱਤੇ ਰਾਸ਼ਟਰਪਤੀ ਟਰੰਪ ਵੀ ਉਹ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਿੱਤ ਗਏ ਨੇ। ਤੇ ਕਿਉਂਕਿ ਉਦੋਂ ਤਾਂ ਹੈਲਰੀ ਕਲਿੰਟਨ ਨੇ ਕੰਸੀਡ ਕਰਨ ਦਾ ਜਿਹੜਾ ਫੋਨ ਵੀ ਉਹ ਕਰ ਦਿੱਤਾ ਸੀ। ਕਰ ਲਿਆ ਬਿਲਕੁਲ। ਤੇ ਇਸ ਸਮੇਂ ਆਬਵੀਅਸ ਜੀ ਗੱਲ ਹੈ, ਜਿਹੜੇ ਡੋਨਲਡ ਟਰੰਪ ਤਾਂ ਲੀਡ ਤੇ ਦਿਖਾਈ ਦੇ ਰਹੇ ਨੇ ਤੇ ਜੋ ਬਾਈਡਨ ਦੇ ਵੱਲੋਂ ਹਜੇ ਵੀ ਆਸ ਜਾਰੀ ਹੈ। ਸੋ ਦੇਖਣਾ ਹੋਵੇਗਾ। ਤੇ ਬਾਕੀ ਆਪਾਂ ਥੋੜਾ ਬਹੁਤ ਆંકੜਿਆਂ ਦੇ ਉੱਤੇ ਗੱਲ ਕਰੀਏ। ਜੀ 238 ਜਿਹੜਾ ਕਿ ਆਪਾਂ ਬ੍ਰੇਕ ਤੋਂ ਪਹਿਲਾਂ ਵੀ ਸ਼ੇਅਰ ਕੀਤਾ ਸੀਗਾ, ਉੱਤੇ ਜੋ ਬਾਈਡਨ ਨੇ, ਤੇ 213 ਤੇ ਰਾਸ਼ਟਰਪਤੀ ਡੋਨਲਡ ਟਰੰਪ ਤੇ ਪ੍ਰੈਜ਼ੀਡੈਂਟ ਹਾਊਸ, ਵਾਈਟ ਹਾਊਸ ਦੀ ਉਹ ਜਿਹੜੀ ਜੀ ਓਵਲ ਆਫਿਸ ਕਿਹਾ ਜਾਂਦਾ, ਉਸ ਦੇ ਵਿੱਚ ਬੈਠਣ ਦੇ ਲਈ ਜਿਹੜੇ ਸੀਟ ਉਹਨਾਂ ਨੂੰ ਚਾਹੀਦੀਆਂ ਨੇ, ਉਹਨੇ 270। ਤੇ ਆਪਾਂ ਗੱਲਬਾਤ ਕਰੀਏ ਜੇ ਜੋ ਬਾਈਡਨ ਦੀ, ਉਹਨਾਂ ਨੂੰ ਉਸ ਆਫਿਸ ਦੇ ਵਿੱਚ ਪਹੁੰਚਣ ਦੇ ਲਈ ਤਕਰੀਬਨ 32 ਸੀਟਾਂ ਜਿਹੜੀਆਂ ਜੀ 32 ਇਲੈਕਟਰਲ ਕਾਲਜ ਉਹ ਚਾਹੀਦੇ ਨੇ। ਤੇ ਜੇ 6 ਇਹਨਾਂ ਦੇ ਵਿੱਚੋਂ ਆਪਾਂ ਜੋੜਦੇ ਹਾਂ ਨਿਵਾਡਾ ਦੇ ਤੇ 244, ਤੇ ਫਿਰ ਬਾਕੀ ਰਹਿੰਦੇ 26, ਤੇ ਬਾਕੀ ਰਹੀਆਂ ਜਿਹੜੀਆਂ 5 ਸਟੇਟਸ ਇਹਨਾਂ ਦੇ ਵਿੱਚੋਂ 2 ਜਿੱਤਣੀਆਂ ਫਿਰ ਉਹਨਾਂ ਦੇ ਲਈ ਕਾਫੀ ਮਹੱਤਵਪੂਰਨ ਜਿਹੜੀ ਜੀ ਆਪਾਂ ਕਹਿ ਸਕਦੇ ਹੈਗੀਆਂ। ਸੋ ਇਸ ਕਰਕੇ ਤੇ 2 ਸਟੇਟ ਦੇ ਵਿੱਚ ਆਪਾਂ ਦੇਖ ਹੀ ਰਹੇ ਹਾਂ ਕਿ ਫਾਸਲਾ ਮੁਕਾਬਲਾ ਬਹੁਤ ਫਸਵਾਂ ਹੈ ਤੇ ਵਿਸਕੌਨਸਿਨ ਦੀ ਲੀਡ ਕਵਰ ਹੁੰਦੀ ਜਾ ਰਹੀ ਹੈ। ਸੋ ਜਿਵੇਂ ਕਿ ਕਿਹਾ ਜਾ ਰਿਹਾ ਕਿ ਟੂ ਅਰਲੀ ਟੂ ਕਾਲ, ਇਸ ਸਮੇਂ ਪੂਰਾ ਰਾਸ਼ਟਰਪਤੀ ਡੋਨਲਡ ਟਰੰਪ ਲੀਡ ਤੇ ਦਿਖਾਈ ਦੇ ਰਹੇ ਨੇ। ਪਰ ਤੇ ਇੱਕ ਜਿਹੜਾ ਇਹ ਦੋਨੋਂ ਹੀ ਸੂਬੇ ਆ ਨਾ, ਜਿਹੜੇ 10 ਵਿਸਕੌਨਸਨ ਆ ਤੇ 16 ਜਾਰਜੀਆ ਆ, 26 ਉਹਨੂੰ ਚਾਹੀਦੀਆਂ ਨੇ ਤੇ 270 ਬਣ ਜਾਂਦੇ ਆ। ਇੱਕ 'ਚ ਮੈਂ ਦੱਸਦਾ ਜਾਵਾਂ, ਨਬਰਾਸਕਾ ਦੀਆਂ ਜਿਹੜੀਆਂ ਕੁੱਲ 5 ਜਿਹੜੀਆਂ ਸੀਗੀਆਂ ਨਾ ਸੀਟਾਂ, ਉਹਨਾਂ ਵਿੱਚੋਂ ਇੱਕ ਸੀਟ ਜਿਹੜੀ ਆ ਉਹ ਜੋ ਬਾਈਡਨ ਲੈ ਗਿਆ। ਇੱਕ ਆਈ ਥਿੰਕ ਨਬਰਾਸਕਾ ਤੇ ਇੱਕ ਜਿਹੜਾ ਆ ਜਗਮੋਹਨ ਜੀ ਮੇਨ। ਇਹੀ 2 ਵਾਹਦ ਸੂਬੇ ਨੇ ਜਿਹੜੇ ਆਪਣੇ ਐਕਚੁਅਲ ਡਿਸਟ੍ਰਿਕਟ ਦੇ ਆਧਾਰ ਦੇ ਉੱਤੇ ਜਿੰਨੇ ਜਿਹੜੀ ਡਿਸਟ੍ਰਿਕਟ ਜਿੱਤੀ ਆ, ਉਹਨੀਆਂ ਜਿਹੜੀਆਂ ਇਲੈਕਟਰਲ ਸੀਟਾਂ ਜਿਹੜੀਆਂ ਆ ਉਹ ਦੱਸੀਆਂ ਜਾਂਦੀਆਂ। ਸੋ ਕਾਫੀ ਜਿਹੜੀ ਸਥਿਤੀ ਇਸ ਟਾਈਮ ਗੰਭੀਰ ਆ। ਤੇ ਲੋਕੀ ਕਹਿ ਰਹੇ ਆ ਵੀ ਜਿਹੜੀ ਨਬਰਾਸਕਾ ਦੀ ਹੁਣ ਇੱਕ ਸੀਟ ਜਿਹੜੀ ਜੋ ਬਾਈਡਨ ਨੇ ਜਿੱਤ ਲਈ ਆ, ਇਹ ਟਰਨਿੰਗ ਪੁਆਇੰਟ ਜਿਹੜਾ ਉਹ ਹੋ ਸਕਦਾ ਆ ਜੇ ਐਕਚੁਅਲ 'ਚ ਜਾਰਜੀਆ ਤੇ ਵਿਸਕੌਨਸਨ ਨੂੰ ਕਿਤੇ ਜੋ ਬਾਈਡਨ ਲੈ ਜਾਂਦਾ। ਦਿਸ ਇਜ਼ ਟੂ ਕਲੋਜ਼ ਟੂ ਕਾਲ। ਇੱਕ ਟਾਈਮ ਦੇ ਉੱਤੇ ਰਾਸ਼ਟਰਪਤੀ ਟਰੰਪ ਜਿਹੜੇ ਉਹ ਭੱਜੇ ਜਾਂਦੇ ਸੀਗੇ ਘੋੜੇ ਤੇ ਚੜ੍ਹ ਕੇ,
ਇਹ ਕਿਤੇ ਨਾ ਕਿਤੇ ਲਗਾਮ ਜਿਹੜੀ ਆ ਉਹ ਲੱਗੀ ਆ ਥੋੜ੍ਹੀ ਜਿਹੀ। ਇਹ ਹੁਣ ਦੇਖਣਾ ਹੋਊਗਾ ਵੀ ਇਹ ਡੈਮੋਕ੍ਰੇਟਸ ਦੇ ਲਈ ਇੱਕ ਕਹਿ ਲਓ ਵੀ ਸੰਜੀਵਨੀ ਬੂਟੀ ਦਾ ਕੰਮ ਆ, ਜਾਂ ਮਾੜਾ ਜਿਹਾ ਜਿਹੜਾ ਉਹ ਤਾਹਾਂ ਚੜ੍ਹ ਕੇ ਫਿਰ ਥੱਲੇ ਨੂੰ ਜਿਹੜਾ ਉਹ ਡਿੱਗਣਗੇ। ਇਹ ਦੇਖਣਾ ਹੋਊਗਾ। ਇਸ ਟਾਈਮ ਦੋਨੋਂ ਹੀ ਕੈਂਪੇਨ ਬਹੁਤ ਨਰਵਸ ਹੋਣਗੇ ਵੀ ਕੀ ਜਿਹੜੀ ਇੱਥੇ ਸਥਿਤੀ ਜਿਹੜੀ ਬਣਨ ਵਾਲੀ ਆ। ਤੇ ਜੇ ਹਰਜੋਤ ਸਿੰਘ ਜੀ ਇਹ 270 ਦੇ ਉੱਤੇ ਮਹਿਜ ਪਹੁੰਚਦੇ ਨੇ ਤਾਂ ਆਪਾਂ ਅਜ਼ਿਊਮ ਕਰ ਲਈਏ ਵੀ ਅਗਲਾ 1 ਮਹੀਨਾ ਜਾਂ ਅਗਲੇ ਆਉਣ ਵਾਲੇ ਹਫ਼ਤੇ ਲਾਸੂਟ ਅਦਾਲਤਾਂ ਦੇ ਵਿੱਚ ਜਿਹੜੇ ਆ ਉਹ ਚੱਕਰ ਜਿਹੜੇ ਆ ਉਹ ਲੱਗਣਗੇ ਵੀ ਕਿਹੜੀ ਮੰਨਣੀ ਆ, ਕਿਹੜੀ ਕਾਊਂਟਿੰਗ ਜਿਹੜੀ ਉਹ ਮੰਨੀ ਜਾਵੇ, ਕਿਹੜੀਆਂ ਬੈਲਟਸ ਜਿਹੜੀਆਂ ਉਹ ਹੋਣ। ਤੇ ਫਿਰ ਫਲੋਰੀਡਾ ਵਾਲਾ ਜਿਹੜਾ ਬੁਸ਼ ਵਰਸਸ ਐਲ ਗੋਰ ਵਰਗਾ ਮਾਹੌਲ ਜਿਹੜਾ ਆ ਉਹ ਇੱਕ ਵਾਰੀ ਫੇਰ ਜਿਹੜਾ ਆ ਉਹ ਲੱਗਦਾ ਵੀ ਉਹ ਸ਼ਾਇਦ ਬਣ ਸਕਦਾ ਆ, ਬਸ਼ਰਤੇ ਜੇ ਜਾਰਜੀਆ ਤੇ ਵਿਸਕੌਨਸਨ ਜੋ ਬਾਈਡਨ ਜਿੱਤਣ 'ਚ ਕਾਮਯਾਬ ਰਹਿੰਦਾ ਆ। ਜੀ, ਜੀ। ਤੇ ਇੱਕ ਆਪਾਂ ਬਹੁਤ ਸ਼ਾਇਦ ਆਈ ਥਿੰਕ ਪਹਿਲਾਂ ਵੀ ਆਪਾਂ ਬਹੁਤ ਵਾਰੀ ਕਵਰ ਕੀਤਾ ਹੈ। ਇਸ ਤੋਂ ਪਹਿਲਾਂ ਆਪਾਂ ਕੀ ਹੋਰ ਅਪਡੇਟਸ ਸਾਂਝੀਆਂ ਕਰੀਏ। ਜੀ। ਇੱਕ ਵਾਰੀ ਇਲੈਕਟਰਲ ਕਾਲਜ ਦੀ ਕਨਫਿਊਜ਼ਨ ਬਹੁਤ ਸਾਰੇ ਲੋਕਾਂ ਨੂੰ ਇੱਥੋਂ ਦੇ, ਕਿਉਂਕਿ ਇਲੈਕਸ਼ਨ ਸਿਸਟਮ ਨੂੰ ਲੈ ਕੇ ਰਹਿੰਦੀ ਆ, ਆਪਾਂ ਫਿਰ ਕਲੀਅਰ ਕਰਦੇ ਚੱਲਦੇ ਹਾਂ ਕਿ ਪੋਪੂਲਸ ਵੋਟ ਦੇ ਵਿੱਚ ਚਾਹੇ ਲਾਈਕ ਪਿਛਲੀ ਵਾਰ ਵੀ ਹਿਲਰੀ ਕਲਿੰਟਨ ਰਾਸ਼ਟਰਪਤੀ ਡੋਨਲਡ ਟਰੰਪ ਤੋਂ ਬਹੁਤ ਅੱਗੇ ਸੀ। ਓਵਰਆਲ ਪੋਪੂਲਸ ਵੋਟ ਜਿਹੜੀ ਮੰਨੀ ਜਾਂਦੀ ਹੈ, ਜਿੰਨੀ ਪੋਲ ਵੋਟ ਹੋਈ ਸੀਗੀ ਹਿਲਰੀ ਕਲਿੰਟਨ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੇ ਮੁਕਾਬਲੇ। ਬਟ ਇਲੈਕਟਰਲ ਕਾਲਜ ਸਟੇਟ ਵਾਈਜ਼ ਜਿਹੜੇ ਜੀ ਅਲਾਟ ਕੀਤੇ ਜਾਂਦੇ ਆ, ਜਿਵੇਂ ਕੈਲੀਫੋਰਨੀਆ ਦੇ ਵਿੱਚ 55 ਨੇ ਹਰੇਕ ਸਟੇਟ ਦੇ ਪਾਪੂਲੇਸ਼ਨ ਵਾਈਜ਼ ਨੇ। ਤੇ ਉਸ ਸਟੇਟ ਹਰੇਕ ਸਟੇਟ ਦੇ ਡਿਫਰੈਂਟ ਰੂਲ ਹੋ ਸਕਦੇ ਆ। ਮੋਸਟਲੀ 2 ਸਟੇਟ ਨੂੰ ਛੱਡ ਕੇ, ਜਿਵੇਂ ਕਿ ਤੁਸੀਂ ਦੱਸਿਆ ਨੇ ਨੇਬਰਾਸਕਾ ਤੇ ਮੇਨ ਨੂੰ ਛੱਡ ਕੇ, ਸਾਰੇ ਪੋਪੂਲਸ ਵੋਟ ਦੇ ਆਧਾਰ ਤੇ ਆਪਣੇ ਸਾਰੇ ਇਲੈਕਟਰਲ ਕਾਲਜ ਦਿੰਦੇ ਆ। ਪਰ ਵੈਸੇ ਜੇ ਦੇਖਿਆ ਜਾਵੇ ਤਾਂ ਕਿੱਡੀ ਚੰਬੇ ਵਾਲੀ ਗੱਲ ਹੈ ਇਲੈਕਟਰਲ ਕਾਲਜ ਦੀ। ਸਟੇਟ ਨੇ ਪੋਪੂਲਸ ਵੋਟ ਦੇ ਹਿਸਾਬ ਨਾਲ ਇਲੈਕਟਰਲ ਕਾਲਜ ਡਿਸਾਈਡ ਕਰਨਾ ਆ, ਪਰ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਪੋਪੂਲਸ ਵੋਟ ਦੇ ਉੱਤੇ ਜਿਹੜਾ ਆ ਉਹ ਨਹੀਂ ਜਿਹੜਾ ਉਹ ਹੁੰਦਾ। ਸੋ ਇਸ ਹਿਸਾਬ ਦੇ ਨਾਲ ਜਿਹੜਾ ਉਹ ਦੇਖਿਆ ਜਾਂਦਾ ਆ। ਇਸ ਦੇ ਵਿੱਚ ਫਿਰ ਆਪਾਂ ਜਿਹੜੀ ਗੱਲਬਾਤ ਕਰੀਏ, ਜਿਵੇਂ ਤੁਸੀਂ ਹੁਣੇ ਕੀਤੀ ਸੀ, ਜੇ ਮੁਕਾਬਲਾ ਬਹੁਤ ਕਲੋਜ਼ ਰਹਿੰਦਾ 270 ਦੇ ਨੇੜੇ ਤੇੜੇ, ਤੇ ਲਾਅ ਸੂਟ ਕਿਉਂ ਫਰਕ ਪਾ ਸਕਦੇ ਆ। ਕਿਉਂਕਿ ਫਿਰ ਇਸ ਦੇ ਉੱਤੇ ਇੱਕ ਆਪਾਂ ਹੋਰ ਅਪਡੇਟ ਸਾਂਝੀ ਕਰੀਏ ਕਿ ਸਟੇਟ ਪੋਪੂਲਸ ਵੋਟ ਦੇ ਉੱਤੇ ਇਲੈਕਟਰਲ ਕਾਲਜ ਦਿੰਦੀ ਆ, ਪਰ ਉਹ ਇਲੈਕਟਰਲ ਕਾਲਜ ਜਿਹੜੇ ਅਲਾਟ ਕਰਨ ਪੋਪੂਲਸ ਵੋਟ ਦੇ ਉੱਤੇ ਇਹੋ ਜਿਹਾ ਕੋਈ ਵੀ ਰੂਲ ਨਹੀਂ ਗਾ ਕਿ ਸਟੇਟ ਨੂੰ ਉਸੇ 'ਤੇ ਕਰਨਾ ਪਵੇ। ਉਹ ਚੇਂਜ ਕਰ ਸਕਦੇ ਆ। ਸੋ ਇਹ ਚੀਜ਼ ਬਹੁਤ ਡਿਪੈਂਡ ਕਰਦੀ ਹੈ, ਕਿਉਂਕਿ ਕਾਫੀ ਰਿਪੋਰਟਸ ਪਹਿਲਾਂ ਵੀ ਆ ਰਹੀਆਂ ਸੀਗੀਆਂ ਕਿ ਰਾਸ਼ਟਰਪਤੀ ਟਰੰਪ ਇਹ ਟਰਾਈ ਕਰ ਰਹੇ ਆ ਕਿ ਇਲੈਕਟਰਲ ਕਾਲਜ ਨੂੰ ਉਹ ਪਲਟ ਸਕਣ ਜੇ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਨਹੀਂ ਆਉਂਦਾ। ਇਸ ਨੂੰ ਲੈ ਕੇ ਕਾਫੀ ਜਿਹੜੇ ਇੱਥੋਂ ਦੇ ਲਾਅ ਦੇ ਜਾਣਕਾਰ ਨੇ, ਉਹਨਾਂ ਨੇ ਇਸ ਦੇ ਬਾਰੇ ਟਿੱਪਣੀ ਕੀਤੀ, ਕਿਉਂਕਿ ਲਾਅ ਦੇ ਵਿੱਚ ਕੁਝ ਵੀ ਸਪਸ਼ਟ ਨਹੀਂ ਗਾ। ਤੇ ਇਸ ਕਰਕੇ ਇਹੋ ਜਿਹੀ ਜਿਹੜੀ ਸਥਿਤੀ ਪੈਦਾ ਹੋਣ ਦੇ ਖਤਰਾ ਹੈ ਜੇ ਟੱਕਰ ਦੋਨਾਂ ਦੀ ਬਹੁਤ ਨਜ਼ਦੀਕ ਰਹਿੰਦੀ ਹੈ, ਜਿਹੜੀ 2000 ਦੇ ਵਿੱਚ ਦੇਖਣ ਨੂੰ ਮਿਲੀ ਸੀ। ਬਿਲਕੁਲ ਜੋ ਬਾਈਡਨ ਵੀ ਬੋਲ ਚੁੱਕੇ ਆ, ਪ੍ਰੈਜ਼ੀਡੈਂਟ ਡੋਨਲਡ ਟਰੰਪ ਵੀ ਬੋਲ ਚੁੱਕੇ ਹੈਗੇ ਆ, ਪਰ ਲੱਗਦਾ ਆ ਵੀ ਇਹ ਹੁਣ ਅੱਜ ਨਹੀਂ ਡਿਸਾਈਡ ਹੁੰਦਾ। ਕੱਲ ਸਵੇਰ ਤੱਕ ਪੈਂਸਿਲਵੇਨੀਆ, ਮਿਸ਼ੀਗਨ, ਸੋ ਉਹਨਾਂ ਸਟੇਟਾਂ ਦੇ ਜਿਹੜੇ ਰਿਜ਼ਲਟ ਆਉਣੇ ਹੈਗੇ ਆ, ਸੋ ਉਸ ਤੋਂ ਬਾਅਦ ਹੀ ਪਤਾ ਲੱਗੂਗਾ, ਕਿਉਂਕਿ ਟੂ ਕਲੋਜ਼ ਆ। ਈਵਨ ਦੋ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਸਟੇਟਾਂ ਦੇ ਵਿੱਚ ਅੱਗੇ ਚੱਲ ਰਹੇ ਹੈਗੇ ਐਜ਼ ਆਫ ਨਾਓ, ਥੋੜ੍ਹੇ ਪਰਸੈਂਟ, ਤੇ ਥੋੜ੍ਹੀਆਂ ਜਿਹੜੀਆਂ ਵੋਟਾਂ ਆ ਉਹ ਕਾਊਂਟ ਕਰਨ ਵਾਲੀਆਂ ਵੀ ਰਹਿੰਦੀਆਂ ਜੀ। ਹੈਗੀਆਂ। ਇੱਕ ਸਟਾਕ ਮਾਰਕੀਟ ਦੀ ਅਪਡੇਟ ਦੇ ਚੱਲੀਏ ਜੀ। ਸ਼ੁਰੂ ਦੇ ਵਿੱਚ ਜਿਵੇਂ ਕਿ ਨਤੀਜੇ ਥੋੜ੍ਹੇ ਆਪਾਂ ਨੂੰ ਆਉਂਦੇ ਦਿਸੇ, ਜਿਹੜੇ ਆਪਾਂ ਗੱਲਬਾਤ ਵੀ ਕੀਤੀ ਸੀ ਕਿ ਰਾਸ਼ਟਰਪਤੀ ਡੋਨਲਡ ਟਰੰਪ ਕਾਫੀ ਲੀਡ ਦੇ ਨਾਲ ਅੱਗੇ ਚੱਲ ਰਹੇ ਨੇ। ਸਟਾਕ ਮਾਰਕੀਟ ਜਿਹੜੀ ਫਿਊਚਰ ਸਟਾਕ ਮਾਰਕੀਟ ਇਸ ਟਾਈਮ ਹੁੰਦੀ ਆ, ਉਸ ਦੇ ਵਿੱਚ ਜੰਪ ਲੱਗਿਆ ਸੀ। ਪਰ ਹੁਣ ਜਿਵੇਂ ਇਹ ਅਨਸਰਟੇਨਿਟੀ ਵਧੀ ਜਾਂਦੀ ਹੈ ਕਿ ਕੋਈ ਵੀ ਵਿਨਰ ਹੋ ਸਕਦਾ ਹੈ, ਨਹੀਂ ਹੈਗਾ। ਘਟੀ ਹੈ, ਤਾਂ ਸਟਾਕ ਮਾਰਕੀਟ ਵੀ ਉਸ ਹਿਸਾਬ ਦੇ ਨਾਲ ਰਿਐਕਟ ਕਰ ਰਹੀ ਹੈ। ਤਾਂ ਇੱਕ ਵਾਰੀ ਫਿਰ ਥੱਲੇ ਗਈ, ਕਿਉਂਕਿ ਇਹ ਜਿਹੜੇ ਜੀ ਮੰਨਿਆ ਜਾ ਰਿਹਾ ਇਕਨੋਮਿਕ ਪੁਆਇੰਟ ਆਫ ਵਿਊ ਤੋਂ, ਜੇ ਨਤੀਜੇ ਆਉਣ ਦੇ ਵਿੱਚ ਦੇਰੀ ਹੁੰਦੀ ਹੈ ਤੇ ਕਈ ਪ੍ਰਭਾਵ ਸਟਾਕ ਮਾਰਕੀਟ 'ਤੇ ਵੀ ਪਾਊਗੀ, ਕਿਉਂਕਿ ਇਨਵੈਸਟਰਸ ਕੰਪਨੀ ਦੋਨਾਂ ਦੀਆਂ ਡਿਫਰੈਂਟ ਬਹੁਤ ਹੀ ਵੱਖਰੀਆਂ ਪਾਲਿਸੀਜ਼ ਨੂੰ ਲੈ ਕੇ ਫਿਰ ਉਹ ਸ਼ਸ਼ੋਪੰਜ ਦੇ ਵਿੱਚ ਰਹਿਣਗੇ ਕਿ ਕੌਣ ਬਣੂਗਾ, ਕਿਹੋ ਜਿਹੀਆਂ ਪਾਲਿਸੀਜ਼ ਜਿਹੜੀਆਂ ਆਉਣਗੀਆਂ, ਕਿਸ ਹਿਸਾਬ ਦੇ ਨਾਲ ਉਹਨਾਂ ਨੇ ਇਨਵੈਸਟ ਕਰਨਾ। ਜੀ ਬਿਲਕੁਲ। ਸੋ ਲੌਂਗ ਇਲੈਕਸ਼ਨ ਨਾਈਟ ਦੇ ਲਈ ਸਾਰੇ ਜਾਣੇ ਇੱਕ ਹਿਸਾਬ ਦੇ ਨਾਲ ਰੈਡੀ ਰਹਿਣ। ਜਾਰਜੀਆ, ਵਿਸਕੌਨਸਨ ਦੇ ਉੱਤੇ ਜਿਹੜੀ ਆ ਉਹ ਟੇਕ ਲਾਈ ਬੈਠੇ ਨੇ ਹੁਣ ਡੈਮੋਕ੍ਰੇਟਸ, ਵੀ ਉੱਥੇ ਜਿਹੜੀ ਸਥਿਤੀ ਆ ਉਹ ਕਿੱਦਾਂ ਦੀ ਜਿਹੜੀ ਬਣੂਗੀ, ਕੀ ਆਪਣੀ ਇਹ ਲੀਡ ਨੂੰ ਕਵਰ ਕਰ ਸਕਣਗੇ।
ਮਿਸ਼ੀਗਨ ਦੇ ਵਿੱਚ ਵੀ ਜਿਹੜੀ ਲੀਡ ਆ ਉਹ ਜਿਹੜੀ ਹੁਣ 3 ਲੱਖ ਦੀ ਹੈਗੀ ਆ ਰਾਸ਼ਟਰਪਤੀ ਟਰੰਪ ਦੀ, ਤੇ ਜਿਹੜੀ ਪੈਂਸਲਵੇਨੀਆ ਦੇ ਵਿੱਚ ਜਿਹੜੀ ਆ ਉਹ ਹੈਗੀ ਆ ਤਕਰੀਬਨ 7 ਲੱਖ ਦੀ। ਉੱਥੇ ਅਜੇ 64% ਕਾਊਂਟਿੰਗ ਹੀ ਜਿਹੜੀ ਆ ਉਹ ਹੋਈ ਹੈਗੀ ਆ। ਸੋ ਪਲਟ ਸਕਦੇ ਆ, ਪਾਸੇ ਪਲਟ ਸਕਦੇ ਆ, ਕੁਛ ਵੀ ਜਿਹੜਾ ਆ ਉਹ ਇਸ ਦੇ ਵਿੱਚ ਹੋ ਸਕਦਾ ਆ। ਇਨਫੈਕਟ ਨਾਰਥ ਜੀ ਕੈਰੋਲੀਨਾ ਦੇ ਵਿੱਚ ਵੀ ਹੁਣ 1 ਲੱਖ ਤੋਂ ਵੀ ਘੱਟ ਦਾ ਜਿਹੜਾ ਫਾਸਲਾ ਰਹਿ ਗਿਆ ਆ ਜੋ ਬਾਈਡਨ ਤੇ ਮਿਸ਼ੀਗਨ ਜਿਹੜੇ ਡੋਨਲਡ ਟਰੰਪ ਹੋਣਾ ਦਾ। ਜੀ ਉੱਥੇ ਮਿਸ਼ੀਗਨ ਦੀ 94% ਅਪਡੇਟ ਹੋਰ ਹੁੰਦੀ ਹੈ ਜੀ 10% ਤੋਂ 8% ਤੇ ਹੁਣ ਜਿਹੜੀ ਜੀ ਲੀਡ ਆ ਚੁੱਕੀ ਆ। ਥੋੜੀ ਜਿਹੀ ਘਟੀ ਆ ਉੱਥੇ। ਹਾਂ, ਉੱਥੇ ਥੋੜੀ ਉੱਥੇ ਵੀ ਅਜੇ 28% ਵੋਟ ਜਿਹੜੀ ਆ ਉਹ ਜੇ ਕਾਊਂਟ ਹੋਣੀ ਬਾਕੀ ਹੈਗੀ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਇਹ ਵੀ ਵੋਟਾਂ ਬਿਲਕੁਲ ਰਹਿ ਕਿਹੜੀਆਂ ਗਈਆਂ ਤੇ ਕਿੱਥੇ ਰਹਿ ਗਈਆਂ ਨੇ ਕਾਊਂਟ ਹੋਣ ਵਾਲੀਆਂ। ਇਹ ਬਿਲਕੁਲ ਹੁਣ ਮੇਨ ਬਿਲਕੁਲ ਜੀ। ਮੁੱਦਾ ਰਹਿ ਗਿਆ ਹੈ। ਕਿਹੜੀਆਂ ਕਾਊਂਟੀ ਰਹਿ ਗਈਆਂ ਜਾਂ ਮੇਲ ਇਨ ਹੂੰ। ਬੈਲਟ ਪਏ ਆ ਜਾਂ ਉਹ ਆਲਰੇਡੀ ਹੋ ਗਏ ਇਨ ਪਰਸਨ ਪਈ ਆ। ਪੈਂਸਲਵੇਨੀਆ ਦੇ ਵਿੱਚ 7 ਲੱਖ ਜੀ 7 ਜੀ ਲੱਖ ਬਿਲਕੁਲ ਵੋਟ ਤੇ ਪੈਂਸਲਵੇਨੀਆ ਦੇ ਵਿੱਚ ਹਾਂਜੀ ਤਕਰੀਬਨ 14% ਦਾ ਫਾਸਲਾ ਹੈਗਾ ਤੇ ਇੱਥੇ ਪਰ ਆਈ ਥਿੰਕ ਜਿਹੜੀਆਂ ਵੋਟ ਕਾਊਂਟਿੰਗ ਸਿਰਫ 64% ਹੋਈ ਹੈ। ਪੈਂਸਲਵੇਨੀਆ ਹਜੇ ਤੱਕ ਤੇ ਇਹੀ ਲੱਗ ਰਿਹਾ ਬਹੁਤ ਔਖਾ ਹੈ ਜੋ ਬਾਈਡਨ ਦੇ ਲਈ ਕਵਰ ਕਰਨਾ। 14% ਲੀਡ ਕਾਫੀ ਜ਼ਿਆਦਾ ਹੋ ਜਾਂਦੀ ਹੈ। ਅਹ, ਅਹ, ਜੇ ਆਈ ਥਿੰਕ ਜੋ ਬਾਈਡਨ ਹਰੀ ਇਸ ਸਮੇਂ ਆਸ ਦਾ ਦੀਵਾ ਲਾ ਕੇ ਬੈਠੇ ਹੋਣਗੇ ਤਾਂ ਨਾਰਥ ਕੈਰੋਲਾਈਨਾ, ਜਾਰਜੀਆ, ਵਿਸਕੌਨਸਨ ਇਹਨਾਂ ਤਿੰਨਾਂ ਸਟੇਟਸ ਦੇ ਵਿੱਚ। ਮਿਸ਼ੀਗਨ ਵੀ ਲੀਡ ਘਟੀ ਹੈ ਪਰ ਫਿਰ ਵੀ ਹਜੇ 8% ਦਾ ਫਾਸਲਾ ਉੱਤੇ ਹੈਗਾ। ਜੀ ਜੀ। ਸੋ ਬਿਲ ਲੈਟਸ ਜੋਨਸ ਕਮੈਂਟੇਟਰ ਹੈਗੇ CNN ਦੇ ਉੱਤੇ। ਪਿਛਲੀ ਵਾਰੀ ਵੀ ਉਹ ਕਾਫੀ ਅਪਸੈਟ ਸੀਗੇ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿੱਤੇ ਸੀ। ਉਹਨਾਂ ਨੇ ਇਹ ਕਿਹਾ ਵੀ ਜਿਹੜੇ ਰਿਜ਼ਲਟਸ ਆ ਰਹੇ ਆ ਇਹ ਕਾਫੀ ਹਰਟ ਕਰ ਰਹੇ ਆ। ਸੋ ਉਹਨਾਂ ਨੂੰ ਵੀ ਲੱਗਦਾ ਆ ਵੀ ਕੁਛ ਨਾ ਕੁਛ ਜਿਹੜਾ ਇਹ ਪ੍ਰੈਜ਼ੀਡੈਂਟ ਟਰੰਪ ਵੱਲ ਜਾ ਰਹੇ ਆ। ਉਹ ਪਹਿਲਾਂ ਪ੍ਰੈਜ਼ੀਡੈਂਟ ਜਿਹੜੇ ਬਰਾਕ ਓਬਾਮਾ ਦੇ ਨਾਲ ਰਹੇ ਸੀ ਐਡਵਾਈਜ਼ਰ, ਮੁੜ ਕੇ ਜਦੋਂ ਫਿਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਖਾਸ ਕਰਕੇ ਕਾਲੇ ਮੂਲ ਦੇ ਲੋਕਾਂ ਨੂੰ ਲੈ ਕੇ ਜੇਲ੍ਹ ਜਿਹੜੀ ਹੈਗੀਆਂ ਕਰੈਕਸ਼ਨ ਫੈਸਿਲਿਟੀ ਜਿਹੜੀ ਉਹਦੇ ਵਿੱਚ ਜੇਲ੍ਹ ਰਿਫਾਰਮਸ ਲਿਆਂਦੇ ਸੀ। ਸੋ ਉਹ ਉਹਨਾਂ ਦੀ ਟੀਮ ਦੇ ਵਿੱਚ ਸੀਗੇ। ਪਰ ਉਹ ਹਮੇਸ਼ਾ ਜਿੱਦਾਂ ਕ੍ਰਿਟਿਕ ਬਹੁਤ ਰਹੇ ਹੈਗੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ। ਪਰ ਇਹ ਅੱਜ ਉਹ CNN ਤੇ ਬੋਲਦੇ ਕਹੇ। ਇਸੇ ਤਰ੍ਹਾਂ ਜੋ ਬਾਈਡਨ ਨੇ ਵੀ ਕਿਹਾ ਵੀ ਨਾ ਤਾਂ ਮੇਰੀ ਕਾਲ ਹੈਗੀ ਆ ਜਿੱਤ ਦੇ ਲਈ ਤੇ ਨਾ ਹੀ ਅਜੇ ਤੱਕ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ। ਸੋ ਦੇਖਦੇ ਆ ਹੁਣ। ਮੋਸਟ ਪ੍ਰੋਬਬਲੀ ਮੈਨੂੰ ਲੱਗਦਾ ਵੀ ਸਰੋਤਿਆਂ ਨੂੰ ਦੱਸਦੇ ਜਾਈਏ, ਸਵੇਰ ਤੱਕ ਹੀ ਪਤਾ ਲੱਗੂਗਾ ਆਪਾਂ ਨੂੰ। ਜੀ ਜੀ ਜੀ। ਤੇ ਜੀ ਇੱਕ ਆਪਾਂ ਗੱਲਬਾਤ ਕਰਦੇ ਹਾਂ ਕਿ ਹੁਣ ਪ੍ਰੈਜ਼ੀਡੈਂਟ ਵਾਈਟ ਹਾਊਸ ਤੋਂ ਨਿਕਲ ਕੇ ਕੈਪੀਟਲ ਹਿੱਲ ਨੂੰ ਦੇ ਵੱਲ ਨੂੰ ਵਧੀਏ ਸੈਨੇਟ। ਜੀ ਤੇ ਜੀ ਸੈਨੇਟ ਦੇ ਵਿੱਚ ਆਈ ਥਿੰਕ 47 ਇਸ ਸਮੇਂ ਜਿਹੜਾ ਜੀ ਟੈਲੀ ਦਿਖਾ ਰਹੀ ਹੈ GOP ਪਾਰਟੀ ਦੀ ਤੇ 47 ਤੇ ਹੀ ਡੈਮੋਕ੍ਰੈਟ ਇੰਡੀਪੈਂਡੈਂਟ ਮਿਲਾ ਕੇ। ਜੀ। ਤੇ ਇਹਨਾਂ ਦੇ ਵਿੱਚ ਦੋਨਾਂ ਨੇ ਇੱਕ ਇੱਕ ਸੀਟ ਜਿਹੜੀ ਉਹ ਫਲਿੱਪ ਕੀਤੀ ਆ। ਜੀ ਜੀ। ਤੇ 51 ਮੈਜੋਰਟੀ ਦੇ ਵਾਸਤੇ ਚਾਹੀਦੀਆਂ 6 ਹਜੇ ਪਈਆਂ ਜਿਨ੍ਹਾਂ ਦੇ ਨਤੀਜੇ ਆਉਣੇ ਆ। ਤੇ ਇਹਨਾਂ ਦੇ ਵਿੱਚ ਲੀਡ ਦੇ ਉੱਤੇ GOP ਪਾਰਟੀ ਹੀ ਚੱਲ ਰਹੀ ਹੈ। ਸੋ ਜੀ ਤਕਰੀਬਨ ਕਿਉਂਕਿ ਪਹਿਲਾਂ 53 ਤੇ 47 ਦਾ ਇਹਨਾਂ ਦਾ ਆંકੜਾ ਸੀਗਾ ਇਸ ਤੋਂ ਇਲੈਕਸ਼ਨ ਤੋਂ ਪਹਿਲਾਂ। ਜੀ। ਇਧਰ ਆਈ ਥਿੰਕ ਐਰੀਜ਼ੋਨਾ ਦੇ ਵਿੱਚ ਡੈਮੋਕ੍ਰੇਟਸ ਇੱਕ ਫਲਿੱਪ ਕਰ ਸਕਦੇ ਨੇ ਸੈਨੇਟ ਦੀ ਸੀਟ ਜਿਹੜੀ ਮਾਰਥਾ ਮੈਕਸੈਲੀ ਤੋਂ। ਰਾਈਟ ਨਾਓ ਉਹ ਲੀਡ ਦੇ ਵਿੱਚ ਹੈਗੇ ਆ, ਮਾਰਕ ਕੈਲੀ। ਉਧਰ ਐਲਾਬਾਮਾ ਦੇ ਵਿੱਚ ਜਿਹੜੇ ਡਗ ਜੋਨਸ ਆ ਉਹ ਜਿਹੜੇ ਉਹ ਪਿੱਛੇ ਰਹਿ ਗਏ ਨੇ ਤੇ ਉੱਥੇ ਜਿਹੜੇ ਆ GOP ਵਾਲੇ ਆ ਉਹ ਫਲਿੱਪ ਕਰ ਰਹੇ ਨੇ। ਸੋ ਇਹ ਜਿਹੜੀ ਸਥਿਤੀ ਉੱਥੇ ਐਲਾਬਾਮਾ ਤੇ ਐਰੀਜ਼ੋਨਾ ਰਾਜਕਰਨ ਜੀ ਇੱਕ ਉਹਨਾਂ ਦੇ ਹਿਸਾਬ ਦੇ ਨਾਲ ਇਹਨਾਂ ਨੇ ਆਲਰੇਡੀ ਕਾਲ ਆਊਟ ਕਰ ਦਿੱਤੀ ਹੈ ਐਰੀਜ਼ੋਨਾ ਡੈਮੋਕ੍ਰੈਟ ਨੂੰ, ਜੀ ਐਲਾਬਾਮਾ GOP। ਸੋ ਦੋ ਫਲਿੱਪ ਹੋਈਆਂ ਨੇ, ਦੋਨਾਂ ਨੇ ਦੋ ਜਿਹੜੀਆਂ ਉਹ ਕਰ ਲਈਆਂ ਨੇ। ਸੋ ਬਰਾਬਰਤਾ ਜਿਹੜੀ ਆ ਇੱਕ ਇਸ ਹਿਸਾਬ ਦੇ ਨਾਲ ਰਹੀ ਸਮੇਂ ਆ। ਸੈਨੇਟ ਦਾ ਵੇਖੀਏ ਜਿੱਥੇ ਚੱਲ ਰਿਹਾ ਅਲਾਸਕਾ ਜਿੱਥੇ ਕਿ GOP ਕਾਫੀ ਲੀਡ ਤੇ ਹੈ ਜਾਰਜੀਆ 60%। ਚ ਵੀ ਤੇ ਜਾਰਜੀਆ ਦੇ ਵਿੱਚ ਤਕਰੀਬਨ 4% ਦੀ ਲੀਡ ਦੇ ਤੇ ਆਈ ਉੱਤੇ ਥਿੰਕ ਸਭ ਤੋਂ GOP ਕਲੋਜ਼ ਜਿਹੜੀ ਇਸ ਟਾਈਮ ਸੈਨੇਟ ਦੀ ਜਿਹੜੀ ਰਹਿ ਗਈ ਆ ਉਹ ਹੈਗੀ ਹੈ ਨਾਰਥ ਕੈਰੋਲੀਨਾ ਦੀ। ਜਿਹੜੇ ਥੌਮ ਟਿਲਸ ਤੇ ਕੈਲ ਕਨਿੰਗਹੈਮ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਤੇ ਟਿਲਸ ਜਿਹੜੇ ਰਿਪਬਲਿਕਨ ਪਾਰਟੀ ਦੇ ਆ, ਉਹਨਾਂ ਦੇ ਦਰਮਿਆਨ ਜਿਹੜਾ ਆ ਉਹ 2% ਦਾ ਜਿਹੜਾ ਫਰਕ ਆ। 1 ਲੱਖ ਵੋਟ ਦਾ ਜਿਹੜਾ ਫਰਕ ਆ। 94% ਜਿਹੜੀ ਉੱਥੇ ਰਿਪੋਰਟਿੰਗ ਜਿਹੜੀ ਉਹ ਹੋ ਚੁੱਕੀ ਆ। ਸੋ ਇਹ ਸਭ ਤੋਂ ਜ਼ਿਆਦਾ ਕਲੋਜ਼ ਆ। ਜੇ ਇਸ ਨੂੰ ਜਿਹੜਾ ਆ ਉਹਨਾਂ ਨੇ ਕਾਲ ਨਹੀਂ ਕੀਤਾ। ਇਨਫੈਕਟ ਜਾਰਜੀਆ ਵਾਲੀ ਨੂੰ ਵੀ ਸ਼ਾਇਦ ਕਈ ਥਾਵਾਂ ਦੇ ਉੱਤੇ ਕਾਲ ਕਰ ਚੁੱਕੇ ਆ ਤੇ ਕਈਆਂ ਨੇ ਜਿਹੜੇ ਜੇ ਉਸ ਨੂੰ ਨਹੀਂ ਕਾਲ ਬਿਲਕੁਲ ਜੀ। ਕੀਤਾ ਹੈ। ਨਾਰਥ ਕੈਰੋਲਾਈਨਾ ਕਾਫੀ ਅਹਿਮ ਸਟੇਟ ਬਣ ਚੁੱਕੀ ਹੈ ਇਸ ਸਮੇਂ। ਇੱਕ ਪਾਸਿਓਂ ਰਾਸ਼ਟਰਪਤੀ ਦੇ ਚੋਣ ਲਈ ਤੇ ਇੱਧਰੋਂ ਸੈਨੇਟ ਦੀ ਚੋਣ ਲਈ।
ਪਰ ਕੁੱਲ ਮਿਲਾ ਕੇ ਜੇ ਮੈਜੋਰਟੀ ਦੀ ਓਵਰਆਲ ਗੱਲ ਕਰੀਏ ਸੈਨੇਟ ਦੀ ਆਈ ਥਿੰਕ ਜੀਓਪੀ ਪਾਰਟੀ ਦੇ ਕੋਲ ਉਹ ਰਹਿਣ ਜਾ ਰਹੀ ਹੈ, ਭਾਵੇਂ ਇੱਕ ਦੇ ਨਾਲ ਹੀ ਹੋਵੇ। ਹਾਂਜੀ, ਇੱਕ ਦੇ ਨਾਲ ਹੋਵੇ, ਆਈ ਥਿੰਕ 2 ਦੇ ਨਾਲ ਘੱਟੋ ਘੱਟ, ਜੇ ਕਿਉਂਕਿ ਕਰੰਟ ਲੀਡ ਤੇ ਉਹ ਹੈਗੇ ਨੇ 6 ਦੇ ਉੱਤੇ। ਤੇ ਜੇ ਇਸ ਸਮੇਂ ਫਾਈਟ ਜਿਹੜੀ ਜੀ ਡੈਮੋਕ੍ਰੈਟਿਕ ਪਾਰਟੀ ਵੱਲੋਂ ਇੱਕ ਹੀ ਸਟੇਟ ਦੇ ਵਿੱਚ ਉਹ ਨਾਰਥ ਕੈਰੋਲਾਈਨਾ, ਇਸੇ ਜੇ ਉਹ ਪਲਟ ਵੀ ਲੈਣ ਤਾਂ ਇਹ 42 ਤੇ 52 ਤੇ ਜਿਹੜੀ ਸੈਨੇਟ ਮੈਜੋਰਟੀ ਜੀਓਪੀ ਕੋਲੇ ਰਹੂਗੀ। 48-52 ਦੇ ਉੱਤੇ ਜੀ। ਕਾਂਗਰਸ ਦੇ ਵਿੱਚ ਵੀ ਰਿਪਬਲਿਕਨਾਂ ਕੋਲ 171, ਡੈਮੋਕ੍ਰੇਟ 179। ਰਿਪਬਲਿਕਨਾਂ ਨੇ 3 ਸੀਟਾਂ ਗੇਨ ਕੀਤੀਆਂ ਆ ਤੇ ਡੈਮੋਕ੍ਰੇਟ ਨੇ ਸੋ ਫਾਰ 3 ਸੀਟਾਂ ਲੂਜ਼ ਕੀਤੀਆਂ ਯੂਐਸ ਹਾਊਸ ਦੇ ਵਿੱਚ। ਜੀ ਸੋ ਓਵਰਆਲ ਬਿਲਕੁਲ ਰਿਪਬਲਿਕਨਸ ਨੇ 3 ਗੇਨ ਕੀਤੀਆਂ, ਰਿਪਬਲਿਕਨਸ ਨੇ 5 ਫਲਿੱਪ ਕੀਤੀਆਂ ਸੀ ਤੇ ਡੈਮੋਕ੍ਰੇਟਸ ਨੇ 2 ਫਲਿੱਪ ਕੀਤੀਆਂ ਸੀ। ਸੋ ਜਿਸ ਦਾ ਮਤਲਬ ਵੀ ਰਿਪਬਲਿਕਨਸ ਨੇ 3 ਓਵਰਆਲ ਜਿਹੜੀਆਂ ਉਹ ਗੇਨ ਕੀਤੀਆਂ। ਸੋ ਅਜੇ 83 ਉੱਥੇ ਸੀਟਾਂ ਦਾ ਜਿਹੜਾ ਫੈਸਲਾ ਹੋਣਾ ਬਾਕੀ ਆ। ਰਾਈਟ ਨਾਓ ਡੈਮੋਕ੍ਰੇਟਸ 181 ਤੇ ਰਿਪਬਲਿਕਨਸ 171 ਦੇ ਉੱਤੇ ਜਿਹੜੇ ਉਹ ਦੱਸੇ ਜਾ ਰਹੇ ਨੇ। ਰਾਜਪਨ ਜੀ ਇਹ ਆંકੜਾ ਹੈ ਆਪਣੇ ਕੋਲ, ਜਿਹੜੀ 3 ਉਹਨਾਂ ਨੇ ਗੇਨ ਕੀਤੀਆਂ, ਉਹ ਕਿਹੜੀ ਸਟੇਟ, ਫਲੋਰੀਡਾ ਜਾਂ ਕੋਈ ਹੋਰ ਸਟੇਟ? ਮੈਂ ਦੇਖ ਕੇ ਜਿਹੜਾ ਹੈ ਉਹ ਤੁਹਾਨੂੰ ਦੱਸ ਸਕਦਾ। ਰਾਈਟ ਨਾਓ ਬਿਲਕੁਲ ਮੇਰੇ ਸਾਹਮਣੇ ਨਹੀਂ ਹੈਗਾ ਓਵਰਆਲ ਜਿਹੜੀ ਆ ਉਹ ਦੱਸਿਆ। ਆਈ ਥਿੰਕ ਫਲੋਰੀਡਾ ਦੇ ਸ਼ਾਇਦ 2 ਜਿਹੜੀਆਂ ਆ ਉਹਨਾਂ ਨੇ ਉੱਥੇ ਗੇਨ ਕੀਤੀਆਂ ਹੈਗੀਆਂ ਨੇ। ਫਲੋਰੀਡਾ ਦੇ ਵਿੱਚ ਡਿਸਟ੍ਰਿਕਟ ਦੇ ਵਿੱਚ ਉਹਨਾਂ ਨੇ ਉੱਥੇ ਗੇਨ ਕੀਤੀ ਆ। ਤੇ ਨਾਰਥ ਕੈਰੋਲੀਨਾ ਦੇ ਵਿੱਚ ਡੈਮੋਕ੍ਰੇਟਸ ਨੇ ਜਿਹੜੀਆਂ 2 ਆ ਉਹ ਫਲਿੱਪ ਜਿਹੜੀਆਂ ਕੀਤੀਆਂ ਸੀ। ਇਸੇ ਤਰੀਕੇ ਦੇ ਨਾਲ ਸਾਊਥ ਕੈਰੋਲੀਨਾ ਦੇ ਵਿੱਚ ਇੱਕ ਜਿਹੜੇ ਰਿਪਬਲਿਕਨ ਦਾ ਉਹਨਾਂ ਨੇ ਉੱਥੇ ਜਿਹੜੀ ਇੱਕ ਫਲਿੱਪ ਜਿਹੜੀ ਕੀਤੀ ਆ, ਇੱਕ ਜਿਹੜੀ ਨਿਊ ਮੈਕਸੀਕੋ 'ਚ ਤੇ ਇੱਕ ਮਿਨੇਸੋਟਾ ਦੇ ਵਿੱਚ। ਸੋ ਓਵਰਆਲ ਜਿਹੜੀਆਂ 5 ਇਹਨਾਂ ਨੇ ਫਲਿੱਪ ਕੀਤੀਆਂ ਆ। ਸੋ ਇਹ ਰਾਈਟ ਨਾਓ ਇਹ ਸਥਿਤੀ ਬਣੀ ਆ। ਨਾਰਥ ਕੈਰੋਲੀਨਾ 'ਚ ਰਿਪਬਲਿਕਨਸ ਨੇ 2 ਲੂਜ਼ ਕੀਤੀਆਂ ਆ ਤੇ ਜਿਹੜੀ ਫਲੋਰੀਡਾ ਦੇ ਵਿੱਚ ਤੇ ਮਿਨੇਸੋਟਾ 'ਚ, ਨਿਊ ਮੈਕਸੀਕੋ ਦੇ ਵਿੱਚ ਤੇ ਸਾਊਥ ਕੈਰੋਲੀਨਾ 'ਚ ਡੈਮੋਕ੍ਰੇਟਸ ਨੇ ਲੂਜ਼ ਕੀਤੀਆਂ ਨੇ ਸਟੇਟਸ ਜਿਹੜੀਆਂ 5 ਸੀਟਸ ਆ ਜੀ। ਇਸੇ ਤਰ੍ਹਾਂ ਗਵਰਨਰ ਵੀ ਜਿਹੜੀ ਆ, ਜੇ ਗਵਰਨਰ ਦੀ ਦੇਖੀ ਜਾਵੇ, ਇੱਕ ਜਿਹੜੇ ਰਿਪਬਲਿਕਨ ਆ ਉਹਨਾਂ ਨੇ ਗੇਨ ਕੀਤੀ ਆ ਤੇ ਡੈਮੋਕ੍ਰੇਟਸ ਨੇ ਇੱਕ ਜਿਹੜੀ ਆ ਉਹ ਲੂਜ਼ ਕੀਤੀ ਹੈਗੀ ਆ। ਤੇ ਹਜੇ ਹੁਣ ਕਈ ਜਿਹੜੀਆਂ ਹੁਣ ਸੀਟਾਂ ਆ ਉਹ ਫਸਵੀਆਂ ਹੀ ਹੈਗੀਆਂ, ਜਿਹੜੀਆਂ ਨਹੀਂ ਡਿਕਲੇਅਰ ਹੋ ਰਹੀਆਂ। ਸੋ ਅਲਟੀਮੇਟਲੀ ਜਿਹੜੀ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਹੈਗੀ ਆ ਉਹ ਹੁਣ 4-5 ਸਟੇਟਾਂ ਦੇ ਉੱਤੇ ਹੀ ਖੜੀ ਹੈਗੀ ਆ। ਜਾਰਜੀਆ, ਮਿਸ਼ੀਗਨ, ਵਿਸਕੌਨਸਨ ਤੇ ਮੈਂ ਤਾਂ ਕਹੂੰਗਾ ਹਰਜੋਤ ਸਿੰਘ ਜੀ 5 ਨਹੀਂ 3 ਹੀ ਕਹੋ। ਨਾਰਥ ਕੈਰੋਲੀਨਾ, ਜਾਰਜੀਆ ਤੇ ਵਿਸਕੌਨਸਨ, ਇਹ 3 ਸੂਬਿਆਂ ਦੇ ਵਿੱਚ ਜਿਹਦਾ ਪਲੜਾ ਭਾਰੀ ਹੋ ਗਿਆ ਉਹ ਇਲੈਕਸ਼ਨ ਜਿਹੜਾ ਉਹ ਡੈਫੀਨੇਟਲੀ ਜਿਹੜਾ ਉਹ ਜਿੱਤਣ ਜਾ ਰਿਹਾ ਹੈਗਾ ਆ। ਆਪਾਂ ਇਹ ਅਜ਼ਿਊਮ ਕਰਕੇ ਚੱਲ ਰਹੇ ਹਾਂ ਵੀ ਮਿਸ਼ੀਗਨ ਤੇ ਪੈਂਸਿਲਵੇਨੀਆ ਜਿੰਨੀ ਰਾਈਟ ਨਾਓ ਲੀਡ ਹੈਗੀ ਰਾਸ਼ਟਰਪਤੀ ਟਰੰਪ ਦੀ, ਜੇ ਉਹ ਬਰਕਰਾਰ ਰੱਖਦੇ ਇਸੇ ਤਰੀਕੇ ਨਾਲ ਤੇ ਉਹ ਉਹਨਾਂ ਦੇ ਖਾਤੇ ਦੇ ਵਿੱਚ ਜਿਹੜੀਆਂ ਉਹ ਜਾ ਰਹੀਆਂ ਨੇ। ਸੋ ਇਹ ਰਾਈਟ ਨਾਓ ਜਿਹੜਾ ਦੇਖਣ ਵਾਲੀ ਗੱਲ ਜਿਹੜੀ ਉਹ ਹੈਗੀ ਆ। ਸੋ ਕਿੰਦਰ ਨੂੰ ਜਾਊਗਾ, ਕਿਵੇਂ ਜਾਊਗਾ। ਪੈਂਸਿਲਵੇਨੀਆ ਦੇ ਵਿੱਚ ਥੋੜੀ ਜਿਹੀ ਲੀਡ ਹੋਰ ਅਜੇ ਘਟਦੀ ਦਿਖ ਰਹੀ ਹੈ, 13% ਤੇ ਆਈ ਹੈ। ਪਰ ਆਈ ਥਿੰਕ ਜੋ ਫਾਸਲਾ 13% ਦਾ ਵੀ ਬਹੁਤ ਜ਼ਿਆਦਾ ਜੀ, 7 ਲੱਖ ਵੋਟ ਦਾ ਫਰਕ ਆ ਉੱਥੇ। ਜੀ ਜੀ। ਸੋ ਜਿਵੇਂ ਤੁਸੀਂ ਕਿਹਾ ਕਿ 3 ਸਟੇਟ ਜਿਹੜੀਆਂ ਬਹੁਤ ਅਹਿਮ ਇਸ ਸਮੇਂ ਹੋ ਸਕਦੀਆਂ, ਨਾਰਥ ਕੈਰੋਲਾਈਨਾ, ਜਾਰਜੀਆ ਤੇ ਵਿਸਕੌਨਸਿਨ। ਇਹਨਾਂ ਤਿੰਨਾਂ ਦੇ ਵਿੱਚੋਂ ਜੇ ਆંકੜੇ ਆਪਾਂ ਦੇਖਦੇ ਹਾਂ ਤਾਂ ਜੋ ਬਾਈਡਨ ਦੇ ਲਈ 2 ਜਿੱਤਣੀਆਂ ਬਹੁਤ ਜ਼ਰੂਰੀ ਹੈ ਜੀ। ਜਿਹੜੀਆਂ ਵੀ 2 ਜਿੱਤਦੇ ਨੇ ਤਾਂ ਉਹਦੇ ਨਾਲ ਜਿਹੜਾ ਉਹ ਫਰਕ ਆ ਕਹਿ ਸਕਦੇ ਹਾਂ ਜਾਰਜੀਆ ਜਿੱਤਣੀ ਜ਼ਰੂਰੀ ਆ ਤੇ ਉਸ ਦੇ ਨਾਲ ਆਈਦਰ ਨਾਰਥ ਕੈਰੋਲੀਨਾ ਜਾਂ ਵਿਸਕੌਨਸਨ, ਉਹਨਾਂ ਦੋਨਾਂ 'ਚੋਂ ਕੋਈ ਵੀ ਇੱਕ ਜਿੱਤਦੇ ਆ ਤਾਂ ਫਿਰ ਉਹ ਰਾਸ਼ਟਰਪਤੀ ਜਿਹੜੇ ਉਹ ਬਣਦੇ ਆ। ਤੇ ਜੇ ਨਾਰਥ ਕੈਰੋਲੀਨਾ ਤੇ ਵਿਸਕੌਨਸਨ ਜਿੱਤਦੇ ਆ ਫਿਰ ਇੱਕ ਸੀਟ ਪਿੱਛੇ ਰਹਿ ਜਾਂਦੇ ਆ। ਸੋ ਉਹ ਟਾਈ ਦੀ ਸਥਿਤੀ ਵੀ ਬਣ ਸਕਦੀ ਜੋ। ਤੇ ਇਹ ਵੀ ਦੇਖੋ ਵੀ ਟਾਈ ਦੀ ਸਥਿਤੀ ਵੀ ਜਿਹੜੀ ਉਹ ਬਣ ਸਕਦੀ ਨਹੀਂ। ਤੇ ਨਬਰਾਸਕਾ ਦੀ ਜਿਹੜੀ ਸੀਟ ਉਹਨਾਂ ਨੇ ਜਿੱਤੀ ਆ, ਉਹ ਇੱਕ ਸੀਟ ਦਾ ਉਹ ਫਾਸਲਾ ਉਸ ਦੇ ਵਿੱਚ ਕਵਰ ਕਰਦੀ ਹੈ ਜਾਂ ਨਹੀਂ? ਜੇ ਹਾਂ ਉਹ ਆਲਰੇਡੀ ਆਪਾਂ ਕਾਊਂਟ ਇਸ ਦੇ ਵਿੱਚ ਜੇ ਮੰਨ ਕੇ ਚੱਲਦੇ ਆ, ਨਬਰਾਸਕਾ ਦੀ 1 ਬਾਈਡਨ ਤੇ 4 ਟਰੰਪ, ਕੁੱਲ 5 ਸੀਗੀਆਂ। ਸੋ ਉਹ ਇੱਕ ਜਿਹੜੀ ਜਿੱਤੀ ਸੀਟ ਬਾਈਡਨ ਦੇ ਲਈ ਜਿਹੜੀ ਸੰਜੀਵਨੀ ਦਾ ਕੰਮ ਜਿਹੜਾ ਉਹ ਕਰ ਸਕਦੀ ਆ, ਬਸ਼ਰਤੇ ਜਾਰਜੀਆ, ਵਿਸਕੌਨਸਨ, ਨਾਰਥ ਕੈਰੋਲੀਨਾ ਇਹਨਾਂ ਤਿੰਨਾਂ ਦੇ ਵਿੱਚੋਂ 2 ਸੂਬੇ ਜਿਹੜੇ ਆ ਜੇ ਉਹ ਜੋ ਬਾਈਡਨ ਜਿੱਤਦਾ ਹੈਗਾ ਆ। ਕਾਫੀ ਕਲੋਜ਼ ਜਿਹੜਾ ਮੁਕਾਬਲਾ ਆ। ਜੇ ਹਰਜੋਤ ਸਿੰਘ ਜੀ ਟਾਈ ਹੁੰਦਾ ਇਸ ਦੇ ਵਿੱਚ ਤੇ ਆਈ ਥਿੰਕ ਉਸ ਦੇ ਵਿੱਚ ਫਿਰ ਕਹਿੰਦੇ ਕਿ ਗੱਲਬਾਤ ਆਊਗੀ ਸੈਨੇਟ ਦੇ ਉੱਤੇ। ਮਾਈਕ ਪੈਂਸ ਉੱਥੇ ਕਾਫੀ ਅਹਿਮ ਰੋਲ ਅਦਾ ਕਰ ਸਕਦੇ ਆ।
ਇਹਦੇ ਬਾਰੇ ਨਹੀਂ ਮੈਨੂੰ ਡਿਟੇਲ ਚ ਪਤਾ, ਇਹਦੇ ਬਾਰੇ ਫਿਰ ਆਪਾਂ ਜੀ ਸਰਚ ਜੇ ਜੇ ਵੈਸੇ ਜੀ ਬਿਲਕੁਲ। ਸੈਨੇਟ ਸੋ ਦੇ ਵਿੱਚ ਆਈ ਥਿੰਕ ਇਹ ਸ਼ਾਇਦ ਗੱਲਬਾਤ ਜਿਹੜੀ ਮੈਂ ਪੜ੍ਹੀ ਸੀ ਪਹਿਲਾਂ ਸੀਗੀ, ਜੇਕਰ ਟਾਈ ਦਾ ਚੱਕਰ ਪੈ ਸਕਦਾ ਹੈ ਜੇ ਟਾਈ ਹੋਇਆ ਇਨ ਕੇਸ, ਪਰ ਹੁਣ ਤਾਂ ਆਈ ਲੱਗਦਾ ਨਹੀਂ ਥਿੰਕ ਟਾਈ ਹੋਊਗਾ। ਜੀਓਪੀ ਆਲਰੇਡੀ ਮੈਜੋਰਟੀ 'ਚ ਆ ਚੁੱਕੀ ਹੈ ਸੈਨੇਟ ਦੇ ਵਿੱਚ, ਤੇ ਜੀ ਜੇ ਉੱਥੇ ਵੀ ਟਾਈ ਰਹਿੰਦੀ ਤਾਂ ਮਾਈਕ ਪੈਂਸ ਕਾਫੀ ਅਹਿਮ ਅਦਾ ਰੋਲ ਕਰ ਸਕਦੇ, ਕਿਉਂਕਿ ਉਹ ਸੈਨੇਟ ਦੇ ਪ੍ਰੈਜ਼ੀਡੈਂਟ ਹੁੰਦੇ ਵਾਈਸ ਪ੍ਰੈਜ਼ੀਡੈਂਟ ਜਿਹੜਾ ਯੂਐਸ ਦਾ। ਜੀ ਤੇ ਉਹ ਕਹਿੰਦੇ ਸੀ, ਕਿਉਂਕਿ ਆਪਾਂ ਇੰਡੀਆ ਦੇ ਵਿੱਚ ਵੇਖਦੇ ਹਾਂ ਕਿ ਸਪੀਕਰ ਕਿਸ ਤਰ੍ਹਾਂ ਖੇਡਾਂ ਖੇਡਦੇ ਆ, ਜਦੋਂ ਵੀ ਕੋਈ ਇਨ ਹਾਊਸ ਕਿਸੇ ਵੀ ਮਤੇ ਦੇ ਉੱਤੇ ਗੱਲਬਾਤ ਹੁੰਦੀ ਹੈ ਤਾਂ ਸੇਮ ਇੱਥੇ ਵੀ ਚੱਲਦਾ ਕੰਮ। ਪਰ ਆਈ ਥਿੰਕ ਉਹਦੀ ਲੋੜ ਹਜੇ ਤੱਕ ਨਹੀਂ ਪੈਣੀ ਜੀਓਪੀ ਪਾਰਟੀ ਨੂੰ, ਜਿਸ ਹਿਸਾਬ ਨਾਲ ਜੇ ਮੈਜੋਰਟੀ 52 ਸੀਟਾਂ ਤੇ ਲੈ ਜਾਂਦੇ ਆ। ਤੇ ਬਾਕੀ ਇਹ ਵੀ ਦਿਲਚਸਪ ਇੱਕ ਮਾਮਲਾ ਹੋਊਗਾ ਦੇਖਣ ਵਾਲਾ ਜੇ ਟਾਈ ਰਹਿ ਗਿਆ। ਜੀ ਤੇ ਆਪਾਂ ਨਵਾਡਾ ਦੀ ਗੱਲ ਕਰਦੇ ਜਾਈਏ, ਸੋ ਫਾਰ ਨਵਾਡਾ ਦੇ ਵਿੱਚ ਜੇ ਦੱਸਦੇ ਜਾਈਏ ਅਪ ਰੇਟ ਜੋ ਬਾਈਡਨ ਦੇ ਕੋਲ 50.3% ਆ, ਡੋਨਲਡ ਟਰੰਪ ਉਹਨਾਂ ਦੇ ਕੋਲ 47.6% ਆ, ਤੇ 67% ਦੇ ਕਰੀਬ ਜਿਹੜੀਆਂ ਵੋਟਾਂ ਆ ਉਹ ਕਾਊਂਟ ਹੋ ਚੁੱਕੀਆਂ ਹੈਗੀਆਂ ਆ। ਸੋ ਜਿਹੜਾ ਇਹ ਸੋ ਇੱਥੇ ਵੀ ਉਹਦਾ ਥੋੜਾ ਫਰਕ ਆ, ਪਰ ਹਜੇ 33% ਵੋਟਾਂ ਜਿਹੜੀਆਂ ਆ ਉਹ ਕਾਊਂਟ ਹੋਣੀਆਂ ਹੈਗੀਆਂ। 5,50,361 ਜੋ ਬਾਈਡਨ ਦੇ ਕੋਲ ਆ, ਤੇ 5,21,790 ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਕੋਲ ਹੈਗੀਆਂ। ਜੀ ਤੇ ਜੇ ਪੋਪੂਲਰ ਵੋਟ ਦੀ ਗੱਲ ਕਰਦੇ ਜਾਈਏ, ਜੋ ਬਾਈਡਨ ਰਾਸ਼ਟਰਪਤੀ ਟਰੰਪ ਦੇ ਨਾਲੋਂ 1.5 ਮਿਲੀਅਨ ਵੋਟ ਵੱਧ ਜਿਹੜੀ ਹੈ ਇਸ ਟਾਈਮ ਆਲਰੇਡੀ ਖੜ ਚੁੱਕੇ ਹੋਏ ਨੇ। ਸੋ 66 ਮਿਲੀਅਨ ਜਿਹੜੇ ਜੋ ਬਾਈਡਨ ਤੇ 64.4 ਮਿਲੀਅਨ ਜਿਹੜੇ ਡੋਨਲਡ ਟਰੰਪ ਆ ਉਹਨਾਂ ਦੇ ਕੋਲ ਆ। ਰਾਸ਼ਟਰਪਤੀ ਟਰੰਪ ਨੇ ਉੱਦਾਂ ਆਪਣੇ ਪ੍ਰੈਸ ਕਾਨਫਰੰਸ 'ਚ ਕਿਹਾ ਵੀ ਆਪਾਂ ਆਲਮੋਸਟ ਜਿੱਤ ਗਏ ਆ, ਪਰ ਹਾਲ ਦੀ ਘੜੀ ਜਿੱਤਿਆ ਕੋਈ ਨਹੀਂ ਆ। ਕਾਊਂਟਿੰਗ ਜਿਹੜੀ ਉਹ ਅਜੇ ਵੀ ਚੱਲ ਰਹੀ ਆ। ਸੋ ਅਜੇ ਕੋਈ ਵੀ ਜਿਹੜਾ ਵਿਨਰ ਆ ਉਹ ਇਸ ਟਾਈਮ ਜਿਹੜਾ ਉਹ ਨਹੀਂ ਹੈਗਾ। ਸੋ ਇਹ ਹੁਣ ਦੇਖਦੇ ਹਾਂ ਵੀ ਕਿੱਦਾਂ ਜਿਹੜਾ ਉਹ ਬਣਦਾ ਹੈਗਾ। ਮੈਪ ਜਿਹੜਾ ਜੀ ਅਸੀਂ ਹੁਣ ਓਪਨ ਕੀਤਾ ਜਾਰਜੀਆ ਦਾ, ਜਿੱਥੇ ਕਿ ਕਾਫੀ ਨੈਕ ਟੂ ਨੈਕ ਫਾਈਟ ਚੱਲ ਰਹੀ ਹੈ। ਇੱਥੇ ਜਿਹੜੀਆਂ ਸਟੇਟਸ ਆਲਮੋਸਟ ਜ਼ਿਆਦਾ ਡਿਕਲੇਅਰ ਹੋ ਚੁੱਕੀਆਂ, ਉਹਨਾਂ ਦੇ ਵਿੱਚ ਜੀਓਪੀ ਪਾਰਟੀ ਹੈ ਤੇ ਰਿਪਬਲਿਕਨ ਪਾਰਟੀ ਸੌਰੀ ਜਿਹੜੀ ਡੈਮੋਕ੍ਰੈਟਿਕ ਪਾਰਟੀ ਹੈ ਉਹ ਖਾਸ ਕਰਕੇ ਮੰਨੀ ਜਾਂਦੀ ਹੈ ਕਿ ਸ਼ਹਿਰ ਜਿਵੇਂ ਅਟਲਾਂਟਾ ਹੋ ਗਏ, ਕੋਲੰਬਸ ਜਿਹੜੇ ਵੱਡੇ ਸ਼ਹਿਰ ਹੈਗੇ ਉੱਥੇ, ਉਹਨਾਂ ਦੇ ਵਿੱਚ ਉਹਨਾਂ ਦਾ ਪ੍ਰਭਾਵ ਕਾਫੀ ਹੈ। ਤੇ ਉੱਥੇ ਦੀ ਹਜੇ ਜਿਹੜੀ ਜੀ ਕਾਊਂਟਿੰਗ ਕਾਲ ਆਊਟ ਨਹੀਂ ਹੋਈ, ਤਾਂ ਉਹ ਉਮੀਦ ਸ਼ਾਇਦ ਉੱਥੋਂ ਕਰ ਰਹੇ, ਕਿਉਂਕਿ ਉੱਥੇ ਲੀਡ ਵੱਧ ਸਕਦੀ ਉਹਨਾਂ ਨੂੰ, ਇਹ ਉਮੀਦ ਆ। ਡੋਨਲਡ ਟਰੰਪ ਲੀਡ ਕਰ ਰਿਹਾ, ਪਰ ਉੱਥੋਂ ਦੀਆਂ ਵੋਟਾਂ ਮਹਿਜ ਲਾਈਕ 400-500 ਵੋਟਸ ਦਾ ਫਰਕ ਹੈ। ਤੇ ਜਿਹੜੀਆਂ ਜੋ ਉੱਥੋਂ ਐਟਲਾਂਟਾ ਵਰਗੀ ਜਿਹੜੀਆਂ ਵੱਡੀਆਂ ਕਾਊਂਟੀਜ਼ ਹੈਗੀਆਂ, ਉੱਥੇ ਉਹਨਾਂ ਦੀ ਕਾਫੀ ਲੀਡ, ਤਕਰੀਬਨ 2 ਲੱਖ ਦੀ ਲੀਡ ਉੱਥੇ ਜੋ ਬਾਈਡਨ ਦੀ। ਤੇ ਜੇ ਉਹਨਾਂ ਕਾਊਂਟੀਜ਼ ਦੇ ਵਿੱਚ ਉੱਥੇ ਅਜੇ 80% ਵੋਟ ਜਿਹੜੀ ਜੀ ਕਾਊਂਟ ਹੋਈ ਹੈ ਐਟਲਾਂਟਾ ਦੇ ਵਿੱਚ, ਤੇ ਜੇ ਉੱਥੇ ਬਾਕੀ ਰਹਿੰਦੀ ਵੋਟ ਜਿਹੜੀ ਉਹ ਜੋ ਬਾਈਡਨ ਦੀ ਹੱਕ ਦੇ ਵਿੱਚ ਆਉਂਦੀ ਹੈ ਜਾਂ ਫਿਰ ਤਾਂ ਪਾਸਾ ਪਲਟ ਸਕਦਾ ਜਾਰਜੀਆ ਦਾ। ਜੇ ਉਹ ਰਾਸ਼ਟਰਪਤੀ ਡੋਨਲਡ ਟਰੰਪ ਦੇ ਕੋਲ ਆਉਂਦੀ ਹੈ ਤਾਂ ਫਿਰ ਉਹਨਾਂ ਦੀ ਲੀਡ ਉਸੇ ਤਰ੍ਹਾਂ ਬਰਕਰਾਰ ਜਿਹੜੀ ਜੀ ਰਹੂਗੀ। ਜੀ ਇਸੇ ਤਰ੍ਹਾਂ ਵਿਸਕੌਨਸਨ ਦੀ ਦੱਸਦੇ ਜਾਈਏ, ਹੁਣ ਤੱਕ ਵਿਸਕੌਨਸਨ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ 51.3%, 15,07,366 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਆ। ਜੋ ਬਾਈਡਨ ਵਾਈਸ ਪ੍ਰੈਜ਼ੀਡੈਂਟ ਜਿਹੜੇ ਆ ਉਹ 47.2%, 13,87,000 ਵੋਟਾਂ ਦੇ ਨਾਲ ਦੂਜੇ ਨੰਬਰ ਤੇ ਹੈਗੇ ਆ। ਸੋ ਉਹਨਾਂ ਦਾ ਜਿਹੜਾ ਫਰਕ ਆ ਉਹ ਆਪਾਂ ਦੇਖ ਸਕਦੇ ਆ ਕਿੰਨਾ ਕੁ ਹੈਗਾ ਆ। ਹਜੇ ਕਾਊਂਟ ਕਰਨ ਵਾਲੀਆਂ ਵੋਟਾਂ ਜਿਹੜੀਆਂ ਕਾਫੀ ਰਹਿੰਦੀਆਂ ਹੈਗੀਆਂ। ਜੀ ਬਿਲਕੁਲ 90% ਹਜੇ ਐਸਟੀਮੇਟਡ ਵੋਟਸ ਕਹਿੰਦੇ ਕਾਊਂਟ ਹੋਈਆਂ ਹੈਗੀਆਂ। ਵਿਸਕੌਨਸਨ ਦੀ ਵੈਸੇ ਜੇ ਆਪਾਂ ਕਾਊਂਟੀ ਵਾਈਜ਼ ਗੱਲ ਕਰੀਏ ਤਾਂ ਜਿੱਥੇ ਕਿ ਡੈਮੋਕ੍ਰੈਟਿਕ ਪਾਰਟੀ ਦਾ ਜ਼ਿਆਦਾ ਪ੍ਰਭਾਵ ਹੈਗਾ, ਜਿੱਥੇ ਕਿ ਜੋ ਬਾਈਡਨ ਨੇ ਤਕਰੀਬਨ 2 ਲੱਖ ਦੀ ਜਿਹੜੀ ਜੀ ਲੀਡ ਲਈ ਹੈ ਰਾਸ਼ਟਰਪਤੀ ਡੋਨਲਡ ਟਰੰਪ ਤੋਂ ਮੈਡੀਸਨ, ਉੱਥੇ ਜਿਹੜੇ ਜੀ ਟਰਨ ਆਊਟ ਕਹਿੰਦੇ ਕਾਫੀ ਜ਼ਿਆਦਾ ਹੋਇਆ, ਤੇ ਹਜੇ ਤੱਕ ਆਈ ਥਿੰਕ ਉਹਨਾਂ ਨੇ ਵੋਟਸ ਜਿਹੜੀਆਂ ਜੀ ਕਾਲ ਆਊਟ ਨਹੀਂ ਕੀਤੀ, ਉੱਥੇ ਕਾਲ ਆਊਟ ਕਰ ਚੁੱਕੇ ਆ ਉਹ। ਤੇ ਜਿਹੜੀਆਂ ਰਹਿੰਦੀਆਂ ਨੇ ਸਟੇਟਸ ਕਾਊਂਟੀਜ਼ ਜਿੱਥੇ ਕਿ ਡੋਨਲਡ ਟਰੰਪ ਜਾਂ ਫਿਰ ਜੋ ਬਾਈਡਨ ਲੀਡ ਕਰ ਰਹੇ ਨੇ, ਉਹਨਾਂ ਦੀ ਵੀ ਤਕਰੀਬਨ 90 ਤੋਂ 95% ਜਾਂ ਕਿਤੇ ਕਿਤੇ 99% ਤੱਕ ਕਾਊਂਟਿੰਗ ਹੋ ਚੁੱਕੀ ਹੈ। ਤੇ ਮੋਸਟਲੀ ਡੋਨਲਡ ਟਰੰਪ ਉਹਨਾਂ ਦੇ ਉੱਤੇ ਲੀਡ ਕਰ ਰਹੇ ਨੇ, ਤੇ ਆਈ ਥਿੰਕ ਉਹਨਾਂ ਆંકੜਿਆਂ ਤੋਂ ਲੱਗ ਰਿਹਾ ਕਿ ਸ਼ਾਇਦ ਵਿਸਕੌਨਸਿਨ ਡੋਨਲਡ ਟਰੰਪ ਆਪਣੇ ਹੱਕ ਦੇ ਵਿੱਚ ਰੱਖਣ ਦੇ ਕਾਮਯਾਬ ਹੋ ਜਾਣਗੇ।
ਇਸੇ ਤਰ੍ਹਾਂ ਮਿਸ਼ੀਗਨ ਦੀ ਗੱਲ ਕਰਦੇ ਜਾਈਏ 16 ਇਲੈਕਟੋਰਲ ਵੋਟਸ ਮਿਸ਼ੀਗਨ ਦੀਆਂ ਹੈਗੀਆਂ ਆ। ਹੁਣ ਤੱਕ ਡੋਨਲਡ ਟਰੰਪ ਉਹਨਾਂ ਦੇ ਕੋਲ 53.3%, 20,91,784, ਤੇ ਜੋ ਬਾਈਡਨ ਉਹਨਾਂ ਦੇ ਕੋਲ 45.1%, 17,72,348, 73% ਦੇ ਕਰੀਬ ਵੋਟਸ ਕਾਊਂਟ ਹੋਈਆਂ, 27% ਰਹਿੰਦੀਆਂ ਆ। ਸੋ ਇੱਥੇ ਜਿਹੜਾ ਉਹਨਾਂ ਦਾ ਫਰਕ ਆ ਉਹ ਆਲਮੋਸਟ 3 ਲੱਖ ਦੇ ਕਰੀਬ ਹੈਗਾ ਆ, 2,80,000 ਦੇ ਕਰੀਬ। ਜੀ ਜੀ ਤੇ ਮਿਸ਼ੀਗਨ ਦੇ ਵਿੱਚ ਜੇ ਆਪਾਂ ਗੱਲ ਕਰੀਏ ਕਾਊਂਟੀ ਵਾਈਜ਼ ਦੇ ਉੱਤੇ ਆਈਏ, ਤੇ ਇਸ ਦੇ ਵਿੱਚ ਡਿਟਰੋਇਟ ਜਿਹੜੀ ਕਿ ਕਾਫੀ ਆਈ ਥਿੰਕ ਵੱਡੀ ਸਿਟੀ ਹੈ ਉੱਥੇ, ਜੋ ਬਾਈਡਨ 2,40,000 ਤੇ ਰਾਸ਼ਟਰਪਤੀ ਡੋਨਲਡ ਟਰੰਪ 1,66,000, ਤਕਰੀਬਨ 80,000 ਵੋਟਾਂ ਦਾ ਜਿਹੜਾ ਉੱਥੇ ਫਰਕ ਉਹਨਾਂ ਕੋਲ ਹੈਗਾ, ਤੇ 43% ਵੋਟਾਂ ਹਜੇ ਕਾਊਂਟ ਹੋਈਆਂ ਹਨ। ਡਿਟਰੋਇਟ ਦੇ ਵਿੱਚ ਆਈ ਥਿੰਕ ਇਹ ਡਿਪੈਂਡ ਕਰਦਾ ਕਿ ਜਿਹੜੀਆਂ ਬਾਕੀ 57% ਵੋਟਾਂ ਪਈਆਂ ਉਹ ਡੈਮੋਕ੍ਰੈਟਿਕ ਲੀਨ ਹੀ ਮੰਨੀਆਂ ਜਾਂਦੀਆਂ, ਪਰ ਉਹਨਾਂ ਡੈਮੋਕ੍ਰੈਟਿਕ ਲੀਨਸ ਦੇ ਵਿੱਚ ਉਹਨਾਂ 57 ਦੇ ਵਿੱਚ ਕਿੰਨੀਆਂ ਕਿ ਉਹ ਬਾਕੀ ਸਟੇਟ ਦੀ ਜਿਹੜੀ ਲੀਡ ਕਵਰ ਕਰ ਸਕਦੇ ਜਾਂ ਨਹੀਂ। ਜੀ ਜੋ ਬਾਈਡਨ ਨੂੰ ਐਰੀਜ਼ੋਨਾ ਦੇ ਵਿੱਚ ਵੀ ਜੇਤੂ ਕਰਾਰ ਦੇ ਦਿੱਤਾ ਗਿਆ ਆ, ਤੇ ਜਿਹੜੇ ਉੱਥੇ ਐਰੀਜ਼ੋਨਾ ਦੇ ਵਿੱਚ ਸੈਨੇਟ ਦੇ ਲਈ ਖੜੇ ਮਾਰਕ ਕੈਲੀ ਉਹਨਾਂ ਨੂੰ ਵੀ ਜੇਤੂ ਜਿਹੜਾ ਆ ਉਹ ਕਰਾਰ ਦੇ ਦਿੱਤਾ ਗਿਆ। ਐਸੋਸੀਏਟਿਡ ਪ੍ਰੈਸ ਆ ਉਹਨਾਂ ਨੇ ਹੁਣੇ ਇਹ ਜਿਹੜੀਆਂ ਆ ਉਹ ਕਾਲ ਕੀਤੀ ਹੈਗੀ ਆ। ਸੋ ਐਸੋਸੀਏਟ ਪ੍ਰੈਸ ਪਿਛਲੇ 170 ਸਾਲਾਂ ਤੋਂ ਜਗਮੋਹਨ ਜੀ ਹਰਜੋਤ ਜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਜਾਂ US ਦੀਆਂ ਇਲੈਕਸ਼ਨਸ ਉਹ ਕਾਲ ਕਰ ਰਹੇ ਆ, ਪਰ ਉਹਨਾਂ ਨੇ ਇਸ ਵਾਰ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨੂੰ ਅਜੇ ਤੱਕ ਵੀ ਜਿਹੜਾ ਉਹ ਕਾਲ ਆ ਉਹ ਨਹੀਂ ਕੀਤਾ ਹੈਗਾ। ਸੋ ਉਹਨਾਂ ਦੇ 50 ਦੇ 50 ਸੂਬਿਆਂ ਦੇ ਵਿੱਚ ਜਿਹੜੇ ਪੱਤਰਕਾਰ ਕਾਊਂਟੀ ਕਲਰਕਾਂ ਦੇ ਨਾਲ ਸੰਪਰਕ ਦੇ ਵਿੱਚ ਆਲਮੋਸਟ ਰਹਿੰਦੇ ਆ। ਸੋ ਇਸੇ ਕਰਕੇ ਉਹਨਾਂ ਨੇ 100% ਟਾਈਮ ਜਿਹੜਾ ਸਹੀ ਪ੍ਰੈਡਿਕਸ਼ਨ ਜਿਹੜੀ ਆ ਉਹ ਦਿੱਤੀ ਆ, ਕਾਲ ਕੀਤੀਆਂ ਨੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ, ਪਰ ਇਸ ਵਾਰ ਜਿਹੜੀ ਉਹ ਨਹੀਂ ਕਰ ਰਹੇ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਫਾਸਲਾ ਜਿਹੜਾ ਬਹੁਤ ਹੀ ਜ਼ਿਆਦਾ ਕਲੋਜ਼ ਹੈਗਾ ਆ। ਆਲਰੇਡੀ ਜਿਹੜੇ ਪ੍ਰੈਜ਼ੀਡੈਂਸ਼ੀਅਲ ਜਿਹੜੇ ਰਾਸ਼ਟਰਪਤੀ ਟਰੰਪ ਉਹਨਾਂ ਦੇ ਕੈਂਪੇਨ ਦੇ ਦੁਆਰਾ ਫੰਡ ਰੇਜ਼ਿੰਗ ਦੀ ਪਲੀ ਜਿਹੜੀ ਆਈ ਆ, ਉਹਨਾਂ ਨੇ ਆਪਣੇ ਵੋਟਰਸ ਨੂੰ, ਆਪਣੇ ਸਮਰਥਕਾਂ ਨੂੰ ਜਿਹੜੇ ਆ ਡਾਲਰਾਂ ਦੇ ਲਈ ਜਾਂ ਫੰਡ ਰੇਜ਼ਿੰਗ ਦੀ ਮੰਗ ਕੀਤੀ ਆ ਵੀ ਆਪਾਂ ਇਸ ਇਲੈਕਸ਼ਨ ਦੀ ਇੰਟੀਗ੍ਰਿਟੀ ਨੂੰ ਬਚਾਉਣ ਦੇ ਲਈ ਜਿਹੜਾ ਉਹ ਕੰਮ ਕਰਨਾ ਹੈਗਾ ਆ, ਪ੍ਰੋਟੈਕਟ ਦਾ ਇੰਟੀਗ੍ਰਿਟੀ ਆਫ ਦਿਸ ਇਲੈਕਸ਼ਨ। ਸੋ ਇਹਨਾਂ ਨੂੰ ਵੀ ਇਹ ਸੰਭਾਵਨਾ ਜਿਹੜੀ ਉਹ ਲੱਗ ਰਹੀ ਆ ਵੀ ਮੁਕਾਬਲਾ ਬਹੁਤ ਹੀ ਜ਼ਿਆਦਾ ਜਿਹੜਾ ਉਹ ਫਸਵਾਂ ਜਿਹੜਾ ਉਹ ਰਹਿਣ ਵਾਲਾ ਆ। ਚੱਲਣਾ ਕੰਮ ਜੀ ਅਦਾਲਤਾਂ ਦੇ ਵਿੱਚ ਹੀ ਚੱਲਣਾ ਆ। ਇੱਕ ਜਿਹੜੀ ਪੋਜ਼ਿਟਿਵ ਨਿਊਜ਼ ਇਹ ਹੀ ਆ ਵੀ ਸੁਪਰੀਮ ਕੋਰਟ ਦੇ ਵਿੱਚ ਹੁਣ 6 ਕੰਜ਼ਰਵੇਟਿਵ ਜਿਹੜੇ ਉਹ ਜੱਜ ਹੈਗੇ ਨੇ। ਸੋ ਇਹ ਉਹਨਾਂ ਦੇ ਲਈ ਪੋਜ਼ਿਟਿਵ ਨਿਊਜ਼ ਹੁੰਦੀ ਆ ਵੀ ਜੇ ਉੱਥੇ ਉਹ ਜਾਂਦਾ ਆ, ਪਰ ਜੇ ਇੱਦਾਂ ਹੁੰਦਾ ਆ ਤੇ ਲੋਕਾਂ ਦੇ ਵਿੱਚ ਹੁਣ ਦੇਖਣਾ ਪਊਗਾ ਵੀ ਜੋ ਵੀ ਉਦੋਂ ਚਰਚਾਵਾਂ ਹੁੰਦੀਆਂ, ਜੇ ਇਹ ਫਿਰ ਜੇ ਦੇ ਉੱਤੇ ਸਭ ਕੁਝ ਡਿਪੈਂਡ ਹੈਗਾ ਆ ਵੀ ਜੇ ਉੱਥੇ ਤੱਕ ਜਾਂਦਾ ਆ ਤੇ ਫਿਰ ਉਦੋਂ ਕੀ ਜਿਹੜਾ ਉਹ ਬਣੂਗਾ। ਸੋ ਪਰ ਕਾਫੀ ਸਥਿਤੀ ਜਿਹੜੀ ਇਸ ਟਾਈਮ ਗੰਭੀਰ ਆ। ਸੋ ਜੇ ਐਸੋਸੀਏਟ ਪ੍ਰੈਸ 170 ਸਾਲ ਤੋਂ ਕਰ ਵਾਲੀ ਉਹ ਨਹੀਂ ਕਾਲ ਕਰ ਸਕਦੇ, ਤਾਂ ਅਸੀਂ ਫਿਰ ਕੀ ਜਿਹੜੀ ਆ ਉਹ ਕਾਲ ਕਰਾਂਗੇ ਵੀ ਕੌਣ ਜਿਹੜਾ ਇਹ ਇਲੈਕਸ਼ਨ ਨੂੰ ਜਿਹੜਾ ਉਹ ਜਿੱਤ ਰਿਹਾ ਹੈਗਾ ਆ। ਪਰ ਕਾਫੀ ਕਲੋਜ਼ ਮੁਕਾਬਲਾ ਜਿਹੜਾ ਉਹ ਹੋਣ ਦੀ ਸੰਭਾਵਨਾ ਹੈ। ਸੋ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਆਪਾਂ ਫਿਰ ਹੁਣ ਇਜਾਜ਼ਤ ਲਈਏ, ਲੋਕਾਂ ਨੂੰ ਵੀ ਥੋੜਾ ਜਿਹਾ ਸੌਣ ਦਈਏ, ਤੇ ਫਿਰ ਸਵੇਰ ਨੂੰ ਉੱਠ ਕੇ ਵੇਖਦੇ ਆ ਵੀ ਇਹ ਊਂਠ ਕਿਸ ਕਰਵਟ ਨੂੰ ਜਿਹੜਾ ਉਹ ਬੈਠ ਰਿਹਾ ਹੈਗਾ ਆ। ਸਵੇਰੇ ਫਿਰ ਅਪਡੇਟ ਅਮਰੀਕਾ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ 9 ਵਜੇ ਦੇ ਕਰੀਬ। ਉਹਦੇ ਵਿੱਚ ਹੋਪਫੁਲੀ ਕੁਛ ਨਾ ਕੁਛ ਉਮੀਦ ਉਦੋਂ ਤੱਕ ਨਤੀਜਾ ਜਿਹੜਾ ਹੀ ਆ ਜਾਣਾ। ਲੱਗਦਾ ਇਦਾਂ ਆ, ਵੈਸੇ ਜੇ ਸਹੀ ਦੇਖਿਆ ਜਾਵੇ ਜਿੱਦਾਂ ਦੇ ਹਾਲਾਤ ਬਣੇ ਆ, ਕਾਫੀ ਕਲੋਜ਼ ਮੁਕਾਬਲਾ ਰਹਿਣ ਵਾਲਾ ਆ। ਜਿੱਥੇ ਬਹੁਤ ਘੱਟ ਵੋਟਾਂ ਦਾ ਫਰਕ ਆ, ਉਹਨਾਂ ਨੇ ਲਾਸਟ ਦਿਨ ਤੱਕ ਜਿੰਨੀ ਦੇਰ ਤੱਕ ਬੈਲਟਸ ਆਉਣੇ ਆ, ਜਿੱਥੇ ਜਿਹੜਾ ਵੀ ਰੂਲ ਹੈਗਾ ਆ ਉਹਦੇ ਮੁਤਾਬਕ ਜਿਹੜਾ ਉਹ ਕੰਮ ਚੱਲੂਗਾ। ਸੋ ਲੈਟਸ ਸੀ ਜਿਹੜਾ ਆ ਉੱਥੇ ਕੀ ਬਣਦਾ। ਸੋ ਹੋਪਫੁਲੀ ਇਸ ਵੀਕਐਂਡ ਤੱਕ, ਜੇ ਕੱਲ ਤੋਂ ਆ ਜਾਵੇ ਫਿਰ ਤਾਂ ਬਹੁਤ ਹੀ ਵਧੀਆ, ਪਰ ਅਦਰਵਾਈਜ਼ ਜਿਹੜਾ ਹੋਪਫੁਲੀ ਇਸ ਵੀਕਐਂਡ ਤੱਕ ਕੁਛ ਨਾ ਕੁਛ ਆਪਾਂ ਨੂੰ ਜਿਹੜਾ ਕਲੈਰਿਟੀ ਆ ਉਹ ਮਿਲ ਸਕੇ ਵੀ ਕੀ ਜਿਹੜੀ ਇਹ ਸਿਚੁਏਸ਼ਨ ਜਿਹੜੀ ਉਹ ਬਣ ਜਾ ਰਹੀ ਆ। ਕਿਉਂਕਿ ਜੇ ਰਿਪਬਲਿਕਨਸ ਕਹਿ ਰਹੇ ਆ ਵੀ ਅਸੀਂ ਜਿਹੜਾ ਅਦਾਲਤ ਵਿੱਚ ਜਾਵਾਂਗੇ, ਤੇ ਜੇ ਡੈਮੋਕ੍ਰੇਟ ਹਾਰਨ ਲੱਗੇ ਹੋ ਸਕਦਾ ਇਹ ਵੀ ਜਿਹੜੇ ਉਹ ਅਦਾਲਤ ਦੇ ਵੱਲ ਨੂੰ ਜਿਹੜਾ ਉਹ ਰੁਖ ਜਿਹੜੇ ਉਹ ਕਰਨਗੇ। ਸੋ ਦੇਖਦੇ ਆ ਵੀ ਕੀ ਜਿਹੜਾ ਇੱਥੇ ਬਣੂਗਾ। ਪਰ ਸਿਚੁਏਸ਼ਨ ਇਹ ਰਾਈਟ ਨਾਓ ਇੰਨੀ ਕੁ ਕਲੀਅਰ ਹੈਗੀ ਆ ਵੀ ਹਾਲ ਦੀ ਘੜੀ ਕੋਈ ਵੀ ਕਲੀਅਰ ਜੇਤੂ ਜਿਹੜਾ ਉਹ ਆਪਣੇ ਸਾਹਮਣੇ ਨਜ਼ਰ ਜਿਹੜਾ ਉਹ ਨਹੀਂ ਆ ਰਿਹਾ। ਪਲੜਾ ਜਿਹੜਾ ਜ਼ਰੂਰ ਰਾਸ਼ਟਰਪਤੀ ਟਰੰਪ ਵੱਲ ਨੂੰ ਝੁਕ ਰਿਹਾ ਆ, ਪਰ ਜੋ ਬਾਈਡਨ ਵੀ ਵਿੱਚ ਹੁਲਾਰਾ ਜਿਹੜਾ ਲੈ ਕੇ ਉਹ ਤਾਂ ਨੂੰ ਜਿਹੜਾ ਆਉਣ ਦੀ ਕੋਸ਼ਿਸ਼ ਉਸਦੀ ਜ਼ਰੂਰ ਹੈਗੀ ਆ। ਬੋਲੋ ਸਰੋਤਿਓ, ਆਪਾਂ ਹੁਣ ਇਜਾਜ਼ਤ ਲੈਂਦੇ ਆ
ਤੁਹਾਨੂੰ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ। ਕੱਲ੍ਹ ਨੂੰ ਜ਼ਰੂਰ ਪੰਜਾਬੀ ਰੇਡੀਓ USA ਦੇ ਸਟੂਡੀਓ 408 272 5200 ਤੇ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ। ਹੁਣ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੇ ਮੇਰੇ ਜਗਮੋਹਨ ਸਿੰਘ ਵੱਲੋਂ, ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।